ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਥੋੜਾ ਆਪਣਾ ਲਾਈਵ ਸ਼ੁਰੂ ਹੋ ਰਿਹਾ। ਆਈ ਥਿੰਕ ਮੈਂ ਫੇਸਬੁੱਕ ਤੇ ਵੀ ਲਾਈਵ ਹੈਗਾ ਤੇ ਇੰਸਟਾਗ੍ਰਾਮ ਤੇ ਵੀ ਹੈਗਾ। ਆਜੋ ਮੇਰਾ ਭਰਾ, ਮੇਰੇ ਭੈਣਾਂ ਭਰਾ, ਇੱਕ ਵਾਰ ਸਾਰੇ ਲਾਈਵ ਆਜੋ, ਜੁੜ ਜਾਓ, ਕਿਉਂਕਿ ਬੜੇ ਵੈਸੇ ਮੈਂ ਲਾਈਵ ਆਉਂਦਾ ਹੀ ਨਹੀਂਗਾ, ਹੈ ਨਾ। ਤੇ ਆਜੋ, ਬੜੀਆਂ ਜ਼ਰੂਰੀ ਗੱਲਾਂ ਕਰਨੀਆਂ ਸਾਰੇ ਭਰਾਵਾਂ ਨਾਲ। ਸਾਰੇ ਭੈਣ ਭਰਾ ਮੇਰੇ ਸਾਰੇ ਆ ਜਾਣ ਜੀ। ਰਿਕੁਐਸਟ ਹੈਗੀ, ਸ਼ੇਅਰ ਵੀ ਕਰ ਸਕਦੇ ਹੋ, ਸ਼ੇਅਰ ਵੀ ਜ਼ਰੂਰ ਕਰਿਓ। ਤੇ ਇੱਕ ਵਾਰ ਜੁੜ ਜਾਓ ਸਾਰੇ ਆਪਣਾ, ਹੈ ਨਾ ਵੀਰ ਭਰਾ। ਤੇ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਕੌਮੀ ਇਨਸਾਫ ਮੋਰਚਾ, ਯੈਸ ਬਿਲਕੁਲ, ਜਿੰਦਾਬਾਦ ਜਿੰਦਾਬਾਦ, ਲਵ ਯੂ ਲਵ ਯੂ। ਤਾਂ ਸੋ ਸਾਰੇ ਭਰਾਵਾਂ ਨਾਲ, ਸਾਰੇ ਭੈਣਾਂ ਨਾਲ ਮੈਂ ਗੱਲ ਕਰਨੀ ਚਾਹੁੰਦਾ। ਤੇ ਹਰ ਗੱਲ, ਤੁਸੀਂ ਸਾਡੀ ਕਚਹਿਰੀ ਹੋ ਤਾਂ ਜਿੰਨੀ ਗੱਲ ਕਰਦਾ, ਜਿੰਨੀ ਵੀ ਗੱਲ ਕਰਦਾ, ਸਾਡੇ ਲਈ ਸਭ ਤੋਂ ਉੱਤੇ ਸਾਡਾ ਗੁਰੂ ਗ੍ਰੰਥ ਸਾਹਿਬ ਹੈਗੇ ਆ। ਤਾਂ ਮੈਂ ਉਹਨਾਂ ਦੀ ਕਸਮ ਦੇ ਕੇ ਗੱਲ ਕਰਦਾ, ਮੈਂ ਕੁਛ ਝੂਠ ਨਹੀਂ ਬੋਲਦਾ। ਹਰ ਚੀਜ਼ ਤੁਹਾਡੇ ਤੱਕ ਮੈਂ ਜਿਹੜੀ ਰੱਖਣ ਲੱਗਿਆ ਹੈਗਾ, ਉਹਨੂੰ ਤੁਸੀਂ ਐਕਚੁਅਲ 'ਚ ਸਮਝੋ, ਕਹਾਣੀ ਨੂੰ ਸਾਰੀ ਨੂੰ। ਬਈ ਪਰਚਾ ਹੋ ਗਿਆ, ਫਿਰ ਉਸ ਦੀ ਗੱਲਾਂ, ਉਹ ਪਰਚਿਆਂ ਦੀ ਗੱਲਾਂ ਕਰਨ ਲੱਗਿਆ ਵੀਰੇ। ਪਰਚੇ, ਪਤਾ ਹੀ ਨਹੀਂ ਕੀ ਕੁਛ ਹੋਈ ਜਾਂਦਾ ਜ਼ਿੰਦਗੀ 'ਚ, ਪਤਾ ਹੀ ਨਹੀਂ ਕੀ ਚੱਲੀ ਜਾਂਦਾ। ਹਰ ਮੇਰਾ ਵੀਰ ਭਰਾ, ਹੈ ਨਾ, ਧਿਆਨ ਨਾਲ ਗੱਲ ਸੁਣਿਓ। ਅੱਜ ਤੱਕ ਮੇਰੇ ਤੇ ਕੀ ਬੀਤਦੀ ਹੈ ਜ਼ਿੰਦਗੀ 'ਚ, ਜ਼ਿੰਦਗੀ 'ਚ ਕੀ ਬੀਤਦੀ ਹੈਗੀ ਹੈ, ਮੈਂ ਕਿਹੜੇ ਹਾਲਾਤਾਂ 'ਚੋਂ ਲੰਘਦਾ, ਮੈਂ ਉਹ ਗੱਲਾਂ ਹਜੇ ਵੀ ਨਹੀਂ ਰੱਖਦਾ ਪੰਜਾਬ ਦੇ ਲੋਕਾਂ ਅੱਗੇ। ਸਹੁੰ ਵਾਲੀ ਗੱਲ ਹੈਗੀ ਆ, ਮੈਂ ਸਾਡੇ ਗੁਰੂਆਂ ਦੀ ਸਹੁੰ ਦੇ ਕੇ ਕਹਿਣਾ ਕਿ ਜੇ ਮੈਂ ਉਹ ਗੱਲਾਂ, ਮੈਂ ਕਿਹੜੇ ਹਾਲਾਤਾਂ 'ਚੋਂ ਗੁਜ਼ਰ ਰਿਹਾ ਤੇ ਕਿਹੜੇ ਹਾਲਾਤਾਂ 'ਚੋਂ ਮੈਂ ਲੰਘਿਆ, ਜੇ ਮੈਂ ਉਹ ਗੱਲਾਂ ਇੱਥੇ ਰੱਖਾਂ ਤਾਂ ਮੈਨੂੰ ਪਤਾ ਕਿ ਸਾਡੇ ਨੌਜਵਾਨ ਮੁੰਡੇ ਕੁੜੀਆਂ ਹੈਗੇ ਆ ਜਿਹੜੇ, ਉਹ ਸਾਰੇ ਵਾਪਸ ਮੁੜਨਗੇ। ਦੱਸ ਨਹੀਂ ਸਕਦਾ ਮੈਂ ਵੀਰੇ ਕਿਹੜੀਆਂ ਜ਼ਿੰਦਗੀ 'ਚ ਚੀਜ਼ਾਂ ਸਹਿ ਰਿਹਾ, ਨਹੀਂ ਦੱਸ ਸਕਦਾ। ਸਹੁੰ ਗੁਰੂ ਦੀ, ਮੈਂ ਅੱਜ ਤੱਕ ਜਿੰਨਾ ਕੁਛ ਮੈਂ ਆਪਦੇ, ਕੀ ਦੱਸਾਂ ਕਿਸੇ ਨੂੰ, ਕੀ ਸਹਿਆ ਮੈਂ, ਹਜੇ ਵੀ ਕਮੀ ਨਹੀਂ। ਚਲੋ ਜੀ, ਕਿਸਾਨ ਅੰਦੋਲਨ ਦੇ ਵਿੱਚ ਬਾਬਾ ਮਿਹਰ ਕਰੇ, ਬੜਾ ਕੁਛ ਦੇਖਿਆ ਤੁਹਾਡੇ ਭਰਾ ਨੇ, ਬੜਾ ਕੁਛ ਦੇਖਿਆ। ਕਿਹੜੇ ਗੁੰਡਿਆਂ ਦੇ ਫੋਨ ਨਹੀਂ ਸਹੇ ਤੁਹਾਡੇ ਵੀਰ ਨੇ, ਕਿਹੜੇ ਪੋਲੀਟੀਸ਼ੀਅਨਾਂ ਤੋਂ ਧਮਕੀਆਂ ਨਹੀਂ ਲਈਆਂ ਮੈਂ, ਠੀਕ ਹੈ। ਕਿਵੇਂ ਅੱਜ ਤੱਕ ਝੇਲਦਾ ਰਹੇ ਚੀਜ਼ਾਂ ਨੂੰ, ਹਨਾ, ਕਿਤੇ ਨਹੀਂ ਰੋਇਆ ਤੁਹਾਡੇ ਸਾਹਮਣੇ ਆ ਕੇ। ਕੀ ਰੋਵਾਂ, ਤੁਸੀਂ ਤਾਂ ਖੁਦ ਮੇਰੇ ਵਾਂਗੂ ਫਸੇ ਬੈਠੇ ਹੋ ਸਾਰੇ, ਹਨਾ। ਤੁਸੀਂ ਖੁਦ ਸਾਰੀਆਂ ਚੀਜ਼ਾਂ 'ਚ, ਉਸੇ ਪੰਜਾਬ 'ਚ ਤੁਸੀਂ ਰੋ ਰਹੇ ਹੋ, ਉਸੇ 'ਚ ਮੈਂ ਰੋ ਰਿਹਾ। ਕੀ ਰੋਵਾਂ ਮੈਂ ਕਿਸੇ ਦੇ ਸਾਹਮਣੇ ਆ ਕੇ। ਅੱਜ ਤੱਕ ਕਿੰਨੀਆਂ ਚੀਜ਼ਾਂ ਹੈਗੀਆਂ, ਹਰ ਸਾਲ ਘੱਟ ਤੋਂ ਘੱਟ ਮੈਨੂੰ ਲੱਗਦਾ 40-50 ਚੀਜ਼ਾਂ, ਕਿਸੇ ਚੀਜ਼ਾਂ ਹੱਥ ਜੋੜ ਕੇ ਖੜਾ ਛਡਾਉਣਾ ਕਿ ਹਨਾ ਇੱਥੋਂ ਨਿਕਲ ਜਾ। ਕਿਸੇ ਪਾਸੇ ਜੇ ਪੈਸਿਆਂ ਦਾ ਹੁੰਦਾ, ਪੈਸੇ ਦੇ ਕੇ ਪਿੱਛੇ ਹੋ ਜਾਣਾ। ਕਿਸੇ ਪਾਸੇ ਜੇ ਮੇਰੇ ਕੋਈ ਹੁੰਦਾ ਹੈਗਾ ਕਿ ਕੋਈ ਪੋਲੀਟੀਸ਼ੀਅਨ ਪਿੱਛੇ ਪੈਂਦੇ ਹੈਗੇ, ਜਦੋਂ ਉਹਨਾਂ ਚੀਜ਼ਾਂ 'ਚੋਂ ਕਿਤੇ ਹੱਥ ਜੋੜ ਕੇ, ਜਾਂ ਕੋਈ ਪੋਲੀਟੀਸ਼ੀਅਨ ਵੀਰ ਭਰਾ ਹੁੰਦਾ, ਉਹਨਾਂ ਨੂੰ ਹੱਥ ਜੋੜ ਦੇਣਾ ਵੀ ਮੇਰੇ ਨਾਲ ਧੱਕਾ ਨਾ ਕਰੋ। ਮੈਂ ਹਟ ਨਹੀਂ ਸਕਦਾ ਬੋਲਣੋਂ, ਮੇਰੀ ਮਜਬੂਰੀ ਹੈ। ਪੰਜਾਬ ਦੇ ਹੱਕ 'ਚ ਬੋਲਣ ਦੀ ਸਜ਼ਾ ਮੇਰੀ ਐਡੀ ਹੈ, ਪੰਜਾਬ ਦੇ ਹੱਕ 'ਚ ਬੋਲਣ ਦੀ ਸਜ਼ਾ ਮੇਰੀ ਇਹ ਹੈਗੀ ਹੈ, ਹਰ ਸਾਲ 'ਚ 12 ਮਹੀਨੇ ਹੁੰਦੇ ਆ ਤੇ ਤੁਹਾਡਾ ਭਰਾ 8 ਵਾਰੀ ਛੱਤ ਨੂੰ ਰੱਸੇ ਪਾਉਂਦਾ। ਐਸੀ ਸਿਚੁਏਸ਼ਨ ਤੇ ਲਿਆ ਕੇ ਸੁੱਟਦੇ ਆ ਮੈਨੂੰ ਕਿ ਮੇਰੀ ਜ਼ਿੰਦਗੀ, ਮਤਲਬ ਸੁਸ਼ਾਂਤ ਸਿੰਘ ਜਿਵੇਂ ਮਜਬੂਰ ਸੀਗਾ, ਕਹਿੰਦੇ ਕਿ ਉਹਨੇ ਆਪ ਹੀ ਸੁਸਾਈਡ ਕਰ ਲਿਆ ਜਾਂ ਇਹਨਾਂ ਨੇ ਮਾਰ ਕੇ ਟੰਗਤਾ ਉਹਨੂੰ, ਉਹ ਹਾਲਾਤਾਂ ਤੇ ਆ ਜਾਂਦਾ ਮੈਂ। ਫਿਰ ਮੈਂ ਸੋਚਦਾ ਕਿ ਯਾਰ ਚੱਲ ਛੱਡ ਭਰਾ, ਐਂ ਸੋਚ ਲਾ ਕਿ ਤੂੰ ਅੱਜ ਮਰ ਗਿਆ ਤੇ ਫਿਰ ਖੜੇ ਹੁੰਦੇ ਆ। ਐਂ ਸੋਚ ਲਾ ਤੂੰ ਮਰ ਗਿਆ ਤੇ ਪੰਜਾਬ ਦੇ ਲੇਖੇ ਲੱਗ ਜਾ।
ਇੱਥੇ ਲਾਈਵ 'ਚ ਦਿੰਦਾ, ਮੈਂ ਲਾਈਵ 'ਚ ਇਹ ਗੱਲ ਕਹਿਣਾ, ਗੁਰੂ ਗ੍ਰੰਥ ਸਾਹਿਬ ਦੀ ਸਹੁੰ ਪਾ ਕੇ ਗੱਲ ਕਹਿਣਾ। 6 ਮਹੀਨੇ ਪਹਿਲਾਂ ਦੀ ਗੱਲ ਹੈ, ਜਾਂ ਆਈ ਥਿੰਕ 8-9 ਮਹੀਨੇ ਹੋ ਗਿਆ, ਸੌਰੀ 7 ਮਹੀਨੇ, ਮੈਨੂੰ 6-7 ਮਹੀਨੇ ਇੱਥੇ ਆ ਗਏ ਹੋ ਗਏ। 2 ਸਾਲ ਨਹੀਂ, ਸਾਲ ਪੁਰਾਣੀ ਗੱਲ ਹੈ। ਬੀਜੇਪੀ ਦਾ ਬੜਾ ਮੰਨਿਆ ਪਰਮੰਨਿਆ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਫਿਰ ਇਹ ਪਰਚੇ ਪਾਉਣਗੇ, ਮੇਰੇ ਤੇ ਕੁਝ ਕਰਨਗੇ, ਬਟ ਗੁਰੂ ਦੀ ਸਹੁੰ ਦੇ ਕੇ ਕਹਿਣਾ ਕਿ ਬੀਜੇਪੀ ਦੇ ਬੰਦੇ ਨੇ, ਭਰਾ ਨੇ, ਉਸੇ ਮੀਟਿੰਗ 'ਚ ਬੈਠਾ ਸੀਗਾ ਤੇ ਆ ਕੇ ਕਹਿੰਦਾ ਕਿ ਸ਼੍ਰੀ ਤੇਰੇ ਤੇ ਪਰਚਾ ਵੀਰੇ, ਮੈਨੂੰ ਫੋਨ ਕਰਿਆ। ਉਹ ਚੰਗਾ ਭਲਾ ਬੰਦਾ, ਉਹਦੇ ਹੋਸ਼ ਉੱਡ ਗਏ ਤੇ ਮੈਨੂੰ ਫੋਨ ਕਰਕੇ ਕਹਿੰਦਾ ਵੀਰੇ ਮੈਂ ਮਿਲਣਾ ਹੈ। ਕਿੱਥੇ ਆ ਤੂੰ, ਛੋਟਾ ਭਰਾ ਹੈ? ਮੈਂ ਕਿਹਾ ਜੀ ਮੈਂ ਮੋਹਾਲੀ, ਮੈਂ 91 ਹੁੰਦਾ ਸੀ। ਮੈਂ ਸਵੇਰੇ ਮੈਂ ਗੱਲ ਹੋਈ, ਮੈਂ ਮਿਲਿਆ। ਮੈਨੂੰ ਵੀਰ ਕਹਿੰਦਾ ਕਿ ਰਾਤ ਮੀਟਿੰਗ 'ਚ ਬੈਠੇ ਆ ਬੀਜੇਪੀ ਦੇ, ਤੇ ਸ਼੍ਰੀ ਉੱਥੇ ਗੱਲ ਕੀ ਹੋਈ, ਤੇਰਾ ਜ਼ਿਕਰ ਚੱਲਿਆ ਤੇ ਉਹਨਾਂ ਨੇ ਕੀ ਗੱਲ ਕਹੀ। ਬਹੁਤ ਵੱਡਾ ਪੋਲੀਟੀਸ਼ੀਅਨ ਸੀਗਾ, ਉਹਨੇ ਗਾਲ ਕੱਢ ਕੇ ਮੇਰੇ ਬਾਰੇ ਕਿਹਾ, ਇੱਕ ਸਟੇਟ ਨੂੰ ਰੀਪ੍ਰਜੈਂਟ ਕਰਦਾ ਉਹ ਬੰਦਾ ਜਿਹਦੀ ਮੈਂ ਗੱਲ ਕਰ ਰਿਹਾ, ਤੁਹਾਨੂੰ ਪਾਵਰ ਦੱਸ ਦਿਆਂ ਉਹ ਬੰਦੇ ਦੀ ਕੀ ਉਹਦਾ ਹੈਗਾ। ਕਹਿੰਦਾ ਕਿ ਸ਼੍ਰੀ ਪੰਜਾਬ ਦੇ ਲੋਕਾਂ ਨੂੰ ਭੜਕਾ ਰਿਹਾ ਤੇ ਇਹਨੂੰ ਅੱਤਵਾਦੀ ਦਾ ਕਰਾਰ ਦੇ ਕੇ, ਜਿੱਦਾਂ ਸਾਡੇ ਧੱਕੇ ਚੜ ਗਿਆ, ਅੱਤਵਾਦੀ ਦਾ ਕਰਾਰ ਦੇ ਕੇ ਇਹਨੂੰ ਸਾਰੀ ਉਮਰ ਜੇਲ੍ਹਾਂ 'ਚ ਨਾ ਕਟਾਈ। ਤੇ ਅਸੀਂ ਕੀ ਸਮਝਦੇ ਨਹੀਂ ਇਹ ਚੀਜ਼ਾਂ ਨੂੰ? ਸਮਝਦਾ ਨਹੀਂ ਮੈਂ ਇਹ ਚੀਜ਼ਾਂ ਨੂੰ ਕਿ ਅੱਤਵਾਦੀ ਕਰਾਰ ਦੇ ਦੇਣਾ ਕਿਸੇ ਨੂੰ ਕੀ ਚੀਜ਼ ਹੈ। ਅੱਜ ਇਹ 4 ਬੰਦੇ ਰਲ ਕੇ ਸਾਨੂੰ ਅੱਤਵਾਦੀ ਕਰਾਰ ਦੇ ਦੇਣ ਤਾਂ ਵੀਰੇ ਅਸੀਂ ਕੀ ਕਰਾਂਗੇ? ਹੁਣ ਗੱਲ ਆਉਂਦੀ ਹੈ ਸਾਡੇ ਚੰਡੀਗੜ੍ਹ ਮੋਰਚਾ ਚੱਲ ਰਿਹਾ ਜੀ। ਸਾਰੇ ਭਰਾਵਾਂ ਨੂੰ ਪਤਾ ਹੀ ਹੋਣਾ, ਸਾਰੇ ਭਰਾਵਾਂ ਨੂੰ ਪਤਾ। ਚੰਡੀਗੜ੍ਹ ਮੋਰਚਾ ਚੱਲ ਰਿਹਾ ਹੈਗਾ ਤੇ ਮੈਂ ਗਾਣਾ ਮੇਰੇ ਕੋਲੇ ਪੈਸੇ ਪੂਸੇ ਸਾਰਾ ਕੁਝ, ਮੈਂ ਤਾਂ ਲੋਕਾਂ ਸਾਹਮਣੇ ਸਿੱਧਾ ਐਂ ਚੱਲਦਾ। ਪੈਸੇ ਪੂਸੇ ਜਦੋਂ ਇੰਨੇ ਹੈ ਨਹੀਂ ਸੀਗੇ, 7 ਰਾਣੀਆਂ ਐਲਬਮ ਕੀਤੀ, 14 ਦਿਨ ਹੋ ਗਏ ਉਹਨੂੰ ਕੀਤੀ ਨੂੰ। ਥੋੜਾ ਐ ਹੌਸਲਾ ਹੋਇਆ, ਚੱਲ 4 ਪੈਸੇ ਹੋਣਗੇ। ਬੇੜੀਆਂ ਗਾਣਾ, ਰੁਪਿੰਦਰ, ਮੈਂ ਆਸਟ੍ਰੇਲੀਆ, ਰੁਪਿੰਦਰ ਇੱਥੇ ਆਈ ਸੀ। ਰੁਪਿੰਦਰ ਨੂੰ ਇੱਕ ਫੋਨ ਕੀਤਾ, ਮੈਂ ਕਿਹਾ ਰੁਪਿੰਦਰ ਆਪਾਂ ਹਰ ਹਾਲ ਗਾਣਾ ਕਰਨਾ ਹੈ। ਧੰਨ ਜੇਰਾ ਉਹ ਕੁੜੀ ਦਾ ਜਿਹੜੀ ਉਹ ਦਰਿੰਦਿਆਂ 'ਚ ਬੈਠ ਕੇ ਇੱਥੋਂ ਗਾਣਾ ਕੱਢ ਕੇ ਗਈ ਹੈ, ਫਿਰ ਇੰਡੀਆ ਆ ਕੇ ਉਹਨੇ ਮੱਥਾ ਲਾਉਣਾ, ਉਹਨੂੰ ਵੀ 4 ਚੀਜ਼ਾਂ ਨੂੰ ਝੱਲਣੀਆਂ ਪੈਣਗੀਆਂ। ਮੈਨੂੰ ਕਿਸਾਨੀ ਉਹ ਜਿਹਾ ਗਾਣਾ ਕਰੀਏ। ਮੈਂ ਵੀਰ ਨੂੰ ਕਿਹਾ, ਮੈਂ ਕਿਹਾ ਵੀਰ ਵੀ ਐਕਚੁਅਲ 'ਚ ਮੈਂ ਇੱਕ ਕੋਸ਼ਿਸ਼ ਕਰਦਾ, ਸਾਰੇ ਕਲਾਕਾਰ ਫਿਰ ਤੋਂ ਇਕੱਠੇ ਕਰਾਂਗੇ ਚੀਜ਼। ਮੈਂ ਫੋਨ ਲਾਉਣੇ ਸ਼ੁਰੂ ਕਰਦੇ ਚਾਰੇ ਪਾਸੇ, ਤੇ ਕਾਲ ਦੇ ਵਿੱਚ ਅਸੀਂ ਉਹ ਵੀਰ ਮੇਰਾ ਦੱਸ ਰਿਹਾ ਕਿ ਇੱਕੋ ਹੱਲ ਹੈ, ਬਾਹਰਲੇ ਮੁਲਕ 'ਚ ਬਹਿ ਜਾਓ। ਮੈਂ ਉਹ ਗੱਲ 'ਤੇ ਵੀ ਆਉਣਾ ਵੀਰੇ। ਤੇ ਮੈਂ ਕਿਹਾ ਜੀ ਸਾਰਿਆਂ ਨੂੰ ਫੋਨ ਲਾਉਣੇ ਸ਼ੁਰੂ ਕਰਤੇ ਕਿ ਵੀਰ ਫਿਰ ਤੋਂ ਆਉਣਾ ਆਪਾਂ, ਤੇ ਆਪਾਂ ਮੁੱਦੇ ਚੱਕੀਏ, ਤੇ ਆਪਾਂ ਇਸ ਲਈ ਆਵਾਜ਼ ਚੱਕੀਏ, ਇਸ ਧਰਨੇ ਨੂੰ ਵੀ ਆਪਾਂ ਮਜ਼ਬੂਤ ਕਰੀਏ। ਤੇ ਨਾਲ ਦੀ ਨਾਲ ਮੇਰਾ ਬੇੜੀਆਂ ਗਾਣਾ ਆ ਗਿਆ ਤੇ ਮੇਰਾ ਜੀਣਾ ਹਰਾਮ ਕਰਤਾ। ਕੁਝ ਕਾਂਗਰਸ ਦੇ ਲੀਡਰ ਸੀਗੇ, ਤੈਨੂੰ ਨੰਗਾ ਕਰ ਦਿਆਂਗੇ ਅਸੀਂ, ਤੈਨੂੰ ਆਹ ਕਰ ਦਿਆਂਗੇ, ਗਾਲਾਂ ਕੱਢਦੇ ਹੈਗੇ ਆ, ਨੰਬਰ ਦੇ ਦਿੰਦੇ ਆ ਕੁੱਤੇ ਬਿੱਲਿਆਂ ਨੂੰ। ਇਹ ਨੰਬਰ ਦੇ ਕੇ ਮੈਨੂੰ ਗਾਲਾਂ ਕਢਾਉਂਦੇ ਆ, ਕਿਤੇ ਚੰਗੀਆਂ ਮਾੜੀਆਂ ਥਾਵਾਂ ਤੋਂ ਫੋਨ ਕਰਾਉਂਦੇ ਆ। 84 ਤੁਸੀਂ ਮੈਨੂੰ ਕੀ ਰੋਕ ਲਓਗੇ? ਤੁਸੀਂ ਵੀ ਹੁਣ ਦੇਖੋਗੇ ਤੇ ਤੁਹਾਡਾ ਜੇ ਮੈਂ ਨਾਮ ਲੈ ਦਿਆਂ ਸਾਰਿਆਂ ਦਾ, ਇਕੱਲੇ ਦਾ ਨਾਮ ਲੈ ਦਿਆਂ, ਠੀਕ ਹੈ, ਤੇ ਤੁਹਾਡਾ ਬਣੂਗਾ ਕੀ ਕਿਹੜੀ ਹੱਦ ਤਾਈਂ ਤੁਸੀਂ ਜਾਣਦੇ ਹੋ? ਜਿਹੜਾ ਵੀਰ ਦੱਸ ਰਿਹਾ ਕਿ ਬਾਹਰਲੇ ਮੁਲਕ, ਵੀਰੇ ਮੈਂ ਆਸਟ੍ਰੇਲੀਆ ਹੈਗਾ ਆਹੀ ਚੀਜ਼ਾਂ ਤੋਂ, ਕਿਉਂਕਿ ਮੈਨੂੰ ਹਰ ਮਹੀਨੇ ਥਾਣਿਆਂ ਕਚਹਿਰੀਆਂ 'ਚ ਥ੍ਰੈਟ ਸੀਗੇ ਮਾਰਨ ਦੇ ਵੀਰੇ। ਨਾ ਕੋਈ ਵੈਰ ਨਾ ਵਿਰੋਧ ਕਿਸੇ ਨਾਲ। ਇੰਸਟਾ ਤੇ ਸ਼ਰੇਆਮ ਥੱਲੇ ਕਮੈਂਟਾਂ 'ਚ ਆ ਰਿਹਾ ਸੀਗਾ। ਤੇ ਮੈਂ ਹੁਣ ਤੁਹਾਨੂੰ ਦੱਸਦਾ ਹਾਲਾਤ ਕੀ ਹੈ। ਸਾਡੇ ਪੰਜਾਬ ਦੇ ਇਕੱਲੇ ਪੋਲੀਟੀਸ਼ੀਅਨ ਵੀ ਇਹ ਗੱਲ ਸੁਣ ਲੈਣ, ਲੋਕ ਵੀ ਸੁਣ ਲੈਣ। ਸਾਡੇ ਪੰਜਾਬ ਦੇ ਹਾਲਾਤ ਸਾਡੇ ਲੋਕਾਂ ਨੇ ਕਸ਼ਮੀਰ ਤੋਂ ਬਿਹਤਰ ਕਰ ਦਿੱਤੇ ਆ। ਕੀ ਕਰੀਏ, ਕਿੱਥੇ ਜਾ ਕੇ ਮਰ ਜੀਏ? ਜੇ ਬੋਲਦੇ ਆ ਸਾਰੇ ਪਿੱਛੇ ਕੁੱਤਿਆਂ ਵਾਂਗੂ ਪੈ ਜਾਂਦੇ ਆ। ਸ਼ੋਆਂ ਤੋਂ ਕਮਾਈ ਆਉਂਦੀ ਹੈ। ਬਾਹਰ ਦੇ ਸ਼ੋਅ ਸਾਰੇ ਕੈਂਸਲ ਕਰਤੇ ਵੀਰੇ, ਮੈਂ ਨਹੀਂ ਲਾ ਰਿਹਾ ਸ਼ੋਅ।
ਸੋਚਦਾ ਜਦੋਂ ਪੂਰਾ ਸਾਰਾ ਕੁਝ ਠੀਕ ਹੋ ਜੂ, ਸਿਕਿਉਰਿਟੀ ਹੋਊਗੀ, ਉਦੋਂ ਕਿਤੇ ਸ਼ੋਅ ਲਾ ਲੂੰਗਾ। ਡਰਦਾ ਨਿਕਲਦਾ ਨਹੀਂ ਵੀਰੇ, ਕਿਉਂਕਿ ਮੈਨੂੰ ਪਤਾ ਇਹਨਾਂ ਨੇ ਮੈਨੂੰ ਮਰਵਾ ਦੇਣਾ। ਮੁੱਦਾ ਬਣਾ ਲੈਂਦੇ ਆ ਫਲਾਨਾ। ਮੈਨੂੰ ਜਿਹੜਾ ਆਹ ਬੇੜੀਆਂ ਗਾਣੇ ਤੋਂ ਬਾਅਦ ਜਿਹੜੇ ਕਹਿੰਦੇ ਸੀ ਕਿ ਤੈਨੂੰ ਨੰਗਾ ਕਰ ਦਿਆਂਗੇ, ਫਲਾਨਾ ਕਰ ਦਿਆਂਗੇ, ਜਿਹੜੇ ਆ ਗੱਲਾਂ ਕਰ ਰਹੇ ਸੀ ਤੁਸੀਂ, ਤੁਹਾਡੀਆਂ 1000 ਕਲਮਾਂ ਤੁਸੀਂ ਸਰਕਾਰੀ ਕਲਮਾਂ ਤੁਹਾਡੀਆਂ ਚਲਾ ਲਓ ਮੇਰੇ ਖਿਲਾਫ। ਤੁਸੀਂ ਜਿੱਥੋਂ ਵਾਹ ਲੱਗਦਾ ਹੈ ਮੈਨੂੰ ਨੰਗਾ ਛੱਡੋ, ਜੋ ਕਰਨਾ ਹੈ। ਤੁਹਾਨੂੰ ਮੈਂ ਇਹ ਵੀ ਦੱਸ ਦਿਆਂ, ਤੁਹਾਡੇ ਕੋਲ ਇੱਕੋ ਹੱਲ ਹੈ, ਤੁਹਾਡੇ ਕੋਲ ਇੱਕੋ ਹੱਲ ਹੈਗਾ, ਉਹ ਹੈ ਤੁਸੀਂ ਕਿਸੇ ਤੋਂ ਮਰਵਾਉਣਾ ਹੈ ਮੈਨੂੰ। ਜਿੱਦਾਂ ਗੋਲੀ ਮਰਾ ਦਿਓਗੇ ਉਦੋਂ ਟਿਕ ਜੂੰਗਾ। ਉਹਨਾਂ ਚਿਰ ਤੁਹਾਡੀਆਂ 1000 ਕਲਮਾਂ ਤੇ ਮੇਰੀ ਆਹ ਇੱਕ ਕਲਮ ਹੈ। ਤੁਹਾਡੀ ਜੇ ਨੀਂਦ ਨਾ ਡਾਤੀ ਮੈਂ ਰਾਤਾਂ ਦੀ ਸਾਰਿਆਂ ਦੀ, ਦੱਲੇ ਹੋ ਤੁਸੀਂ ਦੱਲੇ, ਤੁਹਾਡੀ ਸਭ ਦੀ ਨੀਂਦ ਡਾ ਕੇ ਰੱਖੂੰਗਾ। ਹਜ਼ਾਰ ਕਲਮਾਂ ਚਲਾ ਲਓ, ਬਾਬਾ ਮਿਹਰ ਕਰੇ। ਤੁਸੀਂ ਮੈਨੂੰ ਕੀ ਜਲੀਲ ਕਰ ਦੋਗੇ? ਤੁਸੀਂ ਮੇਰਾ ਕੀ ਕਰ ਕੀ ਦੋਗੇ? ਫਿਰ ਆਉਣਾ ਮੈਂ ਕੱਲ ਦੇ ਮੇਰੇ ਖਿਲਾਫ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਹੈਗੀਆਂ, ਕੋਈ ਗਿਲਾ ਨਹੀਂ ਇਸ ਚੀਜ਼ ਦਾ। ਮੈਂ ਉਹ ਵਕੀਲ ਵੀਰ ਨੂੰ ਵੀ ਕਹਿਣਾ ਕਿ ਵੀਰ ਕੋਈ ਗੱਲ ਨਹੀਂ, ਪਰ ਹੈਰਾਨੀ ਹੈ ਕਿ ਜਦੋਂ ਮੈਂ ਚੰਗੇ ਗਾਣੇ ਕਰਨ, ਮੈਂ ਕਿੰਨਾ ਕੁਝ ਪੰਜਾਬ ਲਈ ਕਰਦਾ ਹੈਗਾ। ਮੈਂ ਪੰਜਾਬ ਲਈ ਨਹੀਂ, ਕਿਉਂਕਿ ਮੈਂ ਪੰਜਾਬ ਦਾ ਦਿੱਤਾ ਖਾਨਾ ਹੈ, ਕੋਈ ਸਾਨ ਨਹੀਂ ਕਰ ਰਿਹਾ ਮੈਂ ਕਿਸੇ ਤੇ। ਹੁਣ ਉਹ ਵੀਰ ਨੇ ਵਕੀਲ ਭਰਾ ਹੈਗਾ, ਚਲੋ ਹੈ ਵੀਰ ਸੁਲਝਿਆ ਸਿਆਣਾ। ਪੰਜਾਬ 'ਚ KGF ਪੁਸ਼ਪਾ ਚੱਲ ਪਈ। ਪੁਸ਼ਪਾ ਮੂਵੀ 'ਚ ਉਹਨਾਂ ਨੇ IPS ਨੂੰ ਨੰਗਾ ਕਰਕੇ ਕੁੱਟਿਆ ਐਂਡ ਚ ਹੈ। ਕੋਈ ਪਰਚਾ ਹੋਇਆ ਵੀਰੇ? ਕੋਈ ਆ YouTube ਤੇ ਗੰਦ ਪਿਆ ਖੜਾ, ਕੋਈ ਪਰਚਾ ਹੁੰਦਾ ਵੀਰੇ? ਹੈ Netflix ਤੇ ਕੀ ਚੱਲਦਾ? ਕੋਈ ਪਰਚਾ ਹੁੰਦਾ? ਮੈਂ ਕਹਿੰਦਾ ਵੀ ਸਾਰੇ ਪੰਜਾਬ ਦਾ ਹੈਗਾ, ਸਾਰੇ ਪੰਜਾਬ ਦਾ ਤੁਸੀਂ ਇੱਕੋ ਦਮ ਖਤਮ ਕਰ ਦਿਓ ਨਾ, ਸਾਰੇ ਪੰਜਾਬ ਦਾ ਇੱਕੋ ਦਮ ਖਤਮ ਕਰ ਦਿਓ। Netflix ਬੰਦ ਕਰਾ ਦਿਓ, YouTube ਤੋਂ ਬੰਦ ਕਰਾ ਦਿਓ, ਸਾਰੇ ਇੰਡੀਆ ਦਾ। ਜਾਂ ਫਿਰ ਪੰਜਾਬ ਨੂੰ ਇੱਕ ਵੱਖਰਾ ਹੀ ਕਾਨੂੰਨ ਬਣਾਈ ਬੈਠੇ ਹੋ ਤੁਸੀਂ ਪੰਜਾਬ ਲਈ। ਮੈਂ ਤਾਂ ਖੁਦ ਕਹਿ ਰਿਹਾ ਕਿ ਸਾਰੇ ਪੰਜਾਬ ਦਾ ਬੰਦ ਕਰ ਦਿਓ ਇਕੱਠਾ, ਪਰ ਕੋਈ ਵਾਇਲੈਂਸ ਹੋਰ ਨਹੀਂ। ਆਹ ਪਠਾਨ ਮੂਵੀ 'ਚ ਤਾੜ ਗੋਲੀਆਂ ਚਲਾਈ ਜਾਂਦੇ ਆ ਯਾਰ, ਹੱਦ ਹੋ ਗਈ। ਡਿਸਕਲਾਈਮਰ ਵੀ ਦਿੱਤਾ ਮੈਂ ਤਾਂ ਗਾਣਿਆਂ 'ਚ, ਤੇ ਮੈਂ ਹੀ ਦੇਖਦਾ ਸਭ ਨੂੰ। ਤੇ ਮੈਨੂੰ ਇੱਕ ਚੀਜ਼ ਤੇ ਅੱਜ ਬੜਾ ਦੁੱਖ ਹੋਇਆ। ਚੱਲ ਸਾਰੇ ਕੀ ਪੰਜਾਬ ਦੇ ਲੋਕਾਂ ਨੂੰ ਨਹੀਂ ਪਤਾ ਕਿ ਕੀ ਸਾਜ਼ਿਸ਼ਾਂ ਚੱਲਦੀਆਂ, ਕਿਵੇਂ ਕਿਸੇ ਬੰਦੇ ਨੂੰ ਫਸਾਉਂਦੇ ਆ, ਕਿਵੇਂ ਸਰਕਾਰ ਕੀ ਹੱਥਕੰਡੇ ਅਪਣਾਉਂਦੀ ਹੈ। ਪੰਜਾਬ ਦੇ ਲੋਕ ਤੁਸੀਂ ਤਾਂ ਵੀਰੇ ਸਿਆਣੇ ਹੋ ਯਾਰ। ਇੱਕ ਵਕੀਲ ਵੀਰ ਆ ਕੇ ਉਹ ਪੁੱਛ ਰਿਹਾ ਹੈਗਾ, ਉਹ ਰਿਪੋਰਟਰ ਭਰਾ ਨੇ, ਦੈਨਿਕ ਸਵੇਰਾ ਦੇ ਰਿਪੋਰਟਰ ਨੇ ਪੁੱਛਿਆ, ਕਹਿੰਦੇ ਵੀ ਵੀਰੇ ਵੀ ਕਲਾਕਾਰ ਕਹਿੰਦੇ ਹੈਗੇ ਵੀ ਚਲੋ ਇਹ ਕਮਰਸ਼ੀਅਲ ਗਾਣੇ ਸਾਨੂੰ ਗਾਉਣੇ ਪੈਂਦੇ ਆ, ਕਿਸੇ ਰਿਪੋਰਟਰ ਨੇ ਕਿਹਾ। ਤੇ ਉਹ ਵੀਰ ਅੱਗੋਂ ਕਹਿੰਦਾ ਕਿ ਮੈਂ ਤਾਂ ਇਹਨਾਂ ਨੂੰ ਸਲਾਹ ਦਿੰਦਾ ਕਿ ਇਹ ਐਕਸ ਨਾਮ ਦੀਆਂ ਫਿਲਮਾਂ ਆਉਂਦੀਆਂ, ਬਲੂ ਫਿਲਮਾਂ, ਉਹ ਕਹਿੰਦਾ ਇਹਦੇ ਪਰਿਵਾਰ ਨੂੰ ਮੈਂ ਕਹਿੰਦਾ ਇਹਨਾਂ ਦੇ ਨੂੰ ਉਹ ਫਿਲਮਾਂ ਬਣਾ ਲੈਣ, ਤੇ ਇਹਨਾਂ ਦੀਆਂ ਮੈਂ ਢਿੱਡ ਦੇਖੂੰਗਾ, ਫਲਾਨਾ ਦੇਖੂੰਗਾ। ਵੀਰੇ ਕੀ ਬੋਲੀ ਜਾਂਦਾ ਭਰਾ? ਸਿਆਣਾ ਸੋਤਾ ਬੰਦਾ ਯਾਰ ਵੀਰੇ, ਤੂੰ ਵਕੀਲ ਹੈ ਭਰਾ, ਵਕੀਲ ਬੰਦਾ ਯਾਰ ਵੀਰੇ, ਹੱਦ ਹੋਈ ਪਈ ਹੈ। ਇੱਕ ਕੀ ਵਕੀਲ ਹੋ ਜਾਣਾ ਜਾਂ ਇੱਕ ਲੀਡਰ ਹੋ ਜਾਣਾ, ਜਾਂ ਤੁਸੀਂ ਸਰਕਾਰੀ ਮਹਿਕਮੇ 'ਚ ਹੋਏ ਹੋ, ਤੁਸੀਂ ਇੰਨੇ ਖੁੱਲ੍ਹ ਜਾਂਦੇ ਹੋ ਵੀਰੇ। ਮੈਂ ਵਕੀਲ ਭਰਾਵਾਂ ਨੂੰ ਵੀ ਇੱਕ ਸਲਾਹ ਦਿੰਦਾ, ਮੈਨੂੰ 2-4 ਅੱਜ ਭਾਈ ਸਾਹਿਬ ਰਾਜੋਆਣਾ ਜੀ ਜਿਹੜੇ ਜੇਲ੍ਹ 'ਚ ਹੈਗੇ, ਉਹਨਾਂ ਦੀ ਆਈ ਥਿੰਕ ਸਿਸਟਰ ਦਾ ਫੋਨ ਆਇਆ ਸੀ ਮੈਨੂੰ, ਭੈਣ ਦਾ ਫੋਨ ਆਇਆ ਸੀਗਾ। ਅੱਜ ਤੋਂ ਬੇੜੀਆਂ ਗਾਣੇ ਤੋਂ ਆਈ ਥਿੰਕ ਦੂਜੇ ਤੀਜੇ ਦਿਨ
ਉਸ ਭੈਣ ਦਾ ਦਰਦ ਸੁਣ ਕੇ ਕਾਲਜੇ ਪਾਟਦੇ ਆ। 26 ਸਾਲਾਂ ਤੋਂ ਉਹਨਾਂ ਦਾ ਪਰਿਵਾਰ ਹੈਗਾ ਜਿਹੜਾ ਜੇਲ੍ਹਾਂ 'ਚ ਬੈਠਾ ਹੈਗਾ। ਸਾਡਾ ਵਕੀਲ ਭਰਾ ਹੈਗੇ ਆ, ਘੱਟ ਤੋਂ ਘੱਟ ਉਹਨਾਂ ਲਈ ਕੇਸ ਲੜਦੀ ਹੈ ਵੀਰੇ। ਸਾਨੂੰ ਤਾਂ ਤੁਸੀਂ ਕੰਜਰ ਕਹਿੰਦੇ ਹੋ, ਉਸ ਤਾਂ ਹੈ ਹੀ ਕੰਜਰ। ਚਲੋ ਤੁਸੀਂ ਸਾਨੂੰ ਸਾਡੇ ਵਰਗਿਆਂ ਪਿੱਛੇ ਤੁਸੀਂ ਕਲਮਾਂ ਕਹਿੰਦੇ ਹੋ ਵੀ ਅਸੀਂ ਕਲਮਾਂ ਦਾ ਜ਼ੋਰ ਦਿਖਾਵਾਂਗੇ ਫਲਾਨਾ। ਮੈਂ ਕਹਿੰਦਾ ਬੰਦੀ ਸਿੰਘਾਂ ਲਈ ਕੇਸ ਲੜ ਲਈਏ। 26 ਸਾਲਾਂ ਤੋਂ ਜੇਲ੍ਹ 'ਚ ਆ ਵੀਰੇ। ਚਲੋ ਜੋ ਵੀ ਆ, ਬਹੁਤ ਔਖਾ ਭਰਾ ਜ਼ਿੰਦਗੀ 'ਚ। ਬੜੇ ਕਲਾਕਾਰਾਂ ਨੇ ਮੈਨੂੰ ਜੋ ਹੋ ਰਹੀਆਂ, ਚਲੋ ਆਪ ਚੁਣੇ ਰਾਹ ਏ, ਆਪ ਚੁਣੇ। ਬੜੇ ਲੋਕਾਂ ਨੇ, ਬੜੇ ਭਰਾਵਾਂ ਨੇ ਬੈਠ ਕੇ ਕਹਿਣਾ ਕਿ ਸ਼੍ਰੀ ਜ਼ਿੰਦਗੀ ਐਡੀ ਔਖੀ ਹੋ ਜੂ, ਤੇਰੀ ਜ਼ਿੰਦਗੀ ਨਰਕ ਕਰ ਦੇਣਗੇ। ਨਾ ਇਹਨਾਂ ਨਾਲ ਭਿੜ, ਆਪਣੀ ਔਕਾਤ ਨਹੀਂ ਗੀ ਇਸ ਸਿਸਟਮ ਨਾਲ ਭਿੜਨ ਦੀ। ਕੀ ਕਰਦਾ ਮੈਂ? ਸ਼ੋਅ ਨਹੀਂ ਡਰਦੇ ਲਾ ਰਹੇ ਵੀਰੇ, ਨਾ ਕਿਸੇ ਦਾ ਲੱਗਣਾ ਹੈਗਾ, ਮਾਰ ਕਿਸੇ ਨੇ ਜਾਣਾ ਹੈ। ਕੀ ਕਰੀਏ? ਬਹੁਤ ਔਖੀ ਜ਼ਿੰਦਗੀ ਹੈ। ਪਰ ਮੈਂ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਕਹਿਣਾ, ਜਿੰਨੇ ਕੁ ਵੀ ਸਾਡੇ ਚਾਹੁਣ ਵਾਲੇ ਆ, ਤੁਹਾਨੂੰ ਕਹਿਣਾ ਮੈਂ ਜੋ ਮੀਡੀਆ ਹੈਗਾ, ਘੱਟ ਤੋਂ ਘੱਟ ਰਿਕਵੈਸਟ ਹੀ ਕਰ ਸਕਦਾ ਤੁਹਾਨੂੰ ਹੱਥ ਜੋੜ ਕੇ ਕਿ ਘੱਟ ਤੋਂ ਘੱਟ ਸਾਰੇ ਰਲ ਮਿਲ ਕੇ ਪੰਜਾਬ ਨੂੰ ਘੱਟ ਤੋਂ ਘੱਟ ਆ ਸਾਜ਼ਿਸ਼ਾਂ ਚੋਂ ਕੱਢ ਲਈਏ ਆਪਾਂ। ਠੀਕ ਹੈ? ਨਹੀਂ ਤਾਂ ਅਸੀਂ ਕਿਸੇ ਦਿਨ ਲਾਸ਼ਾਂ ਚੱਕ ਲਓਗੇ ਸਾਡੀਆਂ, ਬਾਅਦ 'ਚ ਗੱਲਾਂ ਕਰਨ ਜੋਗੇ ਰਹਿ ਜਾਂਗੇ ਆਪਾਂ। ਵਿਚਾਰਾ ਬਥੇਰਾ ਰੋਂਦਾ ਹੁੰਦਾ ਸੀਗਾ। ਇੱਕ ਦਿਨ ਮੈਂ ਹੈਪੀ ਵੀਰ ਦੀ ਗੱਲ ਸੁਣੀ, ਕਹਿੰਦਾ ਕਿਸੇ ਨੇ ਸਿੱਧੂ ਗਾਣੇ 'ਚ ਕਹਿੰਦਾ ਹੁੰਦਾ ਸੀ ਵੀ ਮੈਨੂੰ ਐਂ ਦੁੱਖ ਹੈ, ਮੈਂ ਕਿਹਦੇ ਕੋਲ ਗੱਲ ਕਰਾਂ, ਦੁਖੀ ਹਾਂ ਜ਼ਿੰਦਗੀ 'ਚ ਫਲਾਨਾ, ਹੈ ਨਾ। ਜਾਂ ਕੋਈ ਵੀ ਕਲਾਕਾਰ ਹੈਗਾ, ਉਹ ਆਪਦੇ ਗੀਤਾਂ 'ਚ ਅਕਸਰ ਕਲਾਕਾਰ ਜਿਹੜੇ ਹੁੰਦੇ ਗੀਤਾਂ 'ਚ, ਉਹ ਜਿਹੜੇ ਲਿਖਣ ਵਾਲੇ ਹੈ, ਉਹ ਦਰਦ ਲਿਖਦੇ ਆ। ਤੇ ਆ ਬੋਲ ਕੇ ਕਹੀ ਜਾਂਦੇ ਆ ਵੀਰੇ, ਕਿਹਦੇ ਨਾਲ ਲੜਾਂ ਮੈਂ ਜਾ ਕੇ? ਬੀਜੇਪੀ ਨਾਲ ਲੜ ਲਾਂ, ਕਾਂਗਰਸ ਨਾਲ ਲੜ ਲਾਂ, ਸਰਕਾਰਾਂ ਨਾਲ ਲੜ ਲਾਂ, ਵਕੀਲਾਂ ਨਾਲ ਲੜ ਲਾਂ, ਕਿਹਦੇ ਨਾਲ ਲੜਾਂ? ਘੱਟ ਤੋਂ ਘੱਟ ਨਾਲ ਖੜਿਆ ਕਰੋ ਮੇਰੇ ਭਰਾ। ਬੜੀਆਂ ਜ਼ਿੰਦਗੀ 'ਚ ਬਹੁਤ ਕੁਛ। ਇੰਡਸਟਰੀ ਨੂੰ ਹੱਲ ਕੱਢਣਾ ਪੈਣਾ। ਇੰਡਸਟਰੀ ਨੂੰ ਬਥੇਰੇ ਹੱਥ ਜੋੜੇ ਆ ਵੀਰੇ ਮੈਂ। ਇੰਡਸਟਰੀ ਨੂੰ ਬਥੇਰੇ ਹੱਥ ਜੋੜੇ ਆ, ਇਕੱਠੇ ਹੋ ਜਾਓ ਘੱਟ ਤੋਂ ਘੱਟ। ਇੰਡਸਟਰੀ ਕੀ ਕਰੀਏ? ਇੰਡਸਟਰੀ ਤਾਂ ਆਪ ਇੰਡਸਟਰੀ ਨੂੰ ਦੇਖ ਕੇ ਖੁਸ਼ ਨਹੀਂ ਗੀ ਵੀਰੇ। ਇੰਡਸਟਰੀ ਦਾ ਹਾਲ ਹੋਇਆ ਪਿਆ। ਪਰ ਫਿਰ ਵੀ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ, ਤੁਹਾਡੇ ਲਈ ਜਿੰਨਾ ਚਿਰ ਬੈਠੇ ਆ, ਬੋਲਾਂਗੇ ਵੀ, ਸਾਰਾ ਕੁਛ ਕਰਾਂਗੇ, ਪਰ ਘੱਟ ਤੋਂ ਘੱਟ ਨਾਲ ਖੜ ਜਾ ਕਰੋ ਮੇਰੇ ਭਰਾ। ਠੀਕ ਹੈ? ਤੇ ਇੰਨੀ ਗੱਲ ਕਹਿਣੀ ਹੈ। ਬਾਕੀ ਬਾਬਾ ਚੜ੍ਹਦੀ ਕਲਾ 'ਚ ਰੱਖੇ। ਜਿਵੇਂ ਮੈਂ ਹੁਣ ਕੀ ਆਖਾਂ ਕਿ ਮੇਰੀ 3-4 ਦਿਨ ਪਹਿਲਾਂ ਉਹਨਾਂ ਭੈਣ ਜੀ ਨਾਲ ਗੱਲ ਹੋਈ ਤਾਂ ਵੀਰੇ ਉਹ ਗੱਲ ਆਈ ਥਿੰਕ ਹੋਈ ਹੋਣੀ ਅੱਧਾ ਘੰਟਾ। ਭੈਣ ਨੇ ਹਾਲ ਸੁਣਾਏ ਕਿ ਵੀਰੇ ਘਰ ਪੱਟੇ ਗਏ, ਕੀ ਕਰੀਏ? 26 ਸਾਲ ਤੋਂ ਜੇਲ੍ਹਾਂ 'ਚ ਬੈਠੇ ਐ। ਇੰਨਾ ਦੁੱਖ ਹੋਇਆ ਗੱਲਾਂ ਸੁਣ ਕੇ। ਅੱਧਾ ਘੰਟਾ ਤਾਂ ਹੀ ਬੈਠਾ ਰੋਈ ਗਿਆ। ਕੀ ਕਰ ਲਈਏ? ਬੋਲਣਾ ਪਊਗਾ ਨਾ, ਬੋਲਣਾ ਤਾਂ ਪਊਗਾ ਵੀਰੇ। ਘੱਟ ਤੋਂ ਘੱਟ ਮੋਰਚੇ ਦੇ ਨਾਲ ਹੱਕ 'ਚ ਆਈਏ, ਗਾਣਿਆਂ ਦੇ ਥਰੂ ਆਈਏ। ਸਾਡੀ ਇੰਡਸਟਰੀ ਨੂੰ ਵੀ ਮੈਂ ਕਹਿਣਾ, ਠੀਕ ਹੈ, ਬੜਾ ਕੁਛ ਝੱਲਣਾ ਪਊਗਾ, ਪਰ ਕੁਛ ਨਹੀਂ ਹੁੰਦਾ ਜ਼ਿੰਦਗੀ 'ਚ। ਬੜਾ ਕੁਛ ਝੱਲਣਾ ਪੈਂਦਾ। ਸਭ 'ਤੇ ਆਉਂਦੀਆਂ ਇਹ ਚੀਜ਼ਾਂ, ਸਭ 'ਤੇ ਆਉਂਦੀਆਂ। ਪਰ ਇੰਨੀ ਕੁ ਤੁਹਾਨੂੰ ਰਿਕਵੈਸਟ ਕਰਦਾ, ਹੱਥ ਜੋੜ ਕੇ ਇੰਨੀ ਕੁ ਬੇਨਤੀ ਕਰਦਾ ਕਿ ਇਹ ਮੋਰਚੇ ਚੀਜ਼ਾਂ ਆਪਾਂ ਇਹਨਾਂ ਨੂੰ ਟੁੱਟਣ ਨਾ ਦਈਏ। ਜਿੰਨੀ ਕੁ ਕੋਸ਼ਿਸ਼ ਹੋ ਸਕਦੀ ਆਪਾਂ ਨਾਲ ਖੜੀਏ। ਜਿੰਨੀ ਕੁ ਆਪਾਂ ਕਰ ਸਕਦੇ ਹਾਂ ਆਪਾਂ ਇੱਕ ਦੂਜੇ ਦਾ ਹੱਥ ਫੜ ਕੇ ਤੁਰੀਏ। 100 ਚੀਜ਼ਾਂ ਚੱਲਣੀਆਂ, 100 ਸਿਆਸਤਾਂ ਚੱਲਣੀਆਂ, ਪਰ ਬਾਬਾ ਮਿਹਰ ਕਰੇ
ਇੱਕ ਦੂਜੇ ਦੇ ਨਾਲ ਖੜੀਏ ਘੱਟ ਤੋਂ ਘੱਟ ਮੇਰਾ ਭਰਾ, ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਆਪਾਂ ਅੱਜ ਗੱਲ ਕਰਨੀ ਆ ਗਾਉਣ ਵਾਲਾ ਜਿਹੜਾ ਮੁੰਡਾ ਕਲਾਕਾਰ ਆ, ਗੀਤ ਲਿਖਦਾ ਵੀ ਆ, ਗੀਤਕਾਰ ਵੀ ਆ ਤੇ ਗਾਉਂਦਾ ਵੀ ਆ, ਸ਼੍ਰੀ ਬਰਾੜ। ਤੁਸੀਂ ਪਹਿਲਾਂ ਵੀ ਉਹਦੇ ਕਾਫੀ ਜਿਹੜੇ ਗੀਤ ਮਸ਼ਹੂਰ ਹੋਏ ਨੇ, ਉਹਦੇ ਲਿਖੇ ਹੋਏ ਗਾਏ ਹੋਏ ਤੁਸੀਂ ਸੁਣੇ ਹੋਣੇ ਆ ਸਾਰਿਆਂ ਨੇ। ਕਿਸਾਨੀ ਅੰਦੋਲਨ ਵੇਲੇ ਜਿੰਨੇ ਕਿਸਾਨ ਐਂਥਮ, ਕਿਸਾਨੀ ਦੇ ਉੱਤੇ ਗੀਤ ਆਏ, ਬਹੁਤ ਮਸ਼ਹੂਰ ਹੋਏ। ਕਈ ਕਲਾਕਾਰਾਂ ਨੇ ਮਿਲ ਕੇ ਉਹ ਗੀਤ ਜਿਹੜੇ ਉਹ ਗਾਏ ਸੀ। ਤਾਂ ਉਸ ਸਮੇਂ ਦੌਰਾਨ ਵੀ ਸ਼੍ਰੀ ਬਰਾੜ ਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਸੀ। ਸ਼੍ਰੀ ਬਰਾੜ ਨੂੰ ਕੁੱਟਿਆ ਵੀ ਗਿਆ ਸੀ ਥਾਣੇ 'ਚ ਲਿਜਾ ਕੇ, ਜਲੀਲ ਵੀ ਕੀਤਾ ਗਿਆ ਸੀ ਤੇ ਕਈ ਦਿਨ ਉਹਦੇ ਉਦੋਂ ਜੇਲ੍ਹ 'ਚ ਲਵਾਤੇ ਸੀ। ਇਹ ਮੈਂ ਗੱਲ ਕਰ ਰਿਹਾ ਜਦੋਂ ਕਿਸਾਨੀ ਅੰਦੋਲਨ ਪੂਰਾ ਭਖਿਆ ਹੋਇਆ ਸੀ ਤੇ ਸ਼੍ਰੀ ਬਰਾੜ ਨੇ ਉਸ ਸਮੇਂ ਦੇ ਵਿੱਚ ਕਿਸਾਨ ਐਂਥਮ ਜਿਹੜਾ ਗੀਤ ਆ, ਉਹ 2 ਉਹਦੇ ਹਿੱਸੇ ਆਏ ਸੀ। ਉਸ ਇਨਸਾਨ ਨੇ ਲਿਖੇ ਸੀ ਤੇ ਕਈ ਕਲਾਕਾਰਾਂ ਨੇ ਗਾਏ ਸੀ। ਸੋ ਸਮੇਂ-ਸਮੇਂ ਤੇ ਉਸ ਇਨਸਾਨ ਨੇ ਹਮੇਸ਼ਾ ਚੰਗਾ ਲਿਖਣ ਦੀ, ਚੰਗਾ ਗਾਉਣ ਦੀ ਕੋਸ਼ਿਸ਼ ਕੀਤੀ ਆ। ਹੁਣ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਤਾਂ ਇਸ ਮੋਰਚੇ ਦੌਰਾਨ ਉਹਨੇ ਬੇੜੀਆਂ ਗੀਤ ਆ ਜਿਹੜਾ ਉਹ ਗਾਇਆ, ਤਾਂ ਨਾਲ ਦੀ ਨਾਲ ਉਹਦੇ ਤੇ ਕੋਈ ਵਕੀਲ ਹੈ, ਉਹ ਕਹਿੰਦਾ ਜੀ ਮੈਂ ਇਸ ਬੰਦੇ ਦੇ ਖਿਲਾਫ ਹਾਈ ਕੋਰਟ ਤੱਕ ਜਾਊਂਗਾ, ਮੈਂ DGP ਤੱਕ ਜਾਊਂਗਾ, ਮੈਂ ਸਰਕਾਰ ਤੱਕ ਪਹੁੰਚ ਕਰੂੰਗਾ ਤੇ ਇਹ ਤੇ ਮੁਕੱਦਮਾ ਕਹਿੰਦਾ ਦਰਜ ਹੋਣਾ ਚਾਹੀਦਾ। ਉਹਦਾ ਇੱਕ ਹੋਰ ਕੋਈ ਗੀਤ ਆਇਆ, ਉਹ ਵਕੀਲ ਇਹ ਗੱਲ ਕਹਿ ਰਿਹਾ ਕਿ ਇਸ ਗੀਤ ਦੇ ਵਿੱਚ ਉਹਨੇ ਹਥਿਆਰਾਂ ਨੂੰ ਉਤਸ਼ਾਹਿਤ ਕੀਤਾ, ਪ੍ਰਮੋਟ ਕੀਤਾ। ਨਾਲ ਕਹਿੰਦਾ 295 ਧਾਰਾ ਉਹ ਵੀ ਲਾਈ ਜਾਵੇ। ਤੇ ਹੁਣ ਕਈ ਜਿਹੜੇ ਆਪੇ ਸਮਾਜ ਦੇ ਬਣੇ ਠੇਕੇਦਾਰ ਨੇ, ਧਰਮ ਦੇ ਬਣੇ ਠੇਕੇਦਾਰ ਨੇ, ਉਹ ਵੱਖ-ਵੱਖ ਵਰਗਾਂ 'ਚ ਬੈਠੇ ਆ। ਉਹ ਵਕੀਲਾਂ 'ਚ ਵੀ ਹੈਗੇ ਆ, ਉਹ ਹੋਰ ਖੇਤਰਾਂ 'ਚ ਵੀ ਹੈਗੇ ਆ, ਜਿਨ੍ਹਾਂ ਨੂੰ ਇਹ ਲੱਗਦਾ ਕਿ ਜਿਹੜੇ ਵੀ ਇਨਸਾਨ ਨੇ ਕੁਝ ਗਾਉਣਾ, ਲਿਖਣਾ, ਖਾਣਾ, ਪਹਿਨਣਾ, ਉਹ ਸਾਥੋਂ ਪੁੱਛਿਆ ਜਾਵੇ ਪਹਿਲਾਂ, ਕਿਉਂਕਿ ਇਸ ਮੁਲਕ ਦਾ ਜੋ ਮਾਹੌਲ ਚੱਲ ਰਿਹਾ ਹੈ, ਜੋ ਇਸ ਭਾਰਤੀ ਹਕੂਮਤ ਹੈ ਜਿਹੜੀ ਆਪਣੇ ਤਰੀਕੇ ਨਾਲ ਭਾਰਤ ਦਾ ਇਤਿਹਾਸ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰ ਰਹੀ ਆ, ਕਰ ਕੀ ਰਹੀ ਆ, ਲਿਖ ਹੀ ਰਹੇ ਨੇ। ਉਹ ਤੈਅ ਕਰ ਰਹੇ ਨੇ ਲੋਕਾਂ ਨੇ ਕਿਹੜਾ ਕੱਪੜਾ ਪਹਿਨਣਾ, ਕਿਹੜਾ ਨਹੀਂ ਪਹਿਨਣਾ, ਕੀ ਖਾਣਾ, ਕੀ ਪੀਣਾ, ਕੀ ਬੋਲਣਾ, ਜਾਣੇ ਹਰ ਤੁਹਾਡੇ ਕੰਮ ਦੇ ਉੱਤੇ ਪਾਬੰਦੀ ਲਾਈ ਜਾ ਰਹੀ ਆ। ਸੋ ਉਹਨਾਂ ਵਿੱਚੋਂ ਹੀ ਉੱਠ ਕੇ ਇਹ ਜਿਹੇ ਵਕੀਲ ਨੇ ਜਿਹੜੇ ਇਹ ਜਿਹੀਆਂ ਗੱਲਾਂ ਕਰਦੇ ਨੇ ਕਿ ਸ਼੍ਰੀ ਬਰਾੜ ਨੇ ਆਹ ਕਰਤਾ, ਸ਼੍ਰੀ ਬਰਾੜ ਨੇ ਉਹ ਕਰਤਾ ਤੇ ਮੁਕੱਦਮਾ ਦਰਜ ਕਰਾਵਾਂਗੇ। ਸੋ ਪਹਿਲਾਂ ਤਾਂ ਮੈਂ ਉਸ ਵਕੀਲ ਨੂੰ ਪੁੱਛਣਾ ਚਾਹੁੰਦਾ ਵੀ ਭਾਈ ਸਾਹਿਬ, ਪੁਸ਼ਪਾ ਫਿਲਮ ਆਈ ਆ, KGF ਫਿਲਮ ਆਈ ਆ, ਹੁਣੇ ਜਿਹੜੀ ਸੁਪਰ ਡੁਪਰ ਹਿੱਟ ਫਿਲਮ ਰਹੀ ਆ ਪਠਾਨ, ਇਹ ਫਿਲਮਾਂ ਆਈਆਂ ਨੇ ਜਾਂ ਹੋਰ ਅਨੇਕਾਂ ਫਿਲਮਾਂ ਜਿਹੜੀਆਂ ਬਣੀਆਂ ਨੇ ਜਾਂ ਅੱਜ ਬਣ ਰਹੀਆਂ ਨੇ, ਜਿਨ੍ਹਾਂ ਫਿਲਮਾਂ ਦੇ ਵਿੱਚ ਮੈਨੂੰ ਲੱਗਦਾ ਉਹ ਗੱਲ ਇੱਕ ਕਰਦੇ ਆ ਤੇ ਗੋਲੀਆਂ 10 ਚਲਾਉਂਦੇ ਆ। ਗੋਲੀਆਂ ਵੀ ਉਹ ਕੋਈ ਪਿਸਤੌਲਾਂ ਰਫਲਾਂ ਨਾਲ ਨਹੀਂ, ਗੋਲੀਆਂ ਵੀ ਉਹ ਵੱਡੇ ਵੱਡੇ ਹਥਿਆਰਾਂ ਨਾਲ ਚਲਾਉਂਦੇ ਨੇ। ਉਧਰ ਨੂੰ ਕਦੋਂ ਮੂੰਹ ਕਰਨਾ ਹੈ, ਉਹਨਾਂ ਦੇ ਮੁਕੱਦਮਾ ਕਦੋਂ ਦਰਜ ਕਰਾਉਣਾ ਹੈ, ਜਾਂ ਫਿਲਮਾਂ ਕਦੋਂ ਬੈਨ ਕਰਾਉਣੀਆਂ ਨੇ। ਕਿ ਤੁਹਾਨੂੰ ਉਹੀ ਬੰਦੇ ਚੁੱਭਦੇ ਨੇ ਜਿਹੜੇ ਕੌਮ ਦੀ ਗੱਲ ਕਰਦੇ ਆ, ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ। ਬਹਾਨਾ ਤੁਸੀਂ ਕੋਈ ਨਾ ਕੋਈ ਘੜਨਾ ਹੁੰਦਾ, ਕੋਈ ਨਾ ਕੋਈ ਬਣਾਉਣਾ ਹੁੰਦਾ। ਬਹਾਨਾ ਤੁਸੀਂ ਬਣਾ ਲੈਂਦੇ ਹੋ ਵੀ ਹਥਿਆਰਾਂ ਨੂੰ ਪ੍ਰਮੋਟ ਕਰ ਰਿਹਾ ਜੀ, ਹਿੰਸਾ ਨੂੰ ਵਧਾ ਰਿਹਾ ਜੀ। ਠੀਕ ਆ, ਮੰਨ ਲੈਂਦੇ ਆ ਅਸੀਂ ਇਹ ਗੱਲਾਂ ਨੂੰ ਕਿ ਸਰਕਾਰ ਭਾਈ ਇਹਨਾਂ ਗੱਲਾਂ ਦੇ ਉੱਤੇ ਕਾਬੂ ਪਾਉਣਾ ਚਾਹੁੰਦੀ ਆ, ਪਰ ਇਹ ਸਾਰੇ ਥਾਈਂ ਲਾਗੂ ਹੋਣਾ ਚਾਹੀਦਾ ਨਾ।
ਫਿਲਮਾਂ ਦੇ ਵਿੱਚ ਤਾਂ ਫਿਰ ਰੁਕ ਨਹੀਂ ਰਿਹਾ ਇਹ। ਫਿਲਮਾਂ ਨੂੰ ਤਾਂ ਸੈਂਸਰ ਬੋਰਡ ਪਾਸ ਕਰਦਾ, ਸੈਂਸਰ ਕਰਦਾ, ਫਿਰ ਉੱਥੇ ਵੀ ਪਾਬੰਦੀ ਲਾਈ ਜਾਵੇ। ਇਹ ਕੋਈ ਪੁਰਾਣੀ ਗੱਲ ਨਹੀਂ। ਹੁਣੇ 3-4 ਫਿਲਮਾਂ ਨਵੀਆਂ ਜਿਹੜੀਆਂ ਆਈਆਂ ਨੇ ਉਹਨਾਂ ਦੇ ਵਿੱਚ ਤੁਸੀਂ ਦੇਖੋ ਕਿੰਨਾ ਹਥਿਆਰ ਚਲਾਏ ਗਏ ਨੇ, ਕੀ ਕੁਝ ਦਿਖਾਇਆ ਜਾਂਦਾ ਉਹਨਾਂ ਦੇ ਵਿੱਚ, ਉੱਥੇ ਪਾਬੰਦੀ ਨਹੀਂ ਲੱਗਦੀ। ਪਰ ਜਦੋਂ ਕਿ ਇਨਸਾਨ ਜਿਹੜਾ ਬਹੁਤ ਥੋੜੇ ਨੇ, ਅਸਲ ਤਾਂ ਗਾਇਕ ਹਾਈ ਕਿੰਨੇ ਕੁ ਨੇ, ਬਹੁਤ ਥੋੜੇ ਬੰਦੇ ਨੇ ਗਿਣਤੀ ਦੇ ਜਿਹੜੇ ਉਂਗਲਾਂ ਦੇ ਗਿਣੇ ਜਾਣਗੇ, ਜਿਹੜੇ ਪੰਜਾਬ ਦੀ ਗੱਲ ਕਰਦੇ ਆ, ਸਾਡੇ ਹੱਕਾਂ ਦੀ ਗੱਲ ਕਰਦੇ ਆ, ਕੌਮ ਦੀ ਪੰਥ ਦੀ ਗੱਲ ਕਰਦੇ ਆ। ਉਹਨਾਂ ਨੂੰ ਇਹ ਐ ਨਿਸ਼ਾਨਾ ਬਣਾ ਲੈਂਦੇ ਆ। ਉਹ ਜਿਉਣਾ ਦੁੱਬਰ ਹੋਇਆ ਪਿਆ ਸ੍ਰੀ ਬਰਾੜ ਦਾ ਵਿਚਾਰਾ। ਉਹ ਮੇਰੇ ਨਾਲ ਅੱਜ ਗੱਲ ਵੀ ਹੋਈ ਉਹਦੀ ਫੋਨ ਤੇ। ਉਹ ਕਹਿੰਦਾ ਬਾਈ ਕੀ ਕਰਾਂ ਯਾਰ, ਮੈਂ ਤਾਂ ਕਹਿੰਦਾ ਸਾਲ ਦੇ ਵਿੱਚ ਜਦੋਂ ਵੀ ਕੋਈ ਮੇਰਾ ਗਾਣਾ ਆਉਂਦਾ ਨਾਲ ਦੀ ਨਾਲ ਇਹੋ ਜਿਹਾ ਕੰਮ ਖੜਾ ਹੋ ਜਾਂਦਾ। ਤਾਂ ਮੈਂ ਜਿਹੜੇ ਗਾਉਣ ਵਾਲੇ ਕਲਾਕਾਰ ਭਰਾ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਯਾਰ ਤੁਹਾਡੀ ਇਹ ਕਲਾਕਾਰਾਂ ਦੀ ਦੁਨੀਆ ਹੈਗੀ ਆ, ਤੁਹਾਡਾ ਫਰਜ਼ ਬਣਦਾ ਕਿ ਜੇ ਤੁਹਾਡੇ ਕੋਈ ਭਰਾ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਆ, ਕੋਈ ਨੌਬਤ ਆਉਂਦੀ ਆ, ਤਾਂ ਉਹਦੇ ਨਾਲ ਖੜੋ। ਅੱਜ ਸ੍ਰੀ ਬਰਾੜ ਨੂੰ ਇਹ ਨਿਸ਼ਾਨਾ ਬਣਾ ਰਹੇ ਆ, ਉਹਦੇ ਮੁਕੱਦਮੇ ਦਰਜ ਕਰਾ ਰਹੇ ਆ, ਕੱਲ ਨੂੰ ਤੁਹਾਡੀ ਵਾਰੀ ਆ ਜਾਣੀ ਹੈ। ਤਾਂ ਸਾਰੇ ਕਲਾਕਾਰਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਕਮੁੱਠ ਹੋ ਕੇ ਇਸ ਗੱਲ ਦਾ ਜਵਾਬ ਦਿਓ। ਤੇ ਲੋਕਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ, ਪੰਜਾਬ ਦਿਆਂ ਨੂੰ, ਕਿ ਜਦੋਂ ਕੋਈ ਇਹੋ ਜਿਹੀ ਗੱਲਬਾਤ ਸਾਡੇ ਸਾਹਮਣੇ ਆਉਂਦੀ ਆ ਤਾਂ ਉਹਦਾ ਵਿਰੋਧ ਕਰਿਆ ਕਰੋ। ਠੀਕ ਆ, ਅਸੀਂ ਸਹਿਮਤ ਹਾਂ ਇਸ ਗੱਲ ਦੇ ਨਾਲ ਕਿ ਸਰਕਾਰ ਇਹ ਸਾਰਾ ਕੁਝ ਬੰਦ ਕਰਨਾ ਚਾਹੁੰਦੀ ਆ। ਫਿਲਮਾਂ, ਪਠਾਨ ਫਿਲਮ ਪੰਜਾਬ 'ਚ ਵੀ ਲੱਗੀ ਹੋਣੀ ਆ, ਹੋਰ ਕਿੰਨੀਆਂ ਫਿਲਮਾਂ ਪੰਜਾਬ 'ਚ ਵੀ ਲੱਗਦੀਆਂ ਨੇ, ਪੂਰੇ ਭਾਰਤ 'ਚ ਫਿਲਮਾਂ ਚੱਲਦੀਆਂ ਨੇ। ਉਹਨਾਂ ਨੇ ਦੇਖੋ ਕੀ ਕੁਝ ਹੋ ਰਿਹਾ। ਸੋ ਜਾਣ ਬੁੱਝ ਕੇ ਉਹੀ ਬੰਦੇ ਨਿਸ਼ਾਨੇ ਤੇ ਲਏ ਜਾ ਰਹੇ ਨੇ, ਉਹੀ ਬੰਦੇ ਜਲੀਲ ਕੀਤੇ ਜਾ ਰਹੇ ਨੇ, ਉਹੀ ਬੰਦਿਆਂ ਨੂੰ ਇਹ ਡਰਾ ਕੇ ਘਰੇ ਬਿਠਾਉਣਾ ਚਾਹੁੰਦੇ ਨੇ ਜਿਹੜੇ ਕੋਈ ਸਾਡੇ ਮਾੜੇ ਮੋਟੇ ਹੱਕ ਦੀ ਗੱਲ ਕਰਦੇ ਆ, ਸਾਡੇ ਇਤਿਹਾਸ ਦੀ ਗੱਲ ਕਰਦੇ ਆ, ਸਾਡੀ ਆਉਣ ਵਾਲੀ ਸਾਡੀਆਂ ਪੀੜ੍ਹੀਆਂ ਨੂੰ, ਨਸਲਾਂ ਨੂੰ ਸਾਡੇ ਇਤਿਹਾਸ ਨਾਲ ਜੋੜਦੇ ਨੇ, ਉਹਨਾਂ ਦੇ ਵਿੱਚ ਕੋਈ ਚਿਣਗ ਭਰਦੇ ਨੇ। ਉਹਨਾਂ ਬੰਦਿਆਂ ਨੂੰ ਇਹ ਜਾਣ ਬੁੱਝ ਕੇ ਨਿਸ਼ਾਨਾ ਬਣਾ ਕੇ ਦੱਬਣ ਦੀ ਕੋਸ਼ਿਸ਼ ਕਰ ਰਹੇ ਆ। ਤਾਂ ਸਾਨੂੰ ਹਰ ਬੰਦੇ ਨੂੰ ਇਹ ਨਾਲ ਖੜਨਾ ਚਾਹੀਦਾ। ਨਹੀਂ, ਹਰ ਇੱਕ ਦੀ ਆਵਾਜ਼ ਇੱਥੇ ਦੱਬੀ ਜਾਣੀ ਹੈ, ਚਾਹੇ ਗਾਉਣ ਵਾਲਾ ਕਲਾਕਾਰ ਹੈ, ਚਾਹੇ ਕੋਈ ਲਿਖਣ ਵਾਲਾ ਹੈ, ਚਾਹੇ ਕੋਈ ਬੋਲਣ ਵਾਲਾ ਬੁਲਾਰਾ ਹੈ, ਕਿਸੇ ਪ੍ਰਕਾਰ ਦਾ ਬੰਦਾ ਹੈ, ਉਸ ਹਰ ਬੰਦੇ ਨੂੰ ਇਹ ਹੌਲੀ ਹੌਲੀ ਦੱਬ ਰਹੇ ਨੇ। ਕੱਲੇ ਨੂੰ ਦੱਬ ਰਹੇ ਨੇ, ਬਾਕੀ ਚੁੱਪ ਹੋ ਜਾਂਦੇ ਆ। ਵਾਰੀ ਸਭ ਦੀ ਆ ਜਾਣੀ ਹੈ, ਫਿਰ ਉਦੋਂ ਸਾਨੂੰ ਲੱਗਣਾ ਵੀ ਸਾਡੀ ਖਾਤਰ ਨਹੀਂ ਕੋਈ ਬੋਲ ਰਿਹਾ। ਸੋ ਜਿੰਨੇ ਦਾ ਕਲਾਕਾਰ ਨੇ, ਜਿੰਨੇ ਇਹਨਾਂ ਦੀ ਇੰਡਸਟਰੀ ਹੈ, ਤੁਹਾਡੀ ਗਾਉਣ ਵਾਲਿਆਂ ਦੀ, ਫਿਲਮ ਵਾਲਿਆਂ ਦੀ, ਤੁਹਾਡਾ ਫਰਜ਼ ਬਣਦਾ ਕਿ ਜਦੋਂ 4 ਸਪੇਰੋਂ ਬੰਦ ਕਰ ਦਿਓ, ਪਰ ਸਾਨੂੰ ਇਕੱਲੇ ਕਰੇ ਬੰਦੇ ਨੂੰ ਕਿਉਂ ਨਿਸ਼ਾਨਾ ਬਣਾਉਣੇ ਆ। ਸੋ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਉਸ ਇਨਸਾਨ ਨੇ ਬੇੜੀਆਂ ਗੀਤ ਗਾਇਆ, ਸੁਣ ਲਿਓ ਤੁਸੀਂ ਸਾਰੇ ਜਾਣੇ। ਸ੍ਰੀ ਬਰਾੜ ਨੇ ਪਹਿਲਾਂ ਹੀ ਬਹੁਤ ਸੋਹਣੇ ਉਹਨੇ ਗੀਤ ਲਿਖੇ ਵੀ ਨੇ ਤੇ ਗਾਏ ਵੀ ਨੇ। ਤੇ ਆਓ ਅੱਜ ਆਪਣਾ ਫਰਜ਼ ਬਣਦਾ ਯਾਰ, ਜੇ ਇਸ ਤਰ੍ਹਾਂ ਇਹ ਬੰਦੇ ਨੂੰ ਇਕੱਲੇ ਨੂੰ ਘੇਰ ਕੇ ਉਹਨੂੰ ਨਿਸ਼ਾਨਾ ਬਣਾ ਕੇ ਦਬਾਉਣ ਦੀ ਕੋਸ਼ਿਸ਼ ਕਰ ਰਿਹਾ, ਸਾਡਾ ਫਰਜ਼ ਬਣਦਾ ਕਿਸੇ ਵੀ ਤਰੀਕੇ ਨਾਲ ਅਸੀਂ ਉਸ ਇਨਸਾਨ ਦੇ ਨਾਲ ਖੜ ਗਏ ਜਿਹੜਾ ਸਾਡੇ ਹੱਕਾਂ ਦੀ ਆਵਾਜ਼ ਉਠਾਉਂਦਾ, ਲੋਕਾਂ ਤੱਕ ਪਹੁੰਚਾਉਂਦਾ। ਇੱਕ ਸੱਜਣ ਲਿਖਦਾ, ਕਹਿੰਦਾ ਬਾਈ ਸਿੱਧੂ ਮਰ ਗਿਆ, ਕੋਈ ਬੋਲਿਆ ਨਹੀਂ, ਇਹਨਾਂ ਨੇ ਕਿੱਥੇ ਬੋਲਣਾ। ਇਹੀ ਤਾਂ ਮੈਂ ਗੱਲ ਪਿੱਟ ਰਿਹਾ ਕਿ ਇਹਨਾਂ ਨੂੰ ਲੱਗਦਾ ਕਿ ਯਾਰ ਸਿੱਧੂ ਮਰ ਗਿਆ, ਆਪਾਂ ਕੀ ਲੈਣਾ, ਆਪਾਂ ਆਪਣੀ ਜਾਨ ਬਚਾਈਏ। ਪਰ ਇਹ ਪਤਾ ਨਹੀਂ ਕੱਲ ਨੂੰ ਪੈਣੀ ਕੀਤੇ ਆ। ਤੁਹਾਡੇ 'ਚ ਬਹੁਤ ਵੱਡੀ ਤਾਕਤ ਹੈ, ਕਿੱਡੇ ਨਾਮੀ ਕਲਾਕਾਰ ਬੈਠੇ ਨੇ, ਕਿੰਨੇ ਪੁਰਾਣੇ ਕਲਾਕਾਰ ਬੈਠੇ ਨੇ ਜਿਨ੍ਹਾਂ ਨੇ ਬਹੁਤ ਸੱਭਿਆਚਾਰ ਦੇ ਵਿੱਚ ਆਪਣਾ ਯੋਗਦਾਨ ਪਾਇਆ, ਬਹੁਤ ਕੁਝ ਲਿਖਿਆ, ਗਾਇਆ, ਬਣਾਇਆ। ਉਹਨਾਂ ਦਾ ਹੀ ਫਰਜ਼ ਬਣਦਾ। ਸੋ ਇਸ ਕਰਕੇ ਸਾਡਾ ਫਰਜ਼ ਬਣਦਾ ਕਿ ਅਸੀਂ ਉਸ ਇਨਸਾਨ ਦੇ ਨਾਲ ਖੜ ਗਏ। ਅੱਜ ਉਹ ਇਨਸਾਨ ਵਿਪਤਾ 'ਚ ਆ। ਐਵੇਂ ਕੋਈ ਉੱਠ ਕੇ ਬੰਦਾ ਕੱਲ ਨੂੰ ਹਰਕੀ ਮੁਰੇ ਹੋ ਕੇ ਖੜ ਜਾਂਦਾ, ਅਸੀਂ ਐਂ ਕਰਾਵਾਂਗੇ ਜੀ, ਅਸੀਂ ਐਂ ਕਰਾਵਾਂਗੇ, ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਜੀ। ਸਾਡੇ ਕੀ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਬਾਈ? ਜੇ ਐਡੀ ਹਿੰਮਤ ਆ ਤਾਂ ਕਰਾਓ ਫਿਲਮਾਂ ਬੰਦ ਫਿਰ ਜਾ ਕੇ। ਬਿਲਕੁਲ ਅੱਜ ਸ੍ਰੀ ਬਰਾੜ ਬੋਲ ਰਿਹਾ ਕਿ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ। ਇਹ ਵੀ ਗੱਲ ਸਾਹਮਣੇ ਆਈ ਹੈ। ਉਹਨੇ ਅੱਜ ਬੋਲਿਆ ਵੀ ਹੈ ਕਿ ਮੈਨੂੰ ਇਹ ਫੋਨ ਕਰਕੇ ਡਰਾ ਧਮਕਾ ਵੀ ਰਹੇ ਨੇ।
ਸੋ ਆਓ ਯਾਰ ਰਲ ਕੇ ਆਪਾਂ ਆਵਾਜ਼ ਉਠਾਈਏ, ਨਹੀਂ ਤਾਂ ਫਿਰ ਇਹਨਾਂ ਨੇ ਹੌਲੀ ਹੌਲੀ ਸਾਰੀਆਂ ਆਵਾਜ਼ਾਂ ਦੱਬ ਦੇਣੀਆਂ ਨੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਥੋੜਾ ਆਪਣਾ ਲਾਈਵ ਸ਼ੁਰੂ ਹੋ ਰਿਹਾ। ਆਈ ਥਿੰਕ ਮੈਂ ਫੇਸਬੁੱਕ ਤੇ ਵੀ ਲਾਈਵ ਹੈਗਾ ਤੇ ਇੰਸਟਾਗ੍ਰਾਮ ਤੇ ਵੀ ਹੈਗਾ। ਆਜੋ ਮੇਰਾ ਭਰਾ, ਮੇਰੇ ਭੈਣਾਂ ਭਰਾ, ਇੱਕ ਵਾਰ ਸਾਰੇ ਲਾਈਵ ਆਜੋ, ਜੁੜ ਜਾਓ, ਕਿਉਂਕਿ ਬੜੇ ਵੈਸੇ ਮੈਂ ਲਾਈਵ ਆਉਂਦਾ ਹੀ ਨਹੀਂਗਾ ਹਨਾ, ਤੇ ਆਜੋ, ਬੜੀਆਂ ਜ਼ਰੂਰੀ ਗੱਲਾਂ ਕਰਨੀਆਂ ਸਾਰੇ ਭਰਾਵਾਂ ਨਾਲ। ਸਾਰੇ ਭੈਣ ਭਰਾ ਮੇਰੇ ਸਾਰੇ ਆ ਜਾਣ ਜੀ। ਰਿਕੁਐਸਟ ਹੈਗੀ, ਇਹਨੂੰ ਸ਼ੇਅਰ ਵੀ ਕਰ ਸਕਦੇ ਹੋ, ਸ਼ੇਅਰ ਵੀ ਜ਼ਰੂਰ ਕਰਿਓ ਤੇ ਇੱਕ ਵਾਰ ਜੁੜ ਜਾਓ ਸਾਰੇ ਆਪਣਾ ਹਨਾ ਵੀਰ ਭਰਾ। ਤੇ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਕੌਮੀ ਇਨਸਾਫ ਮੋਰਚਾ, ਯੈਸ ਬਿਲਕੁਲ, ਜਿੰਦਾਬਾਦ ਜਿੰਦਾਬਾਦ, ਲਵ ਯੂ ਲਵ ਯੂ। ਤਾਂ ਸੋ ਸਾਰੇ ਭਰਾਵਾਂ ਨਾਲ, ਸਾਰੇ ਭੈਣਾਂ ਨਾਲ ਮੈਂ ਗੱਲ ਕਰਨੀ ਚਾਹੁੰਦਾ ਤੇ ਹਰ ਗੱਲ, ਤੁਸੀਂ ਸਾਡੀ ਕਚਹਿਰੀ ਹੋ ਤਾਂ ਜਿੰਨੀ ਗੱਲ ਕਰਦਾ, ਜਿੰਨੀ ਵੀ ਗੱਲ ਕਰਦਾ, ਸਾਡੇ ਲਈ ਸਭ ਤੋਂ ਉੱਤੇ ਸਾਡਾ ਗੁਰੂ ਗ੍ਰੰਥ ਸਾਹਿਬ ਹੈਗੇ ਆ, ਤਾਂ ਮੈਂ ਉਹਨਾਂ ਦੀ ਕਸਮ ਦੇ ਕੇ ਗੱਲ ਕਰਦਾ। ਮੈਂ ਕੁਛ ਝੂਠ ਨਹੀਂ ਬੋਲਦਾ। ਹਰ ਚੀਜ਼ ਤੁਹਾਡੇ ਤੱਕ ਮੈਂ ਜਿਹੜੀ ਰੱਖਣ ਲੱਗਿਆ ਹੈਗਾ, ਉਹਨੂੰ ਤੁਸੀਂ ਐਕਚੁਅਲ 'ਚ ਸਮਝੋ, ਕਹਾਣੀ ਨੂੰ ਸਾਰੀ ਨੂੰ। ਬਈ ਪਰਚਾ ਹੋ ਗਿਆ, ਫਿਰ ਉਸ ਦੀ ਗੱਲਾਂ, ਉਹ ਪਰਚਿਆਂ ਦੀ ਗੱਲਾਂ ਕਰਨ ਲੱਗਿਆ ਵੀਰੇ। ਪਰਚੇ, ਪਤਾ ਹੀ ਨਹੀਂ ਕੀ ਕੁਛ ਹੋਈ ਜਾਂਦਾ ਜ਼ਿੰਦਗੀ 'ਚ, ਪਤਾ ਹੀ ਨਹੀਂ ਕੀ ਚੱਲੀ ਜਾਂਦਾ। ਹਰ ਮੇਰਾ ਵੀਰ ਭਰਾ ਹਨਾ, ਧਿਆਨ ਨਾਲ ਗੱਲ ਸੁਣਿਓ। ਅੱਜ ਤੱਕ ਮੇਰੇ ਤੇ ਕੀ ਬੀਤਦੀ ਹੈ ਜ਼ਿੰਦਗੀ 'ਚ, ਜ਼ਿੰਦਗੀ 'ਚ ਕੀ ਬੀਤਦੀ ਹੈਗੀ ਹੈ, ਮੈਂ ਕਿਹੜੇ ਹਾਲਾਤਾਂ 'ਚੋਂ ਲੰਘਦਾ, ਮੈਂ ਉਹ ਗੱਲਾਂ ਹਜੇ ਵੀ ਨਹੀਂ ਰੱਖਦਾ ਪੰਜਾਬ ਦੇ ਲੋਕਾਂ ਅੱਗੇ। ਸਹੁੰ ਵਾਲੀ ਗੱਲ ਹੈਗੀ ਆ। ਮੈਂ ਸਾਡੇ ਗੁਰੂਆਂ ਦੀ ਸਹੁੰ ਦੇ ਕੇ ਕਹਿਣਾ ਕਿ ਜੇ ਮੈਂ ਉਹ ਗੱਲਾਂ, ਮੈਂ ਕਿਹੜੇ ਹਾਲਾਤਾਂ 'ਚੋਂ ਗੁਜ਼ਰ ਰਿਹਾ ਤੇ ਕਿਹੜੇ ਹਾਲਾਤਾਂ 'ਚੋਂ ਮੈਂ ਲੰਘਿਆ, ਜੇ ਮੈਂ ਉਹ ਗੱਲਾਂ ਇੱਥੇ ਰੱਖਾਂ ਤਾਂ ਮੈਨੂੰ ਪਤਾ ਕਿ ਸਾਡੇ ਨੌਜਵਾਨ ਮੁੰਡੇ ਕੁੜੀਆਂ ਹੈਗੇ ਆ ਜਿਹੜੇ ਉਹ ਸਾਰੇ ਵਾਪਸ ਮੁੜਨਗੇ। ਦੱਸ ਨਹੀਂ ਸਕਦਾ ਮੈਂ ਵੀਰੇ ਕਿਹੜੀਆਂ ਜ਼ਿੰਦਗੀ 'ਚ ਚੀਜ਼ਾਂ ਸਹਿ ਰਿਹਾ, ਨਹੀਂ ਦੱਸ ਸਕਦਾ। ਸਹੁੰ ਗੁਰੂ ਦੀ ਮੈਂ ਅੱਜ ਤੱਕ ਜਿੰਨਾ ਕੁਛ ਮੈਂ ਆਪਦੇ ਕੀ ਦੱਸਾਂ ਕਿਸੇ ਨੂੰ, ਕੀ ਸਹਿਆ ਮੈਂ, ਹਜੇ ਵੀ ਕਮੀ ਨਹੀਂ। ਚਲੋ ਜੀ, ਕਿਸਾਨ ਅੰਦੋਲਨ ਦੇ ਵਿੱਚ ਬਾਬਾ ਮਿਹਰ ਕਰੇ, ਬੜਾ ਕੁਛ ਦੇਖਿਆ ਤੁਹਾਡੇ ਭਰਾ ਨੇ, ਬੜਾ ਕੁਛ ਦੇਖਿਆ। ਕਿਹੜੇ ਗੁੰਡਿਆਂ ਦੇ ਫੋਨ ਨਹੀਂ ਸਹੇ ਤੁਹਾਡੇ ਵੀਰ ਨੇ, ਕਿਹੜੇ ਪੋਲੀਟੀਸ਼ੀਅਨਾਂ ਤੋਂ ਧਮਕੀਆਂ ਨਹੀਂ ਲਈਆਂ ਮੈਂ, ਠੀਕ ਹੈ। ਕਿਵੇਂ ਅੱਜ ਤੱਕ ਝੇਲਦਾ ਰਹੇ ਚੀਜ਼ਾਂ ਨੂੰ ਹਨਾ, ਕਿਤੇ ਨਹੀਂ ਰੋਇਆ ਤੁਹਾਡੇ ਸਾਹਮਣੇ ਆ ਕੇ। ਕੀ ਰੋਵਾਂ, ਤੁਸੀਂ ਤਾਂ ਖੁਦ ਮੇਰੇ ਵਾਂਗੂ ਫਸੇ ਬੈਠੇ ਹੋ ਸਾਰੇ ਹਨਾ। ਤੁਸੀਂ ਖੁਦ ਸਾਰੀਆਂ ਚੀਜ਼ਾਂ 'ਚ, ਉਸੇ ਪੰਜਾਬ 'ਚ ਤੁਸੀਂ ਰੋ ਰਹੇ ਹੋ, ਉਸੇ 'ਚ ਮੈਂ ਰੋ ਰਿਹਾ। ਕੀ ਰੋਵਾਂ ਮੈਂ ਕਿਸੇ ਦੇ ਸਾਹਮਣੇ ਆ ਕੇ। ਅੱਜ ਤੱਕ ਕਿੰਨੀਆਂ ਚੀਜ਼ਾਂ ਹੈਗੀਆਂ, ਹਰ ਸਾਲ ਘੱਟ ਤੋਂ ਘੱਟ ਮੈਨੂੰ ਲੱਗਦਾ 40-50 ਚੀਜ਼ਾਂ, ਕਿਸੇ ਚੀਜ਼ਾਂ ਹੱਥ ਜੋੜ ਕੇ ਖੜਾ ਛਡਾਉਣਾ ਕਿ ਹਨਾ ਇੱਥੋਂ ਨਿਕਲ ਜਾ। ਕਿਸੇ ਪਾਸੇ ਜੇ ਪੈਸਿਆਂ ਦਾ ਹੁੰਦਾ, ਪੈਸੇ ਦੇ ਕੇ ਪਿੱਛੇ ਹੋ ਜਾਣਾ। ਕਿਸੇ ਪਾਸੇ ਜੇ ਮੇਰੇ ਕੋਈ ਹੁੰਦਾ ਹੈਗਾ ਕਿ ਕੋਈ ਪੋਲੀਟੀਸ਼ੀਅਨ ਪਿੱਛੇ ਪੈਂਦੇ ਹੈਗੇ, ਜਦੋਂ ਉਹ ਉਹਨਾਂ ਚੀਜ਼ਾਂ 'ਚੋਂ ਕਿਤੇ ਹੱਥ ਜੋੜ ਕੇ, ਜਾਂ ਕੋਈ ਪੋਲੀਟੀਸ਼ੀਅਨ ਵੀਰ ਭਰਾ ਹੁੰਦਾ ਉਹਨਾਂ ਨੂੰ ਹੱਥ ਜੋੜ ਦੇਣਾ ਵੀ ਮੇਰੇ ਨਾਲ ਧੱਕਾ ਨਾ ਕਰੋ, ਮੈਂ ਹਟ ਨਹੀਂ ਸਕਦਾ ਬੋਲਣੋਂ, ਮੇਰੀ ਮਜਬੂਰੀ ਹੈ। ਪੰਜਾਬ ਦੇ ਹੱਕ 'ਚ ਬੋਲਣ ਦੀ ਸਜ਼ਾ ਮੇਰੀ ਐਡੀ ਹੈ, ਪੰਜਾਬ ਦੇ ਹੱਕ 'ਚ ਬੋਲਣ ਦੀ ਸਜ਼ਾ ਮੇਰੀ ਇਹ ਹੈਗੀ ਹੈ, ਹਰ ਸਾਲ 'ਚ 12 ਮਹੀਨੇ ਹੁੰਦੇ ਆ ਤੇ ਤੁਹਾਡਾ ਭਰਾ 8 ਵਾਰੀ ਛੱਤ ਨੂੰ ਰੱਸੇ ਪਾਉਂਦਾ। ਐਸੀ ਸਿਚੁਏਸ਼ਨ ਤੇ ਲਿਆ ਕੇ ਸੁੱਟਦੇ ਆ ਮੈਨੂੰ ਕਿ ਮੇਰੀ ਜ਼ਿੰਦਗੀ, ਮਤਲਬ ਸੁਸ਼ਾਂਤ ਸਿੰਘ ਜਿਵੇਂ ਮਜਬੂਰ ਸੀਗਾ, ਕਹਿੰਦੇ ਕਿ ਉਹਨੇ ਆਪ ਹੀ ਸੁਸਾਈਡ ਕਰ ਲਿਆ ਜਾਂ ਇਹਨਾਂ ਨੇ ਮਾਰ ਕੇ ਟੰਗਤਾ ਉਹਨੂੰ, ਉਹ ਹਾਲਾਤਾਂ ਤੇ ਆ ਜਾਂਦਾ ਮੈਂ।
ਫੇਰ ਮੈਂ ਸੋਚਦਾ ਕਿ ਯਾਰ ਚੱਲ ਛੱਡ ਭਰਾ, ਐਂ ਸੋਚ ਲੈ ਕਿ ਤੂੰ ਅੱਜ ਮਰ ਗਿਆ ਤੇ ਫੇਰ ਖੜੇ ਹੁੰਨੇ ਆ। ਐਂ ਸੋਚ ਲੈ ਤੂੰ ਮਰ ਗਿਆ ਤੇ ਪੰਜਾਬ ਦੇ ਲੇਖੇ ਲੱਗ ਜਾ। ਇੱਥੇ ਲਾਈਵ 'ਚ ਦਿੰਨਾ ਮੈਂ, ਲਾਈਵ 'ਚ ਇਹ ਗੱਲ ਕਹਿਣਾ, ਗੁਰੂ ਗ੍ਰੰਥ ਸਾਹਿਬ ਦੀ ਸਹੁੰ ਪਾ ਕੇ ਗੱਲ ਕਹਿਣਾ। 6 ਮਹੀਨੇ ਪਹਿਲਾਂ ਦੀ ਗੱਲ ਹੈ, ਜਾਂ ਆਈ ਥਿੰਕ 8-9 ਮਹੀਨੇ ਹੋ ਗਿਆ, ਸੌਰੀ 7 ਮਹੀਨੇ, ਮੈਨੂੰ 6-7 ਮਹੀਨੇ ਇੱਥੇ ਆ ਗਏ ਹੋ ਗਏ। 2 ਸਾਲ ਨਹੀਂ, ਸਾਲ ਪੁਰਾਣੀ ਗੱਲ ਹੈ ਇਹ। ਬੀਜੇਪੀ ਦਾ ਬੜਾ ਮੰਨਿਆ ਪਰਮੰਨਿਆ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਫੇਰ ਇਹ ਪਰਚੇ ਪਾਉਣਗੇ ਮੇਰੇ ਤੇ, ਕੁਝ ਕਰਨਗੇ, ਬਟ ਗੁਰੂ ਦੀ ਸਹੁੰ ਦੇ ਕੇ ਕਹਿਣਾ ਕਿ ਬੀਜੇਪੀ ਦੇ ਬੰਦੇ ਨੇ, ਭਰਾ ਨੇ, ਉਸੇ ਮੀਟਿੰਗ 'ਚ ਬੈਠਾ ਸੀਗਾ ਤੇ ਆ ਕੇ ਕਹਿੰਦਾ ਕਿ ਸ਼੍ਰੀ ਤੇਰੇ ਤੇ ਪਰਚਾ ਵੀਰੇ, ਮੈਨੂੰ ਫੋਨ ਕਰਿਆ। ਉਹ ਚੰਗਾ ਭਲਾ ਬੰਦਾ, ਉਹਦੇ ਹੋਸ਼ ਉੱਡ ਗਏ ਤੇ ਮੈਨੂੰ ਫੋਨ ਕਰਕੇ ਕਹਿੰਦਾ ਵੀਰੇ ਮੈਂ ਮਿਲਣਾ ਹੈ। ਕਿੱਥੇ ਆ ਤੂੰ, ਛੋਟਾ ਭਰਾ ਹੈ? ਮੈਂ ਕਿਹਾ ਜੀ ਮੈਂ ਮੋਹਾਲੀ, ਮੈਂ 91 ਹੁੰਦਾ ਸੀ। ਮੈਂ ਸਵੇਰੇ ਮੈਂ ਗੱਲ ਹੋਈ, ਮੈਂ ਮਿਲਿਆ। ਮੈਨੂੰ ਵੀਰ ਕਹਿੰਦਾ ਕਿ ਰਾਤ ਮੀਟਿੰਗ 'ਚ ਬੈਠੇ ਆ ਬੀਜੇਪੀ ਦੇ, ਤੇ ਸ਼੍ਰੀ ਉੱਥੇ ਗੱਲ ਕੀ ਹੋਈ, ਤੇਰਾ ਜ਼ਿਕਰ ਚੱਲਿਆ ਤੇ ਉਹਨਾਂ ਨੇ ਕੀ ਗੱਲ ਕਹੀ। ਬਹੁਤ ਵੱਡਾ ਪੋਲੀਟੀਸ਼ੀਅਨ ਸੀਗਾ, ਉਹਨੇ ਗਾਲ ਕੱਢ ਕੇ ਮੇਰੇ ਬਾਰੇ ਕਿਹਾ, ਇੱਕ ਸਟੇਟ ਨੂੰ ਰੀਪ੍ਰਜੈਂਟ ਕਰਦਾ ਉਹ ਬੰਦਾ ਜਿਹਦੀ ਮੈਂ ਗੱਲ ਕਰ ਰਿਹਾ, ਤੁਹਾਨੂੰ ਪਾਵਰ ਦੱਸ ਦਿਆਂ ਉਹ ਬੰਦੇ ਦੀ ਕੀ ਉਹਦਾ ਹੈਗਾ। ਕਹਿੰਦਾ ਕਿ ਸ਼੍ਰੀ ਪੰਜਾਬ ਦੇ ਲੋਕਾਂ ਨੂੰ ਭੜਕਾ ਰਿਹਾ ਤੇ ਇਹਨੂੰ ਅੱਤਵਾਦੀ ਦਾ ਕਰਾਰ ਦੇ ਕੇ, ਜਿੱਦੇ ਸਾਡੇ ਧੱਕੇ ਚੜ ਗਿਆ, ਅੱਤਵਾਦੀ ਦਾ ਕਰਾਰ ਦੇ ਕੇ ਇਹਨੂੰ ਸਾਰੀ ਉਮਰ ਜੇਲ੍ਹਾਂ 'ਚ ਨਾ ਕਟਾਈ। ਤੇ ਅਸੀਂ ਕੀ ਸਮਝਦੇ ਨਹੀਂ ਇਹ ਚੀਜ਼ਾਂ ਨੂੰ? ਸਮਝਦਾ ਨਹੀਂ ਮੈਂ ਇਹ ਚੀਜ਼ਾਂ ਨੂੰ ਕਿ ਅੱਤਵਾਦੀ ਕਰਾਰ ਦੇ ਦੇਣਾ ਕਿਸੇ ਨੂੰ ਕੀ ਚੀਜ਼ ਹੈ। ਅੱਜ ਇਹ 4 ਬੰਦੇ ਰਲ ਕੇ ਸਾਨੂੰ ਅੱਤਵਾਦੀ ਕਰਾਰ ਦੇ ਦੇਣ ਤਾਂ ਵੀਰੇ ਅਸੀਂ ਕੀ ਕਰਾਂਗੇ? ਹੁਣ ਗੱਲ ਆਉਂਦੀ ਹੈ ਸਾਡੇ ਚੰਡੀਗੜ੍ਹ ਮੋਰਚਾ ਚੱਲ ਰਿਹਾ ਜੀ। ਸਾਰੇ ਭਰਾਵਾਂ ਨੂੰ ਪਤਾ ਹੀ ਹੋਣਾ, ਸਾਰੇ ਭਰਾਵਾਂ ਨੂੰ ਪਤਾ। ਚੰਡੀਗੜ੍ਹ ਮੋਰਚਾ ਚੱਲ ਰਿਹਾ ਹੈਗਾ ਤੇ ਮੈਂ ਗਾਣਾ ਮੇਰੇ ਕੋਲੇ ਪੈਸੇ ਪੂਸੇ ਸਾਰਾ ਕੁਝ, ਮੈਂ ਤਾਂ ਲੋਕਾਂ ਸਾਹਮਣੇ ਸਿੱਧਾ ਐਂ ਚੱਲਦਾ। ਪੈਸੇ ਪੂਸੇ ਜਦੋਂ ਇੰਨੇ ਹੈ ਨਹੀਂ ਸੀਗੇ, 7 ਰਾਣੀਆਂ ਐਲਬਮ ਕੀਤੀ, 14 ਦਿਨ ਹੋ ਗਏ ਉਹਨੂੰ ਕੀਤੀ ਨੂੰ। ਥੋੜਾ ਐ ਹੌਸਲਾ ਹੋਇਆ, ਚੱਲ 4 ਪੈਸੇ ਹੋਣਗੇ। ਬੇੜੀਆਂ ਗਾਣਾ, ਰੁਪਿੰਦਰ, ਮੈਂ ਆਸਟ੍ਰੇਲੀਆ, ਰੁਪਿੰਦਰ ਇੱਥੇ ਆਈ ਸੀ। ਰੁਪਿੰਦਰ ਨੂੰ ਇੱਕ ਫੋਨ ਕੀਤਾ, ਮੈਂ ਕਿਹਾ ਰੁਪਿੰਦਰ ਆਪਾਂ ਹਰ ਹਾਲ ਗਾਣਾ ਕਰਨਾ ਹੈ। ਧੰਨ ਜੇਰਾ ਉਹ ਕੁੜੀ ਦਾ ਜਿਹੜੀ ਉਹ ਦਰਿੰਦਿਆਂ 'ਚ ਬੈਠ ਕੇ ਇੱਥੋਂ ਗਾਣਾ ਕੱਢ ਕੇ ਗਈ ਹੈ, ਫਿਰ ਇੰਡੀਆ ਆ ਕੇ ਉਹਨੇ ਮੱਥਾ ਲਾਉਣਾ, ਉਹਨੂੰ ਵੀ 4 ਚੀਜ਼ਾਂ ਨੂੰ ਚੱਲਣੀਆਂ ਪੈਣਗੀਆਂ। ਮੈਨੂੰ ਕਿਸਾਨੀ ਮੋਰਚੇ ਤੋਂ ਜੁੜੇ ਭਰਾਵਾਂ ਦੇ ਫੋਨ ਆਏ, ਜਿਵੇਂ ਕਿਸਾਨ ਐਂਥਮ ਕਰਿਆ ਸੀ ਨਾ, ਉਹ ਜਿਹਾ ਗਾਣਾ ਅੱਜ ਗਾਣਾ ਕਰੀਏ, ਉਹ ਜਿਹਾ ਗਾਣਾ ਕਰੀਏ। ਮੈਂ ਵੀਰ ਨੂੰ ਕਿਹਾ, ਮੈਂ ਕਿਹਾ ਵੀਰ ਵੀ ਐਕਚੁਅਲ 'ਚ ਮੈਂ ਇੱਕ ਕੋਸ਼ਿਸ਼ ਕਰਦਾ, ਸਾਰੇ ਕਲਾਕਾਰ ਫਿਰ ਤੋਂ ਇਕੱਠੇ ਕਰਾਂਗੇ ਚੀਜ਼। ਮੈਂ ਫੋਨ ਲਾਉਣੇ ਸ਼ੁਰੂ ਕਰਦੇ ਚਾਰੇ ਪਾਸੇ, ਤੇ ਕਾਲ ਦੇ ਵਿੱਚ ਅਸੀਂ ਉਹ ਵੀਰ ਮੇਰਾ ਦੱਸ ਰਿਹਾ ਕਿ ਇੱਕੋ ਹੱਲ ਹੈ, ਬਾਹਰਲੇ ਮੁਲਕ 'ਚ ਬਹਿ ਜਾਓ। ਮੈਂ ਉਹ ਗੱਲ ਤੇ ਵੀ ਆਉਣਾ ਵੀਰੇ। ਤੇ ਮੈਂ ਕਿਹਾ ਜੀ ਸਾਰਿਆਂ ਨੂੰ ਫੋਨ ਲਾਉਣੇ ਸ਼ੁਰੂ ਕਰਤੇ ਕਿ ਵੀਰ ਫਿਰ ਤੋਂ ਆਉਣਾ ਆਪਾਂ, ਤੇ ਆਪਾਂ ਮੁੱਦੇ ਚੱਕੀਏ, ਤੇ ਆਪਾਂ ਇਸ ਲਈ ਆਵਾਜ਼ ਚੱਕੀਏ, ਇਸ ਧਰਨੇ ਨੂੰ ਵੀ ਆਪਾਂ ਮਜ਼ਬੂਤ ਕਰੀਏ। ਤੇ ਨਾਲ ਦੀ ਨਾਲ ਮੇਰਾ ਬੇੜੀਆਂ ਗਾਣਾ ਆ ਗਿਆ ਤੇ ਮੇਰਾ ਜੀਣਾ ਹਰਾਮ ਕਰਤਾ। ਕੁਝ ਕਾਂਗਰਸ ਦੇ ਲੀਡਰ ਸੀਗੇ, ਤੈਨੂੰ ਨੰਗਾ ਕਰ ਦਿਆਂਗੇ ਅਸੀਂ, ਤੈਨੂੰ ਆਹ ਕਰ ਦਿਆਂਗੇ, ਗਾਲਾਂ ਕੱਢਦੇ ਹੈਗੇ ਆ, ਨੰਬਰ ਦੇ ਦਿੰਦੇ ਆ ਕੁੱਤੇ ਬਿੱਲਿਆਂ ਨੂੰ। ਇਹ ਨੰਬਰ ਦੇ ਕੇ ਮੈਨੂੰ ਗਾਲਾਂ ਕਢਾਉਂਦੇ ਆ, ਕਿਤੇ ਚੰਗੀਆਂ ਮਾੜੀਆਂ ਥਾਵਾਂ ਤੋਂ ਫੋਨ ਕਰਾਉਂਦੇ ਆ। 84 ਤੁਸੀਂ ਮੈਨੂੰ ਕੀ ਰੋਕ ਲਓਗੇ? ਤੁਸੀਂ ਵੀ ਹੁਣ ਦੇਖੋਗੇ ਤੇ ਤੁਹਾਡਾ ਜੇ ਮੈਂ ਨਾਮ ਲੈ ਦਿਆਂ ਸਾਰਿਆਂ ਦਾ, ਇਕੱਲੇ ਦਾ ਨਾਮ ਲੈ ਦਿਆਂ, ਠੀਕ ਹੈ, ਤੇ ਤੁਹਾਡਾ ਬਣੂਗਾ ਕੀ ਕਿਹੜੀ ਹੱਦ ਤਾਈਂ ਤੁਸੀਂ ਜਾਂਦੇ ਹੋ? ਜਿਹੜਾ ਵੀਰ ਦੱਸ ਰਿਹਾ ਕਿ ਬਾਹਰਲੇ ਮੁਲਕ, ਵੀਰੇ ਮੈਂ ਆਸਟ੍ਰੇਲੀਆ ਹੈਗਾ ਆਹੀ ਚੀਜ਼ਾਂ ਤੋਂ, ਕਿਉਂਕਿ ਮੈਨੂੰ ਹਰ ਮਹੀਨੇ ਥਾਣਿਆਂ ਕਚਹਿਰੀਆਂ 'ਚ ਥ੍ਰੈਟ ਸੀਗੇ ਮਾਰਨ ਦੇ ਵੀਰੇ। ਨਾ ਕੋਈ ਵੈਰ ਨਾ ਵਿਰੋਧ ਕਿਸੇ ਨਾਲ। ਇੰਸਟਾ ਤੇ ਸ਼ਰੇਆਮ ਥੱਲੇ ਕਮੈਂਟਾਂ 'ਚ ਆ ਰਿਹਾ ਸੀਗਾ। ਤੇ ਮੈਂ ਹੁਣ ਤੁਹਾਨੂੰ ਦੱਸਦਾ ਹਾਲਾਤ ਕੀ ਹੈ।
ਸਾਡੇ ਪੰਜਾਬ ਦੇ ਕੱਲੇ ਪੋਲੀਟੀਸ਼ੀਅਨ ਵੀ ਇਹ ਗੱਲ ਸੁਣ ਲੈਣ, ਲੋਕ ਵੀ ਸੁਣ ਲੈਣ। ਸਾਡੇ ਪੰਜਾਬ ਦੇ ਹਾਲਾਤ ਸਾਡੇ ਲੋਕਾਂ ਨੇ ਕਸ਼ਮੀਰ ਤੋਂ ਬਿਹਤਰ ਕਰ ਦਿੱਤੇ ਆ। ਕੀ ਕਰੀਏ, ਕਿੱਥੇ ਜਾ ਕੇ ਮਰ ਜਾਈਏ? ਜੇ ਬੋਲਦੇ ਆ ਸਾਰੇ ਪਿੱਛੇ ਕੁੱਤਿਆਂ ਵਾਂਗੂ ਪੈ ਜਾਂਦੇ ਆ। ਸ਼ੋਆਂ ਤੋਂ ਕਮਾਈ ਆਉਂਦੀ ਹੈ। ਬਾਹਰ ਦੇ ਸ਼ੋਅ ਸਾਰੇ ਕੈਂਸਲ ਕਰਤੇ ਵੀਰੇ, ਮੈਂ ਨਹੀਂ ਲਾ ਰਿਹਾ ਸ਼ੋਅ। ਸੋਚਦਾ ਜਦੋਂ ਪੂਰਾ ਸਾਰਾ ਕੁਝ ਠੀਕ ਹੋ ਜੂ, ਸਿਕਿਉਰਿਟੀ ਹੋਊਗੀ, ਉਦੋਂ ਕਿਤੇ ਸ਼ੋਅ ਲਾ ਲੂੰਗਾ। ਡਰਦਾ ਨਿਕਲਦਾ ਨਹੀਂ ਵੀਰੇ, ਕਿਉਂਕਿ ਮੈਨੂੰ ਪਤਾ ਇਹਨਾਂ ਨੇ ਮੈਨੂੰ ਮਰਵਾ ਦੇਣਾ। ਮੁੱਦਾ ਬਣਾ ਲੈਂਦੇ ਆ ਫਲਾਨਾ। ਮੈਨੂੰ ਜਿਹੜਾ ਆਹ ਬੇੜੀਆਂ ਗਾਣੇ ਤੋਂ ਬਾਅਦ ਜਿਹੜੇ ਕਹਿੰਦੇ ਸੀ ਕਿ ਤੈਨੂੰ ਨੰਗਾ ਕਰ ਦਿਆਂਗੇ, ਫਲਾਨਾ ਕਰ ਦਿਆਂਗੇ, ਜਿਹੜੇ ਆ ਗੱਲਾਂ ਕਰ ਰਹੇ ਸੀ ਤੁਸੀਂ। ਤੁਹਾਡੀਆਂ ਹਜ਼ਾਰ ਕਲਮਾਂ ਤੁਸੀਂ ਸਰਕਾਰੀ ਕਲਮਾਂ ਤੁਹਾਡੀਆਂ ਚਲਾ ਲਓ ਮੇਰੇ ਖਿਲਾਫ। ਤੁਸੀਂ ਜਿੱਥੋਂ ਵਾਹ ਲੱਗਦਾ ਹੈ ਮੈਨੂੰ ਨੰਗਾ ਛੱਡੋ, ਜੋ ਕਰਨਾ ਹੈ। ਤੁਹਾਨੂੰ ਮੈਂ ਇਹ ਵੀ ਦੱਸ ਦਿਆਂ, ਤੁਹਾਡੇ ਕੋਲ ਇੱਕੋ ਹੱਲ ਹੈ। ਤੁਹਾਡੇ ਕੋਲ ਇੱਕੋ ਹੱਲ ਹੈਗਾ, ਉਹ ਹੈ ਤੁਸੀਂ ਕਿਸੇ ਤੋਂ ਮਰਵਾਉਣਾ ਹੈ ਮੈਨੂੰ। ਜਿੱਦਾਂ ਗੋਲੀ ਮਰਾ ਦਿਓਗੇ ਉਦੋਂ ਟਿਕ ਜੂੰਗਾ। ਉਹਨਾਂ ਚਿਰ ਤੁਹਾਡੀਆਂ ਹਜ਼ਾਰ ਕਲਮਾਂ ਤੇ ਮੇਰੀ ਆ ਇੱਕ ਕਲਮ ਹੈ। ਤੁਹਾਡੀ ਜੇ ਨੀਂਦ ਨਾ ਡਾਤੀ ਮੈਂ ਰਾਤਾਂ ਦੀ ਸਾਰਿਆਂ ਦੀ, ਦੱਲੇ ਹੋ ਤੁਸੀਂ ਦੱਲੇ। ਤੁਹਾਡੀ ਸਭ ਦੀ ਨੀਂਦ ਡਾ ਕੇ ਰੱਖੂੰਗਾ। ਹਜ਼ਾਰ ਕਲਮਾਂ ਚਲਾ ਲਓ, ਬਾਬਾ ਮਿਹਰ ਕਰੇ। ਤੁਸੀਂ ਮੈਨੂੰ ਕੀ ਜਲੀਲ ਕਰ ਦੋਗੇ? ਤੁਸੀਂ ਮੇਰਾ ਕੀ ਕਰ ਕੀ ਦੋਗੇ? ਫਿਰ ਆਉਣਾ ਮੈਂ ਕੱਲ ਦੇ ਮੇਰੇ ਖਿਲਾਫ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਹੈਗੀਆਂ। ਕੋਈ ਗਿਲਾ ਨਹੀਂ ਇਸ ਚੀਜ਼ ਦਾ। ਮੈਂ ਉਹ ਵਕੀਲ ਵੀਰ ਨੂੰ ਵੀ ਕਹਿਣਾ ਕਿ ਵੀਰ ਕੋਈ ਗੱਲ ਨਹੀਂ, ਪਰ ਹੈਰਾਨੀ ਹੈ ਕਿ ਜਦੋਂ ਮੈਂ ਚੰਗੇ ਗਾਣੇ ਕਰਨ, ਮੈਂ ਕਿੰਨਾ ਕੁਝ ਪੰਜਾਬ ਲਈ ਕਰਦਾ ਹੈਗਾ। ਮੈਂ ਪੰਜਾਬ ਲਈ ਨਹੀਂ, ਕਿਉਂਕਿ ਮੈਂ ਪੰਜਾਬ ਦਾ ਦਿੱਤਾ ਖਾਨਾ ਹੈ। ਕੋਈ ਸਾਨ ਨਹੀਂ ਕਰ ਰਿਹਾ ਮੈਂ ਕਿਸੇ ਤੇ। ਹੁਣ ਉਹ ਵੀਰ ਨੇ ਵਕੀਲ ਭਰਾ ਹੈਗਾ, ਚਲੋ ਹੈ ਵੀਰ ਸੁਲਝਿਆ ਸਿਆਣਾ। ਪੰਜਾਬ 'ਚ KGF ਪੁਸ਼ਪਾ ਚੱਲ ਪਈ। ਪੁਸ਼ਪਾ ਮੂਵੀ 'ਚ ਉਹਨਾਂ ਨੇ IPS ਨੂੰ ਨੰਗਾ ਕਰਕੇ ਕੁੱਟਿਆ ਐਂਡ 'ਚ। ਕੋਈ ਪਰਚਾ ਹੋਇਆ ਵੀਰੇ? ਕੋਈ ਆ YouTube ਤੇ ਗੰਦ ਪਿਆ ਖੜਾ ਹੈ, ਕੋਈ ਪਰਚਾ ਹੁੰਦਾ ਵੀਰੇ? ਨੈਟਫਲਿਕਸ ਤੇ ਕੀ ਚੱਲਦਾ? ਕੋਈ ਪਰਚਾ ਹੁੰਦਾ? ਮੈਂ ਕਹਿੰਦਾ ਵੀ ਸਾਰੇ ਪੰਜਾਬ ਦਾ ਹੈਗਾ, ਸਾਰੇ ਪੰਜਾਬ ਦਾ ਤੁਸੀਂ ਇੱਕੋ ਦਮ ਖਤਮ ਕਰ ਦੋ ਨਾ। ਸਾਰੇ ਪੰਜਾਬ ਦਾ ਇੱਕੋ ਦਮ ਖਤਮ ਕਰ ਦੋ। ਨੈਟਫਲਿਕਸ ਬੰਦ ਕਰਾ ਦਿਓ, YouTube ਤੋਂ ਬੰਦ ਕਰਾ ਦਿਓ, ਸਾਰੇ ਇੰਡੀਆ ਦਾ। ਜਾਂ ਫਿਰ ਪੰਜਾਬ ਨੂੰ ਇੱਕ ਵੱਖਰਾ ਹੀ ਕਾਨੂੰਨ ਬਣਾਈ ਬੈਠੇ ਹੋ ਤੁਸੀਂ ਪੰਜਾਬ ਲਈ। ਮੈਂ ਤਾਂ ਖੁਦ ਕਹਿ ਰਿਹਾ ਕਿ ਸਾਰੇ ਪੰਜਾਬ ਦਾ ਬੰਦ ਕਰ ਦਿਓ ਇਕੱਠਾ, ਪਰ ਕੋਈ ਵਾਇਲੈਂਸ ਹੋਰ ਨਹੀਂ। ਆਹ ਪਠਾਨ ਮੂਵੀ 'ਚ ਤਾੜ ਗੋਲੀਆਂ ਚਲਾਈ ਜਾਂਦੇ ਆ ਯਾਰ, ਹੱਦ ਹੋ ਗਈ। ਡਿਸਕਲਾਈਮਰ ਵੀ ਦਿੱਤਾ ਮੈਂ ਤਾਂ ਗਾਣਿਆਂ 'ਚ, ਤੇ ਮੈਂ ਹੀ ਦੇਖਦਾ ਸਭ ਨੂੰ। ਤੇ ਮੈਨੂੰ ਇੱਕ ਚੀਜ਼ ਤੇ ਅੱਜ ਬੜਾ ਦੁੱਖ ਹੋਇਆ। ਚੱਲ ਸਾਰੇ ਕੀ ਪੰਜਾਬ ਦੇ ਲੋਕਾਂ ਨੂੰ ਨਹੀਂ ਪਤਾ ਕਿ ਕੀ ਸਾਜ਼ਿਸ਼ਾਂ ਚੱਲਦੀਆਂ, ਕਿਵੇਂ ਕਿਸੇ ਬੰਦੇ ਨੂੰ ਫਸਾਉਂਦੇ ਆ, ਕਿਵੇਂ ਸਰਕਾਰ ਕੀ ਹੱਥਕੰਡੇ ਅਪਣਾਉਂਦੀ ਹੈ। ਪੰਜਾਬ ਦੇ ਲੋਕ, ਤੁਸੀਂ ਤਾਂ ਵੀਰੇ ਸਿਆਣੇ ਹੋ ਯਾਰ। ਇੱਕ ਵਕੀਲ ਵੀਰ ਆ ਕੇ ਉਹ ਪੁੱਛ ਰਿਹਾ ਹੈਗਾ, ਉਹ ਰਿਪੋਰਟਰ ਭਰਾ ਨੇ, ਦੈਨਿਕ ਸਵੇਰਾ ਦੇ ਰਿਪੋਰਟਰ ਨੇ ਪੁੱਛਿਆ, ਕਹਿੰਦੇ ਵੀ ਵੀਰੇ ਵੀ ਕਲਾਕਾਰ ਕਹਿੰਦੇ ਹੈਗੇ ਵੀ ਚਲੋ ਇਹ ਕਮਰਸ਼ੀਅਲ ਗਾਣੇ ਸਾਨੂੰ ਗਾਉਣੇ ਪੈਂਦੇ ਆ, ਕਿਸੇ ਰਿਪੋਰਟਰ ਨੇ ਕਿਹਾ। ਤੇ ਉਹ ਵੀਰ ਅੱਗੋਂ ਕਹਿੰਦਾ ਕਿ ਮੈਂ ਤਾਂ ਇਹਨਾਂ ਨੂੰ ਸਲਾਹ ਦਿੰਦਾ ਕਿ ਇਹ ਐਕਸ ਨਾਮ ਦੀਆਂ ਫਿਲਮਾਂ ਆਉਂਦੀਆਂ, ਬਲੂ ਫਿਲਮਾਂ, ਉਹ ਕਹਿੰਦਾ ਇਹਦੇ ਪਰਿਵਾਰ ਨੂੰ ਮੈਂ ਕਹਿੰਦਾ ਇਹਨਾਂ ਦੇ ਨੂੰ ਉਹ ਫਿਲਮਾਂ ਬਣਾ ਲੈਣ, ਤੇ ਇਹਨਾਂ ਦੀਆਂ ਮੈਂ ਢਿੱਡ ਦੇਖੂੰਗਾ, ਫਲਾਨਾ ਦੇਖੂੰਗਾ। ਵੀਰੇ ਕੀ ਬੋਲੀ ਜਾਂਦਾ ਭਰਾ? ਸਿਆਣਾ ਸੋਤਾ ਬੰਦਾ ਯਾਰ ਵੀਰੇ, ਤੂੰ ਵਕੀਲ ਐ ਭਰਾ, ਵਕੀਲ ਬੰਦਾ ਯਾਰ ਵੀਰੇ, ਹੱਦ ਹੋਈ ਪਈ ਐ। ਇੱਕ ਕੀ ਵਕੀਲ ਹੋ ਜਾਣਾ
ਜਾਂ ਇੱਕ ਲੀਡਰ ਹੋ ਜਾਣਾ, ਜਾਂ ਤੁਸੀਂ ਸਰਕਾਰੀ ਮਹਿਕਮੇ 'ਚ ਹੋਏ ਹੋ, ਤੁਸੀਂ ਇੰਨੇ ਖੁੱਲ ਜਾਂਦੇ ਹੋ ਵੀਰੇ। ਮੈਂ ਵਕੀਲ ਭਰਾਵਾਂ ਨੂੰ ਵੀ ਇੱਕ ਸਲਾਹ ਦਿੰਦਾ, ਮੈਨੂੰ 2-4 ਅੱਜ ਭਾਈ ਸਾਹਿਬ ਰਾਜੋਆਣਾ ਜੀ ਜਿਹੜੇ ਜੇਲ੍ਹ 'ਚ ਹੈਗੇ, ਉਹਨਾਂ ਦੀ ਆਈ ਥਿੰਕ ਸਿਸਟਰ ਦਾ ਫੋਨ ਆਇਆ ਸੀ ਮੈਨੂੰ, ਭੈਣ ਦਾ ਫੋਨ ਆਇਆ ਸੀਗਾ ਅੱਜ ਤੋਂ ਬੇੜੀਆਂ ਗਾਣੇ ਤੋਂ ਆਈ ਥਿੰਕ ਦੂਜੇ ਤੀਜੇ ਦਿਨ। ਉਸ ਭੈਣ ਦਾ ਦਰਦ ਸੁਣ ਕੇ ਕਾਲਜੇ ਪਾਟਦੇ ਆ। 26 ਸਾਲਾਂ ਤੋਂ ਉਹਨਾਂ ਦਾ ਪਰਿਵਾਰ ਹੈਗਾ ਜਿਹੜਾ ਜੇਲ੍ਹਾਂ 'ਚ ਬੈਠਾ ਹੈਗਾ। ਸਾਡਾ ਵਕੀਲ ਭਰਾ ਹੈਗੇ ਆ, ਘੱਟ ਤੋਂ ਘੱਟ ਉਹਨਾਂ ਲਈ ਕੇਸ ਲੜਦੀ ਹੈ ਵੀਰੇ। ਸਾਨੂੰ ਤਾਂ ਤੁਸੀਂ ਕੰਜਰ ਕਹਿੰਦੇ ਹੋ, ਉਸ ਤਾਂ ਹੈ ਹੀ ਕੰਜਰ। ਚਲੋ ਤੁਸੀਂ ਸਾਨੂੰ ਸਾਡੇ ਵਰਗਿਆਂ ਪਿੱਛੇ ਤੁਸੀਂ ਕਲਮਾ ਕਹਿੰਦੇ ਹੋ ਵੀ ਅਸੀਂ ਕਲਮਾ ਦਾ ਜ਼ੋਰ ਦਿਖਾਵਾਂਗੇ ਫਲਾਨਾ। ਮੈਂ ਕਹਿੰਦਾ ਬੰਦੀ ਸਿੰਘਾਂ ਲਈ ਕੇਸ ਲੜ ਲਈਏ। 26 ਸਾਲਾਂ ਤੋਂ ਜੇਲ੍ਹ 'ਚ ਆ ਵੀਰੇ। ਚਲੋ ਜੋ ਵੀ ਆ, ਬਹੁਤ ਔਖਾ ਭਰਾ ਜ਼ਿੰਦਗੀ 'ਚ। ਬੜੇ ਕਲਾਕਾਰਾਂ ਨੇ ਮੈਨੂੰ ਜੋ ਹੋ ਰਹੀਆਂ, ਚਲੋ ਆਪ ਚੁਣੇ ਰਾਹ ਏ, ਆਪ ਚੁਣੇ। ਬੜੇ ਲੋਕਾਂ ਨੇ, ਬੜੇ ਭਰਾਵਾਂ ਨੇ ਬੈਠ ਕੇ ਕਹਿਣਾ ਕਿ ਸ਼੍ਰੀ ਜ਼ਿੰਦਗੀ ਐਡੀ ਔਖੀ ਹੋ ਜੂ, ਤੇਰੀ ਜ਼ਿੰਦਗੀ ਨਰਕ ਕਰ ਦੇਣਗੇ। ਨਾ ਇਹਨਾਂ ਨਾਲ ਭਿੜ, ਆਪਣੀ ਔਕਾਤ ਨਹੀਂ ਗਈ ਇਸ ਸਿਸਟਮ ਨਾਲ ਭਿੜਨ ਦੀ। ਕੀ ਕਰਦਾ ਮੈਂ? ਸ਼ੋਅ ਨਹੀਂ ਡਰਦੇ ਲਾ ਰਹੇ ਵੀਰੇ, ਨਾ ਕਿਸੇ ਦਾ ਲੱਗਣਾ ਹੈਗਾ, ਮਾਰ ਕਿਸੇ ਨੇ ਜਾਣਾ ਹੈ। ਕੀ ਕਰੀਏ? ਬਹੁਤ ਔਖੀ ਜ਼ਿੰਦਗੀ ਹੈ। ਪਰ ਮੈਂ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਕਹਿਣਾ ਹੈ, ਜਿੰਨੇ ਕੁ ਵੀ ਸਾਡੇ ਚਾਹਣ ਵਾਲੇ ਆ, ਤੁਹਾਨੂੰ ਕਹਿਣਾ ਮੈਂ ਜੋ ਮੀਡੀਆ ਹੈਗਾ, ਘੱਟ ਤੋਂ ਘੱਟ ਰਿਕਵੈਸਟ ਹੀ ਕਰ ਸਕਦਾ ਤੁਹਾਨੂੰ ਹੱਥ ਜੋੜ ਕੇ, ਕਿ ਘੱਟ ਤੋਂ ਘੱਟ ਸਾਰੇ ਰਲ ਮਿਲ ਕੇ ਪੰਜਾਬ ਨੂੰ ਘੱਟ ਤੋਂ ਘੱਟ ਆ ਸਾਜ਼ਿਸ਼ਾਂ ਚੋਂ ਕੱਢ ਲਈਏ ਆਪਾਂ। ਠੀਕ ਹੈ? ਨਹੀਂ ਤਾਂ ਅਸੀਂ ਕਿਸੇ ਦਿਨ ਲਾਸ਼ਾਂ ਚੱਕ ਲਓਗੇ ਸਾਡੀਆਂ, ਬਾਅਦ 'ਚ ਗੱਲਾਂ ਕਰਨ ਜੋਗੇ ਰਹਿ ਜਾਾਂਗੇ ਆਪਾਂ। ਵਿਚਾਰਾ ਬਥੇਰਾ ਰੋਂਦਾ ਹੁੰਦਾ ਸੀਗਾ। ਇੱਕ ਦਿਨ ਮੈਂ ਹੈਪੀ ਵੀਰ ਦੀ ਗੱਲ ਸੁਣੀ, ਕਹਿੰਦਾ ਕਿਸੇ ਨੇ ਸਿੱਧੂ ਗਾਣੇ 'ਚ ਕਹਿੰਦਾ ਹੁੰਦਾ ਸੀ ਵੀ ਮੈਨੂੰ ਐਂ ਦੁੱਖ ਹੈ, ਮੈਂ ਕਿਹਦੇ ਕੋਲ ਗੱਲ ਕਰਾਂ, ਦੁਖੀ ਹੈ ਜ਼ਿੰਦਗੀ 'ਚ ਫਲਾਨਾ, ਹੈ ਨਾ। ਜਾਂ ਕੋਈ ਵੀ ਕਲਾਕਾਰ ਹੈਗਾ, ਉਹ ਆਪਦੇ ਗੀਤਾਂ 'ਚ, ਅਕਸਰ ਕਲਾਕਾਰ ਜਿਹੜੇ ਹੁੰਦੇ ਗੀਤਾਂ 'ਚ, ਉਹ ਜਿਹੜੇ ਲਿਖਣ ਵਾਲੇ ਹੈ, ਉਹ ਦਰਦ ਲਿਖਦੇ ਆ। ਤੇ ਆ ਬੋਲ ਕੇ ਕਹੀ ਜਾਂਦੇ ਆ ਵੀਰੇ, ਕਿਹਦੇ ਨਾਲ ਲੜਾਂ ਮੈਂ ਜਾ ਕੇ? ਬੀਜੇਪੀ ਨਾਲ ਲੜ ਲਾਂ, ਕਾਂਗਰਸ ਨਾਲ ਲੜ ਲਾਂ, ਸਰਕਾਰਾਂ ਨਾਲ ਲੜ ਲਾਂ, ਵਕੀਲਾਂ ਨਾਲ ਲੜ ਲਾਂ, ਹੈਂ ਕਿਹਦੇ ਨਾਲ ਲੜਾਂ? ਘੱਟ ਤੋਂ ਘੱਟ ਨਾਲ ਖੜਿਆ ਕਰੋ ਮੇਰੇ ਭਰਾ। ਬੜੀਆਂ ਜ਼ਿੰਦਗੀ 'ਚ ਬਹੁਤ ਕੁਛ। ਇੰਡਸਟਰੀ ਨੂੰ ਹੱਲ ਕੱਢਣਾ ਪੈਣਾ। ਇੰਡਸਟਰੀ ਨੂੰ ਬਥੇਰੇ ਹੱਥ ਜੋੜੇ ਆ ਵੀਰੇ, ਮੈਂ ਇੰਡਸਟਰੀ ਨੂੰ ਬਥੇਰੇ ਹੱਥ ਜੋੜੇ ਆ। ਇਕੱਠੇ ਹੋ ਜਾਓ ਘੱਟ ਤੋਂ ਘੱਟ। ਇੰਡਸਟਰੀ ਕੀ ਕਰੀਏ? ਇੰਡਸਟਰੀ ਤਾਂ ਆਪ ਇੰਡਸਟਰੀ ਨੂੰ ਦੇਖ ਕੇ ਖੁਸ਼ ਨਹੀਂ ਗੀ ਵੀਰੇ। ਇੰਡਸਟਰੀ ਦਾ ਹਾਲ ਹੋਇਆ ਪਿਆ। ਪਰ ਫਿਰ ਵੀ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ, ਤੁਹਾਡੇ ਲਈ ਜਿੰਨਾ ਚਿਰ ਬੈਠੇ ਆ, ਬੋਲਾਂਗੇ ਵੀ, ਸਾਰਾ ਕੁਝ ਕਰਾਂਗੇ, ਪਰ ਘੱਟ ਤੋਂ ਘੱਟ ਨਾਲ ਖੜ ਜਾ ਕਰੋ ਮੇਰੇ ਭਰਾ। ਠੀਕ ਹੈ? ਤੇ ਇੰਨੀ ਗੱਲ ਕਹਿਣੀ ਹੈ। ਬਾਕੀ ਬਾਬਾ ਚੜ੍ਹਦੀ ਕਲਾ 'ਚ ਰੱਖੇ। ਜਿਵੇਂ ਮੈਂ ਹੁਣ ਕੀ ਆਖਾਂ ਕਿ ਮੇਰੀ 3-4 ਦਿਨ ਪਹਿਲਾਂ ਉਹਨਾਂ ਭੈਣ ਜੀ ਨਾਲ ਗੱਲ ਹੋਈ, ਤਾਂ ਵੀਰੇ ਉਹ ਗੱਲ ਆਈ ਥਿੰਕ ਹੋਈ ਹੋਣੀ ਅੱਧਾ ਘੰਟਾ। ਭੈਣ ਨੇ ਹਾਲ ਸੁਣਾਏ ਕਿ ਵੀਰੇ ਘਰ ਪੱਟੇ ਗਏ, ਕੀ ਕਰੀਏ, 26 ਸਾਲ ਤੋਂ ਜੇਲ੍ਹਾਂ 'ਚ ਬੈਠੇ ਐ। ਇੰਨਾ ਦੁੱਖ ਹੋਇਆ ਗੱਲਾਂ ਸੁਣ ਕੇ। ਅੱਧਾ ਘੰਟਾ ਤਾਂ ਹੀ ਬੈਠਾ ਰੋਈ ਗਿਆ। ਹੈਂ ਕੀ ਕਰ ਲਈਏ? ਬੋਲਣਾ ਪਊਗਾ ਨਾ, ਬੋਲਣਾ ਤਾਂ ਪਊਗਾ ਵੀਰੇ। ਘੱਟ ਤੋਂ ਘੱਟ ਮੋਰਚੇ ਦੇ ਨਾਲ ਹੱਕ 'ਚ ਆਈਏ, ਗਾਣਿਆਂ ਦੇ ਥਰੂ ਆਈਏ। ਸਾਡੀ ਇੰਡਸਟਰੀ ਨੂੰ ਵੀ ਮੈਂ ਕਹਿਣਾ, ਠੀਕ ਹੈ, ਬੜਾ ਕੁਛ ਝੱਲਣਾ ਪਊਗਾ, ਪਰ ਕੁਛ ਨਹੀਂ ਹੁੰਦਾ ਜ਼ਿੰਦਗੀ 'ਚ। ਬੜਾ ਕੁਛ ਝੱਲਣਾ ਪੈਂਦਾ। ਸਭ ਤੇ ਆਉਂਦੀਆਂ ਇਹ ਚੀਜ਼ਾਂ, ਸਭ ਤੇ ਆਉਂਦੀਆਂ।
ਪਰ ਇੰਨੀ ਕੁ ਤੁਹਾਨੂੰ ਰਿਕਵੈਸਟ ਕਰਦਾ, ਹੱਥ ਜੋੜ ਕੇ ਇੰਨੀ ਕੁ ਬੇਨਤੀ ਕਰਦਾ ਕਿ ਇਹ ਮੋਰਚੇ ਚੀਜ਼ਾਂ ਆਪਾਂ ਇਹਨਾਂ ਨੂੰ ਟੁੱਟਣ ਨਾ ਦਈਏ। ਜਿੰਨੀ ਕੁ ਕੋਸ਼ਿਸ਼ ਹੋ ਸਕਦੀ ਆਪਾਂ ਨਾਲ ਖੜੀਏ, ਜਿੰਨੀ ਕੁ ਆਪਾਂ ਕਰ ਸਕਦੇ ਹਾਂ ਆਪਾਂ ਇੱਕ ਦੂਜੇ ਦਾ ਹੱਥ ਫੜ ਕੇ ਤੁਰੀਏ। ਸੌ ਚੀਜ਼ਾਂ ਚੱਲਣੀਆਂ, 100 ਸਿਆਸਤਾਂ ਚੱਲਣੀਆਂ, ਪਰ ਬਾਬਾ ਮਿਹਰ ਕਰੇ ਇੱਕ ਦੂਜੇ ਦੇ ਨਾਲ ਖੜੀਏ ਘੱਟ ਤੋਂ ਘੱਟ ਮੇਰਾ ਭਰਾ, ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਆਪਾਂ ਅੱਜ ਗੱਲ ਕਰਨੀ ਆ ਗਾਉਣ ਵਾਲਾ ਜਿਹੜਾ ਮੁੰਡਾ ਕਲਾਕਾਰ ਆ, ਗੀਤ ਲਿਖਦਾ ਵੀ ਆ, ਗੀਤਕਾਰ ਵੀ ਆ ਤੇ ਗਾਉਂਦਾ ਵੀ ਆ, ਸ਼੍ਰੀ ਬਰਾੜ। ਤੁਸੀਂ ਪਹਿਲਾਂ ਵੀ ਉਹਦੇ ਕਾਫੀ ਜਿਹੜੇ ਗੀਤ ਮਸ਼ਹੂਰ ਹੋਏ ਨੇ, ਉਹਦੇ ਲਿਖੇ ਹੋਏ ਗਾਏ ਹੋਏ ਤੁਸੀਂ ਸੁਣੇ ਹੋਣੇ ਆ ਸਾਰਿਆਂ ਨੇ। ਕਿਸਾਨੀ ਅੰਦੋਲਨ ਵੇਲੇ ਜਿੰਨੇ ਕਿਸਾਨ ਐਂਥਮ, ਕਿਸਾਨੀ ਦੇ ਉੱਤੇ ਗੀਤ ਆਏ, ਬਹੁਤ ਮਸ਼ਹੂਰ ਹੋਏ। ਕਈ ਕਲਾਕਾਰਾਂ ਨੇ ਮਿਲ ਕੇ ਉਹ ਗੀਤ ਜਿਹੜੇ ਉਹ ਗਾਏ ਸੀ। ਤਾਂ ਉਸ ਸਮੇਂ ਦੌਰਾਨ ਵੀ ਸ਼੍ਰੀ ਬਰਾੜ ਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਸੀ। ਸ਼੍ਰੀ ਬਰਾੜ ਨੂੰ ਕੁੱਟਿਆ ਵੀ ਗਿਆ ਸੀ ਥਾਣੇ 'ਚ ਲਿਜਾ ਕੇ, ਦਲੀਲ ਵੀ ਕੀਤਾ ਗਿਆ ਸੀ ਤੇ ਕਈ ਦਿਨ ਉਹਦੇ ਉਦੋਂ ਜੇਲ੍ਹ 'ਚ ਲਵਾਤੇ ਸੀ। ਇਹ ਮੈਂ ਗੱਲ ਕਰ ਰਿਹਾ ਜਦੋਂ ਕਿਸਾਨੀ ਅੰਦੋਲਨ ਪੂਰਾ ਭਖਿਆ ਹੋਇਆ ਸੀ ਤੇ ਸ਼੍ਰੀ ਬਰਾੜ ਨੇ ਉਸ ਸਮੇਂ ਦੇ ਵਿੱਚ ਕਿਸਾਨ ਐਂਥਮ ਜਿਹੜਾ ਗੀਤ ਆ ਉਹ 2 ਦੇ ਹਿੱਸੇ ਆਏ ਸੀ। ਉਸ ਇਨਸਾਨ ਨੇ ਲਿਖੇ ਸੀ ਤੇ ਕਈ ਕਲਾਕਾਰਾਂ ਨੇ ਗਾਏ ਸੀ। ਸੋ ਸਮੇਂ-ਸਮੇਂ ਤੇ ਉਸ ਇਨਸਾਨ ਨੇ ਹਮੇਸ਼ਾ ਚੰਗਾ ਲਿਖਣ ਦੀ, ਚੰਗਾ ਗਾਉਣ ਦੀ ਕੋਸ਼ਿਸ਼ ਕੀਤੀ ਆ। ਹੁਣ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਤਾਂ ਇਸ ਮੋਰਚੇ ਦੌਰਾਨ ਉਹਨੇ ਬੇੜੀਆਂ ਗੀਤ ਆ ਜਿਹੜਾ ਉਹ ਗਾਇਆ। ਤਾਂ ਨਾਲ ਦੀ ਨਾਲ ਉਹਦੇ ਤੇ ਕੋਈ ਵਕੀਲ ਹੈ, ਉਹ ਕਹਿੰਦਾ ਜੀ ਮੈਂ ਇਸ ਬੰਦੇ ਦੇ ਖਿਲਾਫ ਹਾਈ ਕੋਰਟ ਤੱਕ ਜਾਊਂਗਾ, ਮੈਂ ਡੀਜੀਪੀ ਤੱਕ ਜਾਊਂਗਾ, ਮੈਂ ਸਰਕਾਰ ਤੱਕ ਪਹੁੰਚ ਕਰੂੰਗਾ ਤੇ ਇਹ ਤੇ ਮੁਕੱਦਮਾ ਕਹਿੰਦਾ ਦਰਜ ਹੋਣਾ ਚਾਹੀਦਾ। ਉਹਦਾ ਇੱਕ ਹੋਰ ਕੋਈ ਗੀਤ ਆਇਆ, ਉਹ ਵਕੀਲ ਇਹ ਗੱਲ ਕਹਿ ਰਿਹਾ ਕਿ ਇਸ ਗੀਤ ਦੇ ਵਿੱਚ ਉਹਨੇ ਹਥਿਆਰਾਂ ਨੂੰ ਉਤਸ਼ਾਹਿਤ ਕੀਤਾ, ਪ੍ਰਮੋਟ ਕੀਤਾ। ਨਾਲ ਕਹਿੰਦਾ 295 ਧਾਰਾ ਉਹ ਵੀ ਲਾਈ ਜਾਵੇ। ਤੇ ਹੁਣ ਕਈ ਜਿਹੜੇ ਆਪੇ ਸਮਾਜ ਦੇ ਬਣੇ ਠੇਕੇਦਾਰ ਨੇ, ਧਰਮ ਦੇ ਬਣੇ ਠੇਕੇਦਾਰ ਨੇ, ਉਹ ਵੱਖ-ਵੱਖ ਵਰਗਾਂ 'ਚ ਬੈਠੇ ਆ। ਉਹ ਵਕੀਲਾਂ 'ਚ ਵੀ ਹੈਗੇ ਆ, ਉਹ ਹੋਰ ਖੇਤਰਾਂ 'ਚ ਵੀ ਹੈਗੇ ਆ, ਜਿਨ੍ਹਾਂ ਨੂੰ ਇਹ ਲੱਗਦਾ ਕਿ ਜਿਹੜੇ ਵੀ ਇਨਸਾਨ ਨੇ ਕੁਝ ਗਾਉਣਾ, ਲਿਖਣਾ, ਖਾਣਾ, ਪਹਿਨਣਾ, ਉਹ ਸਾਥੋਂ ਪੁੱਛਿਆ ਜਾਵੇ ਪਹਿਲਾਂ। ਕਿਉਂਕਿ ਇਸ ਮੁਲਕ ਦਾ ਜੋ ਮਾਹੌਲ ਚੱਲ ਰਿਹਾ ਹੈ, ਜੋ ਇਸ ਭਾਰਤੀ ਹਕੂਮਤ ਹੈ ਜਿਹੜੀ ਆਪਣੇ ਤਰੀਕੇ ਨਾਲ ਭਾਰਤ ਦਾ ਇਤਿਹਾਸ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰ ਰਹੀ ਆ, ਕਰ ਕੀ ਰਹੀ ਆ, ਲਿਖ ਹੀ ਰਹੇ ਨੇ। ਉਹ ਤੈਅ ਕਰ ਰਹੇ ਨੇ ਲੋਕਾਂ ਨੇ ਕਿਹੜਾ ਕੱਪੜਾ ਪਹਿਨਣਾ, ਕਿਹੜਾ ਨਹੀਂ ਪਹਿਨਣਾ, ਕੀ ਖਾਣਾ, ਕੀ ਪੀਣਾ, ਕੀ ਬੋਲਣਾ, ਜਾਣੇ ਹਰ ਤੁਹਾਡੇ ਕੰਮ ਦੇ ਉੱਤੇ ਪਾਬੰਦੀ ਲਾਈ ਜਾ ਰਹੀ ਆ। ਸੋ ਉਹਨਾਂ ਵਿੱਚੋਂ ਹੀ ਉੱਠ ਕੇ ਇਹ ਜਿਹੇ ਵਕੀਲ ਨੇ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਕਿ ਸ਼੍ਰੀ ਬਰਾੜ ਨੇ ਆਹ ਕਰਤਾ, ਸ਼੍ਰੀ ਬਰਾੜ ਨੇ ਉਹ ਕਰਤਾ ਤੇ ਮੁਕੱਦਮਾ ਦਰਜ ਕਰਾਵਾਂਗੇ। ਸੋ ਪਹਿਲਾਂ ਤਾਂ ਮੈਂ ਉਸ ਵਕੀਲ ਨੂੰ ਪੁੱਛਣਾ ਚਾਹੁੰਦਾ ਵੀ ਭਾਈ ਸਾਹਿਬ, ਪੁਸ਼ਪਾ ਫਿਲਮ ਆਈ ਆ, KGF ਫਿਲਮ ਆਈ ਆ, ਹੁਣੇ ਜਿਹੜੀ ਸੁਪਰ ਡੁਪਰ ਹਿੱਟ ਫਿਲਮ ਰਹੀ ਆ ਪਠਾਨ, ਇਹ ਫਿਲਮਾਂ ਆਈਆਂ ਨੇ ਜਾਂ ਹੋਰ ਅਨੇਕਾਂ ਫਿਲਮਾਂ ਜਿਹੜੀਆਂ ਬਣੀਆਂ ਨੇ ਜਾਂ ਅੱਜ ਬਣ ਰਹੀਆਂ ਨੇ, ਜਿਨ੍ਹਾਂ ਫਿਲਮਾਂ ਦੇ ਵਿੱਚ ਮੈਨੂੰ ਲੱਗਦਾ ਉਹ ਗੱਲ ਇੱਕ ਕਰਦੇ ਆ ਤੇ ਗੋਲੀਆਂ 10 ਚਲਾਉਂਦੇ ਆ। ਗੋਲੀਆਂ ਵੀ ਉਹ ਕੋਈ ਪਿਸਤੌਲਾਂ ਰਫਲਾਂ ਨਾਲ ਨਹੀਂ, ਗੋਲੀਆਂ ਵੀ ਉਹ ਵੱਡੇ ਵੱਡੇ ਹਥਿਆਰਾਂ ਨਾਲ ਚਲਾਉਂਦੇ ਨੇ। ਉਧਰ ਨੂੰ ਕਦੋਂ ਮੂੰਹ ਕਰਨਾ ਹੈ, ਉਹਨਾਂ ਦੇ ਮੁਕੱਦਮਾ ਕਦੋਂ ਦਰਜ ਕਰਾਉਣਾ ਹੈ, ਜਾਂ ਫਿਲਮਾਂ ਕਦੋਂ ਬੈਨ ਕਰਾਉਣੀਆਂ ਨੇ। ਕਿ ਤੁਹਾਨੂੰ ਉਹੀ ਬੰਦੇ ਚੁੱਭਦੇ ਨੇ ਜਿਹੜੇ ਕੌਮ ਦੀ ਗੱਲ ਕਰਦੇ ਆ,
ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ। ਬਹਾਨਾ ਤੁਸੀਂ ਕੋਈ ਨਾ ਕੋਈ ਘੜਨਾ ਹੁੰਦਾ, ਕੋਈ ਨਾ ਕੋਈ ਬਣਾਉਣਾ ਹੁੰਦਾ ਹੈ। ਬਹਾਨਾ ਤੁਸੀਂ ਬਣਾ ਲੈਂਦੇ ਹੋ ਵੀ ਹਥਿਆਰਾਂ ਨੂੰ ਪ੍ਰਮੋਟ ਕਰ ਰਿਹਾ ਜੀ, ਹਿੰਸਾ ਨੂੰ ਵਧਾ ਰਿਹਾ ਜੀ। ਠੀਕ ਆ, ਮੰਨ ਲੈਂਦੇ ਆ ਅਸੀਂ ਇਹ ਗੱਲਾਂ ਨੂੰ ਕਿ ਸਰਕਾਰ ਭਾਈ ਇਹਨਾਂ ਗੱਲਾਂ ਦੇ ਉੱਤੇ ਕਾਬੂ ਪਾਉਣਾ ਚਾਹੁੰਦੀ ਆ, ਪਰ ਇਹ ਸਾਰੇ ਥਾਈਂ ਲਾਗੂ ਹੋਣਾ ਚਾਹੀਦਾ ਨਾ। ਫਿਲਮਾਂ ਦੇ ਵਿੱਚ ਤਾਂ ਫਿਰ ਰੁਕ ਨਹੀਂ ਰਿਹਾ ਇਹ। ਫਿਲਮਾਂ ਨੂੰ ਤਾਂ ਸੈਂਸਰ ਬੋਰਡ ਪਾਸ ਕਰਦਾ, ਸੈਂਸਰ ਕਰਦਾ, ਫਿਰ ਉੱਥੇ ਵੀ ਪਾਬੰਦੀ ਲਾਈ ਜਾਵੇ। ਇਹ ਕੋਈ ਪੁਰਾਣੀ ਗੱਲ ਨਹੀਂ। ਹੁਣੇ 3-4 ਫਿਲਮਾਂ ਨਵੀਆਂ ਜਿਹੜੀਆਂ ਆਈਆਂ ਨੇ ਉਹਨਾਂ ਦੇ ਵਿੱਚ ਤੁਸੀਂ ਦੇਖੋ ਕਿੰਨਾ ਹਥਿਆਰ ਚਲਾਏ ਗਏ ਨੇ, ਕੀ ਕੁਝ ਦਿਖਾਇਆ ਜਾਂਦਾ ਉਹਨਾਂ ਦੇ ਵਿੱਚ, ਉੱਥੇ ਪਾਬੰਦੀ ਨਹੀਂ ਲੱਗਦੀ। ਪਰ ਜਦੋਂ ਕੋਈ ਇਨਸਾਨ ਜਿਹੜਾ ਬਹੁਤ ਥੋੜੇ ਨੇ, ਅਸਲ ਤਾਂ ਗਾਇਕ ਹਾਈ ਕਿੰਨੇ ਕੁ ਨੇ, ਬਹੁਤ ਥੋੜੇ ਬੰਦੇ ਨੇ ਗਿਣਤੀ ਦੇ, ਜਿਹੜੇ ਉਂਗਲਾਂ ਦੇ ਗਿਣੇ ਜਾਣਗੇ, ਜਿਹੜੇ ਪੰਜਾਬ ਦੀ ਗੱਲ ਕਰਦੇ ਆ, ਸਾਡੇ ਹੱਕਾਂ ਦੀ ਗੱਲ ਕਰਦੇ ਆ, ਕੌਮ ਦੀ ਪੰਥ ਦੀ ਗੱਲ ਕਰਦੇ ਆ। ਉਹਨਾਂ ਨੂੰ ਇਹ ਐ ਨਿਸ਼ਾਨਾ ਬਣਾ ਲੈਂਦੇ ਆ। ਉਹ ਜਿਉਣਾ ਦੁੱਬਰ ਹੋਇਆ ਪਿਆ ਸ੍ਰੀ ਬਰਾੜ ਦਾ ਵਿਚਾਰਾ। ਉਹ ਮੇਰੇ ਨਾਲ ਅੱਜ ਗੱਲ ਵੀ ਹੋਈ ਉਹਦੀ ਫੋਨ ਤੇ। ਉਹ ਕਹਿੰਦਾ ਬਾਈ ਕੀ ਕਰਾਂ ਯਾਰ, ਮੈਂ ਤਾਂ ਕਹਿੰਦਾ ਸਾਲ ਦੇ ਵਿੱਚ ਜਦੋਂ ਵੀ ਕੋਈ ਮੇਰਾ ਗਾਣਾ ਆਉਂਦਾ ਨਾਲ ਦੀ ਨਾਲ ਇਹੋ ਜਿਹਾ ਕੰਮ ਖੜਾ ਹੋ ਜਾਂਦਾ। ਤਾਂ ਮੈਂ ਜਿਹੜੇ ਗਾਉਣ ਵਾਲੇ ਕਲਾਕਾਰ ਭਰਾ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਯਾਰ ਤੁਹਾਡੀ ਇਹ ਕਲਾਕਾਰਾਂ ਦੀ ਦੁਨੀਆ ਹੈਗੀ ਆ, ਤੁਹਾਡਾ ਫਰਜ਼ ਬਣਦਾ ਕਿ ਜੇ ਤੁਹਾਡੇ ਕੋਈ ਭਰਾ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਆ, ਕੋਈ ਨੌਬਤ ਆਉਂਦੀ ਆ, ਤਾਂ ਉਹਦੇ ਨਾਲ ਖੜੋ। ਅੱਜ ਸ੍ਰੀ ਬਰਾੜ ਨੂੰ ਇਹ ਨਿਸ਼ਾਨਾ ਬਣਾ ਰਹੇ ਆ, ਉਹਦੇ ਮੁਕੱਦਮੇ ਦਰਜ ਕਰਾ ਰਹੇ ਆ, ਕੱਲ ਨੂੰ ਤੁਹਾਡੀ ਵਾਰੀ ਆ ਜਾਣੀ ਹੈ। ਤਾਂ ਸਾਰੇ ਕਲਾਕਾਰਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਕਮੁੱਠ ਹੋ ਕੇ ਇਸ ਗੱਲ ਦਾ ਜਵਾਬ ਦਿਓ। ਤੇ ਲੋਕਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ, ਪੰਜਾਬ ਦਿਆਂ ਨੂੰ, ਕਿ ਜਦੋਂ ਕੋਈ ਇਹੋ ਜਿਹੀ ਗੱਲਬਾਤ ਸਾਡੇ ਸਾਹਮਣੇ ਆਉਂਦੀ ਆ ਤਾਂ ਉਹਦਾ ਵਿਰੋਧ ਕਰਿਆ ਕਰੋ। ਠੀਕ ਆ, ਅਸੀਂ ਸਹਿਮਤ ਹਾਂ ਇਸ ਗੱਲ ਦੇ ਨਾਲ ਕਿ ਸਰਕਾਰ ਇਹ ਸਾਰਾ ਕੁਝ ਬੰਦ ਕਰਨਾ ਚਾਹੁੰਦੀ ਆ। ਫਿਲਮਾਂ, ਪਠਾਨ ਫਿਲਮ ਪੰਜਾਬ 'ਚ ਵੀ ਲੱਗੀ ਹੋਣੀ ਆ, ਹੋਰ ਕਿੰਨੀਆਂ ਫਿਲਮਾਂ ਪੰਜਾਬ 'ਚ ਵੀ ਲੱਗਦੀਆਂ ਨੇ, ਪੂਰੇ ਭਾਰਤ 'ਚ ਉਹ ਫਿਲਮਾਂ ਚੱਲਦੀਆਂ ਨੇ। ਉਹਨਾਂ 'ਚ ਦੇਖੋ ਕੀ ਕੁਝ ਹੋ ਰਿਹਾ। ਸੋ ਜਾਣ ਬੁੱਝ ਕੇ ਉਹੀ ਬੰਦੇ ਨਿਸ਼ਾਨੇ ਤੇ ਲਏ ਜਾ ਰਹੇ ਨੇ, ਉਹੀ ਬੰਦੇ ਜਲੀਲ ਕੀਤੇ ਜਾ ਰਹੇ ਨੇ, ਉਹੀ ਬੰਦਿਆਂ ਨੂੰ ਇਹ ਡਰਾ ਕੇ ਘਰੇ ਬਿਠਾਉਣਾ ਚਾਹੁੰਦੇ ਨੇ ਜਿਹੜੇ ਕੋਈ ਸਾਡੇ ਮਾੜੇ ਮੋਟੇ ਹੱਕ ਦੀ ਗੱਲ ਕਰਦੇ ਆ, ਸਾਡੇ ਇਤਿਹਾਸ ਦੀ ਗੱਲ ਕਰਦੇ ਆ, ਸਾਡੀ ਆਉਣ ਵਾਲੀ ਸਾਡੀਆਂ ਪੀੜ੍ਹੀਆਂ ਨੂੰ, ਨਸਲਾਂ ਨੂੰ ਸਾਡੇ ਇਤਿਹਾਸ ਨਾਲ ਜੋੜਦੇ ਨੇ, ਉਹਨਾਂ ਦੇ ਵਿੱਚ ਕੋਈ ਚਿਣਗ ਭਰਦੇ ਨੇ। ਉਹਨਾਂ ਬੰਦਿਆਂ ਨੂੰ ਇਹ ਜਾਣ ਬੁੱਝ ਕੇ ਨਿਸ਼ਾਨਾ ਬਣਾ ਕੇ ਦੱਬਣ ਦੀ ਕੋਸ਼ਿਸ਼ ਕਰ ਰਹੇ ਆ। ਤਾਂ ਸਾਨੂੰ ਹਰ ਬੰਦੇ ਨੂੰ ਇਹ ਨਾਲ ਖੜਨਾ ਚਾਹੀਦਾ। ਨਹੀਂ, ਹਰ ਇੱਕ ਦੀ ਆਵਾਜ਼ ਇੱਥੇ ਦੱਬੀ ਜਾਣੀ ਹੈ, ਚਾਹੇ ਉਹ ਗਾਉਣ ਵਾਲਾ ਕਲਾਕਾਰ ਹੈ, ਚਾਹੇ ਕੋਈ ਲਿਖਣ ਵਾਲਾ ਹੈ, ਚਾਹੇ ਕੋਈ ਬੋਲਣ ਵਾਲਾ ਬੁਲਾਰਾ ਹੈ, ਕਿਸੇ ਪ੍ਰਕਾਰ ਦਾ ਬੰਦਾ ਹੈ, ਉਸ ਹਰ ਬੰਦੇ ਨੂੰ ਇਹ ਹੌਲੀ ਹੌਲੀ ਦੱਬ ਰਹੇ ਨੇ। ਕੱਲੇ ਨੂੰ ਦੱਬ ਰਹੇ ਨੇ, ਬਾਕੀ ਚੁੱਪ ਹੋ ਜਾਂਦੇ ਆ। ਵਾਰੀ ਸਭ ਦੀ ਆ ਜਾਣੀ ਹੈ, ਫਿਰ ਉਦੋਂ ਸਾਨੂੰ ਲੱਗਣਾ ਵੀ ਸਾਡੀ ਖਾਤਰ ਨਹੀਂ ਕੋਈ ਬੋਲ ਰਿਹਾ। ਸੋ ਜਿੰਨੇ ਦਾ ਕਲਾਕਾਰ ਨੇ, ਜਿੰਨੇ ਇਹਨਾਂ ਦੀ ਇੰਡਸਟਰੀ ਹੈ, ਤੁਹਾਡੀ ਗਾਉਣ ਵਾਲਿਆਂ ਦੀ, ਫਿਲਮ ਵਾਲਿਆਂ ਦੀ, ਤੁਹਾਡਾ ਫਰਜ਼ ਬਣਦਾ ਕਿ ਜਨ ਚਾਰ ਸਪੇਰੋਂ ਬੰਦ ਕਰ ਦਿਓ। ਪਰ ਸਾਨੂੰ ਇਕੱਲੇ ਕਰੇ ਬੰਦੇ ਨੂੰ ਕਿਉਂ ਨਿਸ਼ਾਨਾ ਬਣਾਉਣੇ ਆ? ਸੋ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਉਸ ਇਨਸਾਨ ਨੇ ਬੇੜੀਆਂ ਗੀਤ ਗਾਇਆ, ਸੁਣ ਲਿਓ ਤੁਸੀਂ ਸਾਰੇ ਜਾਣੇ। ਸ੍ਰੀ ਬਰਾੜ ਨੇ ਪਹਿਲਾਂ ਹੀ ਬਹੁਤ ਸੋਹਣੇ ਉਹਨੇ ਗੀਤ ਲਿਖੇ ਵੀ ਨੇ ਤੇ ਗਾਏ ਵੀ ਨੇ। ਤੇ ਆਓ ਅੱਜ ਆਪਣਾ ਫਰਜ਼ ਬਣਦਾ ਯਾਰ, ਜੇ ਇਸ ਤਰ੍ਹਾਂ ਇਹ ਬੰਦੇ ਨੂੰ ਇਕੱਲੇ ਨੂੰ ਘੇਰ ਕੇ ਉਹਨੂੰ ਨਿਸ਼ਾਨਾ ਬਣਾ ਕੇ ਦਬਾਉਣ ਦੀ ਕੋਸ਼ਿਸ਼ ਕਰ ਰਿਹਾ, ਸਾਡਾ ਫਰਜ਼ ਬਣਦਾ ਕਿਸੇ ਵੀ ਤਰੀਕੇ ਨਾਲ ਅਸੀਂ ਉਸ ਇਨਸਾਨ ਦੇ ਨਾਲ ਖੜਗੇ ਜਿਹੜਾ ਸਾਡੇ ਹੱਕਾਂ ਦੀ ਆਵਾਜ਼ ਉਠਾਉਂਦਾ, ਲੋਕਾਂ ਤੱਕ ਪਹੁੰਚਾਉਂਦਾ। ਇੱਕ ਸੱਜਣ ਲਿਖਦਾ, ਕਹਿੰਦਾ ਬਾਈ ਸਿੱਧੂ ਮਰ ਗਿਆ, ਕੋਈ ਬੋਲਿਆ ਨਹੀਂ, ਇਹਨਾਂ ਨੇ ਕਿੱਥੇ ਬੋਲਣਾ। ਇਹੀ ਤਾਂ ਮੈਂ ਗੱਲ ਪਿੱਟ ਰਿਹਾ ਕਿ ਇਹਨਾਂ ਨੂੰ ਲੱਗਦਾ ਕਿ ਯਾਰ ਸਿੱਧੂ ਮਰ ਗਿਆ, ਆਪਾਂ ਕੀ ਲੈਣਾ, ਆਪਾਂ ਆਪਣੀ ਜਾਨ ਬਚਾਈਏ। ਪਰ ਇਹ ਪਤਾ ਨਹੀਂ ਕੱਲ ਨੂੰ ਪੈਣੀ ਕੀਤੇ ਆ। ਤੁਹਾਡੇ 'ਚ ਬਹੁਤ ਵੱਡੀ ਤਾਕਤ ਹੈ, ਕਿੱਡੇ ਨਾਮੀ ਕਲਾਕਾਰ ਬੈਠੇ ਨੇ, ਕਿੰਨੇ ਪੁਰਾਣੇ ਕਲਾਕਾਰ ਬੈਠੇ ਨੇ ਜਿਨ੍ਹਾਂ ਨੇ ਬਹੁਤ ਸੱਭਿਆਚਾਰ ਦੇ ਵਿੱਚ ਆਪਣਾ ਯੋਗਦਾਨ ਪਾਇਆ, ਬਹੁਤ ਕੁਝ ਲਿਖਿਆ, ਗਾਇਆ, ਬਣਾਇਆ। ਉਹਨਾਂ ਦਾ ਹੀ ਫਰਜ਼ ਬਣਦਾ। ਸੋ ਇਸ ਕਰਕੇ ਸਾਡਾ ਫਰਜ਼ ਬਣਦਾ ਕਿ ਅਸੀਂ ਉਸ ਇਨਸਾਨ ਦੇ ਨਾਲ ਖੜ ਗਏ। ਅੱਜ ਉਹ ਇਨਸਾਨ ਵਿਪਤਾ 'ਚ ਆ,
ਐਵੇਂ ਕੋਈ ਉੱਠ ਕੇ ਬੰਦਾ ਕੱਲ ਨੂੰ ਹਰਕੀ ਮੁਰੇ ਹੋ ਕੇ ਖੜ ਜਾਂਦਾ ਹੈ, ਅਸੀਂ ਐਂ ਕਰਾਵਾਂਗੇ ਜੀ, ਅਸੀਂ ਐਂ ਕਰਾਵਾਂਗੇ, ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਜੀ। ਸਾਡੇ ਕੀ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਬਾਈ? ਜੇ ਐਡੀ ਹਿੰਮਤ ਆ ਤਾਂ ਕਰਾਓ ਫਿਲਮਾਂ ਬੰਦ ਫਿਰ ਜਾ ਕੇ। ਬਿਲਕੁਲ ਅੱਜ ਸ੍ਰੀ ਬਰਾੜ ਬੋਲ ਰਿਹਾ ਕਿ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ। ਇਹ ਵੀ ਗੱਲ ਸਾਹਮਣੇ ਆਈ ਹੈ। ਉਹਨੇ ਅੱਜ ਬੋਲਿਆ ਵੀ ਹੈ ਕਿ ਮੈਨੂੰ ਇਹ ਫੋਨ ਕਰਕੇ ਡਰਾ ਧਮਕਾ ਵੀ ਰਹੇ ਨੇ। ਸੋ ਆਓ ਯਾਰ ਰਲ ਕੇ ਆਪਾਂ ਆਵਾਜ਼ ਉਠਾਈਏ, ਨਹੀਂ ਤਾਂ ਫਿਰ ਇਹਨਾਂ ਨੇ ਹੌਲੀ ਹੌਲੀ ਸਾਰੀਆਂ ਆਵਾਜ਼ਾਂ ਦੱਬ ਦੇਣੀਆਂ ਨੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਥੋੜਾ ਆਪਣਾ ਲਾਈਵ ਸ਼ੁਰੂ ਹੋ ਰਿਹਾ। ਆਈ ਥਿੰਕ ਮੈਂ ਫੇਸਬੁੱਕ ਤੇ ਵੀ ਲਾਈਵ ਹੈਗਾ ਤੇ ਇੰਸਟਾਗ੍ਰਾਮ ਤੇ ਵੀ ਹੈਗਾ। ਆਜੋ ਮੇਰੇ ਭੈਣਾਂ ਭਰਾ ਇੱਕ ਵਾਰ ਸਾਰੇ ਲਾਈਵ ਆਜੋ, ਜੁੜ ਜਾਓ, ਕਿਉਂਕਿ ਬੜੇ ਵੈਸੇ ਮੈਂ ਲਾਈਵ ਆਉਂਦਾ ਹੀ ਨਹੀਂਗਾ ਹਨਾ, ਤੇ ਆਜੋ, ਬੜੀਆਂ ਜ਼ਰੂਰੀ ਗੱਲਾਂ ਕਰਨੀਆਂ ਸਾਰੇ ਭਰਾਵਾਂ ਨਾਲ। ਸਾਰੇ ਭੈਣ ਭਰਾ ਮੇਰੇ ਸਾਰੇ ਆ ਜਾਣ ਜੀ। ਰਿਕੁਐਸਟ ਹੈਗੀ, ਇਹਨੂੰ ਸ਼ੇਅਰ ਵੀ ਕਰ ਸਕਦੇ ਹੋ, ਸ਼ੇਅਰ ਵੀ ਜ਼ਰੂਰ ਕਰਿਓ ਤੇ ਇੱਕ ਵਾਰ ਜੁੜ ਜਾਓ ਸਾਰੇ ਆਪਣਾ ਹਨਾ ਵੀਰ ਭਰਾ। ਤੇ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਕੌਮੀ ਇਨਸਾਫ ਮੋਰਚਾ, ਯੈਸ ਬਿਲਕੁਲ, ਜਿੰਦਾਬਾਦ ਜਿੰਦਾਬਾਦ, ਲਵ ਯੂ। ਤਾਂ ਸੋ ਸਾਰੇ ਭਰਾਵਾਂ ਨਾਲ ਸਾਰੇ ਭੈਣਾਂ ਨਾਲ ਮੈਂ ਗੱਲ ਕਰਨੀ ਚਾਹੁੰਦਾ ਤੇ ਹਰ ਗੱਲ ਤੁਸੀਂ ਸਾਡੀ ਕਚਹਿਰੀ ਹੋ ਤਾਂ ਜਿੰਨੀ ਵੀ ਗੱਲ ਕਰਦਾ ਸਾਡੇ ਲਈ ਸਭ ਤੋਂ ਉੱਤੇ ਸਾਡਾ ਗੁਰੂ ਗ੍ਰੰਥ ਸਾਹਿਬ ਹੈਗੇ। ਤਾਂ ਮੈਂ ਉਹਨਾਂ ਦੀ ਕਸਮ ਦੇ ਕੇ ਗੱਲ ਕਰਦਾ, ਮੈਂ ਕੁਛ ਝੂਠ ਨਹੀਂ ਬੋਲਦਾ। ਹਰ ਚੀਜ਼ ਤੁਹਾਡੇ ਤੱਕ ਮੈਂ ਜਿਹੜੀ ਰੱਖਣ ਲੱਗਿਆ ਹੈਗਾ ਉਹਨੂੰ ਤੁਸੀਂ ਐਕਚੁਅਲ ਚ ਸਮਝੋ, ਕਹਾਣੀ ਨੂੰ ਸਾਰੀ ਨੂੰ। ਬਈ ਪਰਚਾ ਹੋ ਗਿਆ, ਫਿਰ ਉਸ ਦੀ ਗੱਲਾਂ, ਉਹ ਪਰਚਿਆਂ ਦੀ ਗੱਲਾਂ ਕਰਨ ਲੱਗਿਆ ਵੀਰੇ। ਪਰਚੇ, ਪਤਾ ਹੀ ਨਹੀਂ ਕੀ ਕੁਛ ਹੋਈ ਜਾਂਦਾ ਜ਼ਿੰਦਗੀ 'ਚ, ਪਤਾ ਹੀ ਨਹੀਂ ਕੀ ਚੱਲੀ ਜਾਂਦਾ। ਹਰ ਮੇਰਾ ਵੀਰ ਭਰਾ ਹਨਾ, ਧਿਆਨ ਨਾਲ ਗੱਲ ਸੁਣਿਓ। ਅੱਜ ਤੱਕ ਮੇਰੇ ਤੇ ਕੀ ਬੀਤਦੀ ਹੈ ਜ਼ਿੰਦਗੀ 'ਚ ਕੀ ਬੀਤਦੀ ਹੈਗੀ ਹੈ, ਮੈਂ ਕਿਹੜੇ ਹਾਲਾਤਾਂ 'ਚੋਂ ਲੰਘਦਾ, ਮੈਂ ਉਹ ਗੱਲਾਂ ਹਜੇ ਵੀ ਨਹੀਂ ਰੱਖਦਾ ਪੰਜਾਬ ਦੇ ਲੋਕਾਂ ਅੱਗੇ। ਸਹੁੰ ਵਾਲੀ ਗੱਲ ਹੈਗੀ ਆ। ਮੈਂ ਸਾਡੇ ਗੁਰੂਆਂ ਦੀ ਸਹੁੰ ਦੇ ਕੇ ਕਹਿਣਾ ਕਿ ਜੇ ਮੈਂ ਉਹ ਗੱਲਾਂ, ਮੈਂ ਕਿਹੜੇ ਹਾਲਾਤਾਂ 'ਚੋਂ ਗੁਜ਼ਰ ਰਿਹਾ ਤੇ ਕਿਹੜੇ ਹਾਲਾਤਾਂ 'ਚੋਂ ਮੈਂ ਲੰਘਿਆ, ਜੇ ਮੈਂ ਉਹ ਗੱਲਾਂ ਇੱਥੇ ਰੱਖਾਂ ਤਾਂ ਮੈਨੂੰ ਪਤਾ ਕਿ ਸਾਡੇ ਨੌਜਵਾਨ ਮੁੰਡੇ ਕੁੜੀਆਂ ਹੈਗੇ ਆ ਜਿਹੜੇ ਉਹ ਸਾਰੇ ਵਾਪਸ ਮੁੜਨਗੇ। ਦੱਸ ਨਹੀਂ ਸਕਦਾ ਮੈਂ ਵੀਰੇ ਕਿਹੜੀਆਂ ਜ਼ਿੰਦਗੀ 'ਚ ਚੀਜ਼ਾਂ ਸਹਿ ਰਿਹਾ, ਨਹੀਂ ਦੱਸ ਸਕਦਾ। ਸਹੁੰ ਗੁਰੂ ਦੀ ਮੈਂ ਅੱਜ ਤੱਕ ਜਿੰਨਾ ਕੁਛ ਮੈਂ ਆਪਦੇ ਕੀ ਦੱਸਾਂ ਕਿਸੇ ਨੂੰ, ਕੀ ਸਹਿਆ ਮੈਂ, ਹਜੇ ਵੀ ਕਮੀ ਨਹੀਂ। ਚਲੋ ਜੀ, ਕਿਸਾਨ ਅੰਦੋਲਨ ਦੇ ਵਿੱਚ ਬਾਬਾ ਮਿਹਰ ਕਰੇ, ਬੜਾ ਕੁਛ ਦੇਖਿਆ ਤੁਹਾਡੇ ਭਰਾ ਨੇ, ਬੜਾ ਕੁਛ ਦੇਖਿਆ। ਕਿਹੜੇ ਗੁੰਡਿਆਂ ਦੇ ਫੋਨ ਨਹੀਂ ਸਹੇ ਤੁਹਾਡੇ ਵੀਰ ਨੇ, ਕਿਹੜੇ ਪੋਲੀਟੀਸ਼ੀਅਨਾਂ ਤੋਂ ਧਮਕੀਆਂ ਨਹੀਂ ਲਈਆਂ ਮੈਂ, ਠੀਕ ਹੈ। ਕਿਵੇਂ ਅੱਜ ਤੱਕ ਝੇਲਦਾ ਰਹੇ ਚੀਜ਼ਾਂ ਨੂੰ ਹਨਾ, ਕਿਤੇ ਨਹੀਂ ਰੋਇਆ ਤੁਹਾਡੇ ਸਾਹਮਣੇ ਆ ਕੇ। ਕੀ ਰੋਵਾਂ? ਤੁਸੀਂ ਤਾਂ ਖੁਦ ਮੇਰੇ ਵਾਂਗੂ ਫਸੇ ਬੈਠੇ ਹੋ ਸਾਰੇ ਹਨਾ। ਤੁਸੀਂ ਖੁਦ ਸਾਰੀਆਂ ਚੀਜ਼ਾਂ 'ਚ, ਉਸੇ ਪੰਜਾਬ 'ਚ ਤੁਸੀਂ ਰੋ ਰਹੇ ਹੋ, ਉਸੇ 'ਚ ਮੈਂ ਰੋ ਰਿਹਾ। ਕੀ ਰੋਵਾਂ ਮੈਂ ਕਿਸੇ ਦੇ ਸਾਹਮਣੇ ਆ ਕੇ? ਅੱਜ ਤੱਕ ਕਿੰਨੀਆਂ ਚੀਜ਼ਾਂ ਹੈਗੀਆਂ, ਹਰ ਸਾਲ ਘੱਟ ਤੋਂ ਘੱਟ ਮੈਨੂੰ ਲੱਗਦਾ 40-50 ਚੀਜ਼ਾਂ, ਕਿਸੇ ਚੀਜ਼ਾਂ ਹੱਥ ਜੋੜ ਕੇ ਖੜਾ ਛਡਾਉਣਾ ਕਿ ਹਨਾ ਇੱਥੋਂ ਨਿਕਲ ਜਾ। ਕਿਸੇ ਪਾਸੇ ਜੇ ਪੈਸਿਆਂ ਦਾ ਹੁੰਦਾ, ਪੈਸੇ ਦੇ ਕੇ ਪਿੱਛੇ ਹੋ ਜਾਣਾ। ਕਿਸੇ ਪਾਸੇ ਜੇ ਮੇਰੇ ਕੋਈ ਹੁੰਦਾ ਹੈਗਾ ਕਿ ਕੋਈ ਪੋਲੀਟੀਸ਼ੀਅਨ ਪਿੱਛੇ ਪੈਂਦੇ ਹੈਗੇ, ਜਦੋਂ ਉਹ ਉਹਨਾਂ ਚੀਜ਼ਾਂ ਚੋਂ ਕਿਤੇ ਹੱਥ ਜੋੜ ਕੇ, ਜਾਂ ਕੋਈ ਪੋਲੀਟੀਸ਼ੀਅਨ ਵੀਰ ਭਰਾ ਹੁੰਦਾ ਉਹਨਾਂ ਨੂੰ ਹੱਥ ਜੋੜ ਦੇਣਾ ਵੀ ਮੇਰੇ ਨਾਲ ਧੱਕਾ ਨਾ ਕਰੋ। ਮੈਂ ਹਟ ਨਹੀਂ ਸਕਦਾ ਬੋਲਣੋਂ, ਮੇਰੀ ਮਜਬੂਰੀ ਹੈ।
ਪੰਜਾਬ ਦੇ ਹੱਕ 'ਚ ਬੋਲਣ ਦੀ ਸਜ਼ਾ ਮੇਰੀ ਐਡੀ ਹੈ, ਪੰਜਾਬ ਦੇ ਹੱਕ 'ਚ ਬੋਲਣ ਦੀ ਸਜ਼ਾ ਮੇਰੀ ਇਹ ਹੈਗੀ ਹੈ, ਹਰ ਸਾਲ 'ਚ 12 ਮਹੀਨੇ ਹੁੰਦੇ ਆ ਤੇ ਤੁਹਾਡਾ ਭਰਾ 8 ਵਾਰੀ ਛੱਤ ਨੂੰ ਰੱਸੇ ਪਾਉਂਦਾ ਹੈ। ਐਸੀ ਸਿਚੁਏਸ਼ਨ ਤੇ ਲਿਆ ਕੇ ਸੁੱਟਦੇ ਆ ਮੈਨੂੰ ਕਿ ਮੈਂ ਮੇਰੀ ਜ਼ਿੰਦਗੀ ਮਤਲਬ ਸੁਸ਼ਾਂਤ ਸਿੰਘ ਜਿਵੇਂ ਮਜਬੂਰ ਸੀਗਾ ਕਹਿੰਦੇ ਕਿ ਉਹਨੇ ਆਪ ਹੀ ਸੁਸਾਈਡ ਕਰ ਲਿਆ ਜਾਂ ਇਹਨਾਂ ਨੇ ਮਾਰ ਕੇ ਟੰਗਤਾ ਉਹਨੂੰ, ਉਹ ਹਾਲਾਤਾਂ ਤੇ ਆ ਜਾਂਦਾ ਮੈਂ। ਫਿਰ ਮੈਂ ਸੋਚਦਾ ਕਿ ਯਾਰ ਚੱਲ ਛੱਡ ਭਰਾ, ਐਂ ਸੋਚ ਲੈ ਕਿ ਤੂੰ ਅੱਜ ਮਰ ਗਿਆ ਤੇ ਫਿਰ ਖੜੇ ਹੁੰਨੇ ਆ। ਐਂ ਸੋਚ ਲੈ ਤੂੰ ਮਰ ਗਿਆ ਤੇ ਪੰਜਾਬ ਦੇ ਲੇਖੇ ਲੱਗ ਜਾ। ਇੱਥੇ ਲਾਈਵ 'ਚ ਦਿੰਨਾ ਮੈਂ, ਲਾਈਵ 'ਚ ਇਹ ਗੱਲ ਕਹਿਣਾ, ਗੁਰੂ ਗ੍ਰੰਥ ਸਾਹਿਬ ਦੀ ਸਹੁੰ ਪਾ ਕੇ ਗੱਲ ਕਹਿਣਾ। 6 ਮਹੀਨੇ ਪਹਿਲਾਂ ਦੀ ਗੱਲ ਹੈ ਜਾਂ ਇੱਥੇ 8-9 ਮਹੀਨੇ ਹੋ ਗਿਆ, ਸੌਰੀ 7 ਮਹੀਨੇ, ਮੈਨੂੰ 6-7 ਮਹੀਨੇ ਇੱਥੇ ਆ ਗਏ ਹੋ ਗਏ। 2 ਸਾਲ ਨਹੀਂ, ਸਾਲ ਪੁਰਾਣੀ ਗੱਲ ਹੈ। ਬੀਜੇਪੀ ਦਾ ਬੜਾ ਮੰਨਿਆ ਪਰਮੰਨਿਆ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਫਿਰ ਇਹ ਪਰਚੇ ਪਾਉਣਗੇ ਮੇਰੇ ਤੇ, ਕੁਝ ਕਰਨਗੇ, ਬਟ ਗੁਰੂ ਦੀ ਸਹੁੰ ਦੇ ਕੇ ਕਹਿਣਾ ਕਿ ਬੀਜੇਪੀ ਦੇ ਬੰਦੇ ਨੇ, ਭਰਾ ਨੇ, ਉਸੇ ਮੀਟਿੰਗ 'ਚ ਬੈਠਾ ਸੀਗਾ ਤੇ ਆ ਕੇ ਕਹਿੰਦਾ ਕਿ ਸ਼੍ਰੀ ਤੇਰੇ ਤੇ ਪਰਚਾ ਵੀਰੇ, ਮੈਨੂੰ ਫੋਨ ਕਰਿਆ। ਉਹ ਚੰਗਾ ਭਲਾ ਬੰਦਾ, ਉਹਦੇ ਹੋਸ਼ ਉੱਡ ਗਏ ਤੇ ਮੈਨੂੰ ਫੋਨ ਕਰਕੇ ਕਹਿੰਦਾ ਵੀਰੇ ਮੈਂ ਮਿਲਣਾ ਹੈ। ਕਿੱਥੇ ਆ ਤੂੰ, ਛੋਟਾ ਭਰਾ ਹੈ? ਮੈਂ ਕਿਹਾ ਜੀ ਮੈਂ ਮੋਹਾਲੀ, ਮੈਂ 91 ਹੁੰਦਾ ਸੀ। ਮੈਂ ਸਵੇਰੇ ਮੈਂ ਗੱਲ ਹੋਈ, ਮੈਂ ਮਿਲਿਆ। ਮੈਨੂੰ ਵੀਰ ਕਹਿੰਦਾ ਕਿ ਰਾਤ ਮੀਟਿੰਗ 'ਚ ਬੈਠੇ ਆ ਬੀਜੇਪੀ ਦੇ, ਤੇ ਸ਼੍ਰੀ ਉੱਥੇ ਗੱਲ ਕੀ ਹੋਈ, ਤੇਰਾ ਜ਼ਿਕਰ ਚੱਲਿਆ ਤੇ ਉਹਨਾਂ ਨੇ ਕੀ ਗੱਲ ਕਹੀ। ਬਹੁਤ ਵੱਡਾ ਪੋਲੀਟੀਸ਼ੀਅਨ ਸੀਗਾ, ਉਹਨੇ ਗਾਲ ਕੱਢ ਕੇ ਮੇਰੇ ਬਾਰੇ ਕਿਹਾ, ਇੱਕ ਸਟੇਟ ਨੂੰ ਰੀਪ੍ਰਜੈਂਟ ਕਰਦਾ ਉਹ ਬੰਦਾ ਜਿਹਦੀ ਮੈਂ ਗੱਲ ਕਰ ਰਿਹਾ, ਤੁਹਾਨੂੰ ਪਾਵਰ ਦੱਸ ਦਿਆਂ ਉਹ ਬੰਦੇ ਦੀ ਕੀ ਉਹਦਾ ਹੈਗਾ। ਕਹਿੰਦਾ ਕਿ ਸ਼੍ਰੀ ਪੰਜਾਬ ਦੇ ਲੋਕਾਂ ਨੂੰ ਭੜਕਾ ਰਿਹਾ ਤੇ ਇਹਨੂੰ ਅੱਤਵਾਦੀ ਦਾ ਕਰਾਰ ਦੇ ਕੇ, ਜਿੱਦੇ ਸਾਡੇ ਧੱਕੇ ਚੜ ਗਿਆ, ਅੱਤਵਾਦੀ ਦਾ ਕਰਾਰ ਦੇ ਕੇ ਇਹਨੂੰ ਸਾਰੀ ਉਮਰ ਜੇਲ੍ਹਾਂ 'ਚ ਨਾ ਕਟਾਈ। ਤੇ ਅਸੀਂ ਕੀ ਸਮਝਦੇ ਨਹੀਂ ਇਹ ਚੀਜ਼ਾਂ ਨੂੰ? ਸਮਝਦਾ ਨਹੀਂ ਮੈਂ ਇਹ ਚੀਜ਼ਾਂ ਨੂੰ ਕਿ ਅੱਤਵਾਦੀ ਕਰਾਰ ਦੇ ਦੇਣਾ ਕਿਸੇ ਨੂੰ ਕੀ ਚੀਜ਼ ਹੈ। ਅੱਜ ਇਹ 4 ਬੰਦੇ ਰਲ ਕੇ ਸਾਨੂੰ ਅੱਤਵਾਦੀ ਕਰਾਰ ਦੇ ਦੇਣ ਤਾਂ ਵੀਰੇ ਅਸੀਂ ਕੀ ਕਰਾਂਗੇ? ਹੁਣ ਗੱਲ ਆਉਂਦੀ ਹੈ ਸਾਡੇ ਚੰਡੀਗੜ੍ਹ ਮੋਰਚਾ ਚੱਲ ਰਿਹਾ ਜੀ। ਸਾਰੇ ਭਰਾਵਾਂ ਨੂੰ ਪਤਾ ਹੀ ਹੋਣਾ, ਸਾਰੇ ਭਰਾਵਾਂ ਨੂੰ ਪਤਾ। ਚੰਡੀਗੜ੍ਹ ਮੋਰਚਾ ਚੱਲ ਰਿਹਾ ਹੈਗਾ ਤੇ ਮੈਂ ਗਾਣਾ ਮੇਰੇ ਕੋਲੇ ਪੈਸੇ ਪੂਸੇ ਸਾਰਾ ਕੁਝ, ਮੈਂ ਤਾਂ ਲੋਕਾਂ ਸਾਹਮਣੇ ਸਿੱਧਾ ਐਂ ਚੱਲਦਾ। ਪੈਸੇ ਪੂਸੇ ਜਦੋਂ ਇੰਨੇ ਹੈ ਨਹੀਂ ਸੀਗੇ, 7 ਰਾਣੀਆਂ ਐਲਬਮ ਕੀਤੀ, 14 ਦਿਨ ਹੋ ਗਏ ਉਹਨੂੰ ਕੀਤੀ ਨੂੰ। ਥੋੜਾ ਐ ਹੌਸਲਾ ਹੋਇਆ, ਚੱਲ 4 ਪੈਸੇ ਹੋਣਗੇ। ਬੇੜੀਆਂ ਗਾਣਾ ਰੁਪਿੰਦਰ, ਮੈਂ ਆਸਟ੍ਰੇਲੀਆ, ਰੁਪਿੰਦਰ ਇੱਥੇ ਆਈ ਸੀ। ਰੁਪਿੰਦਰ ਨੂੰ ਇੱਕ ਫੋਨ ਕੀਤਾ, ਮੈਂ ਕਿਹਾ ਰੁਪਿੰਦਰ ਆਪਾਂ ਹਰ ਹਾਲ ਗਾਣਾ ਕਰਨਾ ਹੈ। ਧੰਨ ਜੇਰਾ ਉਹ ਕੁੜੀ ਦਾ ਜਿਹੜੀ ਉਹ ਦਰਿੰਦਿਆਂ 'ਚ ਬੈਠ ਕੇ ਇੱਥੋਂ ਗਾਣਾ ਕੱਢ ਕੇ ਗਈ ਹੈ, ਫਿਰ ਇੰਡੀਆ ਆ ਕੇ ਉਹਨੇ ਮੱਥਾ ਲਾਉਣਾ, ਉਹਨੂੰ ਵੀ 4 ਚੀਜ਼ਾਂ ਨੂੰ ਝੱਲਣੀਆਂ ਪੈਣਗੀਆਂ। ਮੈਨੂੰ ਕਿਸਾਨੀ ਮੋਰਚੇ ਤੋਂ ਜੁੜੇ ਭਰਾਵਾਂ ਦੇ ਫੋਨ ਆਏ, ਸ਼੍ਰੀ ਜਿਵੇਂ ਕਿਸਾਨ ਐਂਥਮ ਕਰਿਆ ਸੀ ਨਾ, ਉਹ ਜਿਹਾ ਗਾਣਾ ਅੱਜ ਗਾਣਾ ਕਰੀਏ, ਉਹ ਜਿਹਾ ਗਾਣਾ ਕਰੀਏ। ਮੈਂ ਵੀਰ ਨੂੰ ਕਿਹਾ, ਮੈਂ ਕਿਹਾ ਵੀਰ ਵੀ ਐਕਚੁਅਲ 'ਚ ਮੈਂ ਇੱਕ ਕੋਸ਼ਿਸ਼ ਕਰਦਾ, ਸਾਰੇ ਕਲਾਕਾਰ ਫਿਰ ਤੋਂ ਇਕੱਠੇ ਕਰਾਂਗੇ ਚੀਜ਼। ਮੈਂ ਫੋਨ ਲਾਉਣੇ ਸ਼ੁਰੂ ਕਰਤੇ ਚਾਰੇ ਪਾਸੇ ਤੇ ਕਾਲ ਦੇ ਵਿੱਚ ਅਸੀਂ ਉਹ ਵੀਰ ਮੇਰਾ ਦੱਸ ਰਿਹਾ ਕਿ ਇੱਕੋ ਹੱਲ ਹੈ, ਬਾਹਰਲੇ ਮੁਲਕ 'ਚ ਬਹਿ ਜਾਓ। ਮੈਂ ਉਹ ਗੱਲ ਤੇ ਵੀ ਆਉਣਾ ਵੀਰੇ। ਤੇ ਮੈਂ ਕਿਹਾ ਜੀ ਸਾਰਿਆਂ ਨੂੰ ਫੋਨ ਲਾਉਣੇ ਸ਼ੁਰੂ ਕਰਤੇ ਕਿ ਵੀਰ ਫਿਰ ਤੋਂ ਆਉਣਾ ਆਪਾਂ ਤੇ ਆਪਾਂ ਮੁੱਦੇ ਚੱਕੀਏ ਤੇ ਆਪਾਂ ਇਸ ਲਈ ਆਵਾਜ਼ ਚੱਕੀਏ, ਇਸ ਧਰਨੇ ਨੂੰ ਵੀ ਆਪਾਂ ਮਜ਼ਬੂਤ ਕਰੀਏ। ਤੇ ਨਾਲ ਦੀ ਨਾਲ ਮੇਰਾ ਬੇੜੀਆਂ ਗਾਣਾ ਆ ਗਿਆ ਤੇ ਮੇਰਾ ਜੀਣਾ ਹਰਾਮ ਕਰਤਾ। ਕੁਝ ਕਾਂਗਰਸ ਦੇ ਲੀਡਰ ਸੀਗੇ, ਤੈਨੂੰ ਨੰਗਾ ਕਰ ਦਿਆਂਗੇ ਅਸੀਂ, ਤੈਨੂੰ ਆਹ ਕਰ ਦਿਆਂਗੇ, ਗਾਲਾਂ ਕੱਢਦੇ ਹੈਗੇ ਆ, ਨੰਬਰ ਦੇ ਦਿੰਦੇ ਆ ਕੁੱਤੇ ਬਿੱਲਿਆਂ ਨੂੰ। ਇਹ ਨੰਬਰ ਦੇ ਕੇ ਮੈਨੂੰ ਗਾਲਾਂ ਕਢਾਉਂਦੇ ਆ, ਕਿਤੇ ਚੰਗੀਆਂ ਮਾੜੀਆਂ ਥਾਵਾਂ ਤੋਂ ਫੋਨ ਕਰਾਉਂਦੇ ਆ। 84 ਤੁਸੀਂ ਮੈਨੂੰ ਕੀ ਰੋਕ ਲਓਗੇ? ਤੁਸੀਂ ਵੀ ਹੁਣ ਦੇਖੋਗੇ ਤੇ ਤੁਹਾਡਾ ਜੇ ਮੈਂ ਨਾਮ ਲੈ ਦਿਆਂ ਸਾਰਿਆਂ ਦਾ, ਇਕੱਲੇ ਦਾ ਨਾਮ ਲੈ ਦਿਆਂ, ਠੀਕ ਹੈ, ਤੇ ਤੁਹਾਡਾ ਬਣੂਗਾ ਕੀ ਕਿਹੜੀ ਹੱਦ ਤਾਈਂ ਤੁਸੀਂ ਜਾਣਦੇ ਹੋ?
ਜਿਹੜਾ ਵੀਰ ਦੱਸ ਰਿਹਾ ਕਿ ਬਾਹਰਲੇ ਮੁਲਕ, ਵੀਰੇ ਮੈਂ ਆਸਟ੍ਰੇਲੀਆ ਹੈਗਾ ਆਹੀ ਚੀਜ਼ਾਂ ਤੋਂ, ਕਿਉਂਕਿ ਮੈਨੂੰ ਹਰ ਮਹੀਨੇ ਥਾਣਿਆਂ ਕਚਹਿਰੀਆਂ 'ਚ ਥ੍ਰੈਟ ਸੀਗੇ ਮਾਰਨ ਦੇ ਵੀਰੇ। ਨਾ ਕੋਈ ਵੈਰ ਨਾ ਵਿਰੋਧ ਕਿਸੇ ਨਾਲ, ਇੰਸਟਾ ਤੇ ਸ਼ਰੇਆਮ ਥੱਲੇ ਕਮੈਂਟਾਂ 'ਚ ਆ ਰਿਹਾ ਸੀਗਾ। ਤੇ ਮੈਂ ਹੁਣ ਤੁਹਾਨੂੰ ਦੱਸਦਾ ਹਾਲਾਤ ਕੀ ਹੈ। ਸਾਡੇ ਪੰਜਾਬ ਦੇ ਇਕੱਲੇ ਇਕੱਲੇ ਪੋਲੀਟੀਸ਼ੀਅਨ ਵੀ ਇਹ ਗੱਲ ਸੁਣ ਲੈਣ, ਲੋਕ ਵੀ ਸੁਣ ਲੈਣ। ਸਾਡੇ ਪੰਜਾਬ ਦੇ ਹਾਲਾਤ ਸਾਡੇ ਲੋਕਾਂ ਨੇ ਕਸ਼ਮੀਰ ਤੋਂ ਬਿਹਤਰ ਕਰ ਦਿੱਤੇ ਆ। ਕੀ ਕਰੀਏ, ਕਿੱਥੇ ਜਾ ਕੇ ਮਰ ਜਾਈਏ? ਜੇ ਬੋਲਦੇ ਆ ਸਾਰੇ ਪਿੱਛੇ ਕੁੱਤਿਆਂ ਵਾਂਗੂ ਪੈ ਜਾਂਦੇ ਆ। ਸ਼ੋਆਂ ਤੋਂ ਕਮਾਈ ਆਉਂਦੀ ਹੈ। ਬਾਹਰ ਦੇ ਸ਼ੋਅ ਸਾਰੇ ਕੈਂਸਲ ਕਰਤੇ ਵੀਰੇ, ਮੈਂ ਨਹੀਂ ਲਾ ਰਿਹਾ ਸ਼ੋਅ। ਸੋਚਦਾ ਜਦੋਂ ਪੂਰਾ ਸਾਰਾ ਕੁਝ ਠੀਕ ਹੋ ਜੂ, ਸਿਕਿਉਰਿਟੀ ਹੋਊਗੀ, ਉਦੋਂ ਕਿਤੇ ਸ਼ੋਅ ਲਾ ਲੂੰਗਾ। ਡਰਦਾ ਨਿਕਲਦਾ ਨਹੀਂ ਵੀਰੇ, ਕਿਉਂਕਿ ਮੈਨੂੰ ਪਤਾ ਇਹਨਾਂ ਨੇ ਮੈਨੂੰ ਮਰਵਾ ਦੇਣਾ। ਮੁੱਦਾ ਬਣਾ ਲੈਂਦੇ ਆ ਫਲਾਨਾ। ਮੈਨੂੰ ਜਿਹੜਾ ਆਹ ਬੇੜੀਆਂ ਗਾਣੇ ਤੋਂ ਬਾਅਦ ਜਿਹੜੇ ਕਹਿੰਦੇ ਸੀ ਕਿ ਤੈਨੂੰ ਨੰਗਾ ਕਰ ਦਿਆਂਗੇ, ਫਲਾਨਾ ਕਰ ਦਿਆਂਗੇ, ਜਿਹੜੇ ਆ ਗੱਲਾਂ ਕਰ ਰਹੇ ਸੀ ਤੁਸੀਂ। ਤੁਹਾਡੀਆਂ ਹਜ਼ਾਰ ਕਲਮਾਂ ਤੁਸੀਂ ਸਰਕਾਰੀ ਕਲਮਾਂ ਤੁਹਾਡੀਆਂ ਚਲਾ ਲਓ ਮੇਰੇ ਖਿਲਾਫ। ਤੁਸੀਂ ਜਿੱਥੋਂ ਵਾਹ ਲੱਗਦਾ ਹੈ ਮੈਨੂੰ ਨੰਗਾ ਛੱਡੋ, ਜੋ ਕਰਨਾ ਹੈ। ਤੁਹਾਨੂੰ ਮੈਂ ਇਹ ਵੀ ਦੱਸ ਦਿਆਂ, ਤੁਹਾਡੇ ਕੋਲ ਇੱਕੋ ਹੱਲ ਹੈ। ਤੁਹਾਡੇ ਕੋਲ ਇੱਕੋ ਹੱਲ ਹੈਗਾ, ਉਹ ਹੈ ਤੁਸੀਂ ਕਿਸੇ ਤੋਂ ਮਰਵਾਉਣਾ ਹੈ ਮੈਨੂੰ। ਜਿੱਦਾਂ ਗੋਲੀ ਮਰਾ ਦਿਓਗੇ ਉਦੋਂ ਟਿਕ ਜੂੰਗਾ। ਉਹਨਾਂ ਚਿਰ ਤੁਹਾਡੀਆਂ ਹਜ਼ਾਰ ਕਲਮਾਂ ਤੇ ਮੇਰੀ ਆ ਇੱਕ ਕਲਮ ਹੈ। ਤੁਹਾਡੀ ਜੇ ਨੀਂਦ ਨਾ ਡਾਤੀ ਮੈਂ ਰਾਤਾਂ ਦੀ ਸਾਰਿਆਂ ਦੀ, ਦੱਲੇ ਹੋ ਤੁਸੀਂ ਦੱਲੇ, ਤੁਹਾਡੀ ਸਭ ਦੀ ਨੀਂਦ ਡਾ ਕੇ ਰੱਖੂੰਗਾ। ਹਜ਼ਾਰ ਕਲਮਾਂ ਚਲਾ ਲਓ, ਬਾਬਾ ਮਿਹਰ ਕਰੇ। ਤੁਸੀਂ ਮੈਨੂੰ ਕੀ ਜਲੀਲ ਕਰ ਦੋਗੇ? ਤੁਸੀਂ ਮੇਰਾ ਕੀ ਕਰ ਕੀ ਦੋਗੇ? ਫਿਰ ਆਉਣਾ ਮੈਂ ਕੱਲ ਦੇ ਮੇਰੇ ਖਿਲਾਫ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਹੈਗੀਆਂ। ਕੋਈ ਗਿਲਾ ਨਹੀਂ ਇਸ ਚੀਜ਼ ਦਾ। ਮੈਂ ਉਹ ਵਕੀਲ ਵੀਰ ਨੂੰ ਵੀ ਕਹਿਣਾ ਕਿ ਵੀਰ ਕੋਈ ਗੱਲ ਨਹੀਂ, ਪਰ ਹੈਰਾਨੀ ਹੈ ਕਿ ਜਦੋਂ ਮੈਂ ਚੰਗੇ ਗਾਣੇ ਕਰਨ, ਮੈਂ ਕਿੰਨਾ ਕੁਝ ਪੰਜਾਬ ਲਈ ਕਰਦਾ ਹੈਗਾ। ਮੈਂ ਪੰਜਾਬ ਲਈ ਨਹੀਂ, ਕਿਉਂਕਿ ਮੈਂ ਪੰਜਾਬ ਦਾ ਦਿੱਤਾ ਖਾਨਾ ਹੈ। ਕੋਈ ਸਾਨ ਨਹੀਂ ਕਰ ਰਿਹਾ ਮੈਂ ਕਿਸੇ ਤੇ। ਹੁਣ ਉਹ ਵੀਰ ਨੇ, ਵਕੀਲ ਭਰਾ ਹੈਗਾ, ਚਲੋ ਹੈ ਵੀਰ ਸੁਲਝਿਆ ਸਿਆਣਾ। ਪੰਜਾਬ 'ਚ KGF ਪੁਸ਼ਪਾ ਚੱਲ ਪਈ। ਪੁਸ਼ਪਾ ਮੂਵੀ 'ਚ ਉਹਨਾਂ ਨੇ IPS ਨੂੰ ਨੰਗਾ ਕਰਕੇ ਕੁੱਟਿਆ ਐਂਡ 'ਚ। ਕੋਈ ਪਰਚਾ ਹੋਇਆ ਵੀਰੇ? ਕੋਈ ਆ YouTube ਤੇ ਗੰਦ ਪਿਆ ਖੜਾ, ਕੋਈ ਪਰਚਾ ਹੁੰਦਾ ਵੀਰੇ? ਨੈਟਫਲਿਕਸ ਤੇ ਕੀ ਚੱਲਦਾ? ਕੋਈ ਪਰਚਾ ਹੁੰਦਾ? ਮੈਂ ਕਹਿੰਦਾ ਵੀ ਸਾਰੇ ਪੰਜਾਬ ਦਾ ਹੈਗਾ, ਸਾਰੇ ਪੰਜਾਬ ਦਾ ਤੁਸੀਂ ਇੱਕੋ ਦਮ ਖਤਮ ਕਰ ਦਿਓ ਨਾ। ਸਾਰੇ ਪੰਜਾਬ ਦਾ ਇੱਕੋ ਦਮ ਖਤਮ ਕਰ ਦਿਓ। ਨੈਟਫਲਿਕਸ ਬੰਦ ਕਰਾ ਦਿਓ, YouTube ਤੋਂ ਬੰਦ ਕਰਾ ਦਿਓ, ਸਾਰੇ ਇੰਡੀਆ ਦਾ। ਜਾਂ ਫਿਰ ਪੰਜਾਬ ਨੂੰ ਇੱਕ ਵੱਖਰਾ ਹੀ ਕਾਨੂੰਨ ਬਣਾਈ ਬੈਠੇ ਹੋ ਤੁਸੀਂ ਪੰਜਾਬ ਲਈ। ਮੈਂ ਤਾਂ ਖੁਦ ਕਹਿ ਰਿਹਾ ਕਿ ਸਾਰੇ ਪੰਜਾਬ ਦਾ ਬੰਦ ਕਰ ਦਿਓ ਇਕੱਠਾ। ਪਰ ਕੋਈ ਵਾਇਲੈਂਸ ਹੋਰ ਨਹੀਂ। ਆਹ ਪਠਾਨ ਮੂਵੀ 'ਚ ਤਾੜ ਗੋਲੀਆਂ ਚਲਾਈ ਜਾਂਦੇ ਆ ਯਾਰ, ਹੱਦ ਹੋ ਗਈ। ਡਿਸਕਲਾਈਮਰ ਵੀ ਦਿੱਤਾ ਮੈਂ ਤਾਂ ਗਾਣਿਆਂ 'ਚ, ਤੇ ਮੈਂ ਹੀ ਦੇਖਦਾ ਸਭ ਨੂੰ। ਤੇ ਮੈਨੂੰ ਇੱਕ ਚੀਜ਼ ਤੇ ਅੱਜ ਬੜਾ ਦੁੱਖ ਹੋਇਆ। ਚੱਲ ਸਾਰੇ ਕੀ ਪੰਜਾਬ ਦੇ ਲੋਕਾਂ ਨੂੰ ਨਹੀਂ ਪਤਾ ਕਿ ਕੀ ਸਾਜ਼ਿਸ਼ਾਂ ਚੱਲਦੀਆਂ, ਕਿਵੇਂ ਕਿਸੇ ਬੰਦੇ ਨੂੰ ਫਸਾਉਂਦੇ ਆ, ਕਿਵੇਂ ਸਰਕਾਰ ਕੀ ਹੱਥਕੰਡੇ ਅਪਣਾਉਂਦੀ ਹੈ। ਪੰਜਾਬ ਦੇ ਲੋਕ, ਤੁਸੀਂ ਤਾਂ ਵੀਰੇ ਸਿਆਣੇ ਹੋ ਯਾਰ। ਇੱਕ ਵਕੀਲ ਵੀਰ ਆ ਕੇ ਉਹ ਪੁੱਛ ਰਿਹਾ ਹੈਗਾ, ਉਹ ਰਿਪੋਰਟਰ ਭਰਾ ਨੇ, ਦੈਨਿਕ ਸਵੇਰਾ ਦੇ ਰਿਪੋਰਟਰ ਨੇ ਪੁੱਛਿਆ, ਕਹਿੰਦੇ ਵੀ ਵੀਰੇ ਵੀ ਕਲਾਕਾਰ ਕਹਿੰਦੇ ਹੈਗੇ ਵੀ ਚਲੋ ਇਹ ਕਮਰਸ਼ੀਅਲ ਗਾਣੇ ਸਾਨੂੰ ਗਾਉਣੇ ਪੈਂਦੇ ਆ, ਕਿਸੇ ਰਿਪੋਰਟਰ ਨੇ ਕਿਹਾ। ਤੇ ਉਹ ਵੀਰ ਅੱਗੋਂ ਕਹਿੰਦਾ ਕਿ ਮੈਂ ਤਾਂ ਇਹਨਾਂ ਨੂੰ ਸਲਾਹ ਦਿੰਦਾ ਕਿ ਇਹ ਐਕਸ ਨਾਮ ਦੀਆਂ ਫਿਲਮਾਂ ਆਉਂਦੀਆਂ, ਬਲੂ ਫਿਲਮਾਂ,
ਉਹ ਕਹਿੰਦਾ ਇਹਦੇ ਪਰਿਵਾਰ ਨੂੰ, ਮੈਂ ਕਹਿੰਦਾ ਇਹਨਾਂ ਦੇ ਨੂੰ ਉਹ ਫਿਲਮਾਂ ਬਣਾ ਲੈਣ ਤੇ ਇਹਨਾਂ ਦੀਆਂ ਮੈਂ ਢਿੱਡ ਦੇਖੂੰਗਾ, ਫਲਾਨਾ ਦੇਖੂੰਗਾ। ਵੀਰੇ ਕੀ ਬੋਲੀ ਜਾਂਦਾ ਭਰਾ? ਸਿਆਣਾ ਸੋਤਾ ਬੰਦਾ ਯਾਰ ਵੀਰੇ, ਤੂੰ ਵਕੀਲ ਐ ਭਰਾ, ਵਕੀਲ ਬੰਦਾ ਯਾਰ ਵੀਰੇ, ਹੱਦ ਹੋਈ ਪਈ ਐ। ਇੱਕ ਕੀ ਵਕੀਲ ਹੋ ਜਾਣਾ ਜਾਂ ਇੱਕ ਲੀਡਰ ਹੋ ਜਾਣਾ ਜਾਂ ਤੁਸੀਂ ਸਰਕਾਰੀ ਮਹਿਕਮੇ 'ਚ ਹੋਏ ਹੋ, ਤੁਸੀਂ ਇੰਨੇ ਖੁੱਲ ਜਾਂਦੇ ਹੋ ਵੀਰੇ। ਮੈਂ ਵਕੀਲ ਭਰਾਵਾਂ ਨੂੰ ਵੀ ਇੱਕ ਸਲਾਹ ਦਿੰਦਾ, ਮੈਨੂੰ 2-4 ਅੱਜ ਭਾਈ ਸਾਹਿਬ ਰਾਜੋਆਣਾ ਜੀ ਜਿਹੜੇ ਜੇਲ੍ਹ 'ਚ ਹੈਗੇ, ਉਹਨਾਂ ਦੀ ਆਈ ਥਿੰਕ ਸਿਸਟਰ ਦਾ ਫੋਨ ਆਇਆ ਸੀ ਮੈਨੂੰ, ਭੈਣ ਦਾ ਫੋਨ ਆਇਆ ਸੀਗਾ ਅੱਜ ਤੋਂ ਬੇੜੀਆਂ ਗਾਣੇ ਤੋਂ ਆਈ ਥਿੰਕ ਦੂਜੇ ਤੀਜੇ ਦਿਨ। ਉਸ ਭੈਣ ਦਾ ਦਰਦ ਸੁਣ ਕੇ ਕਾਲਜੇ ਪਾਟਦੇ ਆ। 26 ਸਾਲਾਂ ਤੋਂ ਉਹਨਾਂ ਦਾ ਪਰਿਵਾਰ ਹੈਗਾ ਜਿਹੜਾ ਜੇਲ੍ਹਾਂ 'ਚ ਬੈਠਾ ਹੈਗਾ। ਸਾਡਾ ਵਕੀਲ ਭਰਾ ਹੈਗੇ ਆ, ਘੱਟ ਤੋਂ ਘੱਟ ਉਹਨਾਂ ਲਈ ਕੇਸ ਲੜਦੀ ਹੈ ਵੀਰੇ। ਸਾਨੂੰ ਤਾਂ ਤੁਸੀਂ ਕੰਜਰ ਕਹਿੰਦੇ ਹੋ, ਉਸ ਤਾਂ ਹੈ ਹੀ ਕੰਜਰ। ਚਲੋ ਤੁਸੀਂ ਸਾਨੂੰ ਸਾਡੇ ਵਰਗਿਆਂ ਪਿੱਛੇ ਤੁਸੀਂ ਕਲਮਾ ਕਹਿੰਦੇ ਹੋ ਵੀ ਅਸੀਂ ਕਲਮਾ ਦਾ ਜ਼ੋਰ ਦਿਖਾਵਾਂਗੇ ਫਲਾਨਾ। ਮੈਂ ਕਹਿੰਦਾ ਬੰਦੀ ਸਿੰਘਾਂ ਲਈ ਕੇਸ ਲੜ ਲਈਏ। 26 ਸਾਲਾਂ ਤੋਂ ਜੇਲ੍ਹ 'ਚ ਆ ਵੀਰੇ। ਚਲੋ ਜੋ ਵੀ ਆ, ਬਹੁਤ ਔਖਾ ਭਰਾ ਜ਼ਿੰਦਗੀ 'ਚ। ਬੜੇ ਕਲਾਕਾਰਾਂ ਨੇ ਮੈਨੂੰ ਜੋ ਹੋ ਰਹੀਆਂ, ਚਲੋ ਆਪ ਚੁਣੇ ਰਾਹ ਏ, ਆਪ ਚੁਣੇ। ਬੜੇ ਲੋਕਾਂ ਨੇ, ਬੜੇ ਭਰਾਵਾਂ ਨੇ ਬੈਠ ਕੇ ਕਹਿਣਾ ਕਿ ਸ਼੍ਰੀ ਜ਼ਿੰਦਗੀ ਐਡੀ ਔਖੀ ਹੋ ਜੂ, ਤੇਰੀ ਜ਼ਿੰਦਗੀ ਨਰਕ ਕਰ ਦੇਣਗੇ। ਨਾ ਇਹਨਾਂ ਨਾਲ ਭਿੜ, ਆਪਣੀ ਔਕਾਤ ਨਹੀਂ ਗੀ ਇਸ ਸਿਸਟਮ ਨਾਲ ਭਿੜਨ ਦੀ। ਕੀ ਕਰਦਾ ਮੈਂ? ਸ਼ੋਅ ਨਹੀਂ ਡਰਦੇ ਲਾ ਰਹੇ ਵੀਰੇ, ਨਾ ਕਿਸੇ ਦਾ ਲੱਗਣਾ ਹੈਗਾ, ਮਾਰ ਕਿਸੇ ਨੇ ਜਾਣਾ ਹੈ। ਕੀ ਕਰੀਏ? ਬਹੁਤ ਔਖੀ ਜ਼ਿੰਦਗੀ ਹੈ। ਪਰ ਮੈਂ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਕਹਿਣਾ, ਜਿੰਨੇ ਕੁ ਵੀ ਸਾਡੇ ਚਾਹਣ ਵਾਲੇ ਆ, ਤੁਹਾਨੂੰ ਕਹਿਣਾ ਮੈਂ ਜੋ ਮੀਡੀਆ ਹੈਗਾ, ਘੱਟ ਤੋਂ ਘੱਟ ਰਿਕਵੈਸਟ ਹੀ ਕਰ ਸਕਦਾ ਤੁਹਾਨੂੰ ਹੱਥ ਜੋੜ ਕੇ ਕਿ ਘੱਟ ਤੋਂ ਘੱਟ ਸਾਰੇ ਰਲ ਮਿਲ ਕੇ ਪੰਜਾਬ ਨੂੰ ਘੱਟ ਤੋਂ ਘੱਟ ਆ ਸਾਜ਼ਿਸ਼ਾਂ ਚੋਂ ਕੱਢ ਲਈਏ ਆਪਾਂ। ਠੀਕ ਹੈ? ਨਹੀਂ ਤਾਂ ਅਸੀਂ ਕਿਸੇ ਦਿਨ ਲਾਸ਼ਾਂ ਚੱਕ ਲਵਾਂਗੇ ਸਾਡੀਆਂ, ਬਾਅਦ 'ਚ ਗੱਲਾਂ ਕਰਨ ਜੋਗੇ ਰਹਿ ਜਾਾਂਗੇ ਆਪਾਂ। ਵਿਚਾਰਾ ਬਥੇਰਾ ਰੋਂਦਾ ਹੁੰਦਾ ਸੀਗਾ। ਇੱਕ ਦਿਨ ਮੈਂ ਹੈਪੀ ਵੀਰ ਦੀ ਗੱਲ ਸੁਣੀ, ਕਹਿੰਦਾ ਕਿਸੇ ਨੇ ਸਿੱਧੂ ਗਾਣੇ 'ਚ ਕਹਿੰਦਾ ਹੁੰਦਾ ਸੀ ਵੀ ਮੈਨੂੰ ਐਂ ਦੁੱਖ ਹੈ, ਮੈਂ ਕਿਹਦੇ ਕੋਲ ਗੱਲ ਕਰਾਂ, ਦੁਖੀ ਹਾਂ ਜ਼ਿੰਦਗੀ 'ਚ ਫਲਾਨਾ, ਹੈ ਨਾ। ਜਾਂ ਕੋਈ ਵੀ ਕਲਾਕਾਰ ਹੈਗਾ, ਉਹ ਆਪਦੇ ਗੀਤਾਂ 'ਚ ਅਕਸਰ ਕਲਾਕਾਰ ਜਿਹੜੇ ਹੁੰਦੇ ਗੀਤਾਂ 'ਚ, ਉਹ ਜਿਹੜੇ ਲਿਖਣ ਵਾਲੇ ਹੈ, ਉਹ ਦਰਦ ਲਿਖਦੇ ਆ। ਤੇ ਆ ਬੋਲ ਕੀ ਕਹੀ ਜਾਂਦੇ ਆ ਵੀਰੇ? ਕਿਹਦੇ ਨਾਲ ਲੜਾਂ ਮੈਂ ਜਾ ਕੇ? ਬੀਜੇਪੀ ਨਾਲ ਲੜ ਲਾਂ, ਕਾਂਗਰਸ ਨਾਲ ਲੜ ਲਾਂ, ਸਰਕਾਰਾਂ ਨਾਲ ਲੜ ਲਾਂ, ਵਕੀਲਾਂ ਨਾਲ ਲੜ ਲਾਂ, ਹੈਂ? ਕਿਹਦੇ ਨਾਲ ਲੜਾਂ? ਘੱਟ ਤੋਂ ਘੱਟ ਨਾਲ ਖੜਿਆ ਕਰੋ ਮੇਰੇ ਭਰਾ। ਬੜੀਆਂ ਜ਼ਿੰਦਗੀ 'ਚ ਬਹੁਤ ਕੁਛ। ਇੰਡਸਟਰੀ ਨੂੰ ਹੱਲ ਕੱਢਣਾ ਪੈਣਾ। ਇੰਡਸਟਰੀ ਨੂੰ ਬਥੇਰੇ ਹੱਥ ਜੋੜੇ ਆ ਵੀਰੇ ਮੈਂ। ਇੰਡਸਟਰੀ ਨੂੰ ਬਥੇਰੇ ਹੱਥ ਜੋੜੇ ਆ, ਇਕੱਠੇ ਹੋ ਜਾਓ। ਘੱਟ ਤੋਂ ਘੱਟ ਇੰਡਸਟਰੀ ਕੀ ਕਰੀਏ? ਇੰਡਸਟਰੀ ਤਾਂ ਆਪ ਇੰਡਸਟਰੀ ਨੂੰ ਦੇਖ ਕੇ ਖੁਸ਼ ਨਹੀਂ ਗੀ ਵੀਰੇ। ਇੰਡਸਟਰੀ ਦਾ ਹਾਲ ਹੋਇਆ ਪਿਆ। ਪਰ ਫਿਰ ਵੀ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ, ਤੁਹਾਡੇ ਲਈ ਜਿੰਨਾ ਚਿਰ ਬੈਠੇ ਆ, ਬੋਲਾਂਗੇ ਵੀ, ਸਾਰਾ ਕੁਛ ਕਰਾਂਗੇ, ਪਰ ਘੱਟ ਤੋਂ ਘੱਟ ਨਾਲ ਖੜ ਜਾ ਕਰੋ ਮੇਰੇ ਭਰਾ। ਠੀਕ ਹੈ? ਤੇ ਇੰਨੀ ਗੱਲ ਕਹਿਣੀ ਹੈ। ਬਾਕੀ ਬਾਬਾ ਚੜ੍ਹਦੀ ਕਲਾ 'ਚ ਰੱਖੇ। ਜਿਵੇਂ ਮੈਂ ਹੁਣ ਕੀ ਆਖਾਂ ਕਿ ਮੇਰੀ 3-4 ਦਿਨ ਪਹਿਲਾਂ ਉਹਨਾਂ ਭੈਣ ਜੀ ਨਾਲ ਗੱਲ ਹੋਈ ਤਾਂ ਵੀਰੇ ਉਹ ਗੱਲ ਆਈ ਥਿੰਕ ਹੋਈ ਹੋਣੀ ਅੱਧਾ ਘੰਟਾ। ਭੈਣ ਨੇ ਹਾਲ ਸੁਣਾਏ ਕਿ ਵੀਰੇ ਘਰ ਪੱਟੇ ਗਏ, ਕੀ ਕਰੀਏ? 26 ਸਾਲ ਤੋਂ ਜੇਲ੍ਹਾਂ 'ਚ ਬੈਠੇ ਐ। ਇੰਨਾ ਦੁੱਖ ਹੋਇਆ ਗੱਲਾਂ ਸੁਣ ਕੇ। ਅੱਧਾ ਘੰਟਾ ਤਾਂ ਹੀ ਬੈਠਾ ਰੋਈ ਗਿਆ ਹੈ। ਕੀ ਕਰ ਲਈਏ? ਬੋਲਣਾ ਪਊਗਾ ਨਾ,
ਬੋਲਣਾ ਤਾਂ ਪਊਗਾ ਵੀਰੇ। ਘੱਟ ਤੋਂ ਘੱਟ ਮੋਰਚੇ ਦੇ ਨਾਲ ਹੱਕ 'ਚ ਆਈਏ, ਗਾਣਿਆਂ ਦੇ ਥਰੂ ਆਈਏ। ਸਾਡੀ ਇੰਡਸਟਰੀ ਨੂੰ ਵੀ ਮੈਂ ਕਹਿਣਾ, ਠੀਕ ਹੈ ਬੜਾ ਕੁਝ ਝੱਲਣਾ ਪਊਗਾ, ਪਰ ਕੁਛ ਨਹੀਂ ਹੁੰਦਾ ਜ਼ਿੰਦਗੀ 'ਚ, ਬੜਾ ਕੁਝ ਝੱਲਣਾ ਪੈਂਦਾ। ਸਭ ਤੇ ਆਉਂਦੀਆਂ ਇਹ ਚੀਜ਼ਾਂ, ਸਭ ਤੇ ਆਉਂਦੀਆਂ, ਪਰ ਇੰਨੀ ਕੁ ਤੁਹਾਨੂੰ ਰਿਕਵੈਸਟ ਕਰਦਾ, ਹੱਥ ਜੋੜ ਕੇ ਇੰਨੀ ਕੁ ਬੇਨਤੀ ਕਰਦਾ ਕਿ ਇਹ ਮੋਰਚੇ ਚੀਜ਼ਾਂ ਆਪਾਂ ਇਹਨਾਂ ਨੂੰ ਟੁੱਟਣ ਨਾ ਦਈਏ। ਜਿੰਨੀ ਕੁ ਕੋਸ਼ਿਸ਼ ਹੋ ਸਕਦੀ ਆਪਾਂ ਨਾਲ ਖੜੀਏ, ਜਿੰਨੀ ਕੁ ਆਪਾਂ ਕਰ ਸਕਦੇ ਹਾਂ ਆਪਾਂ ਇੱਕ ਦੂਜੇ ਦਾ ਹੱਥ ਫੜ ਕੇ ਤੁਰੀਏ। ਸੌ ਚੀਜ਼ਾਂ ਚੱਲਣੀਆਂ, 100 ਸਿਆਸਤਾਂ ਚੱਲਣੀਆਂ, ਪਰ ਬਾਬਾ ਮਿਹਰ ਕਰੇ ਇੱਕ ਦੂਜੇ ਦੇ ਨਾਲ ਖੜੀਏ ਘੱਟ ਤੋਂ ਘੱਟ ਮੇਰਾ ਭਰਾ, ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਆਪਾਂ ਅੱਜ ਗੱਲ ਕਰਨੀ ਆ ਗਾਉਣ ਵਾਲਾ ਜਿਹੜਾ ਮੁੰਡਾ ਕਲਾਕਾਰ ਆ, ਗੀਤ ਲਿਖਦਾ ਵੀ ਆ, ਗੀਤਕਾਰ ਵੀ ਆ ਤੇ ਗਾਉਂਦਾ ਵੀ ਆ, ਸ਼੍ਰੀ ਬਰਾੜ। ਤੁਸੀਂ ਪਹਿਲਾਂ ਵੀ ਉਹਦੇ ਕਾਫੀ ਜਿਹੜੇ ਗੀਤ ਮਸ਼ਹੂਰ ਹੋਏ ਨੇ, ਉਹਦੇ ਲਿਖੇ ਹੋਏ ਗਾਏ ਹੋਏ ਤੁਸੀਂ ਸੁਣੇ ਹੋਣੇ ਆ ਸਾਰਿਆਂ ਨੇ। ਕਿਸਾਨੀ ਅੰਦੋਲਨ ਵੇਲੇ ਜਿੰਨੇ ਕਿਸਾਨ ਐਂਥਮ, ਕਿਸਾਨੀ ਦੇ ਉੱਤੇ ਗੀਤ ਆਏ, ਬਹੁਤ ਮਸ਼ਹੂਰ ਹੋਏ। ਕਈ ਕਲਾਕਾਰਾਂ ਨੇ ਮਿਲ ਕੇ ਉਹ ਗੀਤ ਜਿਹੜੇ ਉਹ ਗਾਏ ਸੀ। ਤਾਂ ਉਸ ਸਮੇਂ ਦੌਰਾਨ ਵੀ ਸ਼੍ਰੀ ਬਰਾੜ ਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਸੀ। ਸ਼੍ਰੀ ਬਰਾੜ ਨੂੰ ਕੁੱਟਿਆ ਵੀ ਗਿਆ ਸੀ ਥਾਣੇ 'ਚ ਲਿਜਾ ਕੇ, ਜਲੀਲ ਵੀ ਕੀਤਾ ਗਿਆ ਸੀ ਤੇ ਕਈ ਦਿਨ ਉਹਦੇ ਉਦੋਂ ਜੇਲ੍ਹ 'ਚ ਲਵਾਤੇ ਸੀ। ਇਹ ਮੈਂ ਗੱਲ ਕਰ ਰਿਹਾ ਜਦੋਂ ਕਿਸਾਨੀ ਅੰਦੋਲਨ ਪੂਰਾ ਭਖਿਆ ਹੋਇਆ ਸੀ ਤੇ ਸ਼੍ਰੀ ਬਰਾੜ ਨੇ ਉਸ ਸਮੇਂ ਦੇ ਵਿੱਚ ਕਿਸਾਨ ਐਂਥਮ ਜਿਹੜਾ ਗੀਤ ਆ ਉਹ 2 ਦੇ ਹਿੱਸੇ ਆਏ ਸੀ, ਉਸ ਇਨਸਾਨ ਨੇ ਲਿਖੇ ਸੀ ਤੇ ਕਈ ਕਲਾਕਾਰਾਂ ਨੇ ਗਾਏ ਸੀ। ਸੋ ਸਮੇਂ-ਸਮੇਂ ਤੇ ਉਸ ਇਨਸਾਨ ਨੇ ਹਮੇਸ਼ਾ ਚੰਗਾ ਲਿਖਣ ਦੀ, ਚੰਗਾ ਗਾਉਣ ਦੀ ਕੋਸ਼ਿਸ਼ ਕੀਤੀ ਆ। ਹੁਣ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਤਾਂ ਇਸ ਮੋਰਚੇ ਦੌਰਾਨ ਉਹਨੇ ਬੇੜੀਆਂ ਗੀਤ ਆ ਜਿਹੜਾ ਉਹ ਗਾਇਆ, ਤਾਂ ਨਾਲ ਦੀ ਨਾਲ ਉਹਦੇ ਤੇ ਕੋਈ ਵਕੀਲ ਹੈ, ਉਹ ਕਹਿੰਦਾ ਜੀ ਮੈਂ ਇਸ ਬੰਦੇ ਦੇ ਖਿਲਾਫ ਹਾਈ ਕੋਰਟ ਤੱਕ ਜਾਊਂਗਾ, ਮੈਂ DGP ਤੱਕ ਜਾਊਂਗਾ, ਮੈਂ ਸਰਕਾਰ ਤੱਕ ਪਹੁੰਚ ਕਰੂੰਗਾ ਤੇ ਇਹ ਤੇ ਮੁਕੱਦਮਾ ਕਹਿੰਦਾ ਦਰਜ ਹੋਣਾ ਚਾਹੀਦਾ। ਉਹਦਾ ਇੱਕ ਹੋਰ ਕੋਈ ਗੀਤ ਆਇਆ, ਉਹ ਵਕੀਲ ਇਹ ਗੱਲ ਕਹਿ ਰਿਹਾ ਕਿ ਇਸ ਗੀਤ ਦੇ ਵਿੱਚ ਉਹਨੇ ਹਥਿਆਰਾਂ ਨੂੰ ਉਤਸ਼ਾਹਿਤ ਕੀਤਾ, ਪ੍ਰਮੋਟ ਕੀਤਾ, ਨਾਲ ਕਹਿੰਦਾ 295 ਧਾਰਾ ਉਹ ਵੀ ਲਾਈ ਜਾਵੇ। ਤੇ ਹੁਣ ਕਈ ਜਿਹੜੇ ਆਪੇ ਸਮਾਜ ਦੇ ਬਣੇ ਠੇਕੇਦਾਰ ਨੇ, ਧਰਮ ਦੇ ਬਣੇ ਠੇਕੇਦਾਰ ਨੇ, ਉਹ ਵੱਖ-ਵੱਖ ਵਰਗਾਂ 'ਚ ਬੈਠੇ ਆ। ਉਹ ਵਕੀਲਾਂ 'ਚ ਵੀ ਹੈਗੇ ਆ, ਉਹ ਹੋਰ ਖੇਤਰਾਂ 'ਚ ਵੀ ਹੈਗੇ ਆ, ਜਿਨ੍ਹਾਂ ਨੂੰ ਇਹ ਲੱਗਦਾ ਕਿ ਜਿਹੜੇ ਵੀ ਇਨਸਾਨ ਨੇ ਕੁਝ ਗਾਉਣਾ, ਲਿਖਣਾ, ਖਾਣਾ, ਪਹਿਨਣਾ, ਉਹ ਸਾਥੋਂ ਪੁੱਛਿਆ ਜਾਵੇ ਪਹਿਲਾਂ, ਕਿਉਂਕਿ ਇਸ ਮੁਲਕ ਦਾ ਜੋ ਮਾਹੌਲ ਚੱਲ ਰਿਹਾ ਹੈ, ਜੋ ਇਸ ਭਾਰਤੀ ਹਕੂਮਤ ਹੈ ਜਿਹੜੀ ਆਪਣੇ ਤਰੀਕੇ ਨਾਲ ਭਾਰਤ ਦਾ ਇਤਿਹਾਸ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰ ਰਹੀ ਆ, ਕਰ ਕੀ ਰਹੀ ਆ, ਲਿਖ ਹੀ ਰਹੇ ਨੇ। ਉਹ ਤੈਅ ਕਰ ਰਹੇ ਨੇ ਲੋਕਾਂ ਨੇ ਕਿਹੜਾ ਕੱਪੜਾ ਪਹਿਨਣਾ, ਕਿਹੜਾ ਨਹੀਂ ਪਹਿਨਣਾ, ਕੀ ਖਾਣਾ, ਕੀ ਪੀਣਾ, ਕੀ ਬੋਲਣਾ, ਜਾਣੇ ਹਰ ਤੁਹਾਡੇ ਕੰਮ ਦੇ ਉੱਤੇ ਪਾਬੰਦੀ ਲਾਈ ਜਾ ਰਹੀ ਆ। ਸੋ ਉਹਨਾਂ ਵਿੱਚੋਂ ਹੀ ਉੱਠ ਕੇ ਇਹ ਜਿਹੇ ਵਕੀਲ ਨੇ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਕਿ ਸ਼੍ਰੀ ਬਰਾੜ ਨੇ ਆਹ ਕਰਤਾ, ਸ਼੍ਰੀ ਬਰਾੜ ਨੇ ਉਹ ਕਰਤਾ ਤੇ ਮੁਕੱਦਮਾ ਦਰਜ ਕਰਾਵਾਂਗੇ। ਸੋ ਪਹਿਲਾਂ ਤਾਂ ਮੈਂ ਉਸ ਵਕੀਲ ਨੂੰ ਪੁੱਛਣਾ ਚਾਹੁੰਦਾ ਵੀ ਭਾਈ ਸਾਹਿਬ, ਪੁਸ਼ਪਾ ਫਿਲਮ ਆਈ ਆ, KGF ਫਿਲਮ ਆਈ ਆ, ਹੁਣੇ ਜਿਹੜੀ ਸੁਪਰ ਡੁਪਰ ਹਿੱਟ ਫਿਲਮ ਰਹੀ ਆ ਪਠਾਨ, ਇਹ ਫਿਲਮਾਂ ਆਈਆਂ ਨੇ ਜਾਂ ਹੋਰ ਅਨੇਕਾਂ ਫਿਲਮਾਂ ਜਿਹੜੀਆਂ ਬਣੀਆਂ ਨੇ ਜਾਂ ਅੱਜ ਬਣ ਰਹੀਆਂ ਨੇ, ਜਿਨ੍ਹਾਂ ਫਿਲਮਾਂ ਦੇ ਵਿੱਚ ਮੈਨੂੰ ਲੱਗਦਾ ਉਹ ਗੱਲ
ਇੱਕ ਕਰਦੇ ਆ ਤੇ ਗੋਲੀਆਂ 10 ਚਲਾਉਂਦੇ ਆ। ਗੋਲੀਆਂ ਵੀ ਉਹ ਕੋਈ ਪਿਸਤੌਲਾਂ ਰਫਲਾਂ ਨਾਲ ਨਹੀਂ, ਗੋਲੀਆਂ ਵੀ ਉਹ ਵੱਡੇ ਵੱਡੇ ਹਥਿਆਰਾਂ ਨਾਲ ਚਲਾਉਂਦੇ ਨੇ। ਉਧਰ ਨੂੰ ਕਦੋਂ ਮੂੰਹ ਕਰਨਾ ਹੈ, ਉਹਨਾਂ ਦੇ ਮੁਕੱਦਮਾ ਕਦੋਂ ਦਰਜ ਕਰਾਉਣਾ ਹੈ, ਜਾਂ ਫਿਲਮਾਂ ਕਦੋਂ ਬੈਨ ਕਰਾਉਣੀਆਂ ਨੇ। ਕਿ ਤੁਹਾਨੂੰ ਉਹੀ ਬੰਦੇ ਚੁੱਭਦੇ ਨੇ ਜਿਹੜੇ ਕੌਮ ਦੀ ਗੱਲ ਕਰਦੇ ਆ, ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ। ਬਹਾਨਾ ਤੁਸੀਂ ਕੋਈ ਨਾ ਕੋਈ ਘੜਨਾ ਹੁੰਦਾ, ਕੋਈ ਨਾ ਕੋਈ ਬਣਾਉਣਾ ਹੁੰਦਾ ਹੈ। ਬਹਾਨਾ ਤੁਸੀਂ ਬਣਾ ਲੈਂਦੇ ਹੋ ਵੀ ਹਥਿਆਰਾਂ ਨੂੰ ਪ੍ਰਮੋਟ ਕਰ ਰਿਹਾ ਜੀ, ਹਿੰਸਾ ਨੂੰ ਵਧਾ ਰਿਹਾ ਜੀ। ਠੀਕ ਆ, ਮੰਨ ਲੈਂਦੇ ਆ ਅਸੀਂ ਇਹ ਗੱਲਾਂ ਨੂੰ ਕਿ ਸਰਕਾਰ ਭਾਈ ਇਹਨਾਂ ਗੱਲਾਂ ਦੇ ਉੱਤੇ ਕਾਬੂ ਪਾਉਣਾ ਚਾਹੁੰਦੀ ਆ, ਪਰ ਇਹ ਸਾਰੇ ਥਾਈਂ ਲਾਗੂ ਹੋਣਾ ਚਾਹੀਦਾ ਨਾ। ਫਿਲਮਾਂ ਦੇ ਵਿੱਚ ਤਾਂ ਫਿਰ ਰੁਕ ਨਹੀਂ ਰਿਹਾ ਇਹ। ਫਿਲਮਾਂ ਨੂੰ ਤਾਂ ਸੈਂਸਰ ਬੋਰਡ ਪਾਸ ਕਰਦਾ, ਸੈਂਸਰ ਕਰਦਾ, ਫਿਰ ਉੱਥੇ ਵੀ ਪਾਬੰਦੀ ਲਾਈ ਜਾਵੇ। ਇਹ ਕੋਈ ਪੁਰਾਣੀ ਗੱਲ ਨਹੀਂ। ਹੁਣੇ 3-4 ਫਿਲਮਾਂ ਨਵੀਆਂ ਜਿਹੜੀਆਂ ਆਈਆਂ ਨੇ ਉਹਨਾਂ ਦੇ ਵਿੱਚ ਤੁਸੀਂ ਦੇਖੋ ਕਿੰਨਾ ਹਥਿਆਰ ਚਲਾਏ ਗਏ ਨੇ, ਕੀ ਕੁਝ ਦਿਖਾਇਆ ਜਾਂਦਾ ਉਹਨਾਂ ਦੇ ਵਿੱਚ, ਉੱਥੇ ਪਾਬੰਦੀ ਨਹੀਂ ਲੱਗਦੀ। ਪਰ ਜਦੋਂ ਕੋਈ ਇਨਸਾਨ ਜਿਹੜਾ ਬਹੁਤ ਥੋੜੇ ਨੇ, ਅਸਲ ਤਾਂ ਗਾਇਕ ਹਾਈ ਕਿੰਨੇ ਕੁ ਨੇ, ਬਹੁਤ ਥੋੜੇ ਬੰਦੇ ਨੇ ਗਿਣਤੀ ਦੇ, ਜਿਹੜੇ ਉਂਗਲਾਂ ਦੇ ਗਿਣੇ ਜਾਣਗੇ, ਜਿਹੜੇ ਪੰਜਾਬ ਦੀ ਗੱਲ ਕਰਦੇ ਆ, ਸਾਡੇ ਹੱਕਾਂ ਦੀ ਗੱਲ ਕਰਦੇ ਆ, ਕੌਮ ਦੀ ਪੰਥ ਦੀ ਗੱਲ ਕਰਦੇ ਆ। ਉਹਨਾਂ ਨੂੰ ਇਹ ਐ ਨਿਸ਼ਾਨਾ ਬਣਾ ਲੈਂਦੇ ਆ। ਉਹ ਜਿਉਣਾ ਦੁੱਬਰ ਹੋਇਆ ਪਿਆ ਸ੍ਰੀ ਬਰਾੜ ਦਾ ਵਿਚਾਰਾ। ਉਹ ਮੇਰੇ ਨਾਲ ਅੱਜ ਗੱਲ ਵੀ ਹੋਈ ਉਹਦੀ ਫੋਨ ਤੇ। ਉਹ ਕਹਿੰਦਾ ਬਾਈ ਕੀ ਕਰਾਂ ਯਾਰ, ਮੈਂ ਤਾਂ ਕਹਿੰਦਾ ਸਾਲ ਦੇ ਵਿੱਚ ਜਦੋਂ ਵੀ ਕੋਈ ਮੇਰਾ ਗਾਣਾ ਆਉਂਦਾ ਨਾਲ ਦੀ ਨਾਲ ਇਹੋ ਜਿਹਾ ਕੰਮ ਖੜਾ ਹੋ ਜਾਂਦਾ। ਤਾਂ ਮੈਂ ਜਿਹੜੇ ਗਾਉਣ ਵਾਲੇ ਕਲਾਕਾਰ ਭਰਾ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਯਾਰ ਤੁਹਾਡੀ ਇਹ ਕਲਾਕਾਰਾਂ ਦੀ ਦੁਨੀਆ ਹੈਗੀ ਆ, ਤੁਸੀਂ ਤੁਹਾਡਾ ਫਰਜ਼ ਬਣਦਾ ਕਿ ਜੇ ਤੁਹਾਡੇ ਕੋਈ ਭਰਾ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਆ, ਕੋਈ ਨੌਬਤ ਆਉਂਦੀ ਆ, ਤਾਂ ਉਹਦੇ ਨਾਲ ਖੜੋ। ਅੱਜ ਸ੍ਰੀ ਬਰਾੜ ਨੂੰ ਇਹ ਨਿਸ਼ਾਨਾ ਬਣਾ ਰਹੇ ਆ, ਉਹਦੇ ਮੁਕੱਦਮੇ ਦਰਜ ਕਰਾ ਰਹੇ ਆ, ਕੱਲ ਨੂੰ ਤੁਹਾਡੀ ਵਾਰੀ ਆ ਜਾਣੀ ਹੈ। ਤਾਂ ਸਾਰੇ ਕਲਾਕਾਰਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਕਮੁੱਠ ਹੋ ਕੇ ਇਸ ਗੱਲ ਦਾ ਜਵਾਬ ਦਿਓ। ਤੇ ਲੋਕਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ, ਪੰਜਾਬ ਦਿਆਂ ਨੂੰ, ਕਿ ਜਦੋਂ ਕੋਈ ਇਹੋ ਜਿਹੀ ਗੱਲਬਾਤ ਸਾਡੇ ਸਾਹਮਣੇ ਆਉਂਦੀ ਆ ਤਾਂ ਉਹਦਾ ਵਿਰੋਧ ਕਰਿਆ ਕਰੋ। ਠੀਕ ਆ, ਅਸੀਂ ਸਹਿਮਤ ਹਾਂ ਇਸ ਗੱਲ ਦੇ ਨਾਲ ਕਿ ਸਰਕਾਰ ਇਹ ਸਾਰਾ ਕੁਝ ਬੰਦ ਕਰਨਾ ਚਾਹੁੰਦੀ ਆ। ਫਿਲਮਾਂ, ਪਠਾਨ ਫਿਲਮ ਪੰਜਾਬ 'ਚ ਵੀ ਲੱਗੀ ਹੋਣੀ ਆ, ਹੋਰ ਕਿੰਨੀਆਂ ਫਿਲਮਾਂ ਪੰਜਾਬ 'ਚ ਵੀ ਲੱਗਦੀਆਂ ਨੇ, ਪੂਰੇ ਭਾਰਤ 'ਚ ਫਿਲਮਾਂ ਚੱਲਦੀਆਂ ਨੇ। ਉਹਨਾਂ 'ਚ ਦੇਖੋ ਕੀ ਕੁਝ ਹੋ ਰਿਹਾ। ਸੋ ਜਾਣ ਬੁੱਝ ਕੇ ਉਹੀ ਬੰਦੇ ਨਿਸ਼ਾਨੇ ਤੇ ਲਏ ਜਾ ਰਹੇ ਨੇ, ਉਹੀ ਬੰਦੇ ਜਲੀਲ ਕੀਤੇ ਜਾ ਰਹੇ ਨੇ, ਉਹੀ ਬੰਦਿਆਂ ਨੂੰ ਇਹ ਡਰਾ ਕੇ ਘਰੇ ਬਿਠਾਉਣਾ ਚਾਹੁੰਦੇ ਨੇ ਜਿਹੜੇ ਕੋਈ ਸਾਡੇ ਮਾੜੇ ਮੋਟੇ ਹੱਕ ਦੀ ਗੱਲ ਕਰਦੇ ਆ, ਸਾਡੇ ਇਤਿਹਾਸ ਦੀ ਗੱਲ ਕਰਦੇ ਆ, ਸਾਡੀ ਆਉਣ ਵਾਲੀ ਸਾਡੀਆਂ ਪੀੜ੍ਹੀਆਂ ਨੂੰ, ਨਸਲਾਂ ਨੂੰ ਸਾਡੇ ਇਤਿਹਾਸ ਨਾਲ ਜੋੜਦੇ ਨੇ, ਉਹਨਾਂ ਦੇ ਵਿੱਚ ਕੋਈ ਚਿਣਗ ਭਰਦੇ ਨੇ। ਉਹਨਾਂ ਬੰਦਿਆਂ ਨੂੰ ਇਹ ਜਾਣ ਬੁੱਝ ਕੇ ਨਿਸ਼ਾਨਾ ਬਣਾ ਕੇ ਦੱਬਣ ਦੀ ਕੋਸ਼ਿਸ਼ ਕਰ ਰਹੇ ਆ। ਤਾਂ ਸਾਨੂੰ ਹਰ ਬੰਦੇ ਨੂੰ ਇਹ ਨਾਲ ਖੜਨਾ ਚਾਹੀਦਾ। ਨਹੀਂ, ਹਰ ਇੱਕ ਦੀ ਆਵਾਜ਼ ਇੱਥੇ ਦੱਬੀ ਜਾਣੀ ਹੈ, ਚਾਹੇ ਉਹ ਗਾਉਣ ਵਾਲਾ ਕਲਾਕਾਰ ਹੈ, ਚਾਹੇ ਕੋਈ ਲਿਖਣ ਵਾਲਾ ਹੈ, ਚਾਹੇ ਕੋਈ ਬੋਲਣ ਵਾਲਾ ਬੁਲਾਰਾ ਹੈ, ਕਿਸੇ ਪ੍ਰਕਾਰ ਦਾ ਬੰਦਾ ਹੈ, ਉਸ ਹਰ ਬੰਦੇ ਨੂੰ ਇਹ ਹੌਲੀ ਹੌਲੀ ਇਹ ਦੱਬ ਰਹੇ ਨੇ। ਕੱਲੇ ਨੂੰ ਦੱਬ ਰਹੇ ਨੇ, ਬਾਕੀ ਚੁੱਪ ਹੋ ਜਾਂਦੇ ਆ। ਵਾਰੀ ਸਭ ਦੀ ਆ ਜਾਣੀ ਹੈ, ਫਿਰ ਉਦੋਂ ਸਾਨੂੰ ਲੱਗਣਾ ਵੀ ਸਾਡੀ ਖਾਤਰ ਨਹੀਂ ਕੋਈ ਬੋਲ ਰਿਹਾ। ਸੋ ਜਿੰਨੇ ਦਾ ਕਲਾਕਾਰ ਨੇ, ਜਿੰਨੇ ਇਹਨਾਂ ਦੀ ਇੰਡਸਟਰੀ ਹੈ, ਤੁਹਾਡੀ ਗਾਉਣ ਵਾਲਿਆਂ ਦੀ, ਫਿਲਮ ਵਾਲਿਆਂ ਦੀ, ਤੁਹਾਡਾ ਫਰਜ਼ ਬਣਦਾ ਕਿ ਜਨ 4 ਸਪੇਰੋਂ ਬੰਦ ਕਰ ਦਿਓ, ਪਰ ਸਾਨੂੰ ਇਕੱਲੇ ਕਰੇ ਬੰਦੇ ਨੂੰ ਕਿਉਂ ਨਿਸ਼ਾਨਾ ਬਣਾਉਣੇ ਆ। ਸੋ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਉਸ ਇਨਸਾਨ ਨੇ ਬੇੜੀਆਂ ਗੀਤ ਗਾਇਆ, ਸੁਣ ਲਿਓ ਤੁਸੀਂ ਸਾਰੇ ਜਾਣੇ। ਸ੍ਰੀ ਬਰਾੜ ਨੇ ਪਹਿਲਾਂ ਹੀ ਬਹੁਤ ਸੋਹਣੇ ਉਹਨੇ ਗੀਤ ਲਿਖੇ ਵੀ ਨੇ ਤੇ ਗਾਏ ਵੀ ਨੇ। ਤੇ ਆਓ ਅੱਜ ਆਪਣਾ ਫਰਜ਼ ਬਣਦਾ ਯਾਰ, ਜੇ ਇਸ ਤਰ੍ਹਾਂ ਇਹ ਬੰਦੇ ਨੂੰ ਇਕੱਲੇ ਨੂੰ ਘੇਰ ਕੇ ਉਹਨੂੰ ਨਿਸ਼ਾਨਾ ਬਣਾ ਕੇ ਦਬਾਉਣ ਦੀ ਕੋਸ਼ਿਸ਼ ਕਰ ਰਿਹਾ, ਸਾਡਾ ਫਰਜ਼ ਬਣਦਾ ਕਿਸੇ ਵੀ ਤਰੀਕੇ ਨਾਲ ਅਸੀਂ ਉਸ ਇਨਸਾਨ ਦੇ ਨਾਲ ਖੜ ਗਏ ਜਿਹੜਾ ਸਾਡੇ ਹੱਕਾਂ ਦੀ ਆਵਾਜ਼ ਉਠਾਉਂਦਾ, ਲੋਕਾਂ ਤੱਕ ਪਹੁੰਚਾਉਂਦਾ। ਇੱਕ ਸੱਜਣ ਲਿਖਦਾ, ਕਹਿੰਦਾ ਬਾਈ ਸਿੱਧੂ ਮਰ ਗਿਆ, ਕੋਈ ਬੋਲਿਆ ਨਹੀਂ, ਇਹਨਾਂ ਨੇ ਕਿੱਥੇ ਬੋਲਣਾ। ਇਹੀ ਤਾਂ ਮੈਂ ਗੱਲ ਪਿੱਟ ਰਿਹਾ ਕਿ ਇਹਨਾਂ ਨੂੰ ਲੱਗਦਾ ਕਿ ਯਾਰ ਸਿੱਧੂ ਮਰ ਗਿਆ, ਆਪਾਂ ਕੀ ਲੈਣਾ, ਆਪਾਂ ਆਪਣੀ ਜਾਨ ਬਚਾਈਏ। ਪਰ ਇਹ ਪਤਾ ਨਹੀਂ ਕੱਲ ਨੂੰ ਪੈਣੀ ਕੀਤੇ ਆ। ਤੁਹਾਡੇ 'ਚ ਬਹੁਤ ਵੱਡੀ ਤਾਕਤ ਹੈ, ਕਿੱਡੇ ਨਾਮੀ ਕਲਾਕਾਰ ਬੈਠੇ ਨੇ, ਕਿੰਨੇ ਪੁਰਾਣੇ ਕਲਾਕਾਰ ਬੈਠੇ ਨੇ ਜਿਨ੍ਹਾਂ ਨੇ ਬਹੁਤ
ਸੱਭਿਆਚਾਰ ਦੇ ਵਿੱਚ ਆਪਣਾ ਯੋਗਦਾਨ ਪਾਇਆ, ਬਹੁਤ ਕੁਝ ਲਿਖਿਆ, ਗਾਇਆ, ਬਣਾਇਆ, ਉਹਨਾਂ ਦਾ ਹੀ ਫਰਜ਼ ਬਣਦਾ। ਸੋ ਇਸ ਕਰਕੇ ਸਾਡਾ ਫਰਜ਼ ਬਣਦਾ ਕਿ ਅਸੀਂ ਉਸ ਇਨਸਾਨ ਦੇ ਨਾਲ ਖੜ ਗਏ। ਅੱਜ ਉਹ ਇਨਸਾਨ ਵਿਪਤਾ 'ਚ ਆ। ਐਵੇਂ ਕੋਈ ਉੱਠ ਕੇ ਬੰਦਾ ਕੱਲ ਨੂੰ ਹਰਕੀ ਮੁਰੇ ਹੋ ਕੇ ਖੜ ਜਾਂਦਾ ਹੈ, ਅਸੀਂ ਐਂ ਕਰਾਵਾਂਗੇ ਜੀ, ਅਸੀਂ ਐਂ ਕਰਾਵਾਂਗੇ, ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਜੀ। ਸਾਡੇ ਕੀ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਬਾਈ? ਜੇ ਐਡੀ ਹਿੰਮਤ ਆ ਤਾਂ ਕਰਾਓ ਫਿਲਮਾਂ ਬੰਦ ਫਿਰ ਜਾ ਕੇ। ਬਿਲਕੁਲ ਅੱਜ ਸ੍ਰੀ ਬਰਾੜ ਬੋਲ ਰਿਹਾ ਕਿ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ। ਇਹ ਵੀ ਗੱਲ ਸਾਹਮਣੇ ਆਈ ਹੈ। ਉਹਨੇ ਅੱਜ ਬੋਲਿਆ ਵੀ ਹੈ ਕਿ ਮੈਨੂੰ ਇਹ ਫੋਨ ਕਰਕੇ ਡਰਾ ਧਮਕਾ ਵੀ ਰਹੇ ਨੇ। ਸੋ ਆਓ ਯਾਰ ਰਲ ਕੇ ਆਪਾਂ ਆਵਾਜ਼ ਉਠਾਈਏ, ਨਹੀਂ ਤਾਂ ਫਿਰ ਇਹਨਾਂ ਨੇ ਹੌਲੀ ਹੌਲੀ ਸਾਰੀਆਂ ਆਵਾਜ਼ਾਂ ਦੱਬ ਦੇਣੀਆਂ ਨੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਥੋੜਾ ਆਪਣਾ ਲਾਈਵ ਸ਼ੁਰੂ ਹੋ ਰਿਹਾ। ਆਈ ਥਿੰਕ ਮੈਂ ਫੇਸਬੁੱਕ ਤੇ ਵੀ ਲਾਈਵ ਹੈਗਾ ਤੇ ਇੰਸਟਾਗ੍ਰਾਮ ਤੇ ਵੀ ਹੈਗਾ। ਆਜੋ ਮੇਰਾ ਭਰਾ, ਮੇਰੇ ਭੈਣਾਂ ਭਰਾ, ਇੱਕ ਵਾਰ ਸਾਰੇ ਲਾਈਵ ਆਜੋ, ਜੁੜ ਜਾਓ, ਕਿਉਂਕਿ ਬੜੇ ਵੈਸੇ ਮੈਂ ਲਾਈਵ ਆਉਂਦਾ ਹੀ ਨਹੀਂਗਾ, ਹਨਾ। ਤੇ ਆਜੋ, ਬੜੀਆਂ ਜ਼ਰੂਰੀ ਗੱਲਾਂ ਕਰਨੀਆਂ ਸਾਰੇ ਭਰਾਵਾਂ ਨਾਲ। ਸਾਰੇ ਭੈਣ ਭਰਾ ਮੇਰੇ ਸਾਰੇ ਆ ਜਾਣ ਜੀ। ਰਿਕੁਐਸਟ ਹੈਗੀ, ਇਹਨੂੰ ਸ਼ੇਅਰ ਵੀ ਕਰ ਸਕਦੇ ਹੋ, ਸ਼ੇਅਰ ਵੀ ਜ਼ਰੂਰ ਕਰਿਓ। ਤੇ ਇੱਕ ਵਾਰ ਜੁੜ ਜਾਓ ਸਾਰੇ ਆਪਣਾ, ਹਨਾ ਵੀਰ ਭਰਾ। ਤੇ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਕੌਮੀ ਇਨਸਾਫ ਮੋਰਚਾ, ਯੈਸ ਬਿਲਕੁਲ, ਜਿੰਦਾਬਾਦ ਜਿੰਦਾਬਾਦ, ਲਵ ਯੂ ਲਵ ਯੂ। ਤਾਂ ਸੋ ਸਾਰੇ ਭਰਾਵਾਂ ਨਾਲ, ਸਾਰੇ ਭੈਣਾਂ ਨਾਲ ਮੈਂ ਗੱਲ ਕਰਨੀ ਚਾਹੁੰਦਾ। ਤੇ ਹਰ ਗੱਲ, ਤੁਸੀਂ ਸਾਡੀ ਕਚਹਿਰੀ ਹੋ ਤਾਂ ਜਿੰਨੀ ਵੀ ਗੱਲ ਕਰਦਾ ਸਾਡੇ ਲਈ ਸਭ ਤੋਂ ਉੱਤੇ ਸਾਡਾ ਗੁਰੂ ਗ੍ਰੰਥ ਸਾਹਿਬ ਹੈਗੇ। ਤਾਂ ਮੈਂ ਉਹਨਾਂ ਦੀ ਕਸਮ ਦੇ ਕੇ ਗੱਲ ਕਰਦਾ, ਮੈਂ ਕੁਛ ਝੂਠ ਨਹੀਂ ਬੋਲਦਾ। ਹਰ ਚੀਜ਼ ਤੁਹਾਡੇ ਤੱਕ ਮੈਂ ਜਿਹੜੀ ਰੱਖਣ ਲੱਗਿਆ ਹੈਗਾ, ਉਹਨੂੰ ਤੁਸੀਂ ਐਕਚੁਅਲ 'ਚ ਸਮਝੋ, ਕਹਾਣੀ ਨੂੰ ਸਾਰੀ ਨੂੰ। ਬਈ ਪਰਚਾ ਹੋ ਗਿਆ, ਫਿਰ ਉਸ ਦੀ ਗੱਲਾਂ, ਉਹ ਪਰਚਿਆਂ ਦੀ ਗੱਲਾਂ ਕਰਨ ਲੱਗਿਆ ਵੀਰੇ। ਪਰਚੇ, ਪਤਾ ਹੀ ਨਹੀਂ ਕੀ ਕੁਛ ਹੋਈ ਜਾਂਦਾ ਜ਼ਿੰਦਗੀ 'ਚ, ਪਤਾ ਹੀ ਨਹੀਂ ਕੀ ਚੱਲੀ ਜਾਂਦਾ। ਹਰ ਮੇਰਾ ਵੀਰ ਭਰਾ, ਹਨਾ, ਧਿਆਨ ਨਾਲ ਗੱਲ ਸੁਣਿਓ। ਅੱਜ ਤੱਕ ਮੇਰੇ ਤੇ ਕੀ ਬੀਤਦੀ ਹੈ ਜ਼ਿੰਦਗੀ 'ਚ ਕੀ ਬੀਤਦੀ ਹੈਗੀ ਹੈ, ਮੈਂ ਕਿਹੜੇ ਹਾਲਾਤਾਂ 'ਚੋਂ ਲੰਘਦਾ, ਮੈਂ ਉਹ ਗੱਲਾਂ ਹਜੇ ਵੀ ਨਹੀਂ ਰੱਖਦਾ ਪੰਜਾਬ ਦੇ ਲੋਕਾਂ ਅੱਗੇ। ਸਹੁੰ ਵਾਲੀ ਗੱਲ ਹੈਗੀ ਆ। ਮੈਂ ਸਾਡੇ ਗੁਰੂਆਂ ਦੀ ਸਹੁੰ ਦੇ ਕੇ ਕਹਿਣਾ ਕਿ ਜੇ ਮੈਂ ਉਹ ਗੱਲਾਂ, ਮੈਂ ਕਿਹੜੇ ਹਾਲਾਤਾਂ 'ਚੋਂ ਗੁਜ਼ਰ ਰਿਹਾ ਤੇ ਕਿਹੜੇ ਹਾਲਾਤਾਂ 'ਚੋਂ ਮੈਂ ਲੰਘਿਆ, ਜੇ ਮੈਂ ਉਹ ਗੱਲਾਂ ਇੱਥੇ ਰੱਖਾਂ ਤਾਂ ਮੈਨੂੰ ਪਤਾ ਕਿ ਸਾਡੇ ਨੌਜਵਾਨ ਮੁੰਡੇ ਕੁੜੀਆਂ ਹੈਗੇ ਆ ਜਿਹੜੇ, ਉਹ ਸਾਰੇ ਵਾਪਸ ਮੁੜਨਗੇ। ਦੱਸ ਨਹੀਂ ਸਕਦਾ ਮੈਂ ਵੀਰੇ ਕਿਹੜੀਆਂ ਜ਼ਿੰਦਗੀ 'ਚ ਚੀਜ਼ਾਂ ਸਹਿ ਰਿਹਾ, ਨਹੀਂ ਦੱਸ ਸਕਦਾ। ਸਹੁੰ ਗੁਰੂ ਦੀ, ਮੈਂ ਅੱਜ ਤੱਕ ਜਿੰਨਾ ਕੁਛ ਮੈਂ ਆਪਦੇ ਕੀ ਦੱਸਾਂ ਕਿਸੇ ਨੂੰ, ਕੀ ਸਹਿਆ ਮੈਂ, ਹਜੇ ਵੀ ਕਮੀ ਨਹੀਂ। ਚਲੋ ਜੀ, ਕਿਸਾਨ ਅੰਦੋਲਨ ਦੇ ਵਿੱਚ ਬਾਬਾ ਮਿਹਰ ਕਰੇ, ਬੜਾ ਕੁਛ ਦੇਖਿਆ ਤੁਹਾਡੇ ਭਰਾ ਨੇ, ਬੜਾ ਕੁਛ ਦੇਖਿਆ। ਕਿਹੜੇ ਗੁੰਡਿਆਂ ਦੇ ਫੋਨ ਨਹੀਂ ਸਹੇ ਤੁਹਾਡੇ ਵੀਰ ਨੇ, ਕਿਹੜੇ ਪੋਲੀਟੀਸ਼ੀਅਨਾਂ ਤੋਂ ਧਮਕੀਆਂ ਨਹੀਂ ਲਈਆਂ ਮੈਂ, ਠੀਕ ਹੈ। ਕਿਵੇਂ ਅੱਜ ਤੱਕ ਝੇਲਦਾ ਆ ਰਹੇ ਚੀਜ਼ਾਂ ਨੂੰ, ਹਨਾ। ਕਿਤੇ ਨਹੀਂ ਰੋਇਆ ਤੁਹਾਡੇ ਸਾਹਮਣੇ ਆ ਕੇ, ਕੀ ਰੋਵਾਂ? ਤੁਸੀਂ ਤਾਂ ਖੁਦ ਮੇਰੇ ਵਾਂਗੂ ਫਸੇ ਬੈਠੇ ਹੋ ਸਾਰੇ, ਹਨਾ। ਤੁਸੀਂ ਖੁਦ ਸਾਰੀਆਂ ਚੀਜ਼ਾਂ 'ਚ, ਉਸੇ ਪੰਜਾਬ 'ਚ ਤੁਸੀਂ ਰੋ ਰਹੇ ਹੋ, ਉਸੇ 'ਚ ਮੈਂ ਰੋ ਰਿਹਾ। ਕੀ ਰੋਵਾਂ ਮੈਂ ਕਿਸੇ ਦੇ ਸਾਹਮਣੇ ਆ ਕੇ? ਅੱਜ ਤੱਕ ਕਿੰਨੀਆਂ ਚੀਜ਼ਾਂ ਹੈਗੀਆਂ, ਹਰ ਸਾਲ ਘੱਟ ਤੋਂ ਘੱਟ ਮੈਨੂੰ ਲੱਗਦਾ 40-50 ਚੀਜ਼ਾਂ, ਕਿਸੇ ਚੀਜ਼ਾਂ ਹੱਥ ਜੋੜ ਕੇ ਖੜਾ ਛਡਾਉਣਾ ਕਿ ਹਨਾ ਇੱਥੋਂ ਨਿਕਲ ਜਾ,
ਕਿਸੇ ਪਾਸੇ ਜੇ ਪੈਸਿਆਂ ਦਾ ਹੁੰਦਾ ਪੈਸੇ ਦੇ ਕੇ ਪਿੱਛੇ ਹੋ ਜਾਂਦਾ ਹੈ, ਕਿਸੇ ਪਾਸੇ ਜੇ ਮੇਰੇ ਕੋਈ ਹੁੰਦਾ ਹੈਗਾ ਕਿ ਕੋਈ ਪੋਲੀਟੀਸ਼ੀਅਨ ਪਿੱਛੇ ਪੈਂਦੇ ਹੈਗੇ, ਜਦੋਂ ਉਹ ਉਹਨਾਂ ਚੀਜ਼ਾਂ ਚੋਂ ਕਿਤੇ ਹੱਥ ਜੋੜ ਕੇ, ਜਾਂ ਕੋਈ ਪੋਲੀਟੀਸ਼ੀਅਨ ਵੀਰ ਭਰਾ ਹੁੰਦਾ ਉਹਨਾਂ ਨੂੰ ਹੱਥ ਜੋੜ ਦੇਣਾ ਵੀ ਮੇਰੇ ਨਾਲ ਧੱਕਾ ਨਾ ਕਰੋ, ਮੈਂ ਹਟ ਨਹੀਂ ਸਕਦਾ ਬੋਲਣੋਂ, ਮੇਰੀ ਮਜਬੂਰੀ ਹੈ। ਪੰਜਾਬ ਦੇ ਹੱਕ 'ਚ ਬੋਲਣ ਦੀ ਸਜ਼ਾ ਮੇਰੀ ਐਡੀ ਹੈ, ਪੰਜਾਬ ਦੇ ਹੱਕ 'ਚ ਬੋਲਣ ਦੀ ਸਜ਼ਾ ਮੇਰੀ ਇਹ ਹੈਗੀ ਹੈ, ਹਰ ਸਾਲ 'ਚ 12 ਮਹੀਨੇ ਹੁੰਦੇ ਆ ਤੇ ਤੁਹਾਡਾ ਭਰਾ 8 ਵਾਰੀ ਛੱਤ ਨੂੰ ਰੱਸੇ ਪਾਉਂਦਾ। ਐਸੀ ਸਿਚੁਏਸ਼ਨ ਤੇ ਲਿਆ ਕੇ ਸੁੱਟਦੇ ਆ ਮੈਨੂੰ ਕਿ ਮੇਰੀ ਜ਼ਿੰਦਗੀ, ਮਤਲਬ ਸੁਸ਼ਾਂਤ ਸਿੰਘ ਜਿਵੇਂ ਮਜਬੂਰ ਸੀਗਾ, ਕਹਿੰਦੇ ਕਿ ਉਹਨੇ ਆਪ ਹੀ ਸੁਸਾਈਡ ਕਰ ਲਿਆ ਜਾਂ ਇਹਨਾਂ ਨੇ ਮਾਰ ਕੇ ਟੰਗਤਾ ਉਹਨੂੰ, ਉਹ ਹਾਲਾਤਾਂ ਤੇ ਆ ਜਾਂਦਾ ਮੈਂ। ਫਿਰ ਮੈਂ ਸੋਚਦਾ ਕਿ ਯਾਰ ਚੱਲ ਛੱਡ ਭਰਾ, ਐਂ ਸੋਚ ਲਾ ਕਿ ਤੂੰ ਅੱਜ ਮਰ ਗਿਆ ਤੇ ਫਿਰ ਖੜੇ ਹੁੰਨੇ ਆ, ਐਂ ਸੋਚ ਲਾ ਤੂੰ ਮਰ ਗਿਆ ਤੇ ਪੰਜਾਬ ਦੇ ਲੇਖੇ ਲੱਗ ਜਾ। ਇੱਥੇ ਲਾਈਵ 'ਚ ਦਿੰਨਾ ਮੈਂ, ਲਾਈਵ 'ਚ ਇਹ ਗੱਲ ਕਹਿਣਾ, ਗੁਰੂ ਗ੍ਰੰਥ ਸਾਹਿਬ ਦੀ ਸਹੁੰ ਪਾ ਕੇ ਗੱਲ ਕਹਿਣਾ। 6 ਮਹੀਨੇ ਪਹਿਲਾਂ ਦੀ ਗੱਲ ਹੈ, ਜਾਂ ਆਈ ਥਿੰਕ 8-9 ਮਹੀਨੇ ਹੋ ਗਿਆ, ਸੌਰੀ 7 ਮਹੀਨੇ, ਮੈਨੂੰ 6-7 ਮਹੀਨੇ ਇੱਥੇ ਆ ਗਏ ਹੋ ਗਏ, 2 ਸਾਲ ਨਹੀਂ, ਸਾਲ ਪੁਰਾਣੀ ਗੱਲ ਹੈ। ਬੀਜੇਪੀ ਦਾ ਬੜਾ ਮੰਨਿਆ ਪਰਮੰਨਿਆ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਫਿਰ ਇਹ ਪਰਚੇ ਪਾਉਣਗੇ ਮੇਰੇ ਤੇ, ਕੁਝ ਕਰਨਗੇ, ਬਟ ਗੁਰੂ ਦੀ ਸਹੁੰ ਦੇ ਕੇ ਕਹਿਣਾ ਕਿ ਬੀਜੇਪੀ ਦੇ ਬੰਦੇ ਨੇ, ਭਰਾ ਨੇ, ਉਸੇ ਮੀਟਿੰਗ 'ਚ ਬੈਠਾ ਸੀਗਾ ਤੇ ਆ ਕੇ ਕਹਿੰਦਾ ਕਿ ਸ਼੍ਰੀ ਤੇਰੇ ਤੇ ਪਰਚਾ ਵੀਰੇ, ਮੈਨੂੰ ਫੋਨ ਕਰਿਆ, ਉਹ ਚੰਗਾ ਭਲਾ ਬੰਦਾ, ਉਹਦੇ ਹੋਸ਼ ਉੱਡ ਗਏ ਤੇ ਮੈਨੂੰ ਫੋਨ ਕਰਕੇ ਕਹਿੰਦਾ ਵੀਰੇ ਮੈਂ ਮਿਲਣਾ ਹੈ, ਕਿੱਥੇ ਆ ਤੂੰ, ਛੋਟਾ ਭਰਾ ਹੈ। ਮੈਂ ਕਿਹਾ ਜੀ ਮੈਂ ਮੋਹਾਲੀ, ਮੈਂ 91 ਹੁੰਦਾ ਸੀ, ਮੈਂ ਸਵੇਰੇ ਮੈਂ ਗੱਲ ਹੋਈ, ਮੈਂ ਮਿਲਿਆ, ਮੈਨੂੰ ਵੀਰ ਕਹਿੰਦਾ ਕਿ ਰਾਤ ਮੀਟਿੰਗ 'ਚ ਬੈਠੇ ਆ ਬੀਜੇਪੀ ਦੇ, ਤੇ ਸ਼੍ਰੀ ਉੱਥੇ ਗੱਲ ਕੀ ਹੋਈ, ਤੇਰਾ ਜ਼ਿਕਰ ਚੱਲਿਆ ਤੇ ਉਹਨਾਂ ਨੇ ਕੀ ਗੱਲ ਕਹੀ, ਬਹੁਤ ਵੱਡਾ ਪੋਲੀਟੀਸ਼ੀਅਨ ਸੀਗਾ, ਉਹਨੇ ਗਾਲ ਕੱਢ ਕੇ ਮੇਰੇ ਬਾਰੇ ਕਿਹਾ, ਇੱਕ ਸਟੇਟ ਨੂੰ ਰੀਪ੍ਰਜੈਂਟ ਕਰਦਾ ਉਹ ਬੰਦਾ ਜਿਹਦੀ ਮੈਂ ਗੱਲ ਕਰ ਰਿਹਾ, ਤੁਹਾਨੂੰ ਪਾਵਰ ਦੱਸ ਦਿਆਂ ਉਹ ਬੰਦੇ ਦੀ ਕੀ ਉਹਦਾ ਹੈਗਾ। ਕਹਿੰਦਾ ਕਿ ਸ਼੍ਰੀ ਪੰਜਾਬ ਦੇ ਲੋਕਾਂ ਨੂੰ ਭੜਕਾ ਰਿਹਾ ਤੇ ਇਹਨੂੰ ਅੱਤਵਾਦੀ ਦਾ ਕਰਾਰ ਦੇ ਕੇ, ਜਿੱਦੇ ਸਾਡੇ ਧੱਕੇ ਚੜ ਗਿਆ, ਅੱਤਵਾਦੀ ਦਾ ਕਰਾਰ ਦੇ ਕੇ ਇਹਨੂੰ ਸਾਰੀ ਉਮਰ ਜੇਲ੍ਹਾਂ 'ਚ ਨਾ ਕਟਾਈ। ਤੇ ਅਸੀਂ ਕੀ ਸਮਝਦੇ ਨਹੀਂ ਇਹ ਚੀਜ਼ਾਂ ਨੂੰ? ਸਮਝਦਾ ਨਹੀਂ ਮੈਂ ਇਹ ਚੀਜ਼ਾਂ ਨੂੰ ਕਿ ਅੱਤਵਾਦੀ ਕਰਾਰ ਦੇ ਦੇਣਾ ਕਿਸੇ ਨੂੰ ਕੀ ਚੀਜ਼ ਹੈ। ਅੱਜ ਇਹ 4 ਬੰਦੇ ਰਲ ਕੇ ਸਾਨੂੰ ਅੱਤਵਾਦੀ ਕਰਾਰ ਦੇ ਦੇਣ ਤਾਂ ਵੀਰੇ ਅਸੀਂ ਕੀ ਕਰਾਂਗੇ? ਹੁਣ ਗੱਲ ਆਉਂਦੀ ਹੈ ਸਾਡੇ ਚੰਡੀਗੜ੍ਹ ਮੋਰਚਾ ਚੱਲ ਰਿਹਾ ਜੀ, ਸਾਰੇ ਭਰਾਵਾਂ ਨੂੰ ਪਤਾ ਹੀ ਹੋਣਾ, ਸਾਰੇ ਭਰਾਵਾਂ ਨੂੰ ਪਤਾ। ਚੰਡੀਗੜ੍ਹ ਮੋਰਚਾ ਚੱਲ ਰਿਹਾ ਹੈਗਾ ਤੇ ਮੈਂ ਗਾਣਾ ਮੇਰੇ ਕੋਲੇ ਪੈਸੇ ਪੂਸੇ ਸਾਰਾ ਕੁਝ, ਮੈਂ ਤਾਂ ਲੋਕਾਂ ਸਾਹਮਣੇ ਸਿੱਧਾ ਐਂ ਚੱਲਦਾ। ਪੈਸੇ ਪੂਸੇ ਜਦੋਂ ਇੰਨੇ ਹੈ ਨਹੀਂ ਸੀਗੇ, 7 ਰਾਣੀਆਂ ਐਲਬਮ ਕੀਤੀ, 14 ਦਿਨ ਹੋ ਗਏ ਉਹਨੂੰ ਕੀਤੀ ਨੂੰ। ਥੋੜਾ ਐ ਹੌਸਲਾ ਹੋਇਆ, ਚੱਲ 4 ਪੈਸੇ ਹੋਣਗੇ। ਬੇੜੀਆਂ ਗਾਣਾ ਰੁਪਿੰਦਰ, ਮੈਂ ਆਸਟ੍ਰੇਲੀਆ, ਰੁਪਿੰਦਰ ਇੱਥੇ ਆਈ ਸੀ, ਰੁਪਿੰਦਰ ਨੂੰ ਇੱਕ ਫੋਨ ਕੀਤਾ, ਮੈਂ ਕਿਹਾ ਰੁਪਿੰਦਰ ਆਪਾਂ ਹਰ ਹਾਲ ਗਾਣਾ ਕਰਨਾ ਹੈ। ਧੰਨ ਜੇਰਾ ਉਹ ਕੁੜੀ ਦਾ ਜਿਹੜੀ ਉਹ ਦਰਿੰਦਿਆਂ 'ਚ ਬੈਠ ਕੇ ਇੱਥੋਂ ਗਾਣਾ ਕੱਢ ਕੇ ਗਈ ਹੈ, ਫਿਰ ਇੰਡੀਆ ਆ ਕੇ ਉਹਨੇ ਮੱਥਾ ਲਾਉਣਾ, ਉਹਨੂੰ ਵੀ 4 ਚੀਜ਼ਾਂ ਨੂੰ ਝੱਲਣੀਆਂ ਪੈਣਗੀਆਂ। ਮੈਨੂੰ ਕਿਸਾਨੀ ਮੋਰਚੇ ਤੋਂ ਜੁੜੇ ਭਰਾਵਾਂ ਦੇ ਫੋਨ ਆਏ, ਜਿਵੇਂ ਕਿਸਾਨ ਐਂਥਮ ਕਰਿਆ ਸੀ ਨਾ, ਉਹ ਜਿਹਾ ਗਾਣਾ ਅੱਜ ਗਾਣਾ ਕਰੀਏ, ਉਹ ਜਿਹਾ ਗਾਣਾ ਕਰੀਏ। ਮੈਂ ਵੀਰ ਨੂੰ ਕਿਹਾ, ਮੈਂ ਕਿਹਾ ਵੀਰ ਵੀ ਐਕਚੁਅਲ 'ਚ ਮੈਂ ਇੱਕ ਕੋਸ਼ਿਸ਼ ਕਰਦਾ, ਸਾਰੇ ਕਲਾਕਾਰ ਫਿਰ ਤੋਂ ਇਕੱਠੇ ਕਰਾਂਗੇ ਚੀਜ਼। ਮੈਂ ਫੋਨ ਲਾਉਣੇ ਸ਼ੁਰੂ ਕਰਤੇ ਚਾਰੇ ਪਾਸੇ ਤੇ ਕਾਲ ਦੇ ਵਿੱਚ ਅਸੀਂ ਉਹ ਵੀਰ ਮੇਰਾ ਦੱਸ ਰਿਹਾ ਕਿ ਇੱਕੋ ਹੱਲ ਹੈ, ਬਾਹਰਲੇ ਮੁਲਕ 'ਚ ਬਹਿ ਜਾਓ। ਮੈਂ ਉਹ ਗੱਲ ਤੇ ਵੀ ਆਉਣਾ ਵੀਰੇ। ਤੇ ਮੈਂ ਕਿਹਾ ਜੀ ਸਾਰਿਆਂ ਨੂੰ ਫੋਨ ਲਾਉਣੇ ਸ਼ੁਰੂ ਕਰਤੇ ਕਿ ਵੀਰ ਫਿਰ ਤੋਂ ਆਉਣਾ ਆਪਾਂ, ਤੇ ਆਪਾਂ ਮੁੱਦੇ ਚੱਕੀਏ ਤੇ ਆਪਾਂ ਇਸ ਲਈ ਆਵਾਜ਼ ਚੱਕੀਏ, ਇਸ ਧਰਨੇ ਨੂੰ ਵੀ ਆਪਾਂ ਮਜ਼ਬੂਤ ਕਰੀਏ। ਤੇ ਨਾਲ ਦੀ ਨਾਲ ਮੇਰਾ ਬੇੜੀਆਂ ਗਾਣਾ ਆ ਗਿਆ ਤੇ ਮੇਰਾ ਜੀਣਾ ਹਰਾਮ ਕਰਤਾ। ਕੁਝ ਕਾਂਗਰਸ ਦੇ ਲੀਡਰ ਸੀਗੇ, ਤੈਨੂੰ ਨੰਗਾ ਕਰ ਦਿਆਂਗੇ ਅਸੀਂ, ਤੈਨੂੰ ਆਹ ਕਰ ਦਿਆਂਗੇ, ਗਾਲਾਂ ਕੱਢਦੇ ਹੈਗੇ ਆ, ਨੰਬਰ ਦੇ ਦਿੰਦੇ ਆ ਕੁੱਤੇ ਬਿੱਲਿਆਂ ਨੂੰ। ਇਹ ਹੈ
ਨੰਬਰ ਦੇ ਕੇ ਮੈਨੂੰ ਗਾਲਾਂ ਕਢਾਉਂਦੇ ਆ, ਕਿਤੇ ਚੰਗੀਆਂ ਮਾੜੀਆਂ ਥਾਵਾਂ ਤੋਂ ਫੋਨ ਕਰਾਉਂਦੇ ਆ। 84 ਤੁਸੀਂ ਮੈਨੂੰ ਕੀ ਰੋਕ ਲਓਗੇ? ਤੁਸੀਂ ਵੀ ਹੁਣ ਦੇਖੋਗੇ ਤੇ ਤੁਹਾਡਾ ਜੇ ਮੈਂ ਨਾਮ ਲੈ ਦਿਆਂ ਸਾਰਿਆਂ ਦਾ, ਇਕੱਲੇ ਇਕੱਲੇ ਦਾ ਨਾਮ ਲੈ ਦਿਆਂ, ਠੀਕ ਹੈ, ਤੇ ਤੁਹਾਡਾ ਬਣੂਗਾ ਕੀ ਕਿਹੜੀ ਹੱਦ ਤਾਈਂ ਤੁਸੀਂ ਜਾਣਦੇ ਹੋ? ਜਿਹੜਾ ਵੀਰ ਦੱਸ ਰਿਹਾ ਕਿ ਬਾਹਰਲੇ ਮੁਲਕ, ਵੀਰੇ ਮੈਂ ਆਸਟ੍ਰੇਲੀਆ ਹੈਗਾ ਆਹੀ ਚੀਜ਼ਾਂ ਤੋਂ, ਕਿਉਂਕਿ ਮੈਨੂੰ ਹਰ ਮਹੀਨੇ ਥਾਣਿਆਂ ਕਚਹਿਰੀਆਂ 'ਚ ਥ੍ਰੈਟ ਸੀਗੇ ਮਾਰਨ ਦੇ ਵੀਰੇ। ਨਾ ਕੋਈ ਵੈਰ ਨਾ ਵਿਰੋਧ ਕਿਸੇ ਨਾਲ। ਇੰਸਟਾ ਤੇ ਸ਼ਰੇਆਮ ਥੱਲੇ ਕਮੈਂਟਾਂ 'ਚ ਆ ਰਿਹਾ ਸੀਗਾ। ਤੇ ਮੈਂ ਹੁਣ ਤੁਹਾਨੂੰ ਦੱਸਦਾ ਹਾਲਾਤ ਕੀ ਹੈ ਸਾਡੇ ਪੰਜਾਬ ਦੇ। ਕੱਲੇ ਕੱਲੇ ਪੋਲੀਟੀਸ਼ੀਅਨ ਵੀ ਇਹ ਗੱਲ ਸੁਣ ਲੈਣ, ਲੋਕ ਵੀ ਸੁਣ ਲੈਣ। ਸਾਡੇ ਪੰਜਾਬ ਦੇ ਹਾਲਾਤ ਸਾਡੇ ਲੋਕਾਂ ਨੇ ਕਸ਼ਮੀਰ ਤੋਂ ਬਿਹਤਰ ਕਰ ਦਿੱਤੇ ਆ। ਕੀ ਕਰੀਏ, ਕਿੱਥੇ ਜਾ ਕੇ ਮਰ ਜਾਈਏ? ਜੇ ਬੋਲਦੇ ਆ ਸਾਰੇ ਪਿੱਛੇ ਕੁੱਤਿਆਂ ਵਾਂਗੂ ਪੈ ਜਾਂਦੇ ਆ। ਸ਼ੋਆਂ ਤੋਂ ਕਮਾਈ ਆਉਂਦੀ ਹੈ। ਬਾਹਰ ਦੇ ਸ਼ੋਅ ਸਾਰੇ ਕੈਂਸਲ ਕਰਤੇ ਵੀਰੇ, ਮੈਂ ਨਹੀਂ ਲਾ ਰਿਹਾ ਸ਼ੋਅ। ਸੋਚਦਾ ਜਦੋਂ ਪੂਰਾ ਸਾਰਾ ਕੁਝ ਠੀਕ ਹੋ ਜੂ, ਸਿਕਿਉਰਿਟੀ ਹੋਊਗੀ, ਉਦੋਂ ਕਿਤੇ ਸ਼ੋਅ ਲਾ ਲੂੰਗਾ। ਡਰਦਾ ਨਿਕਲਦਾ ਨਹੀਂ ਵੀਰੇ, ਕਿਉਂਕਿ ਮੈਨੂੰ ਪਤਾ ਇਹਨਾਂ ਨੇ ਮੈਨੂੰ ਮਰਵਾ ਦੇਣਾ। ਮੁੱਦਾ ਬਣਾ ਲੈਂਦੇ ਆ ਫਲਾਨਾ। ਮੈਨੂੰ ਜਿਹੜਾ ਆਹ ਬੇੜੀਆਂ ਗਾਣੇ ਤੋਂ ਬਾਅਦ ਜਿਹੜੇ ਕਹਿੰਦੇ ਸੀ ਕਿ ਤੈਨੂੰ ਨੰਗਾ ਕਰ ਦਿਆਂਗੇ, ਫਲਾਨਾ ਕਰ ਦਿਆਂਗੇ, ਜਿਹੜੇ ਆ ਗੱਲਾਂ ਕਰ ਰਹੇ ਸੀ ਤੁਸੀਂ। ਤੁਹਾਡੀਆਂ ਹਜ਼ਾਰ ਕਲਮਾਂ ਤੁਸੀਂ ਸਰਕਾਰੀ ਕਲਮਾਂ ਤੁਹਾਡੀਆਂ ਚਲਾ ਲਓ ਮੇਰੇ ਖਿਲਾਫ। ਤੁਸੀਂ ਜਿੱਥੋਂ ਵਾਹ ਲੱਗਦਾ ਮੈਨੂੰ ਨੰਗਾ ਛੱਡੋ, ਜੋ ਕਰਨਾ ਹੈ। ਤੁਹਾਨੂੰ ਮੈਂ ਇਹ ਵੀ ਦੱਸ ਦਿਆਂ, ਤੁਹਾਡੇ ਕੋਲ ਇੱਕੋ ਹੱਲ ਹੈ। ਤੁਹਾਡੇ ਕੋਲ ਇੱਕੋ ਹੱਲ ਹੈਗਾ, ਉਹ ਹੈ ਤੁਸੀਂ ਕਿਸੇ ਤੋਂ ਮਰਵਾਉਣਾ ਹੈ ਮੈਨੂੰ। ਜਿੱਦਾਂ ਗੋਲੀ ਮਰਾ ਦਿਓਗੇ ਉਦੋਂ ਟਿਕ ਜੂੰਗਾ। ਉਹਨਾਂ ਚਿਰ ਤੁਹਾਡੀਆਂ ਹਜ਼ਾਰ ਕਲਮਾਂ ਤੇ ਮੇਰੀ ਇੱਕ ਕਲਮ ਹੈ। ਤੁਹਾਡੀ ਜੇ ਨੀਂਦ ਨਾ ਡਾਤੀ ਮੈਂ ਰਾਤਾਂ ਦੀ ਸਾਰਿਆਂ ਦੀ, ਦੱਲੇ ਹੋ ਤੁਸੀਂ ਦੱਲੇ। ਤੁਹਾਡੀ ਸਭ ਦੀ ਨੀਂਦ ਡਾ ਕੇ ਰੱਖੂੰਗਾ। ਹਜ਼ਾਰ ਕਲਮਾਂ ਚਲਾ ਲਓ, ਬਾਬਾ ਮਿਹਰ ਕਰੇ। ਤੁਸੀਂ ਮੈਨੂੰ ਕੀ ਜਲੀਲ ਕਰ ਦੋਗੇ? ਤੁਸੀਂ ਮੇਰਾ ਕੀ ਕਰ ਕੀ ਦੋਗੇ? ਫਿਰ ਆਉਣਾ ਮੈਂ ਕੱਲ ਦੇ ਮੇਰੇ ਖਿਲਾਫ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਹੈਗੀਆਂ। ਕੋਈ ਗਿਲਾ ਨਹੀਂ ਇਸ ਚੀਜ਼ ਦਾ। ਮੈਂ ਉਹ ਵਕੀਲ ਵੀਰ ਨੂੰ ਵੀ ਕਹਿਣਾ ਕਿ ਵੀਰ ਕੋਈ ਗੱਲ ਨਹੀਂ, ਪਰ ਹੈਰਾਨੀ ਹੈ ਕਿ ਜਦੋਂ ਮੈਂ ਚੰਗੇ ਗਾਣੇ ਕਰਨ, ਮੈਂ ਕਿੰਨਾ ਕੁਝ ਪੰਜਾਬ ਲਈ ਕਰਦਾ ਹੈਗਾ। ਮੈਂ ਪੰਜਾਬ ਲਈ ਨਹੀਂ, ਕਿਉਂਕਿ ਮੈਂ ਪੰਜਾਬ ਦਾ ਦਿੱਤਾ ਖਾਨਾ ਹੈ। ਕੋਈ ਸਾਨ ਨਹੀਂ ਕਰ ਰਿਹਾ ਮੈਂ ਕਿਸੇ ਤੇ। ਹੁਣ ਉਹ ਵੀਰ ਨੇ ਵਕੀਲ ਭਰਾ ਹੈਗਾ, ਚਲੋ ਹੈ ਵੀਰ ਸੁਲਝਿਆ ਸਿਆਣਾ। ਪੰਜਾਬ 'ਚ KGF ਪੁਸ਼ਪਾ ਚੱਲ ਪਈ। ਪੁਸ਼ਪਾ ਮੂਵੀ 'ਚ ਉਹਨਾਂ ਨੇ IPS ਨੂੰ ਨੰਗਾ ਕਰਕੇ ਕੁੱਟਿਆ ਐਂਡ ਚ। ਕੋਈ ਪਰਚਾ ਹੋਇਆ ਵੀਰੇ? ਕੋਈ ਆ YouTube ਤੇ ਗੰਦ ਪਿਆ ਖੜਾ ਹੈ, ਕੋਈ ਪਰਚਾ ਹੁੰਦਾ ਵੀਰੇ? ਨੈਟਫਲਿਕਸ ਤੇ ਕੀ ਚੱਲਦਾ? ਕੋਈ ਪਰਚਾ ਹੁੰਦਾ? ਮੈਂ ਕਹਿੰਦਾ ਵੀ ਸਾਰੇ ਪੰਜਾਬ ਦਾ ਹੈਗਾ, ਸਾਰੇ ਪੰਜਾਬ ਦਾ ਤੁਸੀਂ ਇੱਕੋ ਦਮ ਖਤਮ ਕਰ ਦੋ ਨਾ। ਸਾਰੇ ਪੰਜਾਬ ਦਾ ਇੱਕੋ ਦਮ ਖਤਮ ਕਰ ਦੋ। ਨੈਟਫਲਿਕਸ ਬੰਦ ਕਰਾ ਦਿਓ, YouTube ਤੋਂ ਬੰਦ ਕਰਾ ਦਿਓ, ਸਾਰੇ ਇੰਡੀਆ ਦਾ। ਜਾਂ ਫਿਰ ਪੰਜਾਬ ਨੂੰ ਇੱਕ ਵੱਖਰਾ ਹੀ ਕਾਨੂੰਨ ਬਣਾਈ ਬੈਠੇ ਹੋ ਤੁਸੀਂ ਪੰਜਾਬ ਲਈ। ਮੈਂ ਤਾਂ ਖੁਦ ਕਹਿ ਰਿਹਾ ਕਿ ਸਾਰੇ ਪੰਜਾਬ ਦਾ ਬੰਦ ਕਰ ਦਿਓ ਇਕੱਠਾ। ਪਰ ਕੋਈ ਵਾਇਲੈਂਸ ਹੋਰ ਨਹੀਂ। ਆਹ ਪਠਾਨ ਮੂਵੀ 'ਚ ਤਾੜ ਗੋਲੀਆਂ ਚਲਾਈ ਜਾਂਦੇ ਆ ਯਾਰ, ਹੱਦ ਹੋ ਗਈ। ਡਿਸਕਲਾਈਮਰ ਵੀ ਦਿੱਤਾ ਮੈਂ ਤਾਂ ਗਾਣਿਆਂ 'ਚ, ਤੇ ਮੈਂ ਹੀ ਦੇਖਦਾ ਸਭ ਨੂੰ। ਤੇ ਮੈਨੂੰ ਇੱਕ ਚੀਜ਼ ਤੇ ਅੱਜ ਬੜਾ ਦੁੱਖ ਹੋਇਆ। ਚੱਲ ਸਾਰੇ ਕੀ ਪੰਜਾਬ ਨੂੰ ਕਿ ਪੰਜਾਬ ਦੇ ਲੋਕਾਂ ਨੂੰ ਨਹੀਂ ਪਤਾ ਕਿ ਕੀ ਸਾਜ਼ਿਸ਼ਾਂ ਚੱਲਦੀਆਂ, ਕਿਵੇਂ ਕਿਸੇ ਬੰਦੇ ਨੂੰ ਫਸਾਉਂਦੇ ਆ, ਕਿਵੇਂ ਸਰਕਾਰ ਕੀ ਹੱਥਕੰਡੇ ਅਪਣਾਉਂਦੀ ਹੈ। ਪੰਜਾਬ ਦੇ ਲੋਕ ਤੁਸੀਂ ਤਾਂ ਵੀਰੇ ਸਿਆਣੇ ਹੋ ਯਾਰ। ਇੱਕ ਵਕੀਲ ਵੀਰ ਆ ਕੇ ਉਹ ਪੁੱਛ ਰਿਹਾ ਹੈਗਾ,
ਉਹ ਰਿਪੋਰਟਰ ਭਰਾ ਨੇ, ਦੈਨਿਕ ਸਵੇਰਾ ਦੇ ਰਿਪੋਰਟਰ ਨੇ ਪੁੱਛਿਆ, ਕਹਿੰਦੇ ਵੀ ਵੀਰੇ ਵੀ ਕਲਾਕਾਰ ਕਹਿੰਦੇ ਹੈਗੇ ਆ ਵੀ ਚਲੋ ਇਹ ਕਮਰਸ਼ੀਅਲ ਗਾਣੇ ਸਾਨੂੰ ਗਾਉਣੇ ਪੈਂਦੇ ਆ, ਕਿਸੇ ਰਿਪੋਰਟਰ ਨੇ ਕਿਹਾ। ਤੇ ਉਹ ਵੀਰ ਅੱਗੋਂ ਕਹਿੰਦਾ ਕਿ ਮੈਂ ਤਾਂ ਇਹਨਾਂ ਨੂੰ ਸਲਾਹ ਦਿੰਦਾ ਕਿ ਇਹ ਐਕਸ ਨਾਮ ਦੀਆਂ ਫਿਲਮਾਂ ਆਉਂਦੀਆਂ, ਬਲੂ ਫਿਲਮਾਂ, ਉਹ ਕਹਿੰਦਾ ਇਹਦੇ ਪਰਿਵਾਰ ਨੂੰ ਮੈਂ ਕਹਿੰਦਾ ਇਹਨਾਂ ਦੇ ਨੂੰ ਉਹ ਫਿਲਮਾਂ ਬਣਾ ਲੈਣ ਤੇ ਇਹਨਾਂ ਦੀਆਂ ਮੈਂ ਢਿੱਡ ਦੇਖੂੰਗਾ, ਫਲਾਨਾ ਦੇਖੂੰਗਾ। ਵੀਰੇ ਕੀ ਬੋਲੀ ਜਾਂਦਾ ਭਰਾ? ਸਿਆਣਾ ਸੋਤਾ ਬੰਦਾ ਯਾਰ ਵੀਰੇ, ਤੂੰ ਵਕੀਲ ਐ ਭਰਾ, ਵਕੀਲ ਬੰਦਾ ਯਾਰ ਵੀਰੇ, ਹੱਦ ਹੋਈ ਪਈ ਐ। ਇੱਕ ਕੀ ਵਕੀਲ ਹੋ ਜਾਣਾ ਜਾਂ ਇੱਕ ਲੀਡਰ ਹੋ ਜਾਣਾ ਜਾਂ ਤੁਸੀਂ ਸਰਕਾਰੀ ਮਹਿਕਮੇ 'ਚ ਹੋਏ ਹੋ, ਤੁਸੀਂ ਇੰਨੇ ਖੁੱਲ ਜਾਂਦੇ ਹੋ ਵੀਰੇ। ਮੈਂ ਵਕੀਲ ਭਰਾਵਾਂ ਨੂੰ ਵੀ ਇੱਕ ਸਲਾਹ ਦਿੰਦਾ, ਮੈਨੂੰ 2-4 ਅੱਜ ਭਾਈ ਸਾਹਿਬ ਰਾਜੋਆਣਾ ਜੀ ਜਿਹੜੇ ਜੇਲ੍ਹ 'ਚ ਹੈਗੇ, ਉਹਨਾਂ ਦੀ ਆਈ ਥਿੰਕ ਸਿਸਟਰ ਦਾ ਫੋਨ ਆਇਆ ਸੀ ਮੈਨੂੰ, ਭੈਣ ਦਾ ਫੋਨ ਆਇਆ ਸੀਗਾ ਅੱਜ ਤੋਂ ਬੇੜੀਆਂ ਗਾਣੇ ਤੋਂ ਆਈ ਥਿੰਕ ਦੂਜੇ ਤੀਜੇ ਦਿਨ। ਉਸ ਭੈਣ ਦਾ ਦਰਦ ਸੁਣ ਕੇ ਕਾਲਜੇ ਪਾਟਦੇ ਆ। 26 ਸਾਲਾਂ ਤੋਂ ਉਹਨਾਂ ਦਾ ਪਰਿਵਾਰ ਹੈਗਾ ਜਿਹੜਾ ਜੇਲ੍ਹਾਂ 'ਚ ਬੈਠਾ ਹੈਗਾ। ਸਾਡਾ ਵਕੀਲ ਭਰਾ ਹੈਗੇ ਆ, ਘੱਟ ਤੋਂ ਘੱਟ ਉਹਨਾਂ ਲਈ ਕੇਸ ਲੜਦੀ ਹੈ ਵੀਰੇ। ਸਾਨੂੰ ਤਾਂ ਤੁਸੀਂ ਕੰਜਰ ਕਹਿੰਦੇ ਹੋ, ਉਸ ਤਾਂ ਹੈ ਹੀ ਕੰਜਰ। ਚਲੋ ਤੁਸੀਂ ਸਾਨੂੰ ਸਾਡੇ ਵਰਗਿਆਂ ਪਿੱਛੇ ਤੁਸੀਂ ਕਲਮਾ ਕਹਿੰਦੇ ਹੋ ਵੀ ਅਸੀਂ ਕਲਮਾਂ ਦਾ ਜ਼ੋਰ ਦਿਖਾਵਾਂਗੇ ਫਲਾਨਾ। ਮੈਂ ਕਹਿੰਦਾ ਬੰਦੀ ਸਿੰਘਾਂ ਲਈ ਕੇਸ ਲੜ ਲਈਏ। 26 ਸਾਲਾਂ ਤੋਂ ਜੇਲ੍ਹ 'ਚ ਆ ਵੀਰੇ। ਚਲੋ ਜੋ ਵੀ ਆ, ਬਹੁਤ ਔਖਾ ਭਰਾ ਜ਼ਿੰਦਗੀ 'ਚ। ਬੜੇ ਕਲਾਕਾਰਾਂ ਨੇ ਮੈਨੂੰ ਜੋ ਹੋ ਰਹੀਆਂ, ਚਲੋ ਆਪ ਚੁਣੇ ਰਾਹ ਏ, ਆਪ ਚੁਣੇ। ਬੜੇ ਲੋਕਾਂ ਨੇ, ਬੜੇ ਭਰਾਵਾਂ ਨੇ ਬੈਠ ਕੇ ਕਹਿਣਾ ਕਿ ਸ਼੍ਰੀ ਜ਼ਿੰਦਗੀ ਐਡੀ ਔਖੀ ਹੋ ਜੂ, ਤੇਰੀ ਜ਼ਿੰਦਗੀ ਨਰਕ ਕਰ ਦੇਣਗੇ। ਨਾ ਇਹਨਾਂ ਨਾਲ ਭਿੜ, ਆਪਣੀ ਔਕਾਤ ਨਹੀਂ ਗੀ ਇਸ ਸਿਸਟਮ ਨਾਲ ਭਿੜਨ ਦੀ। ਕੀ ਕਰਦਾ ਮੈਂ? ਸ਼ੋਅ ਨਹੀਂ ਡਰਦੇ ਲਾ ਰਹੇ ਵੀਰੇ, ਨਾ ਕਿਸੇ ਦਾ ਲੱਗਣਾ ਹੈਗਾ, ਮਾਰ ਕਿਸੇ ਨੇ ਜਾਣਾ ਹੈ। ਕੀ ਕਰੀਏ? ਬਹੁਤ ਔਖੀ ਜ਼ਿੰਦਗੀ ਹੈ। ਪਰ ਮੈਂ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਕਹਿਣਾ ਹੈ, ਜਿੰਨੇ ਕੁ ਵੀ ਸਾਡੇ ਚਾਹੁਣ ਵਾਲੇ ਆ, ਤੁਹਾਨੂੰ ਕਹਿਣਾ ਮੈਂ ਜੋ ਮੀਡੀਆ ਹੈਗਾ, ਘੱਟ ਤੋਂ ਘੱਟ ਰਿਕਵੈਸਟ ਕਰ ਸਕਦਾ, ਰਿਕਵੈਸਟ ਹੀ ਕਰ ਸਕਦਾ ਤੁਹਾਨੂੰ ਹੱਥ ਜੋੜ ਕੇ ਕਿ ਘੱਟ ਤੋਂ ਘੱਟ ਸਾਰੇ ਰਲ ਮਿਲ ਕੇ ਪੰਜਾਬ ਨੂੰ ਘੱਟ ਤੋਂ ਘੱਟ ਆ ਸਾਜ਼ਿਸ਼ਾਂ ਚੋਂ ਕੱਢ ਲਈਏ ਆਪਾਂ। ਠੀਕ ਹੈ? ਨਹੀਂ ਤਾਂ ਅਸੀਂ ਕਿਸੇ ਦਿਨ ਲਾਸ਼ਾਂ ਚੱਕ ਲਓਗੇ ਸਾਡੀਆਂ, ਬਾਅਦ 'ਚ ਗੱਲਾਂ ਕਰਨ ਜੋਗੇ ਰਹਿ ਜਾਾਂਗੇ ਆਪਾਂ। ਵਿਚਾਰਾ ਬਥੇਰਾ ਰੋਂਦਾ ਹੁੰਦਾ ਸੀਗਾ। ਇੱਕ ਦਿਨ ਮੈਂ ਹੈਪੀ ਵੀਰ ਦੀ ਗੱਲ ਸੁਣੀ, ਕਹਿੰਦਾ ਕਿਸੇ ਨੇ ਸਿੱਧੂ ਗਾਣਿਆਂ 'ਚ ਕਹਿੰਦਾ ਹੁੰਦਾ ਸੀ ਵੀ ਮੈਨੂੰ ਐਂ ਦੁੱਖ ਹੈ, ਮੈਂ ਕਿਹਦੇ ਕੋਲ ਗੱਲ ਕਰਾਂ, ਦੁਖੀ ਹੈ ਜ਼ਿੰਦਗੀ 'ਚ ਫਲਾਨਾ, ਹੈ ਨਾ। ਜਾਂ ਕੋਈ ਕਲਾਕਾਰ, ਕੋਈ ਵੀ ਕਲਾਕਾਰ ਹੈਗਾ, ਉਹ ਆਪਦੇ ਗੀਤਾਂ 'ਚ ਅਕਸਰ ਕਲਾਕਾਰ ਜਿਹੜੇ ਹੁੰਦੇ ਗੀਤਾਂ 'ਚ, ਉਹ ਜਿਹੜੇ ਲਿਖਣ ਵਾਲੇ ਹੈ, ਉਹ ਦਰਦ ਲਿਖਦੇ ਆ। ਤੇ ਆ ਬੋਲ ਕੇ ਕਹੀ ਜਾਂਦੇ ਆ ਵੀਰੇ, ਕਿਹਦੇ ਨਾਲ ਲੜਾਂ ਮੈਂ ਜਾ ਕੇ? ਬੀਜੇਪੀ ਨਾਲ ਲੜ ਲਾਂ, ਕਾਂਗਰਸ ਨਾਲ ਲੜ ਲਾਂ, ਸਰਕਾਰਾਂ ਨਾਲ ਲੜ ਲਾਂ, ਵਕੀਲਾਂ ਨਾਲ ਲੜ ਲਾਂ, ਹੈਂ ਕਿਹਦੇ ਨਾਲ ਲੜਾਂ? ਘੱਟ ਤੋਂ ਘੱਟ ਨਾਲ ਖੜਿਆ ਕਰੋ ਮੇਰੇ ਭਰਾ। ਬੜੀਆਂ ਜ਼ਿੰਦਗੀ 'ਚ ਬਹੁਤ ਕੁਛ। ਇੰਡਸਟਰੀ ਨੂੰ ਹੱਲ ਕੱਢਣਾ ਪੈਣਾ। ਇੰਡਸਟਰੀ ਨੂੰ ਬਥੇਰੇ ਹੱਥ ਜੋੜੇ ਆ ਵੀਰੇ ਮੈਂ, ਇੰਡਸਟਰੀ ਨੂੰ ਬਥੇਰੇ ਹੱਥ ਜੋੜੇ ਆ। ਇਕੱਠੇ ਹੋ ਜਾਓ ਘੱਟ ਤੋਂ ਘੱਟ। ਇੰਡਸਟਰੀ ਕੀ ਕਰੀਏ? ਇੰਡਸਟਰੀ ਤਾਂ ਆਪ ਇੰਡਸਟਰੀ ਨੂੰ ਦੇਖ ਕੇ ਖੁਸ਼ ਨਹੀਂ ਗੀ ਵੀਰੇ। ਇੰਡਸਟਰੀ ਦਾ ਹਾਲ ਹੋਇਆ ਪਿਆ। ਪਰ ਫਿਰ ਵੀ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ, ਤੁਹਾਡੇ ਲਈ ਜਿੰਨਾ ਚਿਰ ਬੈਠੇ ਆ, ਬੋਲਾਂਗੇ ਵੀ, ਸਾਰਾ ਕੁਝ ਕਰਾਂਗੇ, ਪਰ ਘੱਟ ਤੋਂ ਘੱਟ ਨਾਲ ਖੜ ਜਾ ਕਰੋ ਮੇਰੇ ਭਰਾ। ਠੀਕ ਹੈ? ਤੇ ਇੰਨੀ ਗੱਲ ਕਹਿਣੀ ਹੈ। ਬਾਕੀ ਬਾਬਾ ਚੜ੍ਹਦੀ ਕਲਾ 'ਚ ਰੱਖੇ। ਜਿਵੇਂ ਮੈਂ ਹੁਣ ਕੀ ਆਖਾਂ ਕਿ ਮੇਰੀ 3-4 ਦਿਨ ਪਹਿਲਾਂ ਉਹਨਾਂ ਭੈਣ ਜੀ ਨਾਲ ਗੱਲ ਹੋਈ
ਤਾਂ ਵੀਰੇ ਉਹ ਗੱਲ ਆਈ ਥਿੰਕ ਹੋਈ ਹੋਣੀ, ਅੱਧਾ ਘੰਟਾ ਭੈਣ ਨੇ ਹਾਲ ਸੁਣਾਏ ਕਿ ਵੀਰੇ ਘਰ ਪੱਟੇ ਗਏ, ਕੀ ਕਰੀਏ, 26 ਸਾਲ ਤੋਂ ਜੇਲ੍ਹਾਂ 'ਚ ਬੈਠੇ ਐ। ਇੰਨਾ ਦੁੱਖ ਹੋਇਆ ਗੱਲਾਂ ਸੁਣ ਕੇ, ਅੱਧਾ ਘੰਟਾ ਤਾਂ ਹੀ ਬੈਠਾ ਰੋਈ ਗਿਆ ਹੈ। ਕੀ ਕਰ ਲਈਏ, ਬੋਲਣਾ ਪਊਗਾ ਨਾ, ਬੋਲਣਾ ਤਾਂ ਪਊਗਾ ਵੀਰੇ। ਘੱਟ ਤੋਂ ਘੱਟ ਮੋਰਚੇ ਦੇ ਨਾਲ ਹੱਕ 'ਚ ਆਈਏ, ਗਾਣਿਆਂ ਦੇ ਥਰੂ ਆਈਏ। ਸਾਡੀ ਇੰਡਸਟਰੀ ਨੂੰ ਵੀ ਮੈਂ ਕਹਿਣਾ, ਠੀਕ ਹੈ ਬੜਾ ਕੁਝ ਝੱਲਣਾ ਪਊਗਾ, ਪਰ ਕੁਛ ਨਹੀਂ ਹੁੰਦਾ ਜ਼ਿੰਦਗੀ 'ਚ, ਬੜਾ ਕੁਝ ਝੱਲਣਾ ਪੈਂਦਾ। ਸਭ ਤੇ ਆਉਂਦੀਆਂ ਇਹ ਚੀਜ਼ਾਂ, ਸਭ ਤੇ ਆਉਂਦੀਆਂ, ਪਰ ਇੰਨੀ ਕੁ ਤੁਹਾਨੂੰ ਰਿਕਵੈਸਟ ਕਰਦਾ, ਹੱਥ ਜੋੜ ਕੇ ਇੰਨੀ ਕੁ ਬੇਨਤੀ ਕਰਦਾ ਕਿ ਇਹ ਮੋਰਚੇ ਚੀਜ਼ਾਂ ਆਪਾਂ ਇਹਨਾਂ ਨੂੰ ਟੁੱਟਣ ਨਾ ਦਈਏ। ਜਿੰਨੀ ਕੁ ਕੋਸ਼ਿਸ਼ ਹੋ ਸਕਦੀ ਆਪਾਂ ਨਾਲ ਖੜੀਏ, ਜਿੰਨੀ ਕੁ ਆਪਾਂ ਕਰ ਸਕਦੇ ਹਾਂ ਆਪਾਂ ਇੱਕ ਦੂਜੇ ਦਾ ਹੱਥ ਫੜ ਕੇ ਤੁਰੀਏ। ਸੌ ਚੀਜ਼ਾਂ ਚੱਲਣੀਆਂ, 100 ਸਿਆਸਤਾਂ ਚੱਲਣੀਆਂ, ਪਰ ਬਾਬਾ ਮਿਹਰ ਕਰੇ ਇੱਕ ਦੂਜੇ ਦੇ ਨਾਲ ਖੜੀਏ ਘੱਟ ਤੋਂ ਘੱਟ ਮੇਰਾ ਭਰਾ, ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਆਪਾਂ ਅੱਜ ਗੱਲ ਕਰਨੀ ਆ ਗਾਉਣ ਵਾਲਾ ਜਿਹੜਾ ਮੁੰਡਾ ਕਲਾਕਾਰ ਆ, ਗੀਤ ਲਿਖਦਾ ਵੀ ਆ, ਗੀਤਕਾਰ ਵੀ ਆ ਤੇ ਗਾਉਂਦਾ ਵੀ ਆ, ਸ਼੍ਰੀ ਬਰਾੜ। ਤੁਸੀਂ ਪਹਿਲਾਂ ਵੀ ਉਹਦੇ ਕਾਫੀ ਜਿਹੜੇ ਗੀਤ ਮਸ਼ਹੂਰ ਹੋਏ ਨੇ, ਉਹਦੇ ਲਿਖੇ ਹੋਏ ਗਾਏ ਹੋਏ ਤੁਸੀਂ ਸੁਣੇ ਹੋਣੇ ਆ ਸਾਰਿਆਂ ਨੇ। ਕਿਸਾਨੀ ਅੰਦੋਲਨ ਵੇਲੇ ਜਿੰਨੇ ਕਿਸਾਨ ਐਂਥਮ, ਕਿਸਾਨੀ ਦੇ ਉੱਤੇ ਗੀਤ ਆਏ, ਬਹੁਤ ਮਸ਼ਹੂਰ ਹੋਏ। ਕਈ ਕਲਾਕਾਰਾਂ ਨੇ ਮਿਲ ਕੇ ਉਹ ਗੀਤ ਜਿਹੜੇ ਉਹ ਗਾਏ ਸੀ। ਤਾਂ ਉਸ ਸਮੇਂ ਦੌਰਾਨ ਵੀ ਸ਼੍ਰੀ ਬਰਾੜ ਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਸੀ। ਸ਼੍ਰੀ ਬਰਾੜ ਨੂੰ ਕੁੱਟਿਆ ਵੀ ਗਿਆ ਸੀ ਥਾਣੇ 'ਚ ਲਿਜਾ ਕੇ, ਦਲੀਲ ਵੀ ਕੀਤਾ ਗਿਆ ਸੀ ਤੇ ਕਈ ਦਿਨ ਉਹਦੇ ਉਦੋਂ ਜੇਲ੍ਹ 'ਚ ਲਵਾਤੇ ਸੀ। ਇਹ ਮੈਂ ਗੱਲ ਕਰ ਰਿਹਾ ਜਦੋਂ ਕਿਸਾਨੀ ਅੰਦੋਲਨ ਪੂਰਾ ਭਖਿਆ ਹੋਇਆ ਸੀ ਤੇ ਸ਼੍ਰੀ ਬਰਾੜ ਨੇ ਉਸ ਸਮੇਂ ਦੇ ਵਿੱਚ ਕਿਸਾਨ ਐਂਥਮ ਜਿਹੜਾ ਗੀਤ ਆ, ਉਹ 2 ਉਹਦੇ ਹਿੱਸੇ ਆਏ ਸੀ। ਉਸ ਇਨਸਾਨ ਨੇ ਲਿਖੇ ਸੀ ਤੇ ਕਈ ਕਲਾਕਾਰਾਂ ਨੇ ਗਾਏ ਸੀ। ਸੋ ਸਮੇਂ-ਸਮੇਂ ਤੇ ਉਸ ਇਨਸਾਨ ਨੇ ਹਮੇਸ਼ਾ ਚੰਗਾ ਲਿਖਣ ਦੀ, ਚੰਗਾ ਗਾਉਣ ਦੀ ਕੋਸ਼ਿਸ਼ ਕੀਤੀ ਆ। ਹੁਣ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਤਾਂ ਇਸ ਮੋਰਚੇ ਦੌਰਾਨ ਉਹਨੇ ਬੇੜੀਆਂ ਗੀਤ ਆ ਜਿਹੜਾ ਉਹ ਗਾਇਆ, ਤਾਂ ਨਾਲ ਦੀ ਨਾਲ ਉਹਦੇ ਤੇ ਕੋਈ ਵਕੀਲ ਹੈ, ਉਹ ਕਹਿੰਦਾ ਜੀ ਮੈਂ ਇਸ ਬੰਦੇ ਦੇ ਖਿਲਾਫ ਹਾਈ ਕੋਰਟ ਤੱਕ ਜਾਊਂਗਾ, ਮੈਂ DGP ਤੱਕ ਜਾਊਂਗਾ, ਮੈਂ ਸਰਕਾਰ ਤੱਕ ਪਹੁੰਚ ਕਰੂੰਗਾ ਤੇ ਇਹ ਤੇ ਮੁਕੱਦਮਾ ਕਹਿੰਦਾ ਦਰਜ ਹੋਣਾ ਚਾਹੀਦਾ। ਉਹਦਾ ਇੱਕ ਹੋਰ ਕੋਈ ਗੀਤ ਆਇਆ, ਉਹ ਵਕੀਲ ਇਹ ਗੱਲ ਕਹਿ ਰਿਹਾ ਕਿ ਇਸ ਗੀਤ ਦੇ ਵਿੱਚ ਉਹਨੇ ਹਥਿਆਰਾਂ ਨੂੰ ਉਤਸ਼ਾਹਿਤ ਕੀਤਾ, ਪ੍ਰਮੋਟ ਕੀਤਾ। ਨਾਲ ਕਹਿੰਦਾ 295 ਧਾਰਾ ਉਹ ਵੀ ਲਾਈ ਜਾਵੇ। ਤੇ ਹੁਣ ਕਈ ਜਿਹੜੇ ਆਪੇ ਸਮਾਜ ਦੇ ਬਣੇ ਠੇਕੇਦਾਰ ਨੇ, ਧਰਮ ਦੇ ਬਣੇ ਠੇਕੇਦਾਰ ਨੇ, ਉਹ ਵੱਖ-ਵੱਖ ਵਰਗਾਂ 'ਚ ਬੈਠੇ ਆ। ਉਹ ਵਕੀਲਾਂ 'ਚ ਵੀ ਹੈਗੇ ਆ, ਉਹ ਹੋਰ ਖੇਤਰਾਂ 'ਚ ਵੀ ਹੈਗੇ ਆ, ਜਿਨ੍ਹਾਂ ਨੂੰ ਇਹ ਲੱਗਦਾ ਕਿ ਜਿਹੜੇ ਵੀ ਇਨਸਾਨ ਨੇ ਕੁਝ ਗਾਉਣਾ, ਲਿਖਣਾ, ਖਾਣਾ, ਪਹਿਨਣਾ, ਉਹ ਸਾਥੋਂ ਪੁੱਛਿਆ ਜਾਵੇ ਪਹਿਲਾਂ, ਕਿਉਂਕਿ ਇਸ ਮੁਲਕ ਦਾ ਜੋ ਮਾਹੌਲ ਚੱਲ ਰਿਹਾ ਹੈ, ਜੋ ਇਸ ਭਾਰਤੀ ਹਕੂਮਤ ਹੈ ਜਿਹੜੀ ਆਪਣੇ ਤਰੀਕੇ ਨਾਲ ਭਾਰਤ ਦਾ ਇਤਿਹਾਸ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰ ਰਹੀ ਆ, ਕਰ ਕੀ ਰਹੀ ਆ, ਲਿਖ ਹੀ ਰਹੇ ਨੇ। ਉਹ ਤੈਅ ਕਰ ਰਹੇ ਨੇ ਲੋਕਾਂ ਨੇ ਕਿਹੜਾ ਕੱਪੜਾ ਪਹਿਨਣਾ, ਕਿਹੜਾ ਨਹੀਂ ਪਹਿਨਣਾ, ਕੀ ਖਾਣਾ, ਕੀ ਪੀਣਾ, ਕੀ ਬੋਲਣਾ, ਜਾਣੇ ਹਰ ਤੁਹਾਡੇ ਕੰਮ ਦੇ ਉੱਤੇ ਪਾਬੰਦੀ ਲਾਈ ਜਾ ਰਹੀ ਆ। ਸੋ ਉਹਨਾਂ ਵਿੱਚੋਂ ਹੀ ਉੱਠ ਕੇ ਇਹ ਜਿਹੇ ਵਕੀਲ ਨੇ ਜਿਹੜੇ ਇਹ ਜਿਹੀਆਂ ਗੱਲਾਂ ਕਰਦੇ ਨੇ ਕਿ ਸ਼੍ਰੀ ਬਰਾੜ ਨੇ ਆਹ ਕਰਤਾ, ਸ਼੍ਰੀ ਬਰਾੜ ਨੇ ਉਹ ਕਰਤਾ ਤੇ ਮੁਕੱਦਮਾ ਦਰਜ ਕਰਾਵਾਂਗੇ। ਸੋ ਪਹਿਲਾਂ ਤਾਂ ਮੈਂ ਉਸ ਵਕੀਲ ਨੂੰ ਪੁੱਛਣਾ ਚਾਹੁੰਦਾ ਵੀ ਭਾਈ ਸਾਹਿਬ,
ਆ ਪੁਸ਼ਪਾ ਫਿਲਮ ਆਈ ਆ, KGF ਫਿਲਮ ਆਈ ਆ ਹੁਣੇ ਜਿਹੜੀ ਸੁਪਰ ਡੁਪਰ ਹਿੱਟ ਫਿਲਮ ਰਹੀ ਆ ਪਠਾਨ, ਇਹ ਫਿਲਮਾਂ ਆਈਆਂ ਨੇ ਜਾਂ ਹੋਰ ਅਨੇਕਾਂ ਫਿਲਮਾਂ ਜਿਹੜੀਆਂ ਬਣੀਆਂ ਨੇ ਜਾਂ ਅੱਜ ਬਣ ਰਹੀਆਂ ਨੇ, ਜਿਨ੍ਹਾਂ ਫਿਲਮਾਂ ਦੇ ਵਿੱਚ ਮੈਨੂੰ ਲੱਗਦਾ ਉਹ ਗੱਲ ਇੱਕ ਕਰਦੇ ਆ ਤੇ ਗੋਲੀਆਂ 10 ਚਲਾਉਂਦੇ ਆ। ਗੋਲੀਆਂ ਵੀ ਉਹ ਕੋਈ ਪਿਸਤੌਲਾਂ ਰਫਲਾਂ ਨਾਲ ਨਹੀਂ, ਗੋਲੀਆਂ ਵੀ ਉਹ ਵੱਡੇ ਵੱਡੇ ਹਥਿਆਰਾਂ ਨਾਲ ਚਲਾਉਂਦੇ ਨੇ। ਉਧਰ ਨੂੰ ਕਦੋਂ ਮੂੰਹ ਕਰਨਾ ਹੈ, ਉਹਨਾਂ ਦੇ ਮੁਕੱਦਮਾ ਕਦੋਂ ਦਰਜ ਕਰਾਉਣਾ ਹੈ, ਜਾਂ ਫਿਲਮਾਂ ਕਦੋਂ ਬੈਨ ਕਰਾਉਣੀਆਂ ਨੇ। ਕਿ ਤੁਹਾਨੂੰ ਉਹੀ ਬੰਦੇ ਚੁੱਭਦੇ ਨੇ ਜਿਹੜੇ ਕੌਮ ਦੀ ਗੱਲ ਕਰਦੇ ਆ, ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ। ਬਹਾਨਾ ਤੁਸੀਂ ਕੋਈ ਨਾ ਕੋਈ ਘੜਨਾ ਹੁੰਦਾ, ਕੋਈ ਨਾ ਕੋਈ ਬਣਾਉਣਾ ਹੁੰਦਾ ਹੈ। ਬਹਾਨਾ ਤੁਸੀਂ ਬਣਾ ਲੈਂਦੇ ਹੋ ਵੀ ਹਥਿਆਰਾਂ ਨੂੰ ਪ੍ਰਮੋਟ ਕਰ ਰਿਹਾ ਜੀ, ਹਿੰਸਾ ਨੂੰ ਵਧਾ ਰਿਹਾ ਜੀ। ਠੀਕ ਆ, ਮੰਨ ਲੈਂਦੇ ਆ ਅਸੀਂ ਇਹ ਗੱਲਾਂ ਨੂੰ ਕਿ ਸਰਕਾਰ ਭਾਈ ਇਹਨਾਂ ਗੱਲਾਂ ਦੇ ਉੱਤੇ ਕਾਬੂ ਪਾਉਣਾ ਚਾਹੁੰਦੀ ਆ, ਪਰ ਇਹ ਸਾਰੇ ਥਾਈਂ ਲਾਗੂ ਹੋਣਾ ਚਾਹੀਦਾ ਨਾ। ਫਿਲਮਾਂ ਦੇ ਵਿੱਚ ਤਾਂ ਫਿਰ ਰੁਕ ਨਹੀਂ ਰਿਹਾ ਇਹ। ਫਿਲਮਾਂ ਨੂੰ ਤਾਂ ਸੈਂਸਰ ਬੋਰਡ ਪਾਸ ਕਰਦਾ, ਸੈਂਸਰ ਕਰਦਾ, ਫਿਰ ਉੱਥੇ ਵੀ ਪਾਬੰਦੀ ਲਾਈ ਜਾਵੇ। ਇਹ ਕੋਈ ਪੁਰਾਣੀ ਗੱਲ ਨਹੀਂ। ਹੁਣੇ 3-4 ਫਿਲਮਾਂ ਨਵੀਆਂ ਜਿਹੜੀਆਂ ਆਈਆਂ ਨੇ ਉਹਨਾਂ ਦੇ ਵਿੱਚ ਤੁਸੀਂ ਦੇਖੋ ਕਿੰਨਾ ਹਥਿਆਰ ਚਲਾਏ ਗਏ ਨੇ, ਕੀ ਕੁਝ ਦਿਖਾਇਆ ਜਾਂਦਾ ਉਹਨਾਂ ਦੇ ਵਿੱਚ, ਉੱਥੇ ਪਾਬੰਦੀ ਨਹੀਂ ਲੱਗਦੀ। ਪਰ ਜਦੋਂ ਕਿ ਇਨਸਾਨ ਜਿਹੜਾ ਬਹੁਤ ਥੋੜੇ ਨੇ, ਅਸਲ ਤਾਂ ਗਾਇਕ ਹਾਈ ਕਿੰਨੇ ਨੇ, ਬਹੁਤ ਥੋੜੇ ਬੰਦੇ ਨੇ ਗਿਣਤੀ ਦੇ ਜਿਹੜੇ ਉਂਗਲਾਂ ਦੇ ਗਿਣੇ ਜਾਣਗੇ, ਜਿਹੜੇ ਪੰਜਾਬ ਦੀ ਗੱਲ ਕਰਦੇ ਆ, ਸਾਡੇ ਹੱਕਾਂ ਦੀ ਗੱਲ ਕਰਦੇ ਆ, ਕੌਮ ਦੀ ਪੰਥ ਦੀ ਗੱਲ ਕਰਦੇ ਆ। ਉਹਨਾਂ ਨੂੰ ਇਹ ਐ ਨਿਸ਼ਾਨਾ ਬਣਾ ਲੈਂਦੇ ਆ। ਉਹ ਜਿਉਣਾ ਦੁੱਬਰ ਹੋਇਆ ਪਿਆ ਸ੍ਰੀ ਬਰਾੜ ਦਾ ਵਿਚਾਰਾ, ਉਹ ਮੇਰੇ ਨਾਲ ਅੱਜ ਗੱਲ ਵੀ ਹੋਈ ਉਹਦੀ ਫੋਨ ਤੇ। ਉਹ ਕਹਿੰਦਾ ਬਾਈ ਕੀ ਕਰਾਂ ਯਾਰ, ਮੈਂ ਤਾਂ ਕਹਿੰਦਾ ਸਾਲ ਦੇ ਵਿੱਚ ਜਦੋਂ ਵੀ ਕੋਈ ਮੇਰਾ ਗਾਣਾ ਆਉਂਦਾ ਨਾਲ ਦੀ ਨਾਲ ਇਹੋ ਜਿਹਾ ਕੰਮ ਖੜਾ ਹੋ ਜਾਂਦਾ। ਤਾਂ ਮੈਂ ਜਿਹੜੇ ਗਾਉਣ ਵਾਲੇ ਕਲਾਕਾਰ ਭਰਾ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਯਾਰ ਤੁਹਾਡੀ ਇਹ ਕਲਾਕਾਰਾਂ ਦੀ ਦੁਨੀਆ ਹੈਗੀ ਆ, ਤੁਹਾਡਾ ਫਰਜ਼ ਬਣਦਾ ਕਿ ਜੇ ਤੁਹਾਡੇ ਕੋਈ ਭਰਾ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਆ, ਕੋਈ ਨੌਬਤ ਆਉਂਦੀ ਆ, ਤਾਂ ਉਹਦੇ ਨਾਲ ਖੜੋ। ਅੱਜ ਸ੍ਰੀ ਬਰਾੜ ਨੂੰ ਇਹ ਨਿਸ਼ਾਨਾ ਬਣਾ ਰਹੇ ਆ, ਉਹਦੇ ਮੁਕੱਦਮੇ ਦਰਜ ਕਰਾ ਰਹੇ ਆ, ਕੱਲ ਨੂੰ ਤੁਹਾਡੀ ਵਾਰੀ ਆ ਜਾਣੀ ਹੈ। ਤਾਂ ਸਾਰੇ ਕਲਾਕਾਰਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਕਮੁੱਠ ਹੋ ਕੇ ਇਸ ਗੱਲ ਦਾ ਜਵਾਬ ਦਿਓ। ਤੇ ਲੋਕਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ, ਪੰਜਾਬ ਦਿਆਂ ਨੂੰ, ਕਿ ਜਦੋਂ ਕੋਈ ਇਹੋ ਜਿਹੀ ਗੱਲਬਾਤ ਸਾਡੇ ਸਾਹਮਣੇ ਆਉਂਦੀ ਆ ਤਾਂ ਉਹਦਾ ਵਿਰੋਧ ਕਰਿਆ ਕਰੋ। ਠੀਕ ਆ, ਅਸੀਂ ਸਹਿਮਤ ਹਾਂ ਇਸ ਗੱਲ ਦੇ ਨਾਲ ਕਿ ਸਰਕਾਰ ਇਹ ਸਾਰਾ ਕੁਝ ਬੰਦ ਕਰਨਾ ਚਾਹੁੰਦੀ ਆ। ਫਿਲਮਾਂ, ਪਠਾਨ ਫਿਲਮ ਪੰਜਾਬ 'ਚ ਵੀ ਲੱਗੀ ਹੋਣੀ ਆ, ਹੋਰ ਕਿੰਨੀਆਂ ਫਿਲਮਾਂ ਪੰਜਾਬ 'ਚ ਵੀ ਲੱਗਦੀਆਂ ਨੇ, ਪੂਰੇ ਭਾਰਤ 'ਚ ਫਿਲਮਾਂ ਚੱਲਦੀਆਂ ਨੇ। ਉਹਨਾਂ 'ਚ ਦੇਖੋ ਕੀ ਕੁਝ ਹੋ ਰਿਹਾ। ਸੋ ਜਾਣ ਬੁੱਝ ਕੇ ਉਹੀ ਬੰਦੇ ਨਿਸ਼ਾਨੇ ਤੇ ਲਏ ਜਾ ਰਹੇ ਨੇ, ਉਹੀ ਬੰਦੇ ਜਲੀਲ ਕੀਤੇ ਜਾ ਰਹੇ ਨੇ, ਉਹੀ ਬੰਦਿਆਂ ਨੂੰ ਇਹ ਡਰਾ ਕੇ ਘਰੇ ਬਿਠਾਉਣਾ ਚਾਹੁੰਦੇ ਨੇ ਜਿਹੜੇ ਕੋਈ ਸਾਡੇ ਮਾੜੇ ਮੋਟੇ ਹੱਕ ਦੀ ਗੱਲ ਕਰਦੇ ਆ, ਸਾਡੇ ਇਤਿਹਾਸ ਦੀ ਗੱਲ ਕਰਦੇ ਆ, ਸਾਡੀ ਆਉਣ ਵਾਲੀ ਸਾਡੀਆਂ ਪੀੜ੍ਹੀਆਂ ਨੂੰ, ਨਸਲਾਂ ਨੂੰ ਸਾਡੇ ਇਤਿਹਾਸ ਨਾਲ ਜੋੜਦੇ ਨੇ, ਉਹਨਾਂ ਦੇ ਵਿੱਚ ਕੋਈ ਚਿਣਗ ਭਰਦੇ ਨੇ। ਉਹਨਾਂ ਬੰਦਿਆਂ ਨੂੰ ਇਹ ਜਾਣ ਬੁੱਝ ਕੇ ਨਿਸ਼ਾਨਾ ਬਣਾ ਕੇ ਦੱਬਣ ਦੀ ਕੋਸ਼ਿਸ਼ ਕਰ ਰਹੇ ਆ। ਤਾਂ ਸਾਨੂੰ ਹਰ ਬੰਦੇ ਨੂੰ ਇਹ ਨਾਲ ਖੜਨਾ ਚਾਹੀਦਾ। ਨਹੀਂ, ਹਰ ਇੱਕ ਦੀ ਆਵਾਜ਼ ਇੱਥੇ ਦੱਬੀ ਜਾਣੀ ਹੈ, ਚਾਹੇ ਉਹ ਗਾਉਣ ਵਾਲਾ ਕਲਾਕਾਰ ਹੈ, ਚਾਹੇ ਕੋਈ ਲਿਖਣ ਵਾਲਾ ਹੈ, ਚਾਹੇ ਕੋਈ ਬੋਲਣ ਵਾਲਾ ਬੁਲਾਰਾ ਹੈ, ਕਿਸੇ ਪ੍ਰਕਾਰ ਦਾ ਬੰਦਾ ਹੈ, ਉਸ ਹਰ ਬੰਦੇ ਨੂੰ ਇਹ ਹੌਲੀ ਹੌਲੀ ਦੱਬ ਰਹੇ ਨੇ। ਕੱਲੇ ਨੂੰ ਦੱਬ ਰਹੇ ਨੇ, ਬਾਕੀ ਚੁੱਪ ਹੋ ਜਾਂਦੇ ਆ। ਵਾਰੀ ਸਭ ਦੀ ਆ ਜਾਣੀ ਹੈ, ਫਿਰ ਉਦੋਂ ਸਾਨੂੰ ਲੱਗਣਾ ਵੀ ਸਾਡੀ ਖਾਤਰ ਨਹੀਂ ਕੋਈ ਬੋਲ ਰਿਹਾ। ਸੋ ਜਿੰਨੇ ਦਾ ਕਲਾਕਾਰ ਨੇ, ਜਿੰਨੇ ਇਹਨਾਂ ਦੀ ਇੰਡਸਟਰੀ ਹੈ, ਤੁਹਾਡੀ ਗਾਉਣ ਵਾਲਿਆਂ ਦੀ, ਫਿਲਮ ਵਾਲਿਆਂ ਦੀ, ਤੁਹਾਡਾ ਫਰਜ਼ ਬਣਦਾ ਕਿ ਜਨ 4 ਸਪੇਰੋਂ ਬੰਦ ਕਰ ਦਿਓ। ਪਰ ਸਾਨੂੰ ਇਕੱਲੇ ਕਰੇ ਬੰਦੇ ਨੂੰ ਕਿਉਂ ਨਿਸ਼ਾਨਾ ਬਣਾਉਣੇ ਆ? ਸੋ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਉਸ ਇਨਸਾਨ ਨੇ ਬੇੜੀਆਂ ਗੀਤ ਗਾਇਆ, ਸੁਣ ਲਿਓ ਤੁਸੀਂ ਸਾਰੇ ਜਾਣੇ। ਸ੍ਰੀ ਬਰਾੜ ਨੇ ਪਹਿਲਾਂ ਹੀ ਬਹੁਤ ਸੋਹਣੇ ਉਹਨੇ ਗੀਤ ਲਿਖੇ ਵੀ ਨੇ ਤੇ ਗਾਏ ਵੀ ਨੇ। ਤੇ ਆਓ ਅੱਜ ਆਪਣਾ ਫਰਜ਼ ਬਣਦਾ ਯਾਰ, ਜੇ ਇਸ ਤਰ੍ਹਾਂ ਇਹ ਬੰਦੇ ਨੂੰ ਇਕੱਲੇ ਨੂੰ ਘੇਰ ਕੇ ਉਹ ਨਿਸ਼ਾਨਾ ਬਣਾ ਕੇ ਦਬਾਉਣ ਦੀ ਕੋਸ਼ਿਸ਼ ਕਰ ਰਿਹਾ, ਸਾਡਾ ਫਰਜ਼ ਬਣਦਾ ਕਿਸੇ ਵੀ ਤਰੀਕੇ ਨਾਲ ਅਸੀਂ ਉਸ ਇਨਸਾਨ ਦੇ ਨਾਲ ਖੜ ਗਏ ਜਿਹੜਾ ਸਾਡੇ ਹੱਕਾਂ ਦੀ ਆਵਾਜ਼ ਉਠਾਉਂਦਾ, ਲੋਕਾਂ ਤੱਕ ਪਹੁੰਚਾਉਂਦਾ। ਇੱਕ ਸੱਜਣ ਲਿਖਦਾ, ਕਹਿੰਦਾ ਬਾਈ ਸਿੱਧੂ ਮਰ ਗਿਆ, ਕੋਈ ਬੋਲਿਆ ਨਹੀਂ,
ਇਹਨਾਂ ਨੇ ਕਿੱਥੇ ਬੋਲਣਾ। ਇਹੀ ਤਾਂ ਮੈਂ ਗੱਲ ਪਿੱਟ ਰਿਹਾ ਕਿ ਇਹਨਾਂ ਨੂੰ ਲੱਗਦਾ ਕਿ ਯਾਰ ਸਿੱਧੂ ਮਰ ਗਿਆ, ਆਪਾਂ ਕੀ ਲੈਣਾ, ਆਪਾਂ ਆਪਣੀ ਜਾਨ ਬਚਾਈਏ। ਪਰ ਇਹ ਪਤਾ ਨਹੀਂ ਕੱਲ ਨੂੰ ਪੈਣੀ ਕੀਤੇ ਆ। ਤੁਹਾਡੇ 'ਚ ਬਹੁਤ ਵੱਡੀ ਤਾਕਤ ਹੈ। ਕਿੱਡੇ ਕਿੱਡੇ ਨਾਮੀ ਕਲਾਕਾਰ ਬੈਠੇ ਨੇ, ਕਿੰਨੇ ਪੁਰਾਣੇ ਕਲਾਕਾਰ ਬੈਠੇ ਨੇ ਜਿਨ੍ਹਾਂ ਨੇ ਬਹੁਤ ਸੱਭਿਆਚਾਰ ਦੇ ਵਿੱਚ ਆਪਣਾ ਯੋਗਦਾਨ ਪਾਇਆ, ਬਹੁਤ ਕੁਝ ਲਿਖਿਆ, ਗਾਇਆ, ਬਣਾਇਆ। ਉਹਨਾਂ ਦਾ ਹੀ ਫਰਜ਼ ਬਣਦਾ। ਸੋ ਇਸ ਕਰਕੇ ਸਾਡਾ ਫਰਜ਼ ਬਣਦਾ ਕਿ ਅਸੀਂ ਉਸ ਇਨਸਾਨ ਦੇ ਨਾਲ ਖੜ ਗਏ। ਅੱਜ ਉਹ ਇਨਸਾਨ ਵਿਪਤਾ 'ਚ ਆ। ਐਵੇਂ ਕੋਈ ਉੱਠ ਕੇ ਬੰਦਾ ਕੱਲ ਨੂੰ ਹਰਕੀ ਮੁਰੇ ਹੋ ਕੇ ਖੜ ਜਾਂਦਾ, ਅਸੀਂ ਐਂ ਕਰਾਵਾਂਗੇ ਜੀ, ਅਸੀਂ ਐਂ ਕਰਾਵਾਂਗੇ, ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਜੀ। ਸਾਡੇ ਕੀ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਬਾਈ? ਜੇ ਐਡੀ ਹਿੰਮਤ ਆ ਤਾਂ ਕਰਾਓ ਫਿਲਮਾਂ ਬੰਦ ਫਿਰ ਜਾ ਕੇ। ਬਿਲਕੁਲ ਅੱਜ ਸ੍ਰੀ ਬਰਾੜ ਬੋਲ ਰਿਹਾ ਕਿ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ। ਇਹ ਵੀ ਗੱਲ ਸਾਹਮਣੇ ਆਈ ਹੈ। ਉਹਨੇ ਅੱਜ ਬੋਲਿਆ ਵੀ ਹੈ ਕਿ ਮੈਨੂੰ ਇਹ ਫੋਨ ਕਰਕੇ ਡਰਾ ਧਮਕਾ ਵੀ ਰਹੇ ਨੇ। ਸੋ ਆਓ ਯਾਰ ਰਲ ਕੇ ਆਪਾਂ ਆਵਾਜ਼ ਉਠਾਈਏ, ਨਹੀਂ ਤਾਂ ਫਿਰ ਇਹਨਾਂ ਨੇ ਹੌਲੀ ਹੌਲੀ ਸਾਰੀਆਂ ਆਵਾਜ਼ਾਂ ਦੱਬ ਦੇਣੀਆਂ ਨੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਥੋੜਾ ਆਪਣਾ ਲਾਈਵ ਸ਼ੁਰੂ ਹੋ ਰਿਹਾ। ਆਈ ਥਿੰਕ ਮੈਂ ਫੇਸਬੁੱਕ ਤੇ ਵੀ ਲਾਈਵ ਹੈਗਾ ਤੇ ਇੰਸਟਾਗ੍ਰਾਮ ਤੇ ਵੀ ਹੈਗਾ। ਆਜੋ ਮੇਰਾ ਭਰਾ, ਮੇਰੇ ਭੈਣਾਂ ਭਰਾ, ਇੱਕ ਵਾਰ ਸਾਰੇ ਲਾਈਵ ਆਜੋ, ਜੁੜ ਜਾਓ। ਕਿਉਂਕਿ ਬੜੇ, ਵੈਸੇ ਮੈਂ ਲਾਈਵ ਆਉਂਦਾ ਹੀ ਨਹੀਂਗਾ ਹਨਾ, ਤੇ ਆਜੋ, ਬੜੀਆਂ ਜ਼ਰੂਰੀ ਗੱਲਾਂ ਕਰਨੀਆਂ ਸਾਰੇ ਭਰਾਵਾਂ ਨਾਲ। ਸਾਰੇ ਭੈਣ ਭਰਾ ਮੇਰੇ ਸਾਰੇ ਆ ਜਾਣ ਜੀ। ਰਿਕੁਐਸਟ ਹੈਗੀ, ਇਹਨੂੰ ਸ਼ੇਅਰ ਵੀ ਕਰ ਸਕਦੇ ਹੋ, ਸ਼ੇਅਰ ਵੀ ਜ਼ਰੂਰ ਕਰਿਓ। ਤੇ ਇੱਕ ਵਾਰ ਜੁੜ ਜਾਓ ਸਾਰੇ ਆਪਣਾ ਹਨਾ ਵੀਰ ਭਰਾ। ਤੇ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਕੌਮੀ ਇਨਸਾਫ ਮੋਰਚਾ, ਯੈਸ ਬਿਲਕੁਲ, ਜਿੰਦਾਬਾਦ ਜਿੰਦਾਬਾਦ, ਲਵ ਯੂ ਲਵ ਯੂ। ਤਾਂ ਸੋ ਸਾਰੇ ਭਰਾਵਾਂ ਨਾਲ, ਸਾਰੇ ਭੈਣਾਂ ਨਾਲ ਮੈਂ ਗੱਲ ਕਰਨੀ ਚਾਹੁੰਦਾ। ਤੇ ਹਰ ਗੱਲ, ਤੁਸੀਂ ਸਾਡੀ ਕਚਹਿਰੀ ਹੋ ਤਾਂ ਜਿੰਨੀ ਵੀ ਗੱਲ ਕਰਦਾ ਸਾਡੇ ਲਈ ਸਭ ਤੋਂ ਉੱਤੇ ਸਾਡਾ ਗੁਰੂ ਗ੍ਰੰਥ ਸਾਹਿਬ ਹੈਗੇ ਆ। ਤਾਂ ਮੈਂ ਉਹਨਾਂ ਦੀ ਕਸਮ ਦੇ ਕੇ ਗੱਲ ਕਰਦਾ, ਮੈਂ ਕੁਛ ਝੂਠ ਨਹੀਂ ਬੋਲਦਾ। ਹਰ ਚੀਜ਼ ਤੁਹਾਡੇ ਤੱਕ ਮੈਂ ਜਿਹੜੀ ਰੱਖਣ ਲੱਗਿਆ ਹੈਗਾ, ਉਹਨੂੰ ਤੁਸੀਂ ਐਕਚੁਅਲ 'ਚ ਸਮਝੋ ਕਹਾਣੀ ਨੂੰ ਸਾਰੀ ਨੂੰ। ਬਈ ਪਰਚਾ ਹੋ ਗਿਆ, ਫਿਰ ਉਸ ਦੀ ਗੱਲਾਂ, ਉਹ ਪਰਚਿਆਂ ਦੀ ਗੱਲਾਂ ਕਰਨ ਲੱਗਿਆ ਵੀਰੇ। ਪਰਚੇ, ਪਤਾ ਹੀ ਨਹੀਂ ਕੀ ਕੁਛ ਹੋਈ ਜਾਂਦਾ ਜ਼ਿੰਦਗੀ 'ਚ, ਪਤਾ ਹੀ ਨਹੀਂ ਕੀ ਚੱਲੀ ਜਾਂਦਾ। ਹਰ ਮੇਰਾ ਵੀਰ ਭਰਾ ਹਨਾ, ਧਿਆਨ ਨਾਲ ਗੱਲ ਸੁਣਿਓ। ਅੱਜ ਤੱਕ ਮੇਰੇ ਤੇ ਕੀ ਬੀਤਦੀ ਹੈ ਜ਼ਿੰਦਗੀ 'ਚ ਕੀ ਬੀਤਦੀ ਹੈਗੀ ਹੈ, ਮੈਂ ਕਿਹੜੇ ਹਾਲਾਤਾਂ 'ਚੋਂ ਲੰਘਦਾ, ਮੈਂ ਉਹ ਗੱਲਾਂ ਹਜੇ ਵੀ ਨਹੀਂ ਰੱਖਦਾ ਪੰਜਾਬ ਦੇ ਲੋਕਾਂ ਅੱਗੇ। ਸਹੁੰ ਵਾਲੀ ਗੱਲ ਹੈਗੀ ਆ। ਮੈਂ ਸਾਡੇ ਗੁਰੂਆਂ ਦੀ ਸਹੁੰ ਦੇ ਕੇ ਕਹਿਣਾ ਕਿ ਜੇ ਮੈਂ ਉਹ ਗੱਲਾਂ, ਮੈਂ ਕਿਹੜੇ ਹਾਲਾਤਾਂ 'ਚੋਂ ਗੁਜ਼ਰ ਰਿਹਾ ਤੇ ਕਿਹੜੇ ਹਾਲਾਤਾਂ 'ਚੋਂ ਮੈਂ ਲੰਘਿਆ, ਜੇ ਮੈਂ ਉਹ ਗੱਲਾਂ ਇੱਥੇ ਰੱਖਾਂ ਤਾਂ ਮੈਨੂੰ ਪਤਾ ਕਿ ਸਾਡੇ ਨੌਜਵਾਨ ਮੁੰਡੇ ਕੁੜੀਆਂ ਹੈਗੇ ਆ ਜਿਹੜੇ ਉਹ ਸਾਰੇ ਵਾਪਸ ਮੁੜਨਗੇ। ਦੱਸ ਨਹੀਂ ਸਕਦਾ ਮੈਂ ਵੀਰੇ ਕਿਹੜੀਆਂ ਜ਼ਿੰਦਗੀ 'ਚ ਚੀਜ਼ਾਂ ਸਹਿ ਰਿਹਾ, ਨਹੀਂ ਦੱਸ ਸਕਦਾ। ਸਹੁੰ ਗੁਰੂ ਦੀ ਮੈਂ ਅੱਜ ਤੱਕ ਜਿੰਨਾ ਕੁਛ ਮੈਂ ਆਪਦੇ ਕੀ ਦੱਸਾਂ ਕਿਸੇ ਨੂੰ, ਕੀ ਸਹਿਆ ਮੈਂ, ਹਜੇ ਵੀ ਕਮੀ ਨਹੀਂ। ਚਲੋ ਜੀ, ਕਿਸਾਨ ਅੰਦੋਲਨ ਦੇ ਵਿੱਚ ਬਾਬਾ ਮਿਹਰ ਕਰੇ, ਬੜਾ ਕੁਛ ਦੇਖਿਆ ਤੁਹਾਡੇ ਭਰਾ ਨੇ, ਬੜਾ ਕੁਛ ਦੇਖਿਆ। ਕਿਹੜੇ ਗੁੰਡਿਆਂ ਦੇ ਫੋਨ ਨਹੀਂ ਸਹੇ ਤੁਹਾਡੇ ਵੀਰ ਨੇ, ਕਿਹੜੇ ਪੋਲੀਟੀਸ਼ੀਅਨਾਂ ਤੋਂ ਧਮਕੀਆਂ ਨਹੀਂ ਲਈਆਂ ਮੈਂ, ਠੀਕ ਹੈ। ਕਿਵੇਂ ਅੱਜ ਤੱਕ ਝੇਲਦਾ ਰਹੇ ਚੀਜ਼ਾਂ ਨੂੰ ਹਨਾ, ਕਿਤੇ ਨਹੀਂ ਰੋਇਆ ਤੁਹਾਡੇ ਸਾਹਮਣੇ ਆ ਕੇ। ਕੀ ਰੋਵਾਂ? ਤੁਸੀਂ ਤਾਂ ਖੁਦ ਮੇਰੇ ਵਾਂਗੂ ਫਸੇ ਬੈਠੇ ਹੋ ਸਾਰੇ ਹਨਾ। ਤੁਸੀਂ
ਖੁਦ ਸਾਰੀਆਂ ਚੀਜ਼ਾਂ 'ਚ ਉਸੇ ਪੰਜਾਬ 'ਚ ਤੁਸੀਂ ਰੋ ਰਹੇ ਹੋ, ਉਸੇ 'ਚ ਮੈਂ ਰੋ ਰਿਹਾ। ਕੀ ਰੋਵਾਂ ਮੈਂ ਕਿਸੇ ਦੇ ਸਾਹਮਣੇ ਆ ਕੇ? ਅੱਜ ਤੱਕ ਕਿੰਨੀਆਂ ਚੀਜ਼ਾਂ ਹੈਗੀਆਂ, ਹਰ ਸਾਲ ਘੱਟ ਤੋਂ ਘੱਟ ਮੈਨੂੰ ਲੱਗਦਾ 40-50 ਚੀਜ਼ਾਂ, ਕਿਸੇ ਚੀਜ਼ਾਂ ਹੱਥ ਜੋੜ ਕੇ ਖੜਾ ਛਡਾਉਣਾ ਕਿ ਹਨਾ ਇੱਥੋਂ ਨਿਕਲ ਜਾ। ਕਿਸੇ ਪਾਸੇ ਜੇ ਪੈਸਿਆਂ ਦਾ ਹੁੰਦਾ ਪੈਸੇ ਦੇ ਕੇ ਪਿੱਛੇ ਹੋ ਜਾਣਾ, ਕਿਸੇ ਪਾਸੇ ਜੇ ਮੇਰੇ ਕੋਈ ਹੁੰਦਾ ਹੈਗਾ ਕਿ ਕੋਈ ਪੋਲੀਟੀਸ਼ੀਅਨ ਪਿੱਛੇ ਪੈਂਦੇ ਹੈਗੇ, ਜਦੋਂ ਉਹ ਉਹਨਾਂ ਚੀਜ਼ਾਂ 'ਚੋਂ ਕਿਤੇ ਹੱਥ ਜੋੜ ਕੇ, ਜਾਂ ਕੋਈ ਪੋਲੀਟੀਸ਼ੀਅਨ ਵੀਰ ਭਰਾ ਹੁੰਦਾ ਉਹਨਾਂ ਨੂੰ ਹੱਥ ਜੋੜ ਦੇਣਾ ਵੀ ਮੇਰੇ ਨਾਲ ਧੱਕਾ ਨਾ ਕਰੋ, ਮੈਂ ਹਟ ਨਹੀਂ ਸਕਦਾ ਬੋਲਣੋਂ, ਮੇਰੀ ਮਜਬੂਰੀ ਹੈ। ਪੰਜਾਬ ਦੇ ਹੱਕ 'ਚ ਬੋਲਣ ਦੀ ਸਜ਼ਾ ਮੇਰੀ ਐਡੀ ਹੈ, ਪੰਜਾਬ ਦੇ ਹੱਕ 'ਚ ਬੋਲਣ ਦੀ ਸਜ਼ਾ ਮੇਰੀ ਇਹ ਹੈਗੀ ਹੈ, ਹਰ ਸਾਲ 'ਚ 12 ਮਹੀਨੇ ਹੁੰਦੇ ਆ ਤੇ ਤੁਹਾਡਾ ਭਰਾ 8 ਵਾਰੀ ਛੱਤ ਨੂੰ ਰੱਸੇ ਪਾਉਂਦਾ ਹੈ। ਐਸੀ ਸਿਚੁਏਸ਼ਨ ਤੇ ਲਿਆ ਕੇ ਸੁੱਟਦੇ ਆ ਮੈਨੂੰ ਕਿ ਮੇਰੀ ਜ਼ਿੰਦਗੀ, ਮਤਲਬ ਸੁਸ਼ਾਂਤ ਸਿੰਘ ਜਿਵੇਂ ਮਜਬੂਰ ਸੀਗਾ, ਕਹਿੰਦੇ ਕਿ ਉਹਨੇ ਆਪ ਹੀ ਸੁਸਾਈਡ ਕਰ ਲਿਆ ਜਾਂ ਇਹਨਾਂ ਨੇ ਮਾਰ ਕੇ ਟੰਗਤਾ ਉਹਨੂੰ, ਉਹ ਹਾਲਾਤਾਂ ਤੇ ਆ ਜਾਂਦਾ ਮੈਂ। ਫਿਰ ਮੈਂ ਸੋਚਦਾ ਕਿ ਯਾਰ ਚੱਲ ਛੱਡ ਭਰਾ, ਐਂ ਸੋਚ ਲਾ ਕਿ ਤੂੰ ਅੱਜ ਮਰ ਗਿਆ ਤੇ ਫਿਰ ਖੜੇ ਹੁੰਨੇ ਆ। ਐਂ ਸੋਚ ਲਾ ਤੂੰ ਮਰ ਗਿਆ ਤੇ ਪੰਜਾਬ ਦੇ ਲੇਖੇ ਲੱਗ ਜਾ। ਇੱਥੇ ਲਾਈਵ 'ਚ ਦਿੰਨਾ ਮੈਂ, ਲਾਈਵ 'ਚ ਇਹ ਗੱਲ ਕਹਿਣਾ, ਗੁਰੂ ਗ੍ਰੰਥ ਸਾਹਿਬ ਦੀ ਸਹੁੰ ਪਾ ਕੇ ਗੱਲ ਕਹਿਣਾ। 6 ਮਹੀਨੇ ਪਹਿਲਾਂ ਦੀ ਗੱਲ ਹੈ, ਜਾਂ ਆਈ ਥਿੰਕ 8-9 ਮਹੀਨੇ ਹੋ ਗਿਆ, ਸੌਰੀ 7 ਮਹੀਨੇ, ਮੈਨੂੰ 6-7 ਮਹੀਨੇ ਇੱਥੇ ਆ ਗਏ ਹੋ ਗਏ। 2 ਸਾਲ ਨਹੀਂ, ਸਾਲ ਪੁਰਾਣੀ ਗੱਲ ਹੈ। ਬੀਜੇਪੀ ਦਾ ਬੜਾ ਮੰਨਿਆ ਪਰਮੰਨਿਆ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਫਿਰ ਇਹ ਪਰਚੇ ਪਾਉਣਗੇ ਮੇਰੇ ਤੇ, ਕੁਝ ਕਰਨਗੇ, ਬਟ ਗੁਰੂ ਦੀ ਸਹੁੰ ਦੇ ਕੇ ਕਹਿਣਾ ਕਿ ਬੀਜੇਪੀ ਦੇ ਬੰਦੇ ਨੇ, ਭਰਾ ਨੇ, ਉਸੇ ਮੀਟਿੰਗ 'ਚ ਬੈਠਾ ਸੀਗਾ ਤੇ ਆ ਕੇ ਕਹਿੰਦਾ ਕਿ ਸ਼੍ਰੀ ਤੇਰੇ ਤੇ ਪਰਚਾ ਵੀਰੇ, ਮੈਨੂੰ ਫੋਨ ਕਰਿਆ। ਉਹ ਚੰਗਾ ਭਲਾ ਬੰਦਾ, ਉਹਦੇ ਹੋਸ਼ ਉੱਡ ਗਏ ਤੇ ਮੈਨੂੰ ਫੋਨ ਕਰਕੇ ਕਹਿੰਦਾ ਵੀਰੇ ਮੈਂ ਮਿਲਣਾ ਹੈ। ਕਿੱਥੇ ਆ ਤੂੰ, ਛੋਟਾ ਭਰਾ ਹੈ? ਮੈਂ ਕਿਹਾ ਜੀ ਮੈਂ ਮੋਹਾਲੀ, ਮੈਂ 91 ਹੁੰਦਾ ਸੀ। ਮੈਂ ਸਵੇਰੇ ਮੈਂ ਗੱਲ ਹੋਈ, ਮੈਂ ਮਿਲਿਆ। ਮੈਨੂੰ ਵੀਰ ਕਹਿੰਦਾ ਕਿ ਰਾਤ ਮੀਟਿੰਗ 'ਚ ਬੈਠੇ ਆ ਬੀਜੇਪੀ ਦੇ, ਤੇ ਸ਼੍ਰੀ ਉੱਥੇ ਗੱਲ ਕੀ ਹੋਈ, ਤੇਰਾ ਜ਼ਿਕਰ ਚੱਲਿਆ ਤੇ ਉਹਨਾਂ ਨੇ ਕੀ ਗੱਲ ਕਹੀ। ਬਹੁਤ ਵੱਡਾ ਪੋਲੀਟੀਸ਼ੀਅਨ ਸੀਗਾ, ਉਹਨੇ ਗਾਲ ਕੱਢ ਕੇ ਮੇਰੇ ਬਾਰੇ ਕਿਹਾ, ਇੱਕ ਸਟੇਟ ਨੂੰ ਰੀਪ੍ਰਜੈਂਟ ਕਰਦਾ ਉਹ ਬੰਦਾ ਜਿਹਦੀ ਮੈਂ ਗੱਲ ਕਰ ਰਿਹਾ, ਤੁਹਾਨੂੰ ਪਾਵਰ ਦੱਸ ਦਿਆਂ ਉਹ ਬੰਦੇ ਦੀ ਕੀ ਉਹਦਾ ਹੈਗਾ। ਕਹਿੰਦਾ ਕਿ ਸ਼੍ਰੀ ਪੰਜਾਬ ਦੇ ਲੋਕਾਂ ਨੂੰ ਭੜਕਾ ਰਿਹਾ ਤੇ ਇਹਨੂੰ ਅੱਤਵਾਦੀ ਦਾ ਕਰਾਰ ਦੇ ਕੇ, ਜਿੱਦੇ ਸਾਡੇ ਧੱਕੇ ਚੜ ਗਿਆ, ਅੱਤਵਾਦੀ ਦਾ ਕਰਾਰ ਦੇ ਕੇ ਇਹਨੂੰ ਸਾਰੀ ਉਮਰ ਜੇਲ੍ਹਾਂ 'ਚ ਨਾ ਕਟਾਈ। ਤੇ ਅਸੀਂ ਕੀ ਸਮਝਦੇ ਨਹੀਂ ਇਹ ਚੀਜ਼ਾਂ ਨੂੰ? ਸਮਝਦਾ ਨਹੀਂ ਮੈਂ ਇਹ ਚੀਜ਼ਾਂ ਨੂੰ ਕਿ ਅੱਤਵਾਦੀ ਕਰਾਰ ਦੇ ਦੇਣਾ ਕਿਸੇ ਨੂੰ ਕੀ ਚੀਜ਼ ਹੈ। ਅੱਜ ਇਹ 4 ਬੰਦੇ ਰਲ ਕੇ ਸਾਨੂੰ ਅੱਤਵਾਦੀ ਕਰਾਰ ਦੇ ਦੇਣ ਤਾਂ ਵੀਰੇ ਅਸੀਂ ਕੀ ਕਰਾਂਗੇ? ਹੁਣ ਗੱਲ ਆਉਂਦੀ ਹੈ ਸਾਡੇ ਚੰਡੀਗੜ੍ਹ ਮੋਰਚਾ ਚੱਲ ਰਿਹਾ ਜੀ। ਸਾਰੇ ਭਰਾਵਾਂ ਨੂੰ ਪਤਾ ਹੀ ਹੋਣਾ, ਸਾਰੇ ਭਰਾਵਾਂ ਨੂੰ ਪਤਾ। ਚੰਡੀਗੜ੍ਹ ਮੋਰਚਾ ਚੱਲ ਰਿਹਾ ਹੈਗਾ ਤੇ ਮੈਂ ਗਾਣਾ ਮੇਰੇ ਕੋਲੇ ਪੈਸੇ ਪੂਸੇ ਸਾਰਾ ਕੁਝ, ਮੈਂ ਤਾਂ ਲੋਕਾਂ ਸਾਹਮਣੇ ਸਿੱਧਾ ਐਂ ਚੱਲਦਾ। ਪੈਸੇ ਪੂਸੇ ਜਦੋਂ ਇੰਨੇ ਹੈ ਨਹੀਂ ਸੀਗੇ, 7 ਰਾਣੀਆਂ ਐਲਬਮ ਕੀਤੀ, 14 ਦਿਨ ਹੋ ਗਏ ਉਹਨੂੰ ਕੀਤੀ ਨੂੰ। ਥੋੜਾ ਐ ਹੌਸਲਾ ਹੋਇਆ, ਚੱਲ 4 ਪੈਸੇ ਹੋਣਗੇ। ਬੇੜੀਆਂ ਗਾਣਾ, ਰੁਪਿੰਦਰ, ਮੈਂ ਆਸਟ੍ਰੇਲੀਆ, ਰੁਪਿੰਦਰ ਇੱਥੇ ਆਈ ਸੀ। ਰੁਪਿੰਦਰ ਨੂੰ ਇੱਕ ਫੋਨ ਕੀਤਾ, ਮੈਂ ਕਿਹਾ ਰੁਪਿੰਦਰ ਆਪਾਂ ਹਰ ਹਾਲ ਗਾਣਾ ਕਰਨਾ ਹੈ। ਧੰਨ ਜੇਰਾ ਉਹ ਕੁੜੀ ਦਾ ਜਿਹੜੀ ਉਹ ਦਰਿੰਦਿਆਂ 'ਚ ਬੈਠ ਕੇ ਇੱਥੋਂ ਗਾਣਾ ਕੱਢ ਕੇ ਗਈ ਹੈ, ਫਿਰ ਇੰਡੀਆ ਆ ਕੇ ਉਹਨੇ ਮੱਥਾ ਲਾਉਣਾ, ਉਹਨੂੰ ਵੀ 4 ਚੀਜ਼ਾਂ ਨੂੰ ਝੱਲਣੀਆਂ ਪੈਣਗੀਆਂ। ਮੈਨੂੰ ਕਿਸਾਨੀ ਮੋਰਚੇ ਤੋਂ ਜੁੜੇ ਭਰਾਵਾਂ ਦੇ ਫੋਨ ਆਏ, ਜਿਵੇਂ ਕਿਸਾਨ ਐਂਥਮ ਕਰਿਆ ਸੀ ਨਾ, ਉਹ ਜਿਹਾ ਗਾਣਾ ਅੱਜ ਗਾਣਾ ਕਰੀਏ। ਮੈਂ ਵੀਰ ਨੂੰ ਕਿਹਾ, ਮੈਂ ਕਿਹਾ ਵੀਰ ਵੀ ਐਕਚੁਅਲ 'ਚ ਮੈਂ ਇੱਕ ਕੋਸ਼ਿਸ਼ ਕਰਦਾ, ਸਾਰੇ ਕਲਾਕਾਰ ਫਿਰ ਤੋਂ ਇਕੱਠੇ ਕਰਾਂਗੇ ਚੀਜ਼। ਮੈਂ ਫੋਨ ਲਾਉਣੇ ਸ਼ੁਰੂ ਕਰਤੇ ਚਾਰੇ ਪਾਸੇ, ਤੇ ਕਾਲ ਦੇ ਵਿੱਚ ਅਸੀਂ ਉਹ ਵੀਰ ਮੇਰਾ ਦੱਸ ਰਿਹਾ ਕਿ ਇੱਕੋ ਹੱਲ ਹੈ, ਬਾਹਰਲੇ ਮੁਲਕ 'ਚ ਬਹਿ ਜਾਓ। ਮੈਂ ਉਹ ਗੱਲ ਤੇ ਵੀ ਆਉਣਾ ਵੀਰੇ। ਤੇ ਮੈਂ ਕਿਹਾ ਜੀ ਸਾਰਿਆਂ ਨੂੰ ਫੋਨ ਲਾਉਣੇ ਸ਼ੁਰੂ ਕਰਤੇ ਕਿ ਵੀਰ ਫਿਰ ਤੋਂ ਆਉਣਾ ਆਪਾਂ, ਤੇ ਆਪਾਂ ਮੁੱਦੇ ਚੱਕੀਏ, ਤੇ ਆਪਾਂ ਇਸ ਲਈ ਆਵਾਜ਼ ਚੱਕੀਏ, ਇਸ ਧਰਨੇ ਨੂੰ ਵੀ ਆਪਾਂ ਮਜ਼ਬੂਤ ਕਰੀਏ।
ਤੇ ਨਾਲ ਦੀ ਨਾਲ ਮੇਰਾ ਬੇੜੀਆਂ ਗਾਣਾ ਆ ਗਿਆ ਤੇ ਮੇਰਾ ਜੀਣਾ ਹਰਾਮ ਕਰਤਾ। ਕੁਝ ਕਾਂਗਰਸ ਦੇ ਲੀਡਰ ਸੀਗੇ, ਤੈਨੂੰ ਨੰਗਾ ਕਰ ਦਿਆਂਗੇ ਅਸੀਂ, ਤੈਨੂੰ ਆਹ ਕਰ ਦਿਆਂਗੇ, ਗਾਲਾਂ ਕੱਢਦੇ ਹੈਗੇ ਆ, ਨੰਬਰ ਦੇ ਦਿੰਦੇ ਆ ਕੁੱਤੇ ਬਿੱਲਿਆਂ ਨੂੰ। ਇਹ ਹੈ ਨੰਬਰ ਦੇ ਦੇ ਕੇ ਮੈਨੂੰ ਗਾਲਾਂ ਕਢਾਉਂਦੇ ਆ, ਕਿਤੇ ਚੰਗੀਆਂ ਮਾੜੀਆਂ ਥਾਵਾਂ ਤੋਂ ਫੋਨ ਕਰਾਉਂਦੇ ਆ। 84 ਤੁਸੀਂ ਮੈਨੂੰ ਕੀ ਰੋਕ ਲਓਗੇ? ਤੁਸੀਂ ਵੀ ਹੁਣ ਦੇਖੋਗੇ ਤੇ ਤੁਹਾਡਾ ਜੇ ਮੈਂ ਨਾਮ ਲੈ ਦਿਆਂ ਸਾਰਿਆਂ ਦਾ, ਇਕੱਲੇ ਇਕੱਲੇ ਦਾ ਨਾਮ ਲੈ ਦਿਆਂ, ਠੀਕ ਹੈ, ਤੇ ਤੁਹਾਡਾ ਬਣੂਗਾ ਕੀ ਕਿਹੜੀ ਹੱਦ ਤਾਈਂ ਤੁਸੀਂ ਜਾਣਦੇ ਹੋ? ਜਿਹੜਾ ਵੀਰ ਦੱਸ ਰਿਹਾ ਕਿ ਬਾਹਰਲੇ ਮੁਲਕ, ਵੀਰੇ ਮੈਂ ਆਸਟ੍ਰੇਲੀਆ ਹੈਗਾ ਆਹੀ ਚੀਜ਼ਾਂ ਤੋਂ, ਕਿਉਂਕਿ ਮੈਨੂੰ ਹਰ ਮਹੀਨੇ ਥਾਣਿਆਂ ਕਚਹਿਰੀਆਂ 'ਚ ਥ੍ਰੈਟ ਸੀਗੇ ਮਾਰਨ ਦੇ ਵੀਰੇ। ਨਾ ਕੋਈ ਵੈਰ ਨਾ ਵਿਰੋਧ ਕਿਸੇ ਨਾਲ। ਇੰਸਟਾ ਤੇ ਸ਼ਰੇਆਮ ਥੱਲੇ ਕਮੈਂਟਾਂ 'ਚ ਆ ਰਿਹਾ ਸੀਗਾ। ਤੇ ਮੈਂ ਹੁਣ ਤੁਹਾਨੂੰ ਦੱਸਦਾ ਹਾਲਾਤ ਕੀ ਹੈ। ਸਾਡੇ ਪੰਜਾਬ ਦੇ ਇਕੱਲੇ ਇਕੱਲੇ ਪੋਲੀਟੀਸ਼ੀਅਨ ਵੀ ਇਹ ਗੱਲ ਸੁਣ ਲੈਣ, ਲੋਕ ਵੀ ਸੁਣ ਲੈਣ। ਸਾਡੇ ਪੰਜਾਬ ਦੇ ਹਾਲਾਤ ਸਾਡੇ ਲੋਕਾਂ ਨੇ ਕਸ਼ਮੀਰ ਤੋਂ ਬਿਹਤਰ ਕਰ ਦਿੱਤੇ ਆ। ਕੀ ਕਰੀਏ, ਕਿੱਥੇ ਜਾ ਕੇ ਮਰ ਜਾਈਏ? ਜੇ ਬੋਲਦੇ ਆ ਸਾਰੇ ਪਿੱਛੇ ਕੁੱਤਿਆਂ ਮੂੰਹ ਪੈ ਜਾਂਦੇ ਆ। ਸ਼ੋਆਂ ਤੋਂ ਕਮਾਈ ਆਉਂਦੀ ਹੈ। ਬਾਹਰ ਦੇ ਸ਼ੋਅ ਸਾਰੇ ਕੈਂਸਲ ਕਰਤੇ ਵੀਰੇ, ਮੈਂ ਨਹੀਂ ਲਾ ਰਿਹਾ ਸ਼ੋਅ। ਸੋਚਦਾ ਜਦੋਂ ਪੂਰਾ ਸਾਰਾ ਕੁਝ ਠੀਕ ਹੋ ਜੂ, ਸਿਕਿਉਰਿਟੀ ਹੋਊਗੀ, ਉਦੋਂ ਕਿਤੇ ਸ਼ੋਅ ਲਾ ਲੂੰਗਾ। ਡਰਦਾ ਨਿਕਲਦਾ ਨਹੀਂ ਵੀਰੇ, ਕਿਉਂਕਿ ਮੈਨੂੰ ਪਤਾ ਇਹਨਾਂ ਨੇ ਮੈਨੂੰ ਮਰਵਾ ਦੇਣਾ। ਮੁੱਦਾ ਬਣਾ ਲੈਂਦੇ ਆ ਫਲਾਨਾ। ਮੈਨੂੰ ਜਿਹੜਾ ਆਹ ਬੇੜੀਆਂ ਗਾਣੇ ਤੋਂ ਬਾਅਦ ਜਿਹੜੇ ਕਹਿੰਦੇ ਸੀ ਕਿ ਤੈਨੂੰ ਨੰਗਾ ਕਰ ਦਿਆਂਗੇ, ਫਲਾਨਾ ਕਰ ਦਿਆਂਗੇ, ਜਿਹੜੇ ਆ ਗੱਲਾਂ ਕਰ ਰਹੇ ਸੀ ਤੁਸੀਂ, ਤੁਹਾਡੀਆਂ ਹਜ਼ਾਰ ਕਲਮਾਂ ਤੁਸੀਂ ਸਰਕਾਰੀ ਕਲਮਾਂ ਤੁਹਾਡੀਆਂ ਚਲਾ ਲਓ ਮੇਰੇ ਖਿਲਾਫ। ਤੁਸੀਂ ਜਿੱਥੋਂ ਵਾਹ ਲੱਗਦਾ ਮੈਨੂੰ ਨੰਗਾ ਛੱਡੋ, ਜੋ ਕਰਨਾ ਹੈ। ਤੁਹਾਨੂੰ ਮੈਂ ਇਹ ਵੀ ਦੱਸ ਦਿਆਂ, ਤੁਹਾਡੇ ਕੋਲ ਇੱਕੋ ਹੱਲ ਹੈ। ਤੁਹਾਡੇ ਕੋਲ ਇੱਕੋ ਹੱਲ ਹੈਗਾ, ਉਹ ਹੈ ਤੁਸੀਂ ਕਿਸੇ ਤੋਂ ਮਰਵਾਉਣਾ ਮੈਨੂੰ। ਜਿੱਦਾਂ ਗੋਲੀ ਮਰਾ ਦਿਓਗੇ ਉਦੋਂ ਟਿਕ ਜੂੰਗਾ। ਉਹਨਾਂ ਚਿਰ ਤੁਹਾਡੀਆਂ ਹਜ਼ਾਰ ਕਲਮਾਂ ਤੇ ਮੇਰੀ ਆ ਇੱਕ ਕਲਮ ਹੈ। ਤੁਹਾਡੀ ਜੇ ਨੀਂਦ ਨਾ ਡਾਤੀ ਮੈਂ ਰਾਤਾਂ ਦੀ ਸਾਰਿਆਂ ਦੀ, ਦੱਲੇ ਹੋ ਤੁਸੀਂ ਦੱਲੇ, ਤੁਹਾਡੀ ਸਭ ਦੀ ਨੀਂਦ ਡਾ ਕੇ ਰੱਖੂੰਗਾ। ਹਜ਼ਾਰ ਕਲਮਾਂ ਚਲਾ ਲਓ, ਬਾਬਾ ਮਿਹਰ ਕਰੇ। ਤੁਸੀਂ ਮੈਨੂੰ ਕੀ ਜਲੀਲ ਕਰ ਦੋਗੇ? ਤੁਸੀਂ ਮੇਰਾ ਕੀ ਕਰ ਕੀ ਦੋਗੇ? ਫਿਰ ਆਉਣਾ ਮੈਂ ਕੱਲ ਦੇ ਮੇਰੇ ਖਿਲਾਫ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਹੈਗੀਆਂ। ਕੋਈ ਗਿਲਾ ਨਹੀਂ ਇਸ ਚੀਜ਼ ਦਾ। ਮੈਂ ਉਹ ਵਕੀਲ ਵੀਰ ਨੂੰ ਵੀ ਕਹਿਣਾ ਕਿ ਵੀਰ ਕੋਈ ਗੱਲ ਨਹੀਂ, ਪਰ ਹੈਰਾਨੀ ਹੈ ਕਿ ਜਦੋਂ ਮੈਂ ਚੰਗੇ ਗਾਣੇ ਕਰਨ, ਮੈਂ ਕਿੰਨਾ ਕੁਝ ਪੰਜਾਬ ਲਈ ਕਰਦਾ ਹੈਗਾ। ਮੈਂ ਪੰਜਾਬ ਲਈ ਨਹੀਂ, ਕਿਉਂਕਿ ਮੈਂ ਪੰਜਾਬ ਦਾ ਦਿੱਤਾ ਖਾਨਾ ਹੈ। ਕੋਈ ਸਾਨ ਨਹੀਂ ਕਰ ਰਿਹਾ ਮੈਂ ਕਿਸੇ ਤੇ। ਹੁਣ ਉਹ ਵੀਰ ਨੇ ਵਕੀਲ ਭਰਾ ਹੈਗਾ, ਚਲੋ ਹੈ ਵੀਰ ਸੁਲਝਿਆ ਸਿਆਣਾ। ਪੰਜਾਬ 'ਚ KGF ਪੁਸ਼ਪਾ ਚੱਲ ਪਈ। ਪੁਸ਼ਪਾ ਮੂਵੀ 'ਚ ਉਹਨਾਂ ਨੇ IPS ਨੂੰ ਨੰਗਾ ਕਰਕੇ ਕੁੱਟਿਆ ਐਂਡ 'ਚ। ਕੋਈ ਪਰਚਾ ਹੋਇਆ ਵੀਰੇ? ਕੋਈ ਆ YouTube ਤੇ ਗੰਦ ਪਿਆ ਖੜਾ ਹੈ, ਕੋਈ ਪਰਚਾ ਹੁੰਦਾ ਵੀਰੇ? ਨੈਟਫਲਿਕਸ ਤੇ ਕੀ ਚੱਲਦਾ, ਕੋਈ ਪਰਚਾ ਹੁੰਦਾ? ਮੈਂ ਕਹਿੰਦਾ ਵੀ ਸਾਰੇ ਪੰਜਾਬ ਦਾ ਹੈਗਾ, ਸਾਰੇ ਪੰਜਾਬ ਦਾ ਤੁਸੀਂ ਇੱਕੋ ਦਮ ਖਤਮ ਕਰ ਦੋ ਨਾ। ਸਾਰੇ ਪੰਜਾਬ ਦਾ ਇੱਕੋ ਦਮ ਖਤਮ ਕਰ ਦੋ। ਨੈਟਫਲਿਕਸ ਬੰਦ ਕਰਾ ਦਿਓ, YouTube ਤੋਂ ਬੰਦ ਕਰਾ ਦਿਓ, ਸਾਰੇ ਇੰਡੀਆ ਦਾ। ਜਾਂ ਫਿਰ ਪੰਜਾਬ ਨੂੰ ਇੱਕ ਵੱਖਰਾ ਹੀ ਕਾਨੂੰਨ ਬਣਾਈ ਬੈਠੇ ਹੋ ਤੁਸੀਂ ਪੰਜਾਬ ਲਈ। ਮੈਂ ਤਾਂ ਖੁਦ ਕਹਿ ਰਿਹਾ ਕਿ ਸਾਰੇ ਪੰਜਾਬ ਦਾ ਬੰਦ ਕਰ ਦਿਓ ਇਕੱਠਾ, ਪਰ ਕੋਈ ਵਾਇਲੈਂਸ ਹੋਰ ਨਹੀਂ। ਆਹ ਪਠਾਨ ਮੂਵੀ 'ਚ ਤਾੜ ਗੋਲੀਆਂ ਚਲਾਈ ਜਾਂਦੇ ਆ ਯਾਰ, ਹੱਦ ਹੋ ਗਈ। ਡਿਸਕਲਾਈਮਰ ਵੀ ਦਿੱਤਾ ਮੈਂ ਤਾਂ ਗਾਣਿਆਂ 'ਚ, ਤੇ ਮੈਂ ਹੀ ਦੇਖਦਾ ਸਭ ਨੂੰ। ਤੇ ਮੈਨੂੰ ਇੱਕ ਚੀਜ਼ ਤੇ ਅੱਜ ਬੜਾ ਦੁੱਖ ਹੋਇਆ। ਚੱਲ ਸਾਰੇ ਕੀ ਪੰਜਾਬ ਨੂੰ
ਕਿ ਪੰਜਾਬ ਦੇ ਲੋਕਾਂ ਨੂੰ ਨਹੀਂ ਪਤਾ ਕਿ ਕੀ ਸਾਜ਼ਿਸ਼ਾਂ ਚੱਲਦੀਆਂ, ਕਿਵੇਂ ਕਿਸੇ ਬੰਦੇ ਨੂੰ ਫਸਾਉਂਦੇ ਆ, ਕਿਵੇਂ ਸਰਕਾਰ ਕੀ ਹੱਥਕੰਡੇ ਅਪਣਾਉਂਦੀ ਹੈ। ਪੰਜਾਬ ਦੇ ਲੋਕ, ਤੁਸੀਂ ਤਾਂ ਵੀਰੇ ਸਿਆਣੇ ਹੋ ਯਾਰ। ਇੱਕ ਵਕੀਲ ਵੀਰ ਆ ਕੇ ਉਹ ਪੁੱਛ ਰਿਹਾ ਹੈਗਾ, ਉਹ ਰਿਪੋਰਟਰ ਭਰਾ ਨੇ, ਦੈਨਿਕ ਸਵੇਰਾ ਦੇ ਰਿਪੋਰਟਰ ਨੇ ਪੁੱਛਿਆ, ਕਹਿੰਦੇ ਵੀ ਵੀਰੇ ਵੀ ਕਲਾਕਾਰ ਕਹਿੰਦੇ ਹੈਗੇ ਵੀ ਚਲੋ ਇਹ ਕਮਰਸ਼ੀਅਲ ਗਾਣੇ ਸਾਨੂੰ ਗਾਉਣੇ ਪੈਂਦੇ ਆ, ਕਿਸੇ ਰਿਪੋਰਟਰ ਨੇ ਕਿਹਾ। ਤੇ ਉਹ ਵੀਰ ਅੱਗੋਂ ਕਹਿੰਦਾ ਕਿ ਮੈਂ ਤਾਂ ਇਹਨਾਂ ਨੂੰ ਸਲਾਹ ਦਿੰਦਾ ਕਿ ਇਹ ਐਕਸ ਨਾਮ ਦੀਆਂ ਫਿਲਮਾਂ ਆਉਂਦੀਆਂ, ਬਲੂ ਫਿਲਮਾਂ, ਉਹ ਕਹਿੰਦਾ ਇਹਦੇ ਪਰਿਵਾਰ ਨੂੰ ਮੈਂ ਕਹਿੰਦਾ ਇਹਨਾਂ ਦੇ ਨੂੰ ਉਹ ਫਿਲਮਾਂ ਬਣਾ ਲੈਣ ਤੇ ਇਹਨਾਂ ਦੀਆਂ ਮੈਂ ਢਿੱਡ ਦੇਖੂੰਗਾ, ਫਲਾਨਾ ਦੇਖੂੰਗਾ। ਵੀਰੇ ਕੀ ਬੋਲੀ ਜਾਂਦਾ ਭਰਾ? ਸਿਆਣਾ ਸੋਤਾ ਬੰਦਾ ਯਾਰ ਵੀਰੇ, ਤੂੰ ਵਕੀਲ ਐ ਭਰਾ, ਵਕੀਲ ਬੰਦਾ ਯਾਰ ਵੀਰੇ, ਹੱਦ ਹੋਈ ਪਈ ਐ। ਇੱਕ ਕੀ ਵਕੀਲ ਹੋ ਜਾਣਾ ਜਾਂ ਇੱਕ ਲੀਡਰ ਹੋ ਜਾਣਾ ਜਾਂ ਤੁਸੀਂ ਸਰਕਾਰੀ ਮਹਿਕਮੇ 'ਚ ਹੋਏ ਹੋ, ਤੁਸੀਂ ਇੰਨੇ ਖੁੱਲ ਜਾਂਦੇ ਹੋ ਵੀਰੇ। ਮੈਂ ਵਕੀਲ ਭਰਾਵਾਂ ਨੂੰ ਵੀ ਇੱਕ ਸਲਾਹ ਦਿੰਦਾ, ਮੈਨੂੰ 2-4 ਅੱਜ ਭਾਈ ਸਾਹਿਬ ਰਾਜੋਆਣਾ ਜੀ ਜਿਹੜੇ ਜੇਲ੍ਹ 'ਚ ਹੈਗੇ, ਉਹਨਾਂ ਦੀ ਆਈ ਥਿੰਕ ਸਿਸਟਰ ਦਾ ਫੋਨ ਆਇਆ ਸੀ ਮੈਨੂੰ, ਭੈਣ ਦਾ ਫੋਨ ਆਇਆ ਸੀਗਾ। ਅੱਜ ਤੋਂ ਬੇੜੀਆਂ ਗਾਣੇ ਤੋਂ ਆਈ ਥਿੰਕ ਦੂਜੇ ਤੀਜੇ ਦਿਨ ਉਸ ਭੈਣ ਦਾ ਦਰਦ ਸੁਣ ਕੇ ਕਾਲਜੇ ਪਾਟਦੇ ਆ। 26 ਸਾਲਾਂ ਤੋਂ ਉਹਨਾਂ ਦਾ ਪਰਿਵਾਰ ਹੈਗਾ ਜਿਹੜਾ ਜੇਲ੍ਹਾਂ 'ਚ ਬੈਠਾ ਹੈਗਾ। ਸਾਡਾ ਵਕੀਲ ਭਰਾ ਹੈਗੇ ਆ, ਘੱਟ ਤੋਂ ਘੱਟ ਉਹਨਾਂ ਲਈ ਕੇਸ ਲੜਦੀ ਹੈ ਵੀਰੇ। ਸਾਨੂੰ ਤਾਂ ਤੁਸੀਂ ਕੰਜਰ ਕਹਿੰਦੇ ਹੋ, ਉਸ ਤਾਂ ਹੈ ਹੀ ਕੰਜਰ। ਚਲੋ ਤੁਸੀਂ ਸਾਨੂੰ ਸਾਡੇ ਵਰਗਿਆਂ ਪਿੱਛੇ ਤੁਸੀਂ ਕਲਮਾ ਕਹਿੰਦੇ ਹੋ ਵੀ ਅਸੀਂ ਕਲਮਾਂ ਦਾ ਜ਼ੋਰ ਦਿਖਾਵਾਂਗੇ ਫਲਾਨਾ। ਮੈਂ ਕਹਿੰਦਾ ਬੰਦੀ ਸਿੰਘਾਂ ਲਈ ਕੇਸ ਲੜ ਲਈਏ। 26 ਸਾਲਾਂ ਤੋਂ ਜੇਲ੍ਹ 'ਚ ਆ ਵੀਰੇ। ਚਲੋ ਜੋ ਵੀ ਆ, ਬਹੁਤ ਔਖਾ ਭਰਾ ਜ਼ਿੰਦਗੀ 'ਚ। ਬੜੇ ਕਲਾਕਾਰਾਂ ਨੇ ਮੈਨੂੰ ਜੋ ਹੋ ਰਹੀਆਂ, ਚਲੋ ਆਪ ਚੁਣੇ ਰਾਹ ਏ, ਆਪ ਚੁਣੇ। ਬੜੇ ਲੋਕਾਂ ਨੇ, ਬੜੇ ਭਰਾਵਾਂ ਨੇ ਬੈਠ ਕੇ ਕਹਿਣਾ ਕਿ ਸ਼੍ਰੀ ਜ਼ਿੰਦਗੀ ਐਡੀ ਔਖੀ ਹੋ ਜੂ, ਤੇਰੀ ਜ਼ਿੰਦਗੀ ਨਰਕ ਕਰ ਦੇਣਗੇ। ਨਾ ਇਹਨਾਂ ਨਾਲ ਭਿੜ, ਆਪਣੀ ਔਕਾਤ ਨਹੀਂ ਗਈ ਇਸ ਸਿਸਟਮ ਨਾਲ ਭਿੜਨ ਦੀ। ਕੀ ਕਰਦਾ ਮੈਂ? ਸ਼ੋਅ ਨਹੀਂ ਡਰਦੇ ਲਾ ਰਹੇ ਵੀਰੇ, ਨਾ ਕਿਸੇ ਦਾ ਲੱਗਣਾ ਹੈਗਾ, ਮਾਰ ਕਿਸੇ ਨੇ ਜਾਣਾ ਹੈ। ਕੀ ਕਰੀਏ? ਬਹੁਤ ਔਖੀ ਜ਼ਿੰਦਗੀ ਹੈ। ਪਰ ਮੈਂ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਕਹਿਣਾ ਹੈ, ਜਿੰਨੇ ਕੁ ਵੀ ਸਾਡੇ ਚਾਹਣ ਵਾਲੇ ਆ, ਤੁਹਾਨੂੰ ਕਹਿਣਾ ਮੈਂ ਜੋ ਮੀਡੀਆ ਹੈਗਾ, ਘੱਟ ਤੋਂ ਘੱਟ ਰਿਕਵੈਸਟ ਹੀ ਕਰ ਸਕਦਾ ਤੁਹਾਨੂੰ ਹੱਥ ਜੋੜ ਕੇ ਕਿ ਘੱਟ ਤੋਂ ਘੱਟ ਸਾਰੇ ਰਲ ਮਿਲ ਕੇ ਪੰਜਾਬ ਨੂੰ ਘੱਟ ਤੋਂ ਘੱਟ ਆ ਸਾਜ਼ਿਸ਼ਾਂ ਚੋਂ ਕੱਢ ਲਈਏ ਆਪਾਂ। ਠੀਕ ਹੈ? ਨਹੀਂ ਤਾਂ ਅਸੀਂ ਕਿਸੇ ਦਿਨ ਲਾਸ਼ਾਂ ਚੱਕ ਲਓਗੇ ਸਾਡੀਆਂ, ਬਾਅਦ 'ਚ ਗੱਲਾਂ ਕਰਨ ਜੋਗੇ ਰਹਿ ਜਾਾਂਗੇ ਆਪਾਂ। ਵਿਚਾਰਾ ਬਥੇਰਾ ਰੋਂਦਾ ਹੁੰਦਾ ਸੀਗਾ। ਇੱਕ ਦਿਨ ਮੈਂ ਹੈਪੀ ਵੀਰ ਦੀ ਗੱਲ ਸੁਣੀ, ਕਹਿੰਦਾ ਕਿਸੇ ਨੇ ਸਿੱਧੂ ਗਾਣੇ 'ਚ ਕਹਿੰਦਾ ਹੁੰਦਾ ਸੀ ਵੀ ਮੈਨੂੰ ਐਂ ਦੁੱਖ ਹੈ, ਮੈਂ ਕਿਹਦੇ ਕੋਲ ਗੱਲ ਕਰਾਂ, ਦੁਖੀ ਹੈ ਜ਼ਿੰਦਗੀ 'ਚ ਫਲਾਨਾ, ਹੈ ਨਾ। ਜਾਂ ਕੋਈ ਵੀ ਕਲਾਕਾਰ ਹੈਗਾ, ਉਹ ਆਪਦੇ ਗੀਤਾਂ 'ਚ, ਅਕਸਰ ਕਲਾਕਾਰ ਜਿਹੜੇ ਹੁੰਦੇ ਗੀਤਾਂ 'ਚ, ਉਹ ਜਿਹੜੇ ਲਿਖਣ ਵਾਲੇ ਹੈ, ਉਹ ਦਰਦ ਲਿਖਦੇ ਆ। ਤੇ ਆ ਬੋਲ ਕੇ ਕਹੀ ਜਾਂਦੇ ਆ ਵੀਰੇ, ਕਿਹਦੇ ਨਾਲ ਲੜਾਂ ਮੈਂ ਜਾ ਕੇ? ਬੀਜੇਪੀ ਨਾਲ ਲੜ ਲਾਂ, ਕਾਂਗਰਸ ਨਾਲ ਲੜ ਲਾਂ, ਸਰਕਾਰਾਂ ਨਾਲ ਲੜ ਲਾਂ, ਵਕੀਲਾਂ ਨਾਲ ਲੜ ਲਾਂ, ਹੈਂ ਕਿਹਦੇ ਨਾਲ ਲੜਾਂ? ਘੱਟ ਤੋਂ ਘੱਟ ਨਾਲ ਖੜਿਆ ਕਰੋ ਮੇਰੇ ਭਰਾ। ਬੜੀਆਂ ਜ਼ਿੰਦਗੀ 'ਚ ਬਹੁਤ ਕੁਛ। ਇੰਡਸਟਰੀ ਨੂੰ ਹੱਲ ਕੱਢਣਾ ਪੈਣਾ। ਇੰਡਸਟਰੀ ਨੂੰ ਬਥੇਰੇ ਹੱਥ ਜੋੜੇ ਆ ਵੀਰੇ, ਮੈਂ ਇੰਡਸਟਰੀ ਨੂੰ ਬਥੇਰੇ ਹੱਥ ਜੋੜੇ ਆ। ਇਕੱਠੇ ਹੋ ਜਾਓ ਘੱਟ ਤੋਂ ਘੱਟ। ਇੰਡਸਟਰੀ ਕੀ ਕਰੀਏ? ਇੰਡਸਟਰੀ ਤਾਂ ਆਪ ਇੰਡਸਟਰੀ ਨੂੰ ਦੇਖ ਕੇ ਖੁਸ਼ ਨਹੀਂ ਗੀ ਵੀਰੇ। ਇੰਡਸਟਰੀ ਦਾ ਹਾਲ ਹੋਇਆ ਪਿਆ। ਪਰ ਫਿਰ ਵੀ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ, ਤੁਹਾਡੇ ਲਈ ਜਿੰਨਾ ਚਿਰ ਬੈਠੇ ਆ, ਬੋਲਾਂਗੇ ਵੀ, ਸਾਰਾ ਕੁਝ ਕਰਾਂਗੇ, ਪਰ ਘੱਟ ਤੋਂ ਘੱਟ ਨਾਲ ਖੜ ਜਾ ਕਰੋ ਮੇਰੇ ਭਰਾ। ਠੀਕ ਹੈ? ਤੇ ਇੰਨੀ ਗੱਲ ਕਹਿਣੀ ਹੈ। ਬਾਕੀ ਬਾਬਾ ਚੜ੍ਹਦੀ ਕਲਾ 'ਚ ਰੱਖੇ।
ਜਿਵੇਂ ਮੈਂ ਹੁਣ ਕੀ ਆਖਾਂ ਕਿ ਮੇਰੀ 3-4 ਦਿਨ ਪਹਿਲਾਂ ਉਹਨਾਂ ਭੈਣ ਜੀ ਨਾਲ ਗੱਲ ਹੋਈ ਤਾਂ ਵੀਰੇ ਉਹ ਗੱਲ ਆਈ ਥਿੰਕ ਹੋਈ ਹੋਣੀ ਅੱਧਾ ਘੰਟਾ। ਭੈਣ ਨੇ ਹਾਲ ਸੁਣਾਏ ਕਿ ਵੀਰੇ ਘਰ ਪੱਟੇ ਗਏ, ਕੀ ਕਰੀਏ, 26 ਸਾਲ ਤੋਂ ਜੇਲ੍ਹਾਂ 'ਚ ਬੈਠੇ ਐ। ਇੰਨਾ ਦੁੱਖ ਹੋਇਆ ਗੱਲਾਂ ਸੁਣ ਕੇ। ਅੱਧਾ ਘੰਟਾ ਤਾਂ ਹੀ ਬੈਠਾ ਰੋਈ ਗਿਆ ਹੈ। ਕੀ ਕਰ ਲਈਏ, ਬੋਲਣਾ ਪਊਗਾ ਨਾ, ਬੋਲਣਾ ਤਾਂ ਪਊਗਾ ਵੀਰੇ। ਘੱਟ ਤੋਂ ਘੱਟ ਮੋਰਚੇ ਦੇ ਨਾਲ ਹੱਕ 'ਚ ਆਈਏ, ਗਾਣਿਆਂ ਦੇ ਥਰੂ ਆਈਏ। ਸਾਡੀ ਇੰਡਸਟਰੀ ਨੂੰ ਵੀ ਮੈਂ ਕਹਿਣਾ ਠੀਕ ਹੈ, ਬੜਾ ਕੁਝ ਝੱਲਣਾ ਪਊਗਾ, ਪਰ ਕੁਛ ਨਹੀਂ ਹੁੰਦਾ ਜ਼ਿੰਦਗੀ 'ਚ, ਬੜਾ ਕੁਝ ਝੱਲਣਾ ਪੈਂਦਾ। ਸਭ ਤੇ ਆਉਂਦੀਆਂ ਇਹ ਚੀਜ਼ਾਂ, ਸਭ ਤੇ ਆਉਂਦੀਆਂ, ਪਰ ਇੰਨੀ ਕੁ ਤੁਹਾਨੂੰ ਰਿਕਵੈਸਟ ਕਰਦਾ, ਹੱਥ ਜੋੜ ਕੇ ਇੰਨੀ ਕੁ ਬੇਨਤੀ ਕਰਦਾ ਕਿ ਇਹ ਮੋਰਚੇ ਚੀਜ਼ਾਂ ਆਪਾਂ ਇਹਨਾਂ ਨੂੰ ਟੁੱਟਣ ਨਾ ਦਈਏ। ਜਿੰਨੀ ਕੁ ਕੋਸ਼ਿਸ਼ ਹੋ ਸਕਦੀ ਆਪਾਂ ਨਾਲ ਖੜੀਏ, ਜਿੰਨੀ ਕੁ ਆਪਾਂ ਕਰ ਸਕਦੇ ਹਾਂ ਆਪਾਂ ਇੱਕ ਦੂਜੇ ਦਾ ਹੱਥ ਫੜ ਕੇ ਤੁਰੀਏ। 100 ਚੀਜ਼ਾਂ ਚੱਲਣੀਆਂ, 100 ਸਿਆਸਤਾਂ ਚੱਲਣੀਆਂ, ਪਰ ਬਾਬਾ ਮਿਹਰ ਕਰੇ ਇੱਕ ਦੂਜੇ ਦੇ ਨਾਲ ਖੜੀਏ ਘੱਟ ਤੋਂ ਘੱਟ ਮੇਰਾ ਭਰਾ, ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਆਪਾਂ ਅੱਜ ਗੱਲ ਕਰਨੀ ਆ ਗਾਉਣ ਵਾਲਾ ਜਿਹੜਾ ਮੁੰਡਾ ਕਲਾਕਾਰ ਆ, ਗੀਤ ਲਿਖਦਾ ਵੀ ਆ, ਗੀਤਕਾਰ ਵੀ ਆ ਤੇ ਗਾਉਂਦਾ ਵੀ ਆ, ਸ਼੍ਰੀ ਬਰਾੜ। ਤੁਸੀਂ ਪਹਿਲਾਂ ਵੀ ਉਹਦੇ ਕਾਫੀ ਜਿਹੜੇ ਗੀਤ ਮਸ਼ਹੂਰ ਹੋਏ ਨੇ, ਉਹਦੇ ਲਿਖੇ ਹੋਏ ਗਾਏ ਹੋਏ ਤੁਸੀਂ ਸੁਣੇ ਹੋਣੇ ਆ ਸਾਰਿਆਂ ਨੇ। ਕਿਸਾਨੀ ਅੰਦੋਲਨ ਵੇਲੇ ਜਿੰਨੇ ਕਿਸਾਨ ਐਂਥਮ, ਕਿਸਾਨੀ ਦੇ ਉੱਤੇ ਗੀਤ ਆਏ, ਬਹੁਤ ਮਸ਼ਹੂਰ ਹੋਏ। ਕਈ ਕਲਾਕਾਰਾਂ ਨੇ ਮਿਲ ਕੇ ਉਹ ਗੀਤ ਜਿਹੜੇ ਉਹ ਗਾਏ ਸੀ। ਤਾਂ ਉਸ ਸਮੇਂ ਦੌਰਾਨ ਵੀ ਸ਼੍ਰੀ ਬਰਾੜ ਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਸੀ। ਸ਼੍ਰੀ ਬਰਾੜ ਨੂੰ ਕੁੱਟਿਆ ਵੀ ਗਿਆ ਸੀ ਥਾਣੇ 'ਚ ਲਿਜਾ ਕੇ, ਦਲੀਲ ਵੀ ਕੀਤਾ ਗਿਆ ਸੀ ਤੇ ਕਈ ਦਿਨ ਉਹਦੇ ਉਦੋਂ ਜੇਲ੍ਹ 'ਚ ਲਵਾਤੇ ਸੀ। ਇਹ ਮੈਂ ਗੱਲ ਕਰ ਰਿਹਾ ਜਦੋਂ ਕਿਸਾਨੀ ਅੰਦੋਲਨ ਪੂਰਾ ਭਖਿਆ ਹੋਇਆ ਸੀ ਤੇ ਸ਼੍ਰੀ ਬਰਾੜ ਨੇ ਉਸ ਸਮੇਂ ਦੇ ਵਿੱਚ ਕਿਸਾਨ ਐਂਥਮ ਜਿਹੜਾ ਗੀਤ ਆ ਉਹ 2 ਦੇ ਹਿੱਸੇ ਆਏ ਸੀ। ਉਸ ਇਨਸਾਨ ਨੇ ਲਿਖੇ ਸੀ ਤੇ ਕਈ ਕਲਾਕਾਰਾਂ ਨੇ ਗਾਏ ਸੀ। ਸੋ ਸਮੇਂ-ਸਮੇਂ ਤੇ ਉਸ ਇਨਸਾਨ ਨੇ ਹਮੇਸ਼ਾ ਚੰਗਾ ਲਿਖਣ ਦੀ, ਚੰਗਾ ਗਾਉਣ ਦੀ ਕੋਸ਼ਿਸ਼ ਕੀਤੀ ਆ। ਹੁਣ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਤਾਂ ਇਸ ਮੋਰਚੇ ਦੌਰਾਨ ਉਹਨੇ ਬੇੜੀਆਂ ਗੀਤ ਆ ਜਿਹੜਾ ਉਹ ਗਾਇਆ, ਤਾਂ ਨਾਲ ਦੀ ਨਾਲ ਉਹਦੇ ਤੇ ਕੋਈ ਵਕੀਲ ਹੈ, ਉਹ ਕਹਿੰਦਾ ਜੀ ਮੈਂ ਇਸ ਬੰਦੇ ਦੇ ਖਿਲਾਫ ਹਾਈ ਕੋਰਟ ਤੱਕ ਜਾਊਂਗਾ, ਮੈਂ ਡੀਜੀਪੀ ਤੱਕ ਜਾਊਂਗਾ, ਮੈਂ ਸਰਕਾਰ ਤੱਕ ਪਹੁੰਚ ਕਰੂੰਗਾ ਤੇ ਇਹ ਤੇ ਮੁਕੱਦਮਾ ਕਹਿੰਦਾ ਦਰਜ ਹੋਣਾ ਚਾਹੀਦਾ। ਉਹਦਾ ਇੱਕ ਹੋਰ ਕੋਈ ਗੀਤ ਆਇਆ, ਉਹ ਵਕੀਲ ਇਹ ਗੱਲ ਕਹਿ ਰਿਹਾ ਕਿ ਇਸ ਗੀਤ ਦੇ ਵਿੱਚ ਉਹਨੇ ਹਥਿਆਰਾਂ ਨੂੰ ਉਤਸ਼ਾਹਿਤ ਕੀਤਾ, ਪ੍ਰਮੋਟ ਕੀਤਾ, ਨਾਲ ਕਹਿੰਦਾ 295 ਧਾਰਾ ਉਹ ਵੀ ਲਾਈ ਜਾਵੇ। ਤੇ ਹੁਣ ਕਈ ਜਿਹੜੇ ਆਪੇ ਸਮਾਜ ਦੇ ਬਣੇ ਠੇਕੇਦਾਰ ਨੇ, ਧਰਮ ਦੇ ਬਣੇ ਠੇਕੇਦਾਰ ਨੇ, ਉਹ ਵੱਖ-ਵੱਖ ਵਰਗਾਂ 'ਚ ਬੈਠੇ ਆ। ਉਹ ਵਕੀਲਾਂ 'ਚ ਵੀ ਹੈਗੇ ਆ, ਉਹ ਹੋਰ ਖੇਤਰਾਂ 'ਚ ਵੀ ਹੈਗੇ ਆ, ਜਿਨ੍ਹਾਂ ਨੂੰ ਇਹ ਲੱਗਦਾ ਕਿ ਜਿਹੜੇ ਵੀ ਇਨਸਾਨ ਨੇ ਕੁਝ ਗਾਉਣਾ, ਲਿਖਣਾ, ਖਾਣਾ, ਪਹਿਨਣਾ, ਉਹ ਸਾਥੋਂ ਪੁੱਛਿਆ ਜਾਵੇ ਪਹਿਲਾਂ, ਕਿਉਂਕਿ ਇਸ ਮੁਲਕ ਦਾ ਜੋ ਮਾਹੌਲ ਚੱਲ ਰਿਹਾ ਹੈ, ਜੋ ਇਸ ਭਾਰਤੀ ਹਕੂਮਤ ਹੈ ਜਿਹੜੀ ਆਪਣੇ ਤਰੀਕੇ ਨਾਲ ਭਾਰਤ ਦਾ ਇਤਿਹਾਸ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰ ਰਹੀ ਆ, ਕਰ ਕੀ ਰਹੀ ਆ, ਲਿਖ ਹੀ ਰਹੇ ਨੇ। ਉਹ ਤੈਅ ਕਰ ਰਹੇ ਨੇ ਲੋਕਾਂ ਨੇ ਕਿਹੜਾ ਕੱਪੜਾ ਪਹਿਨਣਾ, ਕਿਹੜਾ ਨਹੀਂ ਪਹਿਨਣਾ, ਕੀ ਖਾਣਾ, ਕੀ ਪੀਣਾ, ਕੀ ਬੋਲਣਾ, ਜਾਣੇ ਹਰ ਤੁਹਾਡੇ ਕੰਮ ਦੇ ਉੱਤੇ ਪਾਬੰਦੀ ਲਾਈ ਜਾ ਰਹੀ ਆ।
ਸੋ ਉਹਨਾਂ ਵਿੱਚੋਂ ਹੀ ਉੱਠ ਕੇ ਇਹ ਜਿਹੇ ਵਕੀਲ ਨੇ ਜਿਹੜੇ ਇਹ ਜਿਹੀਆਂ ਗੱਲਾਂ ਕਰਦੇ ਨੇ ਕਿ ਸ੍ਰੀ ਬਰਾੜ ਨੇ ਆਹ ਕਰਤਾ, ਸ੍ਰੀ ਬਰਾੜ ਨੇ ਉਹ ਕਰਤਾ ਤੇ ਮੁਕੱਦਮਾ ਦਰਜ ਕਰਾਵਾਂਗੇ। ਸੋ ਪਹਿਲਾਂ ਤਾਂ ਮੈਂ ਉਸ ਵਕੀਲ ਨੂੰ ਪੁੱਛਣਾ ਚਾਹੁੰਦਾ ਵੀ ਭਾਈ ਸਾਹਿਬ, ਪੁਸ਼ਪਾ ਫਿਲਮ ਆਈ ਆ, KGF ਫਿਲਮ ਆਈ ਆ ਹੁਣੇ ਜਿਹੜੀ ਸੁਪਰ ਡੁਪਰ ਹਿੱਟ ਫਿਲਮ ਰਹੀ ਆ ਪਠਾਨ, ਇਹ ਫਿਲਮਾਂ ਆਈਆਂ ਨੇ ਜਾਂ ਹੋਰ ਅਨੇਕਾਂ ਫਿਲਮਾਂ ਜਿਹੜੀਆਂ ਬਣੀਆਂ ਨੇ ਜਾਂ ਅੱਜ ਬਣ ਰਹੀਆਂ ਨੇ, ਜਿਨ੍ਹਾਂ ਫਿਲਮਾਂ ਦੇ ਵਿੱਚ ਮੈਨੂੰ ਲੱਗਦਾ ਉਹ ਗੱਲ ਇੱਕ ਕਰਦੇ ਆ ਤੇ ਗੋਲੀਆਂ 10 ਚਲਾਉਂਦੇ ਆ। ਗੋਲੀਆਂ ਵੀ ਉਹ ਕੋਈ ਪਿਸਤੌਲਾਂ ਰਫਲਾਂ ਨਾਲ ਨਹੀਂ, ਗੋਲੀਆਂ ਵੀ ਉਹ ਵੱਡੇ ਵੱਡੇ ਹਥਿਆਰਾਂ ਨਾਲ ਚਲਾਉਂਦੇ ਨੇ। ਉਧਰ ਨੂੰ ਕਦੋਂ ਮੂੰਹ ਕਰਨਾ ਹੈ, ਉਹਨਾਂ ਦੇ ਮੁਕੱਦਮਾ ਕਦੋਂ ਦਰਜ ਕਰਾਉਣਾ ਹੈ, ਜਾਂ ਫਿਲਮਾਂ ਕਦੋਂ ਬੈਨ ਕਰਾਉਣੀਆਂ ਨੇ। ਕਿ ਤੁਹਾਨੂੰ ਉਹੀ ਬੰਦੇ ਚੁੱਭਦੇ ਨੇ ਜਿਹੜੇ ਕੌਮ ਦੀ ਗੱਲ ਕਰਦੇ ਆ, ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ। ਬਹਾਨਾ ਤੁਸੀਂ ਕੋਈ ਨਾ ਕੋਈ ਘੜਨਾ ਹੁੰਦਾ, ਕੋਈ ਨਾ ਕੋਈ ਬਣਾਉਣਾ ਹੁੰਦਾ ਹੈ। ਬਹਾਨਾ ਤੁਸੀਂ ਬਣਾ ਲੈਂਦੇ ਹੋ ਵੀ ਹਥਿਆਰਾਂ ਨੂੰ ਪ੍ਰਮੋਟ ਕਰ ਰਿਹਾ ਜੀ, ਹਿੰਸਾ ਨੂੰ ਵਧਾ ਰਿਹਾ ਜੀ। ਠੀਕ ਆ, ਮੰਨ ਲੈਂਦੇ ਅਸੀਂ ਇਹ ਗੱਲਾਂ ਨੂੰ ਕਿ ਸਰਕਾਰ ਭਾਈ ਇਹਨਾਂ ਗੱਲਾਂ ਦੇ ਉੱਤੇ ਕਾਬੂ ਪਾਉਣਾ ਚਾਹੁੰਦੀ ਆ, ਪਰ ਇਹ ਸਾਰੇ ਥਾਈਂ ਲਾਗੂ ਹੋਣਾ ਚਾਹੀਦਾ ਨਾ। ਫਿਲਮਾਂ ਦੇ ਵਿੱਚ ਤਾਂ ਫਿਰ ਰੁਕ ਨਹੀਂ ਰਿਹਾ ਇਹ, ਫਿਲਮਾਂ ਨੂੰ ਤਾਂ ਸੈਂਸਰ ਬੋਰਡ ਪਾਸ ਕਰਦਾ, ਸੈਂਸਰ ਕਰਦਾ, ਫਿਰ ਉੱਥੇ ਵੀ ਪਾਬੰਦੀ ਲਾਈ ਜਾਵੇ। ਇਹ ਕੋਈ ਪੁਰਾਣੀ ਗੱਲ ਨਹੀਂ। ਹੁਣੇ 3-4 ਫਿਲਮਾਂ ਨਵੀਆਂ ਜਿਹੜੀਆਂ ਆਈਆਂ ਨੇ ਉਹਨਾਂ ਦੇ ਵਿੱਚ ਤੁਸੀਂ ਦੇਖੋ ਕਿੰਨਾ ਹਥਿਆਰ ਚਲਾਏ ਗਏ ਨੇ, ਕੀ ਕੁਝ ਦਿਖਾਇਆ ਜਾਂਦਾ ਉਹਨਾਂ ਦੇ ਵਿੱਚ, ਉੱਥੇ ਪਾਬੰਦੀ ਨਹੀਂ ਲੱਗਦੀ। ਪਰ ਜਦੋਂ ਕੋਈ ਇਨਸਾਨ ਜਿਹੜਾ ਬਹੁਤ ਥੋੜੇ ਨੇ, ਅਸਲ ਤਾਂ ਗਾਇਕ ਹਾਈ ਕਿੰਨੇ ਕੁ ਨੇ, ਬਹੁਤ ਥੋੜੇ ਬੰਦੇ ਨੇ ਗਿਣਤੀ ਦੇ ਜਿਹੜੇ ਉਂਗਲਾਂ ਦੇ ਗਿਣੇ ਜਾਣਗੇ, ਜਿਹੜੇ ਪੰਜਾਬ ਦੀ ਗੱਲ ਕਰਦੇ ਆ, ਸਾਡੇ ਹੱਕਾਂ ਦੀ ਗੱਲ ਕਰਦੇ ਆ, ਕੌਮ ਦੀ ਪੰਥ ਦੀ ਗੱਲ ਕਰਦੇ ਆ। ਉਹਨਾਂ ਨੂੰ ਇਹ ਐ ਨਿਸ਼ਾਨਾ ਬਣਾ ਲੈਂਦੇ ਆ। ਉਹ ਜਿਉਣਾ ਦੁੱਬਰ ਹੋਇਆ ਪਿਆ ਸ੍ਰੀ ਬਰਾੜ ਦਾ ਵਿਚਾਰਾ। ਉਹ ਮੇਰੇ ਨਾਲ ਅੱਜ ਗੱਲ ਵੀ ਹੋਈ ਉਹਦੀ ਫੋਨ ਤੇ, ਉਹ ਕਹਿੰਦਾ ਬਾਈ ਕੀ ਕਰਾਂ ਯਾਰ, ਮੈਂ ਤਾਂ ਕਹਿੰਦਾ ਸਾਲ ਦੇ ਵਿੱਚ ਜਦੋਂ ਵੀ ਕੋਈ ਮੇਰਾ ਗਾਣਾ ਆਉਂਦਾ ਨਾਲ ਦੀ ਨਾਲ ਇਹੋ ਜਿਹਾ ਕੰਮ ਖੜਾ ਹੋ ਜਾਂਦਾ। ਤਾਂ ਮੈਂ ਜਿਹੜੇ ਗਾਉਣ ਵਾਲੇ ਕਲਾਕਾਰ ਭਰਾ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਯਾਰ ਤੁਹਾਡੀ ਇਹ ਕਲਾਕਾਰਾਂ ਦੀ ਦੁਨੀਆ ਹੈਗੀ ਆ, ਤੁਹਾਡਾ ਫਰਜ਼ ਬਣਦਾ ਕਿ ਜੇ ਤੁਹਾਡੇ ਕੋਈ ਭਰਾ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਆ, ਕੋਈ ਨੌਬਤ ਆਉਂਦੀ ਆ, ਤਾਂ ਉਹਦੇ ਨਾਲ ਖੜੋ। ਅੱਜ ਸ੍ਰੀ ਬਰਾੜ ਨੂੰ ਇਹ ਨਿਸ਼ਾਨਾ ਬਣਾ ਰਹੇ ਆ, ਉਹਦੇ ਮੁਕੱਦਮੇ ਦਰਜ ਕਰਾ ਰਹੇ ਆ, ਕੱਲ ਨੂੰ ਤੁਹਾਡੀ ਵਾਰੀ ਆ ਜਾਣੀ ਹੈ। ਤਾਂ ਸਾਰੇ ਕਲਾਕਾਰਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਕਮੁੱਠ ਹੋ ਕੇ ਇਸ ਗੱਲ ਦਾ ਜਵਾਬ ਦਿਓ। ਤੇ ਲੋਕਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ, ਪੰਜਾਬ ਦਿਆਂ ਨੂੰ, ਕਿ ਜਦੋਂ ਕੋਈ ਇਹੋ ਜਿਹੀ ਗੱਲਬਾਤ ਸਾਡੇ ਸਾਹਮਣੇ ਆਉਂਦੀ ਆ ਤਾਂ ਉਹਦਾ ਵਿਰੋਧ ਕਰਿਆ ਕਰੋ। ਠੀਕ ਆ, ਅਸੀਂ ਸਹਿਮਤ ਹਾਂ ਇਸ ਗੱਲ ਦੇ ਨਾਲ ਕਿ ਸਰਕਾਰ ਇਹ ਸਾਰਾ ਕੁਝ ਬੰਦ ਕਰਨਾ ਚਾਹੁੰਦੀ ਆ। ਫਿਲਮਾਂ, ਪਠਾਨ ਫਿਲਮ ਪੰਜਾਬ 'ਚ ਵੀ ਲੱਗੀ ਹੋਣੀ ਆ, ਹੋਰ ਕਿੰਨੀਆਂ ਫਿਲਮਾਂ ਪੰਜਾਬ 'ਚ ਵੀ ਲੱਗਦੀਆਂ ਨੇ, ਪੂਰੇ ਭਾਰਤ 'ਚ ਉਹ ਫਿਲਮਾਂ ਚੱਲਦੀਆਂ ਨੇ। ਉਹਨਾਂ 'ਚ ਦੇਖੋ ਕੀ ਕੁਝ ਹੋ ਰਿਹਾ। ਸੋ ਜਾਣ ਬੁੱਝ ਕੇ ਉਹੀ ਬੰਦੇ ਨਿਸ਼ਾਨੇ ਤੇ ਲਏ ਜਾ ਰਹੇ ਨੇ, ਉਹੀ ਬੰਦੇ ਜਲੀਲ ਕੀਤੇ ਜਾ ਰਹੇ ਨੇ, ਉਹੀ ਬੰਦਿਆਂ ਨੂੰ ਇਹ ਡਰਾ ਕੇ ਘਰੇ ਬਿਠਾਉਣਾ ਚਾਹੁੰਦੇ ਨੇ ਜਿਹੜੇ ਕੋਈ ਸਾਡੇ ਮਾੜੇ ਮੋਟੇ ਹੱਕ ਦੀ ਗੱਲ ਕਰਦੇ ਆ, ਸਾਡੇ ਇਤਿਹਾਸ ਦੀ ਗੱਲ ਕਰਦੇ ਆ, ਸਾਡੀ ਆਉਣ ਵਾਲੀ ਸਾਡੀਆਂ ਪੀੜ੍ਹੀਆਂ ਨੂੰ, ਨਸਲਾਂ ਨੂੰ ਸਾਡੇ ਇਤਿਹਾਸ ਨਾਲ ਜੋੜਦੇ ਨੇ, ਉਹਨਾਂ ਦੇ ਵਿੱਚ ਕੋਈ ਚਿਣਗ ਭਰਦੇ ਨੇ। ਉਹਨਾਂ ਬੰਦਿਆਂ ਨੂੰ ਇਹ ਜਾਣ ਬੁੱਝ ਕੇ ਨਿਸ਼ਾਨਾ ਬਣਾ ਕੇ ਦੱਬਣ ਦੀ ਕੋਸ਼ਿਸ਼ ਕਰ ਰਹੇ ਆ। ਤਾਂ ਸਾਨੂੰ ਹਰ ਬੰਦੇ ਨੂੰ ਇਹ ਨਾਲ ਖੜਨਾ ਚਾਹੀਦਾ। ਨਹੀਂ, ਹਰ ਇੱਕ ਦੀ ਆਵਾਜ਼ ਇੱਥੇ ਦੱਬੀ ਜਾਣੀ ਹੈ, ਚਾਹੇ ਉਹ ਗਾਉਣ ਵਾਲਾ ਕਲਾਕਾਰ ਹੈ, ਚਾਹੇ ਕੋਈ ਲਿਖਣ ਵਾਲਾ ਹੈ, ਚਾਹੇ ਕੋਈ ਬੋਲਣ ਵਾਲਾ ਬੁਲਾਰਾ ਹੈ, ਕਿਸੇ ਪ੍ਰਕਾਰ ਦਾ ਬੰਦਾ ਹੈ, ਉਸ ਹਰ ਬੰਦੇ ਨੂੰ ਇਹ ਹੌਲੀ ਹੌਲੀ ਦੱਬ ਰਹੇ ਨੇ। ਕੱਲੇ ਨੂੰ ਦੱਬ ਰਹੇ ਨੇ, ਬਾਕੀ ਚੁੱਪ ਹੋ ਜਾਂਦੇ ਆ। ਵਾਰੀ ਸਭ ਦੀ ਆ ਜਾਣੀ ਹੈ, ਫਿਰ ਉਦੋਂ ਸਾਨੂੰ ਲੱਗਣਾ ਵੀ ਸਾਡੀ ਖਾਤਰ ਨਹੀਂ ਕੋਈ ਬੋਲ ਰਿਹਾ। ਸੋ ਜਿੰਨੇ ਦਾ ਕਲਾਕਾਰ ਨੇ, ਜਿੰਨੇ ਇਹਨਾਂ ਦੀ ਇੰਡਸਟਰੀ ਹੈ, ਤੁਹਾਡੀ ਗਾਉਣ ਵਾਲਿਆਂ ਦੀ, ਫਿਲਮ ਵਾਲਿਆਂ ਦੀ, ਤੁਹਾਡਾ ਫਰਜ਼ ਬਣਦਾ ਕਿ ਜਨ 4 ਸਪੇਰੋਂ ਬੰਦ ਕਰ ਦਿਓ। ਪਰ ਸਾਨੂੰ ਇਕੱਲੇ ਕਰੇ ਬੰਦੇ ਨੂੰ ਕਿਉਂ ਨਿਸ਼ਾਨਾ ਬਣਾਉਣੇ ਆ? ਸੋ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਉਸ ਇਨਸਾਨ ਨੇ ਬੇੜੀਆਂ ਗੀਤ ਗਾਇਆ, ਸੁਣ ਲਿਓ ਤੁਸੀਂ ਸਾਰੇ ਜਾਣੇ। ਸ੍ਰੀ ਬਰਾੜ ਨੇ ਪਹਿਲਾਂ ਹੀ ਬਹੁਤ ਸੋਹਣੇ ਉਹਨੇ ਗੀਤ ਲਿਖੇ ਵੀ ਨੇ ਤੇ ਗਾਏ ਵੀ ਨੇ। ਤੇ ਆਓ ਅੱਜ ਆਪਣਾ ਫਰਜ਼ ਬਣਦਾ ਯਾਰ, ਜੇ ਇਸ ਤਰ੍ਹਾਂ ਇਹ ਬੰਦੇ ਨੂੰ ਇਕੱਲੇ ਨੂੰ ਘੇਰ ਕੇ ਉਹਨੂੰ ਨਿਸ਼ਾਨਾ ਬਣਾ ਕੇ ਦਬਾਉਣ ਦੀ ਕੋਸ਼ਿਸ਼ ਕਰ ਰਿਹਾ, ਸਾਡਾ ਫਰਜ਼ ਬਣਦਾ ਕਿਸੇ ਵੀ ਤਰੀਕੇ ਨਾਲ ਅਸੀਂ ਉਸ ਇਨਸਾਨ ਦੇ ਨਾਲ ਖੜ ਗਏ ਜਿਹੜਾ ਸਾਡੇ ਹੱਕਾਂ ਦੀ ਆਵਾਜ਼ ਉਠਾਉਂਦਾ, ਲੋਕਾਂ ਤੱਕ ਪਹੁੰਚਾਉਂਦਾ।
ਇੱਕ ਸੱਜਣ ਲਿਖਦਾ, ਕਹਿੰਦਾ ਬਾਈ ਸਿੱਧੂ ਮਰ ਗਿਆ, ਕੋਈ ਬੋਲਿਆ ਨਹੀਂ, ਇਹਨਾਂ ਨੇ ਕਿੱਥੇ ਬੋਲਣਾ। ਇਹੀ ਤਾਂ ਮੈਂ ਗੱਲ ਪਿੱਟ ਰਿਹਾ ਕਿ ਇਹਨਾਂ ਨੂੰ ਲੱਗਦਾ ਕਿ ਯਾਰ ਸਿੱਧੂ ਮਰ ਗਿਆ, ਆਪਾਂ ਕੀ ਲੈਣਾ, ਆਪਾਂ ਆਪਣੀ ਜਾਨ ਬਚਾਈਏ। ਪਰ ਇਹ ਪਤਾ ਨਹੀਂ ਕੱਲ ਨੂੰ ਪੈਣੀ ਕੀਤੇ ਆ। ਤੁਹਾਡੇ 'ਚ ਬਹੁਤ ਵੱਡੀ ਤਾਕਤ ਹੈ। ਕਿੱਡੇ ਕਿੱਡੇ ਨਾਮੀ ਕਲਾਕਾਰ ਬੈਠੇ ਨੇ, ਕਿੰਨੇ ਪੁਰਾਣੇ ਕਲਾਕਾਰ ਬੈਠੇ ਨੇ ਜਿਨ੍ਹਾਂ ਨੇ ਬਹੁਤ ਸੱਭਿਆਚਾਰ ਦੇ ਵਿੱਚ ਆਪਣਾ ਯੋਗਦਾਨ ਪਾਇਆ, ਬਹੁਤ ਕੁਝ ਲਿਖਿਆ, ਗਾਇਆ, ਬਣਾਇਆ। ਉਹਨਾਂ ਦਾ ਹੀ ਫਰਜ਼ ਬਣਦਾ। ਸੋ ਇਸ ਕਰਕੇ ਸਾਡਾ ਫਰਜ਼ ਬਣਦਾ ਕਿ ਅਸੀਂ ਉਸ ਇਨਸਾਨ ਦੇ ਨਾਲ ਖੜ ਗਏ। ਅੱਜ ਉਹ ਇਨਸਾਨ ਵਿਪਤਾ 'ਚ ਆ। ਐਵੇਂ ਕੋਈ ਉੱਠ ਕੇ ਬੰਦਾ ਕੱਲ ਨੂੰ ਹਰਕੀ ਮੁਰੇ ਹੋ ਕੇ ਖੜ ਜਾਂਦਾ, ਅਸੀਂ ਐਂ ਕਰਾਵਾਂਗੇ ਜੀ, ਅਸੀਂ ਐਂ ਕਰਾਵਾਂਗੇ, ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਜੀ। ਸਾਡੇ ਕੀ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਬਾਈ? ਜੇ ਐਡੀ ਹਿੰਮਤ ਆ ਤਾਂ ਕਰਾਓ ਫਿਲਮਾਂ ਬੰਦ ਫਿਰ ਜਾ ਕੇ। ਬਿਲਕੁਲ ਅੱਜ ਸ੍ਰੀ ਬਰਾੜ ਬੋਲ ਰਿਹਾ ਕਿ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ। ਇਹ ਵੀ ਗੱਲ ਸਾਹਮਣੇ ਆਈ ਹੈ। ਉਹਨੇ ਅੱਜ ਬੋਲਿਆ ਵੀ ਹੈ ਕਿ ਮੈਨੂੰ ਇਹ ਫੋਨ ਕਰਕੇ ਡਰਾ ਧਮਕਾ ਵੀ ਰਹੇ ਨੇ। ਸੋ ਆਓ ਯਾਰ ਰਲ ਕੇ ਆਪਾਂ ਆਵਾਜ਼ ਉਠਾਈਏ, ਨਹੀਂ ਤਾਂ ਫਿਰ ਇਹਨਾਂ ਨੇ ਹੌਲੀ ਹੌਲੀ ਸਾਰੀਆਂ ਆਵਾਜ਼ਾਂ ਦੱਬ ਦੇਣੀਆਂ ਨੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਥੋੜਾ ਆਪਣਾ ਲਾਈਵ ਸ਼ੁਰੂ ਹੋ ਰਿਹਾ। ਆਈ ਥਿੰਕ ਮੈਂ ਫੇਸਬੁੱਕ ਤੇ ਵੀ ਲਾਈਵ ਹੈਗਾ ਤੇ ਇੰਸਟਾਗ੍ਰਾਮ ਤੇ ਵੀ ਹੈਗਾ। ਆਜੋ ਮੇਰਾ ਭਰਾ, ਮੇਰੇ ਭੈਣਾਂ ਭਰਾ, ਇੱਕ ਵਾਰ ਸਾਰੇ ਲਾਈਵ ਆਜੋ, ਜੁੜ ਜਾਓ, ਕਿਉਂਕਿ ਬੜੇ ਵੈਸੇ ਮੈਂ ਲਾਈਵ ਆਉਂਦਾ ਹੀ ਨਹੀਂਗਾ ਹਨਾ। ਤੇ ਆਜੋ, ਬੜੀਆਂ ਜ਼ਰੂਰੀ ਗੱਲਾਂ ਕਰਨੀਆਂ ਸਾਰੇ ਭਰਾਵਾਂ ਨਾਲ। ਸਾਰੇ ਭੈਣ ਭਰਾ ਮੇਰੇ ਸਾਰੇ ਆ ਜਾਣ ਜੀ। ਰਿਕੁਐਸਟ ਹੈਗੀ, ਇਹਨੂੰ ਸ਼ੇਅਰ ਵੀ ਕਰ ਸਕਦੇ ਹੋ, ਸ਼ੇਅਰ ਵੀ ਜ਼ਰੂਰ ਕਰਿਓ। ਤੇ ਇੱਕ ਵਾਰ ਜੁੜ ਜਾਓ ਸਾਰੇ ਆਪਣਾ ਹਨਾ ਵੀਰ ਭਰਾ। ਤੇ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਕੌਮੀ ਇਨਸਾਫ ਮੋਰਚਾ, ਯੈਸ ਬਿਲਕੁਲ, ਜਿੰਦਾਬਾਦ ਜਿੰਦਾਬਾਦ, ਲਵ ਯੂ ਲਵ ਯੂ। ਤਾਂ ਸੋ ਸਾਰੇ ਭਰਾਵਾਂ ਨਾਲ, ਸਾਰੇ ਭੈਣਾਂ ਨਾਲ ਮੈਂ ਗੱਲ ਕਰਨੀ ਚਾਹੁੰਦਾ। ਤੇ ਹਰ ਗੱਲ, ਤੁਸੀਂ ਸਾਡੀ ਕਚਹਿਰੀ ਹੋ ਤਾਂ ਜਿੰਨੀ ਵੀ ਗੱਲ ਕਰਦਾ ਸਾਡੇ ਲਈ ਸਭ ਤੋਂ ਉੱਤੇ ਸਾਡਾ ਗੁਰੂ ਗ੍ਰੰਥ ਸਾਹਿਬ ਹੈਗੇ ਆ। ਤਾਂ ਮੈਂ ਉਹਨਾਂ ਦੀ ਕਸਮ ਦੇ ਕੇ ਗੱਲ ਕਰਦਾ, ਮੈਂ ਕੁਛ ਝੂਠ ਨਹੀਂ ਬੋਲਦਾ। ਹਰ ਚੀਜ਼ ਤੁਹਾਡੇ ਤੱਕ ਮੈਂ ਜਿਹੜੀ ਰੱਖਣ ਲੱਗਿਆ ਹੈਗਾ, ਉਹਨੂੰ ਤੁਸੀਂ ਐਕਚੁਅਲ 'ਚ ਸਮਝੋ ਕਹਾਣੀ ਨੂੰ ਸਾਰੀ ਨੂੰ। ਬਈ ਪਰਚਾ ਹੋ ਗਿਆ, ਫਿਰ ਉਸ ਦੀ ਗੱਲਾਂ, ਉਹ ਪਰਚਿਆਂ ਦੀ ਗੱਲਾਂ ਕਰ। ਪਰਚੇ, ਪਤਾ ਹੀ ਨਹੀਂ ਕੀ ਕੁਛ ਹੋਈ ਜਾਂਦਾ ਜ਼ਿੰਦਗੀ 'ਚ, ਪਤਾ ਹੀ ਨਹੀਂ ਕੀ ਚੱਲੀ ਜਾਂਦਾ। ਹਰ ਮੇਰਾ ਵੀਰ ਭਰਾ ਹਨਾ, ਧਿਆਨ ਨਾਲ ਗੱਲ ਸੁਣਿਓ। ਅੱਜ ਤੱਕ ਮੇਰੇ ਤੇ ਕੀ ਬੀਤਦੀ ਹੈ ਜ਼ਿੰਦਗੀ 'ਚ ਕੀ ਬੀਤਦੀ ਹੈਗੀ ਹੈ, ਮੈਂ ਕਿਹੜੇ ਹਾਲਾਤਾਂ 'ਚੋਂ ਲੰਘਦਾ, ਮੈਂ ਉਹ ਗੱਲਾਂ ਹਜੇ ਵੀ ਨਹੀਂ ਰੱਖਦਾ ਪੰਜਾਬ ਦੇ ਲੋਕਾਂ ਅੱਗੇ। ਸਹੁੰ ਵਾਲੀ ਗੱਲ ਹੈਗੀ ਆ। ਮੈਂ ਸਾਡੇ ਗੁਰੂਆਂ ਦੀ ਸਹੁੰ ਦੇ ਕੇ ਕਹਿਣਾ ਕਿ ਜੇ ਮੈਂ ਉਹ ਗੱਲਾਂ, ਮੈਂ ਕਿਹੜੇ ਹਾਲਾਤਾਂ 'ਚੋਂ ਗੁਜ਼ਰ ਰਿਹਾ ਤੇ ਕਿਹੜੇ ਹਾਲਾਤਾਂ 'ਚੋਂ ਮੈਂ ਲੰਘਿਆ, ਜੇ ਮੈਂ ਉਹ ਗੱਲਾਂ ਇੱਥੇ ਰੱਖਾਂ ਤਾਂ ਮੈਨੂੰ ਪਤਾ ਕਿ ਸਾਡੇ ਨੌਜਵਾਨ ਮੁੰਡੇ ਕੁੜੀਆਂ ਹੈਗੇ ਆ ਜਿਹੜੇ ਉਹ ਸਾਰੇ ਵਾਪਸ ਮੁੜਨਗੇ। ਦੱਸ ਨਹੀਂ ਸਕਦਾ ਮੈਂ ਵੀਰੇ ਕਿਹੜੀਆਂ ਜ਼ਿੰਦਗੀ 'ਚ ਚੀਜ਼ਾਂ ਸਹਿ ਰਿਹਾ, ਨਹੀਂ ਦੱਸ ਸਕਦਾ। ਸਹੁੰ ਗੁਰੂ ਦੀ ਮੈਂ ਅੱਜ ਤੱਕ ਜਿੰਨਾ ਕੁਛ ਮੈਂ ਆਪਦੇ ਕੀ ਦੱਸਾਂ ਕਿਸੇ ਨੂੰ, ਕੀ ਸਹਿਆ ਮੈਂ, ਹਜੇ ਵੀ ਕਮੀ ਨਹੀਂ। ਚਲੋ ਜੀ, ਕਿਸਾਨ ਅੰਦੋਲਨ ਦੇ ਵਿੱਚ ਬਾਬਾ ਮਿਹਰ ਕਰੇ, ਬੜਾ ਕੁਛ ਦੇਖਿਆ ਤੁਹਾਡੇ ਭਰਾ ਨੇ, ਬੜਾ ਕੁਛ ਦੇਖਿਆ। ਕਿਹੜੇ ਗੁੰਡਿਆਂ ਦੇ ਫੋਨ ਨਹੀਂ ਸਹੇ ਤੁਹਾਡੇ ਵੀਰ ਨੇ, ਕਿਹੜੇ ਪੋਲੀਟੀਸ਼ੀਅਨਾਂ ਤੋਂ ਧਮਕੀਆਂ ਨਹੀਂ ਲਈਆਂ ਮੈਂ, ਠੀਕ ਹੈ। ਕਿਵੇਂ ਅੱਜ ਤੱਕ ਝੇਲਦਾ ਰਹੇ ਚੀਜ਼ਾਂ ਨੂੰ ਹਨਾ, ਕਿਤੇ ਨਹੀਂ ਰੋਇਆ ਤੁਹਾਡੇ ਸਾਹਮਣੇ ਆ ਕੇ। ਕੀ ਰੋਵਾਂ?
ਤੁਸੀਂ ਤਾਂ ਖੁਦ ਮੇਰੇ ਵਾਂਗੂ ਫਸੇ ਬੈਠੇ ਹੋ ਸਾਰੇ, ਹਨਾ। ਤੁਸੀਂ ਖੁਦ ਸਾਰੀਆਂ ਚੀਜ਼ਾਂ 'ਚ, ਉਸੇ ਪੰਜਾਬ 'ਚ ਤੁਸੀਂ ਰੋ ਰਹੇ ਹੋ, ਉਸੇ 'ਚ ਮੈਂ ਰੋ ਰਿਹਾ। ਕੀ ਰੋਵਾਂ ਮੈਂ ਕਿਸੇ ਦੇ ਸਾਹਮਣੇ ਆ ਕੇ? ਅੱਜ ਤੱਕ ਕਿੰਨੀਆਂ ਚੀਜ਼ਾਂ ਹੈਗੀਆਂ, ਹਰ ਸਾਲ ਘੱਟ ਤੋਂ ਘੱਟ ਮੈਨੂੰ ਲੱਗਦਾ 40-50 ਚੀਜ਼ਾਂ, ਕਿਸੇ ਚੀਜ਼ਾਂ ਹੱਥ ਜੋੜ ਕੇ ਖੜਾ ਛਡਾਉਣਾ ਕਿ ਹਨਾ ਇੱਥੋਂ ਨਿਕਲ ਜਾ। ਕਿਸੇ ਪਾਸੇ ਜੇ ਪੈਸਿਆਂ ਦਾ ਹੁੰਦਾ, ਪੈਸੇ ਦੇ ਕੇ ਪਿੱਛੇ ਹੋ ਜਾਣਾ। ਕਿਸੇ ਪਾਸੇ ਜੇ ਮੇਰੇ ਕੋਈ ਹੁੰਦਾ ਹੈਗਾ ਕਿ ਕੋਈ ਪੋਲੀਟੀਸ਼ੀਅਨ ਪਿੱਛੇ ਪੈਂਦੇ ਹੈਗੇ, ਜਦੋਂ ਉਹਨਾਂ ਚੀਜ਼ਾਂ ਚੋਂ ਕਿਤੇ ਹੱਥ ਜੋੜ ਕੇ, ਜਾਂ ਕੋਈ ਪੋਲੀਟੀਸ਼ੀਅਨ ਵੀਰ ਭਰਾ ਹੁੰਦਾ ਉਹਨਾਂ ਨੂੰ ਹੱਥ ਜੋੜ ਦੇਣਾ ਵੀ ਮੇਰੇ ਨਾਲ ਧੱਕਾ ਨਾ ਕਰੋ, ਮੈਂ ਹਟ ਨਹੀਂ ਸਕਦਾ ਬੋਲਣੋਂ, ਮੇਰੀ ਮਜਬੂਰੀ ਹੈ। ਪੰਜਾਬ ਦੇ ਹੱਕ 'ਚ ਬੋਲਣ ਦੀ ਸਜ਼ਾ ਮੇਰੀ ਐਡੀ ਹੈ, ਪੰਜਾਬ ਦੇ ਹੱਕ 'ਚ ਬੋਲਣ ਦੀ ਸਜ਼ਾ ਮੇਰੀ ਇਹ ਹੈਗੀ ਹੈ, ਹਰ ਸਾਲ 'ਚ 12 ਮਹੀਨੇ ਹੁੰਦੇ ਆ ਤੇ ਤੁਹਾਡਾ ਭਰਾ 8 ਵਾਰੀ ਛੱਤ ਨੂੰ ਰੱਸੇ ਪਾਉਂਦਾ। ਐਸੀ ਸਿਚੁਏਸ਼ਨ ਤੇ ਲਿਆ ਕੇ ਸੁਣਿਆ ਮੈਨੂੰ ਕਿ ਮੇਰੀ ਜ਼ਿੰਦਗੀ ਨੇ, ਜਿਵੇਂ ਸੁਸ਼ਾਂਤ ਸਿੰਘ ਜਿਵੇਂ ਮਜਬੂਰ ਸੀਗਾ, ਕਹਿੰਦੇ ਕਿ ਉਹਨੇ ਆਪ ਹੀ ਸੁਸਾਈਡ ਕਰ ਲਿਆ ਜਾਂ ਇਹਨਾਂ ਨੇ ਮਾਰ ਕੇ ਟੰਗਤਾ ਉਹਨੂੰ, ਉਹ ਹਾਲਾਤਾਂ ਤੇ ਆ ਜਾਂਦਾ ਮੈਂ। ਫਿਰ ਮੈਂ ਸੋਚਦਾ ਕਿ ਯਾਰ ਚੱਲ ਛੱਡ ਭਰਾ, ਐਂ ਸੋਚ ਲਾ ਕਿ ਤੂੰ ਅੱਜ ਮਰ ਗਿਆ ਤੇ ਫਿਰ ਖੜੇ ਹੁੰਨੇ ਆ। ਐਂ ਸੋਚ ਲਾ ਤੂੰ ਮਰ ਗਿਆ ਤੇ ਪੰਜਾਬ ਦੇ ਲੇਖੇ ਲੱਗ ਜਾ। ਇੱਥੇ ਲਾਈਵ 'ਚ ਦਿੰਨਾ ਮੈਂ, ਲਾਈਵ 'ਚ ਇਹ ਗੱਲ ਕਹਿਣਾ, ਗੁਰੂ ਗ੍ਰੰਥ ਸਾਹਿਬ ਦੀ ਸਹੁੰ ਪਾ ਕੇ ਗੱਲ ਕਹਿਣਾ। 6 ਮਹੀਨੇ ਪਹਿਲਾਂ ਦੀ ਗੱਲ ਹੈ, ਜਾਂ ਆਈ ਥਿੰਕ 8-9 ਮਹੀਨੇ ਹੋ ਗਿਆ, ਸੌਰੀ 7 ਮਹੀਨੇ, ਮੈਨੂੰ 6-7 ਮਹੀਨੇ ਇੱਥੇ ਆ ਗਏ ਹੋ ਗਏ। 2 ਸਾਲ ਨਹੀਂ, ਸਾਲ ਪੁਰਾਣੀ ਗੱਲ ਹੈ। ਬੀਜੇਪੀ ਦਾ ਬੜਾ ਮੰਨਿਆ ਪਰਮੰਨਿਆ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਫਿਰ ਇਹ ਪਰਚੇ ਪਾਉਣਗੇ ਮੇਰੇ ਤੇ, ਕੁਝ ਕਰਨਗੇ, ਬਟ ਗੁਰੂ ਦੀ ਸਹੁੰ ਦੇ ਕੇ ਕਹਿਣਾ ਕਿ ਬੀਜੇਪੀ ਦੇ ਬੰਦੇ ਨੇ, ਭਰਾ ਨੇ, ਉਸੇ ਮੀਟਿੰਗ 'ਚ ਬੈਠਾ ਸੀਗਾ ਤੇ ਆ ਕੇ ਕਹਿੰਦਾ ਕਿ ਸ਼੍ਰੀ ਤੇਰੇ ਤੇ ਪਰਚਾ ਵੀਰੇ, ਮੈਨੂੰ ਫੋਨ ਕਰਿਆ। ਉਹ ਚੰਗਾ ਭਲਾ ਬੰਦਾ, ਉਹਦੇ ਹੋਸ਼ ਉੱਡ ਗਏ ਤੇ ਮੈਨੂੰ ਫੋਨ ਕਰਕੇ ਕਹਿੰਦਾ ਵੀਰੇ ਮੈਂ ਮਿਲਣਾ ਹੈ। ਕਿੱਥੇ ਆ ਤੂੰ, ਛੋਟਾ ਭਰਾ ਹੈ? ਮੈਂ ਕਿਹਾ ਜੀ ਮੈਂ ਮੋਹਾਲੀ, ਮੈਂ 91 ਹੁੰਦਾ ਸੀ। ਮੈਂ ਸਵੇਰੇ ਮੈਂ ਗੱਲ ਹੋਈ, ਮੈਂ ਮਿਲਿਆ। ਮੈਨੂੰ ਵੀਰ ਕਹਿੰਦਾ ਕਿ ਰਾਤ ਮੀਟਿੰਗ 'ਚ ਬੈਠੇ ਆ ਬੀਜੇਪੀ ਦੇ, ਤੇ ਸ਼੍ਰੀ ਉੱਥੇ ਗੱਲ ਕੀ ਹੋਈ, ਤੇਰਾ ਜ਼ਿਕਰ ਚੱਲਿਆ ਤੇ ਉਹਨਾਂ ਨੇ ਕੀ ਗੱਲ ਕਹੀ, ਬਹੁਤ ਉਹਨੇ ਗਾਲ ਕੱਢ ਕੇ ਮੇਰੇ ਕੋਲੇ ਕਿਹਾ, ਇੱਕ ਸਟੇਟ ਨੂੰ ਰੀਪ੍ਰਜੈਂਟ ਕਰਦਾ ਉਹ ਬੰਦਾ ਜਿਹਦੀ ਮੈਂ ਗੱਲ ਕਰ ਰਿਹਾ, ਤੁਹਾਨੂੰ ਪਾਵਰ ਦੱਸ ਦਿਆਂ ਉਹ ਬੰਦੇ ਦੀ ਕੀ ਉਹਦਾ ਹੈਗਾ। ਕਹਿੰਦਾ ਕਿ ਸ਼੍ਰੀ ਪੰਜਾਬ ਦੇ ਲੋਕਾਂ ਨੂੰ ਭੜਕਾ ਰਿਹਾ ਤੇ ਇਹਨੂੰ ਅੱਤਵਾਦੀ ਦਾ ਕਰਾਰ ਦੇ ਕੇ, ਜਿੱਦੇ ਸਾਡੇ ਧੱਕੇ ਚੜ ਗਿਆ, ਅੱਤਵਾਦੀ ਦਾ ਕਰਾਰ ਦੇ ਕੇ ਇਹਨੂੰ ਸਾਰੀ ਉਮਰ ਜੇਲ੍ਹਾਂ 'ਚ ਨਾ ਕਟਾਈ। ਤੇ ਅਸੀਂ ਕੀ ਸਮਝਦੇ ਨਹੀਂ ਇਹ ਚੀਜ਼ਾਂ ਨੂੰ? ਸਮਝਦਾ ਨਹੀਂ ਮੈਂ ਇਹ ਚੀਜ਼ਾਂ ਨੂੰ ਕਿ ਅੱਤਵਾਦੀ ਕਰਾਰ ਦੇ ਦੇਣਾ ਕਿਸੇ ਨੂੰ ਕੀ ਚੀਜ਼ ਹੈ। ਅੱਜ ਇਹ 4 ਬੰਦੇ ਰਲ ਕੇ ਸਾਨੂੰ ਅੱਤਵਾਦੀ ਕਰਾਰ ਦੇ ਦੇਣ ਤਾਂ ਵੀਰੇ ਅਸੀਂ ਕੀ ਕਰਾਂਗੇ? ਹੁਣ ਗੱਲ ਆਉਂਦੀ ਹੈ ਸਾਡੇ ਚੰਡੀਗੜ੍ਹ ਮੋਰਚਾ ਚੱਲ ਰਿਹਾ ਜੀ। ਸਾਰੇ ਭਰਾਵਾਂ ਨੂੰ ਪਤਾ ਹੀ ਹੋਣਾ, ਸਾਰੇ ਭਰਾਵਾਂ ਨੂੰ ਪਤਾ। ਚੰਡੀਗੜ੍ਹ ਮੋਰਚਾ ਚੱਲ ਰਿਹਾ ਹੈਗਾ ਤੇ ਮੈਂ ਗਾਣਾ ਮੇਰੇ ਕੋਲੇ ਪੈਸੇ ਪੂਸੇ ਸਾਰਾ ਕੁਝ, ਮੈਂ ਤਾਂ ਲੋਕਾਂ ਸਾਹਮਣੇ ਸਿੱਧਾ ਐਂ ਚੱਲਦਾ। ਪੈਸੇ ਪੂਸੇ ਜਦੋਂ ਇੰਨੇ ਹੈ ਨਹੀਂ ਸੀਗੇ, 7 ਰਾਣੀਆਂ ਐਲਬਮ ਕੀਤੀ, 14 ਦਿਨ ਹੋ ਗਏ ਉਹਨੂੰ ਕੀਤੀ ਨੂੰ। ਥੋੜਾ ਐ ਹੌਸਲਾ ਹੋਇਆ, ਚੱਲ 4 ਪੈਸੇ ਹੋਣਗੇ। ਬੇੜੀਆਂ ਗਾਣਾ, ਰੁਪਿੰਦਰ, ਮੈਂ ਆਸਟ੍ਰੇਲੀਆ, ਰੁਪਿੰਦਰ ਇੱਥੇ ਆਈ ਸੀ। ਰੁਪਿੰਦਰ ਨੂੰ ਇੱਕ ਫੋਨ ਕੀਤਾ, ਮੈਂ ਕਿਹਾ ਰੁਪਿੰਦਰ ਆਪਾਂ ਹਰ ਹਾਲ ਗਾਣਾ ਕਰਨਾ ਹੈ। ਧੰਨ ਜੇਰਾ ਉਹ ਕੁੜੀ ਦਾ ਜਿਹੜੀ ਉਹ ਦਰਿੰਦਿਆਂ 'ਚ ਬੈਠ ਕੇ ਇੱਥੋਂ ਗਾਣਾ ਕੱਢ ਕੇ ਗਈ ਹੈ, ਫਿਰ ਇੰਡੀਆ ਆ ਕੇ ਉਹਨੇ ਮੱਥਾ ਲਾਉਣਾ, ਉਹਨੂੰ ਚੱਲਣੀਆਂ ਪੈਣਗੀਆਂ। ਮੈਨੂੰ ਕਿਸਾਨੀ ਮੋਰਚੇ ਤੋਂ ਜੁੜੇ ਭਰਾਵਾਂ ਦੇ ਫੋਨ ਆਏ, ਜਿਵੇਂ ਕਿਸਾਨ ਐਂਥਮ ਕਰਿਆ ਸੀ ਨਾ, ਉਹ ਜਿਹਾ ਗਾਣਾ ਅੱਜ ਗਾਣਾ ਕਰੀਏ, ਉਹ ਜਿਹਾ ਗਾਣਾ ਕਰੀਏ। ਮੈਂ ਵੀਰ ਨੂੰ ਕਿਹਾ, ਮੈਂ ਕਿਹਾ ਵੀਰ ਵੀ ਐਕਚੁਅਲ 'ਚ ਮੈਂ ਇੱਕ ਕੋਸ਼ਿਸ਼ ਕਰਦਾ, ਸਾਰੇ ਕਲਾਕਾਰ ਫਿਰ ਤੋਂ ਇਕੱਠੇ ਕਰਾਂਗੇ ਚੀਜ਼। ਮੈਂ ਫੋਨ ਲਾਉਣੇ ਸ਼ੁਰੂ ਕਰਦੇ ਚਾਰੇ ਪਾਸੇ, ਤੇ ਕਾਲ ਦੇ ਵਿੱਚ ਅਸੀਂ ਉਹ ਵੀਰ ਮੇਰਾ ਦੱਸ ਰਿਹਾ ਕਿ ਇੱਕੋ ਹੱਲ ਹੈ, ਬਾਹਰਲੇ ਮੁਲਕ 'ਚ ਬਹਿ ਜਾਓ। ਮੈਂ ਉਹ ਗੱਲ ਤੇ ਵੀ ਆਉਣਾ ਵੀਰੇ। ਤੇ ਮੈਂ ਕਿਹਾ ਜੀ ਸਾਰਿਆਂ ਨੂੰ ਫੋਨ ਲਾਉਣੇ ਸ਼ੁਰੂ ਕਰਤੇ ਕਿ ਵੀਰ ਫਿਰ ਤੋਂ ਆਉਣਾ ਆਪਾਂ, ਤੇ ਆਪਾਂ ਮੁੱਦੇ ਚੱਕੀਏ ਤੇ ਆਪਾਂ ਇਸ ਆਪਣੇ
ਇਸ ਲਈ ਆਵਾਜ਼ ਚੱਕੀਏ, ਇਸ ਧਰਨੇ ਨੂੰ ਵੀ ਆਪਾਂ ਮਜ਼ਬੂਤ ਕਰੀਏ। ਤੇ ਨਾਲ ਦੀ ਨਾਲ ਮੇਰਾ ਬੇੜੀਆਂ ਗਾਣਾ ਆ ਗਿਆ ਤੇ ਮੇਰਾ ਜੀਣਾ ਹਰਾਮ ਕਰਤਾ। ਕੁਝ ਕਾਂਗਰਸ ਦੇ ਲੀਡਰ ਸੀਗੇ, ਤੈਨੂੰ ਨੰਗਾ ਕਰ ਦਿਆਂਗੇ ਅਸੀਂ, ਤੈਨੂੰ ਆਹ ਕਰ ਦਿਆਂਗੇ, ਗਾਲਾਂ ਕੱਢਦੇ ਹੈਗੇ ਆ, ਨੰਬਰ ਦੇ ਦਿੰਦੇ ਆ ਕੁੱਤੇ ਬਿੱਲਿਆਂ ਨੂੰ। ਇਹ ਹੈ ਨੰਬਰ ਦੇ ਦੇ ਕੇ ਮੈਨੂੰ ਗਾਲਾਂ ਕਢਾਉਂਦੇ ਆ, ਕਿਤੇ ਚੰਗੀਆਂ ਮਾੜੀਆਂ ਥਾਵਾਂ ਤੋਂ ਫੋਨ ਕਰਾਉਂਦੇ ਆ। 84 ਤੁਸੀਂ ਮੈਨੂੰ ਕੀ ਰੋਕ ਲਓਗੇ? ਤੁਸੀਂ ਵੀ ਹੁਣ ਦੇਖੋਗੇ ਤੇ ਤੁਹਾਡਾ ਨਾਮ ਦਿਆਂ ਸਾਰਿਆਂ ਦਾ, ਇਕੱਲੇ ਨਾਮ ਲੈ ਦਿਆਂ, ਠੀਕ ਹੈ, ਤੇ ਤੁਹਾਡਾ ਬਣੂਗਾ ਕੀ ਤਾਂ ਹੀ ਤੁਸੀਂ ਜਾਣਦੇ ਹੋ। ਜਿਹੜਾ ਵੀਰ ਦੱਸ ਰਿਹਾ ਕਿ ਬਾਹਰਲੇ ਮੁਲਕ, ਵੀਰੇ ਮੈਂ ਆਸਟ੍ਰੇਲੀਆ ਹੈਗਾ, ਆਹੀ ਚੀਜ਼ਾਂ ਤੋਂ, ਕਿਉਂਕਿ ਮੈਨੂੰ ਇਹ ਥਾਣਿਆਂ ਕਚਹਿਰੀਆਂ 'ਚ ਥ੍ਰੈਟ ਸੀਗੇ ਮਾਰਨ ਦੇ ਵੀਰੇ, ਨਾ ਕੋਈ ਵੈਰ ਨਾ ਵਿਰੋਧ ਕਿਸੇ ਨਾਲ। ਇਸ ਦਾ ਤੇ ਸ਼ਰੇਆਮ ਥੱਲੇ ਕਮੈਂਟਾਂ 'ਚ ਆ ਰਿਹਾ ਸੀਗਾ। ਤੇ ਮੈਂ ਹੁਣ ਤੁਹਾਨੂੰ ਦੱਸਦਾ ਹਾਲਾਤ ਕੀ ਹੈ। ਸਾਡੇ ਪੰਜਾਬ ਦੇ ਇਕੱਲੇ ਪੋਲੀਟੀਸ਼ੀਅਨ ਵੀ ਇਹ ਗੱਲ ਸੁਣ ਲੈਣ, ਲੋਕ ਵੀ ਸੁਣ ਲੈਣ। ਸਾਡੇ ਪੰਜਾਬ ਦੇ ਹਾਲਾਤ ਸਾਡੇ ਲੋਕਾਂ ਨੇ ਕਸ਼ਮੀਰ ਤੋਂ ਬਿਹਤਰ ਕਰ ਦਿੱਤੇ ਆ। ਕੀ ਕਰੀਏ, ਕਿੱਥੇ ਜਾ ਕੇ ਮਰ ਜਾਈਏ? ਜੇ ਬੋਲਦੇ ਆ ਸਾਰੇ ਪਿੱਛੇ ਕੁੱਤਿਆਂ ਮੂੰਹ ਪੈ ਜਾਂਦੇ ਆ। ਸ਼ੋ ਕਮਾਈ ਆਉਂਦੀ ਹੈ, ਬਾਹਰ ਦੇ ਸ਼ੋ ਸਾਰੇ ਕੈਂਸਲ ਕਰਤੇ ਵੀਰੇ। ਮੈਂ ਨਹੀਂ ਲਾ ਰਿਹਾ ਸ਼ੋ। ਸੋਚਦਾ ਜਦੋਂ ਪੂਰਾ ਸਾਰਾ ਕੁਝ ਠੀਕ ਹੋ ਜੂ, ਸਿਕਿਉਰਿਟੀ ਹੋਊਗੀ, ਉਦੋਂ ਡਰਦਾ ਨਿਕਲਦਾ ਨਹੀਂ ਵੀਰੇ, ਕਿਉਂਕਿ ਮੈਨੂੰ ਪਤਾ ਇਹਨਾਂ ਨੇ ਮੈਨੂੰ ਮਰਵਾ ਦੇਣਾ। ਮੁੱਦਾ ਬਣਾ ਲੈਂਦੇ ਆ ਫਲਾਨਾ। ਮੈਨੂੰ ਜਿਹੜਾ ਆਹ ਬੇੜੀਆਂ ਗਾਣੇ ਤੋਂ ਬਾਅਦ ਜਿਹੜੇ ਕਹਿੰਦੇ ਸੀ ਕਿ ਤੈਨੂੰ ਨੰਗਾ ਕਰ ਦਿਆਂਗੇ, ਫਲਾਨਾ ਕਰ ਦਿਆਂਗੇ, ਜਿਹੜੇ ਆ ਗੱਲਾਂ ਕਰ ਰਹੇ ਸੀ ਤੁਸੀਂ, ਤੁਹਾਡੀਆਂ ਹਜ਼ਾਰ ਕਲਮਾਂ ਤੁਸੀਂ ਸਰਕਾਰੀ ਕਲਮਾਂ ਤੁਹਾਡੀਆਂ ਚਲਾ ਲਓ ਮੇਰੇ ਖਿਲਾਫ। ਤੁਸੀਂ ਜਿੱਥੋਂ ਵਾਹ ਲੱਗਦਾ ਮੈਨੂੰ ਨੰਗਾ ਛੱਡੋ, ਜੋ ਕਰਨਾ ਹੈ। ਤੁਹਾਨੂੰ ਮੈਂ ਇਹ ਵੀ ਦੱਸ ਦਿਆਂ, ਤੁਹਾਡੇ ਕੋਲ ਇੱਕੋ ਹੱਲ ਹੈ। ਤੁਹਾਡੇ ਕੋਲ ਇੱਕੋ ਹੱਲ ਹੈਗਾ, ਉਹ ਹੈ ਤੁਸੀਂ ਕਿਸੇ ਤੋਂ ਮਰਵਾਉਣਾ ਮੈਨੂੰ। ਜਿੱਦਾਂ ਗੋਲੀ ਮਰਾ ਦਿਓਗੇ ਉਦੋਂ ਟਿਕ ਜੂੰਗਾ। ਉਹਨਾਂ ਚਿਰ ਤੁਹਾਡੀਆਂ ਹਜ਼ਾਰ ਕਲਮਾਂ ਤੇ ਮੇਰੀ ਇੱਕ ਕਲਮ ਹੈ। ਤੁਹਾਡੀ ਜੇ ਨੀਂਦ ਨਾ ਡਾਤੀ ਮੈਂ ਰਾਤਾਂ ਦੀ ਸਾਰਿਆਂ ਦੀ, ਦੱਲੇ ਹੋ ਤੁਸੀਂ ਦੱਲੇ, ਤੁਹਾਡੀ ਸਭ ਦੀ ਨੀਂਦ ਡਾ ਕੇ ਰੱਖੂੰਗਾ। ਹਜ਼ਾਰ ਕਲਮਾਂ ਚਲਾ ਲਓ, ਬਾਬਾ ਮਿਹਰ ਕਰੇ। ਤੁਸੀਂ ਮੈਨੂੰ ਕੀ ਜਲੀਲ ਕਰ ਦੋਗੇ? ਤੁਸੀਂ ਮੇਰਾ ਕੀ ਕਰ ਕੀ ਦੋਗੇ? ਫਿਰ ਆਉਣਾ ਮੈਂ ਕੱਲ ਦੇ ਮੇਰੇ ਖਿਲਾਫ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਹੈਗੀਆਂ, ਕੋਈ ਗਿਲਾ ਨਹੀਂ ਇਸ ਚੀਜ਼ ਦਾ। ਮੈਂ ਉਹ ਵਕੀਲ ਵੀਰ ਨੂੰ ਵੀ ਕਹਿਣਾ ਕਿ ਵੀਰ ਕੋਈ ਗੱਲ ਨਹੀਂ, ਪਰ ਹੈਰਾਨੀ ਹੈ ਕਿ ਜਦੋਂ ਮੈਂ ਚੰਗੇ ਗਾਣੇ ਕਰਨ, ਮੈਂ ਕਿੰਨਾ ਕੁਝ ਪੰਜਾਬ ਲਈ ਕਰਦਾ ਹੈਗਾ। ਮੈਂ ਪੰਜਾਬ ਲਈ ਨਹੀਂ, ਕਿਉਂਕਿ ਮੈਂ ਪੰਜਾਬ ਦਾ ਦਿੱਤਾ ਖਾਨਾ ਹੈ, ਕੋਈ ਸਾਨ ਨਹੀਂ ਕਰ ਰਿਹਾ ਮੈਂ ਕਿਸੇ ਤੇ। ਹੁਣ ਉਹ ਵੀਰ ਨੇ ਵਕੀਲ ਭਰਾ ਹੈਗਾ, ਚਲੋ ਹੈ ਵੀਰ ਸੁਲਝਿਆ ਸਿਆਣਾ। ਪੰਜਾਬ 'ਚ KGF ਪੁਸ਼ਪਾ ਚੱਲ ਪਈ। ਪੁਸ਼ਪਾ ਮੂਵੀ 'ਚ ਉਹਨਾਂ ਨੇ IPS ਨੂੰ ਨੰਗਾ ਕਰਕੇ ਕੁੱਟਿਆ ਐਂਡ ਚ। ਕੋਈ ਪਰਚਾ ਹੋਇਆ ਵੀਰੇ? ਕੋਈ ਆ YouTube ਤੇ ਗੰਦ ਪਿਆ ਖੜਾ, ਕੋਈ ਪਰਚਾ ਹੁੰਦਾ ਵੀਰੇ? ਨੈਟਫਲਿਕਸ ਤੇ ਕੀ ਚੱਲਦਾ, ਕੋਈ ਪਰਚਾ ਹੁੰਦਾ? ਮੈਂ ਕਹਿੰਦਾ ਵੀ ਸਾਰੇ ਪੰਜਾਬ ਦਾ ਹੈਗਾ, ਸਾਰੇ ਪੰਜਾਬ ਦਾ ਤੁਸੀਂ ਇੱਕੋ ਦਮ ਖਤਮ ਕਰ ਦੋ ਨਾ। ਸਾਰੇ ਪੰਜਾਬ ਦਾ ਇੱਕੋ ਦਮ ਖਤਮ ਕਰ ਦੋ। ਨੈਟਫਲਿਕਸ ਬੰਦ ਕਰਾ ਦਿਓ, YouTube ਤੋਂ ਬੰਦ ਕਰਾ ਦਿਓ, ਸਾਰੇ ਇੰਡੀਆ ਦਾ। ਜਾਂ ਫਿਰ ਪੰਜਾਬ ਨੂੰ ਇੱਕ ਵੱਖਰਾ ਹੀ ਕਾਨੂੰਨ ਬਣਾਈ ਬੈਠੇ ਹੋ ਤੁਸੀਂ ਪੰਜਾਬ ਲਈ। ਮੈਂ ਤਾਂ ਖੁਦ ਕਹਿ ਰਿਹਾ ਕਿ ਸਾਰੇ ਪੰਜਾਬ ਦਾ ਬੰਦ ਕਰ ਦਿਓ ਇਕੱਠਾ, ਪਰ ਕੋਈ ਵਾਇਲੈਂਸ ਹੋਰ ਨਹੀਂ। ਆਹ ਪਠਾਨ ਮੂਵੀ 'ਚ ਤਾੜ ਗੋਲੀਆਂ ਚਲਾਈ ਜਾਂਦੇ ਆ ਯਾਰ, ਹੱਦ ਹੋ ਗਈ। ਡਿਸਕਲਾਈਮਰ ਵੀ ਦਿੱਤਾ ਮੈਂ ਤਾਂ ਗਾਣਿਆਂ 'ਚ, ਤੇ ਮੈਂ ਹੀ ਦੇਖਦਾ ਸਭ ਨੂੰ। ਤੇ ਮੈਨੂੰ ਇੱਕ ਚੀਜ਼ ਤੇ ਅੱਜ ਬੜਾ ਦੁੱਖ ਹੋਇਆ। ਚੱਲ ਸਾਰੇ ਕੀ ਪੰਜਾਬ
ਕਿ ਪੰਜਾਬ ਦੇ ਲੋਕਾਂ ਨੂੰ ਨਹੀਂ ਪਤਾ ਕਿ ਕੀ ਸਾਜ਼ਿਸ਼ਾਂ ਚੱਲਦੀਆਂ, ਕਿਵੇਂ ਕਿਸੇ ਬੰਦੇ ਨੂੰ ਸਰਕਾਰ ਕੀ ਹੱਥਕੰਡੇ ਅਪਣਾਉਂਦੀ ਹੈ। ਪੰਜਾਬ ਦੇ ਲੋਕ, ਤੁਸੀਂ ਤਾਂ ਵੀਰੇ ਸਿਆਣੇ ਹੋ ਯਾਰ। ਇੱਕ ਵਕੀਲ ਵੀਰ ਆ ਕੇ ਉਹ ਪੁੱਛ ਰਿਹਾ ਹੈਗਾ, ਉਹ ਰਿਪੋਰਟਰ ਭਰਾ ਨੇ, ਦੈਨਿਕ ਸਵੇਰਾ ਦੇ ਰਿਪੋਰਟਰ ਨੇ ਪੁੱਛਿਆ, ਕਹਿੰਦੇ ਵੀ ਵੀਰੇ ਵੀ ਕਲਾਕਾਰ ਕਹਿੰਦੇ ਹੈਗੇ ਵੀ ਚਲੋ ਇਹ ਕਮਰਸ਼ੀਅਲ ਗਾਣੇ ਸਾਨੂੰ ਗਾਉਣੇ ਪੈਂਦੇ ਆ, ਕਿਸੇ ਰਿਪੋਰਟਰ ਨੇ ਕਿਹਾ। ਤੇ ਉਹ ਵੀਰ ਅੱਗੋਂ ਕਹਿੰਦਾ ਕਿ ਮੈਂ ਤਾਂ ਇਹਨਾਂ ਨੂੰ ਸਲਾਹ ਦਿੰਦਾ ਕਿ ਇਹ ਐਕਸ ਨਾਮ ਦੀਆਂ ਫਿਲਮਾਂ ਆਉਂਦੀਆਂ, ਬਲੂ ਫਿਲਮਾਂ, ਉਹ ਕਹਿੰਦਾ ਇਹਦੇ ਪਰਿਵਾਰ ਨੂੰ ਮੈਂ ਕਹਿੰਦਾ ਇਹਨਾਂ ਦੇ ਨੂੰ ਉਹ ਫਿਲਮਾਂ ਬਣਾ ਲੈਣ ਤੇ ਇਹਨਾਂ ਦੀਆਂ ਮੈਂ ਢਿੱਡ ਦੇਖੂੰਗਾ, ਫਲਾਨਾ ਦੇਖੂੰਗਾ। ਵੀਰੇ ਕੀ ਬੋਲੀ ਜਾਂਦਾ ਭਰਾ? ਸਿਆਣਾ ਸੋਤਾ ਬੰਦਾ ਯਾਰ ਵੀਰੇ, ਤੂੰ ਵਕੀਲ ਐ ਭਰਾ, ਵਕੀਲ ਬੰਦਾ ਯਾਰ ਵੀਰੇ, ਹੱਦ ਹੋਈ ਪਈ ਐ। ਇੱਕ ਕੀ ਵਕੀਲ ਹੋ ਜਾਣਾ ਜਾਂ ਇੱਕ ਲੀਡਰ ਹੋ ਜਾਣਾ ਜਾਂ ਤੁਸੀਂ ਸਰਕਾਰੀ ਮਹਿਕਮੇ 'ਚ ਹੋਏ ਹੋ, ਤੁਸੀਂ ਇੰਨੇ ਖੁੱਲ ਜਾਂਦੇ ਹੋ ਵੀਰੇ। ਮੈਂ ਵਕੀਲ ਭਰਾਵਾਂ ਨੂੰ ਵੀ ਇੱਕ ਸਲਾਹ ਦਿੰਦਾ, ਮੈਨੂੰ 2-4 ਅੱਜ ਭਾਈ ਸਾਹਿਬ ਰਾਜੋਆਣਾ ਜੀ ਜਿਹੜੇ ਜੇਲ੍ਹ 'ਚ ਹੈਗੇ, ਉਹਨਾਂ ਦੀ ਆਈ ਥਿੰਕ ਸਿਸਟਰ ਦਾ ਫੋਨ ਆਇਆ ਸੀ ਮੈਨੂੰ, ਭੈਣ ਦਾ ਫੋਨ ਆਇਆ ਸੀਗਾ। ਅੱਜ ਤੋਂ ਬੇੜੀਆਂ ਗਾਣੇ ਤੋਂ ਆਈ ਥਿੰਕ ਦੂਜੇ ਤੀਜੇ ਦਿਨ ਉਸ ਭੈਣ ਦਾ ਦਰਦ ਸੁਣ ਕੇ ਕਾਲਜੇ ਪਾਟਦੇ ਆ। 26 ਸਾਲਾਂ ਤੋਂ ਉਹਨਾਂ ਦਾ ਪਰਿਵਾਰ ਹੈਗਾ ਜਿਹੜਾ ਜੇਲ੍ਹਾਂ 'ਚ। ਸਾਡਾ ਵਕੀਲ ਭਰਾ ਹੈਗੇ ਆ, ਘੱਟ ਤੋਂ ਘੱਟ ਉਹਨਾਂ ਲਈ ਕੇਸ ਲੜਦੀ ਹੈ ਵੀਰੇ। ਸਾਨੂੰ ਤਾਂ ਤੁਸੀਂ ਕੰਜਰ ਕਹਿੰਦੇ ਹੋ, ਉਸ ਤਾਂ ਹੈ ਹੀ ਕੰਜਰ। ਚਲੋ ਤੁਸੀਂ ਸਾਨੂੰ ਸਾਡੇ ਵਰਗੇ ਵੀ ਤੁਸੀਂ ਕਲਮਾ ਕਹਿੰਦੇ ਹੋ ਵੀ ਅਸੀਂ ਕਲਮਾ ਦਾ ਜ਼ੋਰ ਦਿਖਾਵਾਂਗੇ ਫਲਾਨਾ। ਮੈਂ ਕਹਿੰਦਾ ਬੰਦੀ ਸਿੰਘਾਂ ਲਈ ਕੇਸ ਲੜ ਲਈਏ। 26 ਸਾਲਾਂ ਤੋਂ ਜੇਲ੍ਹ 'ਚ ਆ ਵੀਰੇ। ਚਲੋ ਜੋ ਵੀ ਆ, ਬਹੁਤ ਔਖਾ ਭਰਾ ਜ਼ਿੰਦਗੀ 'ਚ। ਬੜੇ ਕਲਾਕਾਰਾਂ ਨੇ ਮੈਨੂੰ ਜੋ ਹੋ ਰਹੀਆਂ, ਚਲੋ ਆਪ ਚੁਣੇ ਰਾਹ ਏ, ਆਪ ਚੁਣੇ। ਬੜੇ ਲੋਕਾਂ ਨੇ, ਬੜੇ ਭਰਾਵਾਂ ਨੇ ਬੈਠ ਕੇ ਕਹਿਣਾ ਕਿ ਸ਼੍ਰੀ ਜ਼ਿੰਦਗੀ ਐਡੀ ਔਖੀ ਹੋ ਜੂ, ਤੇਰੀ ਜ਼ਿੰਦਗੀ ਨਰਕ ਕਰ ਦੇਣਗੇ। ਨਾ ਇਹਨਾਂ ਨਾਲ ਭਿੜ, ਆਪਣੀ ਔਕਾਤ ਨਹੀਂ ਗੀ ਇਹ ਸਿਸਟਮ ਨਾਲ ਭਿੜਨ ਦੀ। ਕੀ ਕਰਦਾ ਮੈਂ? ਸ਼ੋਅ ਨਹੀਂ ਡਰਦੇ ਲਾ ਰਹੇ ਵੀਰੇ, ਨਾ ਕਿਸੇ ਦਾ ਲੱਗਣਾ ਹੈਗਾ, ਮਾਰ ਕਿਸੇ ਨੇ ਜਾਣਾ ਹੈ। ਕੀ ਕਰੀਏ? ਬਹੁਤ ਔਖੀ ਜ਼ਿੰਦਗੀ ਹੈ। ਪਰ ਮੈਂ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਕਹਿਣਾ ਹੈ, ਜਿੰਨੇ ਕੁ ਵੀ ਸਾਡੇ ਚਾਹਣ ਵਾਲੇ ਆ, ਤੁਹਾਨੂੰ ਕਹਿਣਾ ਮੈਂ ਜੋ ਮੀਡੀਆ ਹੈਗਾ, ਘੱਟ ਤੋਂ ਰਿਕਵੈਸਟ ਕਰ ਸਕਦਾ ਹਾਂ, ਤੁਹਾਨੂੰ ਸਾਰੇ ਰਲ ਮਿਲ ਕੇ ਪੰਜਾਬ ਨੂੰ ਘੱਟ ਤੋਂ ਘੱਟ ਆ ਸਾਜ਼ਿਸ਼ਾਂ ਚੋਂ ਕੱਢ ਲਈਏ ਆਪਾਂ। ਠੀਕ ਹੈ? ਨਹੀਂ ਤਾਂ ਅਸੀਂ ਕਿਸੇ ਦਿਨ ਲਾਸ਼ਾਂ ਚੱਕ ਲਓਗੇ ਸਾਡੀਆਂ, ਬਾਅਦ 'ਚ ਗੱਲਾਂ ਕਰਨ ਜੋਗੇ ਰਹਿ ਜਾਾਂਗੇ ਆਪਾਂ। ਵਿਚਾਰਾ ਬਥੇਰਾ ਰੋਂਦਾ ਹੁੰਦਾ ਸੀਗਾ। ਇੱਕ ਦਿਨ ਮੈਂ ਹੈਪੀ ਵੀਰ ਦੀ ਗੱਲ ਸੁਣੀ, ਕਹਿੰਦਾ ਕਿਸੇ ਨੇ ਸਿੱਧੂ ਗਾਣੇ 'ਚ ਕਹਿੰਦਾ ਹੁੰਦਾ ਸੀ ਵੀ ਮੈਨੂੰ ਐਂ ਦੁੱਖ ਹੈ, ਮੈਂ ਕਿਹਦੇ ਕੋਲ ਗੱਲ ਕਰਾਂ, ਦੁਖੀ ਹਾਂ ਜ਼ਿੰਦਗੀ 'ਚ ਫਲਾਨਾ, ਹੈ ਨਾ। ਜਾਂ ਕੋਈ ਕਲਾਕਾਰ, ਕੋਈ ਵੀ ਕਲਾਕਾਰ ਹੈਗਾ, ਉਹ ਆਪਦੇ ਗੀਤਾਂ 'ਚ, ਅਕਸਰ ਕਲਾਕਾਰ ਜਿਹੜੇ ਹੁੰਦੇ ਗੀਤਾਂ 'ਚ, ਉਹ ਜਿਹੜੇ ਲਿਖਣ ਵਾਲੇ ਹੈ, ਉਹ ਦਰਦ ਲਿਖਦੇ ਆ। ਤੇ ਆ ਬੋਲ ਕੀ ਕਹੀ ਜਾਂਦੇ ਆ ਵੀਰੇ? ਕਿਹਦੇ ਨਾਲ ਲੜਾਂ ਮੈਂ ਜਾ ਕੇ? ਬੀਜੇਪੀ ਨਾਲ ਲੜ ਲਾਂ, ਕਾਂਗਰਸ ਨਾਲ ਲੜ ਲਾਂ, ਸਰਕਾਰਾਂ ਨਾਲ ਲੜ ਲਾਂ, ਵਕੀਲਾਂ ਨਾਲ ਲੜ ਲਾਂ, ਹੈਂ? ਕਿਹਦੇ ਨਾਲ ਲੜਾਂ? ਘੱਟ ਤੋਂ ਘੱਟ ਨਾਲ ਖੜਿਆ ਕਰੋ ਮੇਰੇ ਭਰਾ। ਬੜੀਆਂ ਜ਼ਿੰਦਗੀ 'ਚ ਬਹੁਤ ਕੁਛ। ਇੰਡਸਟਰੀ ਨੂੰ ਹੱਲ ਕੱਢਣਾ ਪੈਣਾ। ਇੰਡਸਟਰੀ ਨੂੰ ਬਥੇਰੇ ਹੱਥ ਜੋੜੇ ਆ ਵੀਰੇ ਮੈਂ, ਇੰਡਸਟਰੀ ਨੂੰ ਬਥੇਰੇ ਹੱਥ ਜੋੜੇ ਆ। ਇਕੱਠੇ ਹੋ ਜਾਓ ਘੱਟ ਤੋਂ ਘੱਟ। ਇੰਡਸਟਰੀ ਕੀ ਕਰੀਏ? ਇੰਡਸਟਰੀ ਤਾਂ ਆਪ ਇੰਡਸਟਰੀ ਨੂੰ ਦੇਖ ਕੇ ਖੁਸ਼ ਨਹੀਂ ਗੀ ਵੀਰੇ। ਇੰਡਸਟਰੀ ਦਾ ਹਾਲ ਹੋਇਆ ਪਿਆ। ਪਰ ਫਿਰ ਵੀ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ, ਤੁਹਾਡੇ ਲਈ ਜਿੰਨਾ ਚਿਰ ਬੈਠੇ ਆ, ਬੋਲਾਂਗੇ ਵੀ, ਸਾਰਾ ਕੁਛ ਕਰਾਂਗੇ, ਪਰ ਘੱਟ ਤੋਂ ਘੱਟ ਨਾਲ ਖੜ ਜਾ ਕਰੋ ਮੇਰੇ ਭਰਾ। ਠੀਕ ਹੈ? ਤੇ
ਇੰਨੀ ਗੱਲ ਕਹਿਣੀ ਹੈ। ਬਾਕੀ ਬਾਬਾ ਚੜ੍ਹਦੀ ਕਲਾ 'ਚ ਰੱਖੇ। ਜਿਵੇਂ ਮੈਂ ਹੁਣ ਕੀ ਆਖਾਂ ਕਿ ਮੇਰੀ 3-4 ਦਿਨ ਪਹਿਲਾਂ ਉਹਨਾਂ ਭੈਣ ਜੀ ਨਾਲ ਗੱਲ ਹੋਈ ਤਾਂ ਵੀਰੇ ਉਹ ਗੱਲ ਆਈ ਥਿੰਕ ਹੋਈ ਹੋਣੀ ਅੱਧਾ ਘੰਟਾ। ਭੈਣ ਨੇ ਹਾਲ ਸੁਣਾਏ ਕਿ ਵੀਰੇ ਘਰ ਪੱਟੇ ਗਏ, ਕੀ ਕਰੀਏ, 26 ਸਾਲ ਤੋਂ ਜੇਲ੍ਹਾਂ 'ਚ ਬੈਠੇ ਐ। ਇੰਨਾ ਦੁੱਖ ਹੋਇਆ ਗੱਲਾਂ ਸੁਣ ਕੇ। ਅੱਧਾ ਘੰਟਾ ਤਾਂ ਹੀ ਬੈਠਾ ਰੋਈ ਗਿਆ ਹੈ। ਕੀ ਕਰ ਲਈਏ, ਬੋਲਣਾ ਪਊਗਾ ਨਾ, ਬੋਲਣਾ ਤਾਂ ਪਊਗਾ ਵੀਰੇ। ਘੱਟ ਤੋਂ ਘੱਟ ਮੋਰਚੇ ਦੇ ਨਾਲ ਹੱਕ 'ਚ ਆਈਏ, ਗਾਣਿਆਂ ਦੇ ਥਰੂ ਆਈਏ। ਸਾਡੀ ਇੰਡਸਟਰੀ ਨੂੰ ਵੀ ਮੈਂ ਕਹਿਣਾ ਠੀਕ ਹੈ, ਬੜਾ ਕੁਝ ਝੱਲਣਾ ਪਊਗਾ, ਪਰ ਕੁਛ ਨਹੀਂ ਹੁੰਦਾ ਜ਼ਿੰਦਗੀ 'ਚ। ਬੜਾ ਕੁਝ ਝੱਲਣਾ ਪੈਂਦਾ, ਸਭ ਤੇ ਆਉਂਦੀਆਂ ਇਹ ਚੀਜ਼ਾਂ, ਸਭ ਤੇ ਆਉਂਦੀਆਂ। ਪਰ ਇੰਨੀ ਕੁ ਤੁਹਾਨੂੰ ਰਿਕਵੈਸਟ ਕਰਦਾ, ਹੱਥ ਜੋੜ ਕੇ ਇੰਨੀ ਕੁ ਬੇਨਤੀ ਕਰਦਾ ਕਿ ਇਹ ਮੋਰਚੇ ਚੀਜ਼ਾਂ ਆਪਾਂ ਇਹਨਾਂ ਨੂੰ ਟੁੱਟਣ ਨਾ ਦਈਏ। ਜਿੰਨੀ ਕੁ ਕੋਸ਼ਿਸ਼ ਹੋ ਸਕਦੀ ਆਪਾਂ ਨਾਲ ਖੜੀਏ, ਜਿੰਨੀ ਕੁ ਆਪਾਂ ਕਰ ਸਕਦੇ ਹਾਂ ਆਪਾਂ ਇੱਕ ਦੂਜੇ ਦਾ ਹੱਥ ਫੜ ਕੇ ਤੁਰੀਏ। 100 ਚੀਜ਼ਾਂ ਚੱਲਣੀਆਂ, 100 ਸਿਆਸਤਾਂ ਚੱਲਣੀਆਂ, ਪਰ ਬਾਬਾ ਮਿਹਰ ਕਰੇ ਇੱਕ ਦੂਜੇ ਦੇ ਨਾਲ ਖੜੀਏ ਘੱਟ ਤੋਂ ਘੱਟ ਮੇਰਾ ਭਰਾ। ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਆਪਾਂ ਅੱਜ ਗੱਲ ਕਰਨੀ ਆ ਗਾਉਣ ਵਾਲਾ ਜਿਹੜਾ ਮੁੰਡਾ ਕਲਾਕਾਰ ਆ, ਗੀਤ ਲਿਖਦਾ ਵੀ ਆ, ਗੀਤਕਾਰ ਵੀ ਆ ਤੇ ਗਾਉਂਦਾ ਵੀ ਆ, ਸ਼੍ਰੀ ਬਰਾੜ। ਤੁਸੀਂ ਪਹਿਲਾਂ ਵੀ ਉਹਦੇ ਕਾਫੀ ਜਿਹੜੇ ਗੀਤ ਮਸ਼ਹੂਰ ਹੋਏ ਨੇ, ਉਹਦੇ ਲਿਖੇ ਹੋਏ ਗਾਏ ਹੋਏ ਤੁਸੀਂ ਸੁਣੇ ਹੋਣੇ ਆ ਸਾਰਿਆਂ ਨੇ। ਕਿਸਾਨੀ ਅੰਦੋਲਨ ਵੇਲੇ ਜਿੰਨੇ ਕਿਸਾਨ ਐਂਥਮ, ਕਿਸਾਨੀ ਦੇ ਉੱਤੇ ਗੀਤ ਆਏ, ਬਹੁਤ ਮਸ਼ਹੂਰ ਹੋਏ। ਕਈ ਕਲਾਕਾਰਾਂ ਨੇ ਮਿਲ ਕੇ ਉਹ ਗੀਤ ਜਿਹੜੇ ਉਹ ਗਾਏ ਸੀ। ਤਾਂ ਉਸ ਸਮੇਂ ਦੌਰਾਨ ਵੀ ਸ਼੍ਰੀ ਬਰਾੜ ਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਸੀ। ਸ਼੍ਰੀ ਬਰਾੜ ਨੂੰ ਕੁੱਟਿਆ ਵੀ ਗਿਆ ਸੀ ਥਾਣੇ 'ਚ ਲਿਜਾ ਕੇ, ਦਲੀਲ ਵੀ ਕੀਤਾ ਗਿਆ ਸੀ ਤੇ ਕਈ ਦਿਨ ਉਹਦੇ ਉਦੋਂ ਜੇਲ੍ਹ 'ਚ ਲਵਾਤੇ ਸੀ। ਇਹ ਮੈਂ ਗੱਲ ਕਰ ਰਿਹਾ ਜਦੋਂ ਕਿਸਾਨੀ ਅੰਦੋਲਨ ਪੂਰਾ ਭਖਿਆ ਹੋਇਆ ਸੀ ਤੇ ਸ਼੍ਰੀ ਬਰਾੜ ਨੇ ਉਸ ਸਮੇਂ ਦੇ ਵਿੱਚ ਕਿਸਾਨ ਐਂਥਮ ਜਿਹੜਾ ਗੀਤ ਆ ਉਹ 2 ਉਹਦੇ ਹਿੱਸੇ ਆਏ ਸੀ। ਉਸ ਇਨਸਾਨ ਨੇ ਲਿਖੇ ਸੀ ਤੇ ਕਈ ਕਲਾਕਾਰਾਂ ਨੇ ਗਾਏ ਸੀ। ਸੋ ਸਮੇਂ-ਸਮੇਂ ਤੇ ਉਸ ਇਨਸਾਨ ਨੇ ਹਮੇਸ਼ਾ ਚੰਗਾ ਲਿਖਣ ਦੀ, ਚੰਗਾ ਗਾਉਣ ਦੀ ਕੋਸ਼ਿਸ਼ ਕੀਤੀ ਆ। ਹੁਣ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਤਾਂ ਇਸ ਮੋਰਚੇ ਦੌਰਾਨ ਜਿਹੜਾ ਉਹ ਗਾਇਆ ਤਾਂ ਨਾਲ ਦੀ ਨਾਲ ਉਹਦੇ ਤੇ ਕੋਈ ਵਕੀਲ ਹੈ, ਉਹ ਕਹਿੰਦਾ ਜੀ ਮੈਂ ਇਸ ਬੰਦੇ ਦੇ ਖਿਲਾਫ ਹਾਈ ਕੋਰਟ ਤੱਕ ਜਾਊਂਗਾ, ਮੈਂ DGP ਤੱਕ ਜਾਊਂਗਾ, ਮੈਂ ਸਰਕਾਰ ਤੱਕ ਪਹੁੰਚ ਕਰੂੰਗਾ ਤੇ ਇਹ ਤੇ ਮੁਕੱਦਮਾ ਕਹਿੰਦਾ ਦਰਜ ਹੋਣਾ ਚਾਹੀਦਾ। ਉਹਦਾ ਇੱਕ ਹੋਰ ਕੋਈ ਗੀਤ ਆਇਆ, ਉਹ ਵਕੀਲ ਇਹ ਗੱਲ ਕਹਿ ਰਿਹਾ ਕਿ ਇਸ ਗੀਤ ਦੇ ਵਿੱਚ ਉਹਨੇ ਹਥਿਆਰਾਂ ਨੂੰ ਉਤਸ਼ਾਹਿਤ ਕੀਤਾ, ਪ੍ਰਮੋਟ ਕੀਤਾ। ਨਾਲ ਕਹਿੰਦਾ 295 ਧਾਰਾ ਉਹ ਵੀ ਲਾਈ ਜਾਵੇ। ਤੇ ਹੁਣ ਕਈ ਜਿਹੜੇ ਆਪੇ ਸਮਾਜ ਦੇ ਬਣੇ ਠੇਕੇਦਾਰ ਨੇ, ਧਰਮ ਦੇ ਬਣੇ ਠੇਕੇਦਾਰ ਨੇ, ਉਹ ਵੱਖ-ਵੱਖ ਵਰਗਾਂ 'ਚ ਬੈਠੇ ਆ। ਉਹ ਵਕੀਲਾਂ 'ਚ ਵੀ ਹੈਗੇ ਆ, ਉਹ ਹੋਰ ਖੇਤਰਾਂ 'ਚ ਵੀ ਹੈਗੇ ਆ, ਜਿਨ੍ਹਾਂ ਨੂੰ ਇਹ ਲੱਗਦਾ ਕਿ ਜਿਹੜੇ ਵੀ ਇਨਸਾਨ ਨੇ ਕੁਝ ਗਾਉਣਾ, ਲਿਖਣਾ, ਖਾਣਾ, ਪਹਿਨਣਾ, ਉਹ ਸਾਥੋਂ ਪੁੱਛਿਆ ਜਾਵੇ ਪਹਿਲਾਂ। ਕਿਉਂਕਿ ਇਸ ਮੁਲਕ ਦਾ ਜੋ ਮਾਹੌਲ ਚੱਲ ਰਿਹਾ ਹੈ, ਜੋ ਇਸ ਭਾਰਤੀ ਹਕੂਮਤ ਹੈ ਜਿਹੜੀ ਆਪਣੇ ਤਰੀਕੇ ਨਾਲ ਭਾਰਤ ਦਾ ਇਤਿਹਾਸ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰ ਰਹੀ ਆ, ਕਰ ਕੀ ਰਹੀ ਆ, ਲਿਖ ਹੀ ਰਹੇ ਨੇ। ਉਹ ਤੈਅ ਕਰ ਰਹੇ ਨੇ ਲੋਕਾਂ ਨੇ ਕਿਹੜਾ ਕੱਪੜਾ ਪਹਿਨਣਾ, ਕਿਹੜਾ ਨਹੀਂ ਪਹਿਨਣਾ, ਕੀ ਖਾਣਾ, ਕੀ ਪੀਣਾ, ਕੀ ਬੋਲਣਾ,
ਜਾਣੇ ਹਰ ਤੁਹਾਡੇ ਕੰਮ ਦੇ ਉੱਤੇ ਪਾਬੰਦੀ ਲਾਈ ਜਾ ਰਹੀ ਆ। ਸੋ ਉਹਨਾਂ ਵਿੱਚੋਂ ਹੀ ਉੱਠ ਕੇ ਇਹ ਜਿਹੇ ਵਕੀਲ ਨੇ ਜਿਹੜੇ ਇਹ ਜਿਹੀਆਂ ਗੱਲਾਂ ਕਰਦੇ ਨੇ ਕਿ ਸ੍ਰੀ ਬਰਾੜ ਨੇ ਆਹ ਕਰਤਾ, ਸ੍ਰੀ ਬਰਾੜ ਨੇ ਉਹ ਕਰਤਾ ਤੇ ਮੁਕੱਦਮਾ ਦਰਜ ਕਰਾਵਾਂਗੇ। ਸੋ ਪਹਿਲਾਂ ਤਾਂ ਮੈਂ ਉਸ ਵਕੀਲ ਨੂੰ ਪੁੱਛਣਾ ਚਾਹੁੰਦਾ ਵੀ ਭਾਈ ਸਾਹਿਬ, ਪੁਸ਼ਪਾ ਫਿਲਮ ਆਈ ਆ, KGF ਫਿਲਮ ਆਈ ਆ ਹੁਣੇ ਜਿਹੜੀ ਸੁਪਰ ਡੁਪਰ ਹਿੱਟ ਫਿਲਮ ਰਹੀ ਆ ਪਠਾਨ, ਇਹ ਫਿਲਮਾਂ ਆਈਆਂ ਨੇ ਜਾਂ ਹੋਰ ਅਨੇਕਾਂ ਫਿਲਮਾਂ ਜਿਹੜੀਆਂ ਬਣੀਆਂ ਨੇ ਜਾਂ ਅੱਜ ਬਣ ਰਹੀਆਂ ਨੇ, ਜਿਨ੍ਹਾਂ ਫਿਲਮਾਂ ਦੇ ਵਿੱਚ ਮੈਨੂੰ ਲੱਗਦਾ ਉਹ ਗੱਲ ਇੱਕ ਕਰਦੇ ਆ ਤੇ ਗੋਲੀਆਂ 10 ਚਲਾਉਂਦੇ ਆ। ਗੋਲੀਆਂ ਵੀ ਉਹ ਕੋਈ ਪਿਸਤੌਲਾਂ ਰਫਲਾਂ ਨਾਲ ਨਹੀਂ, ਗੋਲੀਆਂ ਵੀ ਉਹ ਵੱਡੇ ਵੱਡੇ ਹਥਿਆਰਾਂ ਨਾਲ ਚਲਾਉਂਦੇ ਨੇ। ਉਧਰ ਨੂੰ ਕਦੋਂ ਮੂੰਹ ਕਰਨਾ ਹੈ, ਉਹਨਾਂ ਦੇ ਮੁਕੱਦਮਾ ਕਦੋਂ ਦਰਜ ਕਰਾਉਣਾ ਹੈ, ਜਾਂ ਫਿਲਮਾਂ ਕਦੋਂ ਬੈਨ ਕਰਾਉਣੀਆਂ ਨੇ। ਕਿ ਤੁਹਾਨੂੰ ਉਹੀ ਬੰਦੇ ਚੁੱਭਦੇ ਨੇ ਜਿਹੜੇ ਕੌਮ ਦੀ ਗੱਲ ਕਰਦੇ ਆ, ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ। ਬਹਾਨਾ ਤੁਸੀਂ ਕੋਈ ਨਾ ਕੋਈ ਘੜਨਾ ਹੁੰਦਾ, ਕੋਈ ਨਾ ਕੋਈ ਬਣਾਉਣਾ ਹੁੰਦਾ ਹੈ। ਬਹਾਨਾ ਤੁਸੀਂ ਬਣਾ ਲੈਂਦੇ ਹੋ ਵੀ ਹਥਿਆਰਾਂ ਨੂੰ ਪ੍ਰਮੋਟ ਕਰ ਰਿਹਾ ਜੀ, ਹਿੰਸਾ ਨੂੰ ਵਧਾ ਰਿਹਾ ਜੀ। ਠੀਕ ਆ, ਮੰਨ ਲੈਂਦੇ ਆ ਅਸੀਂ ਇਹ ਗੱਲਾਂ ਨੂੰ ਕਿ ਸਰਕਾਰ ਭਾਈ ਇਹਨਾਂ ਗੱਲਾਂ ਦੇ ਉੱਤੇ ਕਾਬੂ ਪਾਉਣਾ ਚਾਹੁੰਦੀ ਆ, ਪਰ ਇਹ ਸਾਰੇ ਥਾਈਂ ਲਾਗੂ ਹੋਣਾ ਚਾਹੀਦਾ ਨਾ। ਫਿਲਮਾਂ ਦੇ ਵਿੱਚ ਤਾਂ ਫਿਰ ਰੁਕ ਨਹੀਂ ਰਿਹਾ ਇਹ। ਫਿਲਮਾਂ ਨੂੰ ਤਾਂ ਸੈਂਸਰ ਬੋਰਡ ਪਾਸ ਕਰਦਾ, ਸੈਂਸਰ ਕਰਦਾ, ਫਿਰ ਉੱਥੇ ਵੀ ਪਾਬੰਦੀ ਲਾਈ ਜਾਵੇ। ਇਹ ਕੋਈ ਪੁਰਾਣੀ ਗੱਲ ਨਹੀਂ। ਹੁਣੇ 3-4 ਫਿਲਮਾਂ ਨਵੀਆਂ ਜਿਹੜੀਆਂ ਆਈਆਂ ਨੇ ਉਹਨਾਂ ਦੇ ਵਿੱਚ ਤੁਸੀਂ ਦੇਖੋ ਕਿੰਨਾ ਹਥਿਆਰ ਚਲਾਏ ਗਏ ਨੇ, ਕੀ ਕੁਝ ਦਿਖਾਇਆ ਜਾਂਦਾ ਉਹਨਾਂ ਦੇ ਵਿੱਚ, ਉੱਥੇ ਪਾਬੰਦੀ ਨਹੀਂ ਲੱਗਦੀ। ਪਰ ਜਦੋਂ ਕੋਈ ਇਨਸਾਨ ਜਿਹੜਾ ਬਹੁਤ ਥੋੜੇ ਨੇ, ਅਸਲ ਤਾਂ ਗਾਇਕ ਹਾਈ ਕਿੰਨੇ ਕੁ ਨੇ, ਬਹੁਤ ਥੋੜੇ ਬੰਦੇ ਨੇ ਗਿਣਤੀ ਦੇ ਜਿਹੜੇ ਉਂਗਲਾਂ ਦੇ ਗਿਣੇ ਜਾਣਗੇ, ਜਿਹੜੇ ਪੰਜਾਬ ਦੀ ਗੱਲ ਕਰਦੇ ਆ, ਸਾਡੇ ਹੱਕਾਂ ਦੀ ਗੱਲ ਕਰਦੇ ਆ, ਕੌਮ ਦੀ ਪੰਥ ਦੀ ਗੱਲ ਕਰਦੇ ਆ। ਉਹਨਾਂ ਨੂੰ ਇਹ ਐ ਨਿਸ਼ਾਨਾ ਬਣਾ ਲੈਂਦੇ ਆ। ਉਹ ਜਿਉਣਾ ਦੁੱਬਰ ਹੋਇਆ ਪਿਆ ਸ੍ਰੀ ਬਰਾੜ ਦਾ ਵਿਚਾਰਾ। ਉਹ ਮੇਰੇ ਨਾਲ ਅੱਜ ਗੱਲ ਵੀ ਹੋਈ ਉਹਦੀ ਫੋਨ ਤੇ। ਉਹ ਕਹਿੰਦਾ ਬਾਈ ਕੀ ਕਰਾਂ ਯਾਰ, ਮੈਂ ਤਾਂ ਕਹਿੰਦਾ ਸਾਲ ਦੇ ਵਿੱਚ ਜਦੋਂ ਵੀ ਕੋਈ ਮੇਰਾ ਗਾਣਾ ਆਉਂਦਾ ਨਾਲ ਦੀ ਨਾਲ ਇਹੋ ਜਿਹਾ ਕੰਮ ਖੜਾ ਹੋ ਜਾਂਦਾ। ਤਾਂ ਮੈਂ ਜਿਹੜੇ ਗਾਉਣ ਵਾਲੇ ਕਲਾਕਾਰ ਭਰਾ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਯਾਰ ਤੁਹਾਡੀ ਇਹ ਕਲਾਕਾਰਾਂ ਦੀ ਦੁਨੀਆ ਹੈਗੀ ਆ, ਤੁਸੀਂ ਤੁਹਾਡਾ ਫਰਜ਼ ਬਣਦਾ ਕਿ ਜੇ ਤੁਹਾਡੇ ਕੋਈ ਭਰਾ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਆ, ਕੋਈ ਨੌਬਤ ਆਉਂਦੀ ਆ, ਤਾਂ ਉਹਦੇ ਨਾਲ ਖੜੋ। ਅੱਜ ਸ੍ਰੀ ਬਰਾੜ ਨੂੰ ਇਹ ਨਿਸ਼ਾਨਾ ਬਣਾ ਰਹੇ ਆ, ਉਹਦੇ ਮੁਕੱਦਮੇ ਦਰਜ ਕਰਾ ਰਹੇ ਆ, ਕੱਲ ਨੂੰ ਤੁਹਾਡੀ ਵਾਰੀ ਆ ਜਾਣੀ ਹੈ। ਤਾਂ ਸਾਰੇ ਕਲਾਕਾਰਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਕਮੁੱਠ ਹੋ ਕੇ ਇਸ ਗੱਲ ਦਾ ਜਵਾਬ ਦਿਓ। ਤੇ ਲੋਕਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ, ਪੰਜਾਬ ਦਿਆਂ ਨੂੰ, ਕਿ ਜਦੋਂ ਕੋਈ ਇਹੋ ਜਿਹੀ ਗੱਲਬਾਤ ਸਾਡੇ ਸਾਹਮਣੇ ਆਉਂਦੀ ਆ ਤਾਂ ਉਹਦਾ ਵਿਰੋਧ ਕਰਿਆ ਕਰੋ। ਠੀਕ ਆ, ਅਸੀਂ ਸਹਿਮਤ ਹਾਂ ਇਸ ਗੱਲ ਦੇ ਨਾਲ ਕਿ ਸਰਕਾਰ ਇਹ ਸਾਰਾ ਕੁਝ ਬੰਦ ਕਰਨਾ ਚਾਹੁੰਦੀ ਆ। ਫਿਲਮਾਂ, ਪਠਾਨ ਫਿਲਮ ਪੰਜਾਬ 'ਚ ਵੀ ਲੱਗੀ ਹੋਣੀ ਆ, ਹੋਰ ਕਿੰਨੀਆਂ ਫਿਲਮਾਂ ਪੰਜਾਬ 'ਚ ਵੀ ਲੱਗਦੀਆਂ ਨੇ, ਪੂਰੇ ਭਾਰਤ 'ਚ ਉਹ ਫਿਲਮਾਂ ਚੱਲਦੀਆਂ ਨੇ। ਉਹਨਾਂ 'ਚ ਦੇਖੋ ਕੀ ਕੁਝ ਹੋ ਰਿਹਾ। ਸੋ ਜਾਣ ਬੁੱਝ ਕੇ ਉਹੀ ਬੰਦੇ ਨਿਸ਼ਾਨੇ ਤੇ ਲਏ ਜਾ ਰਹੇ ਨੇ, ਉਹੀ ਬੰਦੇ ਜਲੀਲ ਕੀਤੇ ਜਾ ਰਹੇ ਨੇ, ਉਹੀ ਬੰਦਿਆਂ ਨੂੰ ਇਹ ਡਰਾ ਕੇ ਘਰੇ ਬਿਠਾਉਣਾ ਚਾਹੁੰਦੇ ਨੇ ਜਿਹੜੇ ਕੋਈ ਸਾਡੇ ਮਾੜੇ ਮੋਟੇ ਹੱਕ ਦੀ ਗੱਲ ਕਰਦੇ ਆ, ਸਾਡੇ ਇਤਿਹਾਸ ਦੀ ਗੱਲ ਕਰਦੇ ਆ, ਸਾਡੀ ਆਉਣ ਵਾਲੀ ਸਾਡੀਆਂ ਪੀੜ੍ਹੀਆਂ ਨੂੰ, ਨਸਲਾਂ ਨੂੰ ਸਾਡੇ ਇਤਿਹਾਸ ਨਾਲ ਜੋੜਦੇ ਨੇ, ਉਹਨਾਂ ਦੇ ਵਿੱਚ ਕੋਈ ਚਿਣਗ ਭਰਦੇ ਨੇ। ਉਹਨਾਂ ਬੰਦਿਆਂ ਨੂੰ ਇਹ ਜਾਣ ਬੁੱਝ ਕੇ ਨਿਸ਼ਾਨਾ ਬਣਾ ਕੇ ਦੱਬਣ ਦੀ ਕੋਸ਼ਿਸ਼ ਕਰ ਰਹੇ ਆ। ਤਾਂ ਸਾਨੂੰ ਹਰ ਬੰਦੇ ਨੂੰ ਇਹ ਨਾਲ ਖੜਨਾ ਚਾਹੀਦਾ। ਨਹੀਂ, ਹਰ ਇੱਕ ਦੀ ਆਵਾਜ਼ ਇੱਥੇ ਦੱਬੀ ਜਾਣੀ ਹੈ, ਚਾਹੇ ਉਹ ਗਾਉਣ ਵਾਲਾ ਕਲਾਕਾਰ ਹੈ, ਚਾਹੇ ਕੋਈ ਲਿਖਣ ਵਾਲਾ ਹੈ, ਚਾਹੇ ਕੋਈ ਬੋਲਣ ਵਾਲਾ ਬੁਲਾਰਾ ਹੈ, ਕਿਸੇ ਪ੍ਰਕਾਰ ਦਾ ਬੰਦਾ ਹੈ, ਉਸ ਹਰ ਬੰਦੇ ਨੂੰ ਇਹ ਹੌਲੀ ਹੌਲੀ ਇਹ ਦੱਬ ਰਹੇ ਨੇ। ਕੱਲੇ ਨੂੰ ਦੱਬ ਰਹੇ ਨੇ, ਬਾਕੀ ਚੁੱਪ ਹੋ ਜਾਂਦੇ ਆ। ਵਾਰੀ ਸਭ ਦੀ ਆ ਜਾਣੀ ਹੈ, ਫਿਰ ਉਦੋਂ ਸਾਨੂੰ ਲੱਗਣਾ ਵੀ ਸਾਡੀ ਖਾਤਰ ਨਹੀਂ ਕੋਈ ਬੋਲ ਰਿਹਾ। ਸੋ ਜਿੰਨੇ ਦਾ ਕਲਾਕਾਰ ਨੇ, ਜਿੰਨੇ ਇਹਨਾਂ ਦੀ ਇੰਡਸਟਰੀ ਹੈ, ਤੁਹਾਡੀ ਗਾਉਣ ਵਾਲਿਆਂ ਦੀ, ਫਿਲਮ ਵਾਲਿਆਂ ਦੀ, ਤੁਹਾਡਾ ਫਰਜ਼ ਬਣਦਾ ਕਿ ਜਨ 4 ਚਪੇਰੋਂ ਬੰਦ ਕਰ ਦਿਓ। ਪਰ ਸਾਨੂੰ ਇਕੱਲੇ ਕਰੇ ਬੰਦੇ ਨੂੰ ਕਿਉਂ ਨਿਸ਼ਾਨਾ ਬਣਾਉਣੇ ਆ? ਸੋ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਉਸ ਇਨਸਾਨ ਨੇ ਬੇੜੀਆਂ ਗੀਤ ਗਾਇਆ, ਸੁਣ ਲਿਓ ਤੁਸੀਂ ਸਾਰੇ ਜਾਣੇ। ਸ੍ਰੀ ਬਰਾੜ ਨੇ ਪਹਿਲਾਂ ਹੀ ਬਹੁਤ ਸੋਹਣੇ ਉਹਨੇ ਗੀਤ ਲਿਖੇ ਵੀ ਨੇ ਤੇ ਗਾਏ ਵੀ ਨੇ। ਤੇ ਆਓ ਅੱਜ ਆਪਣਾ ਫਰਜ਼ ਬਣਦਾ ਯਾਰ, ਜੇ ਇਸ ਤਰ੍ਹਾਂ ਇਹ ਬੰਦੇ ਨੂੰ ਇਕੱਲੇ ਨੂੰ ਘੇਰ ਕੇ ਉਹਨੂੰ ਨਿਸ਼ਾਨਾ ਬਣਾ ਕੇ ਦਬਾਉਣ ਦੀ ਕੋਸ਼ਿਸ਼ ਕਰ ਰਿਹਾ, ਸਾਡਾ ਫਰਜ਼ ਬਣਦਾ ਕਿਸੇ ਵੀ ਤਰੀਕੇ ਨਾਲ ਅਸੀਂ ਉਸ ਇਨਸਾਨ ਦੇ ਨਾਲ ਖੜ ਗਏ ਜਿਹੜਾ ਸਾਡੇ ਹੱਕਾਂ ਦੀ ਆਵਾਜ਼ ਉਠਾਉਂਦਾ।
ਲੋਕਾਂ ਤੱਕ ਪਹੁੰਚਾਉਂਦਾ ਹੈ। ਇੱਕ ਸੱਜਣ ਲਿਖਦਾ, ਕਹਿੰਦਾ ਬਾਈ ਸਿੱਧੂ ਮਰ ਗਿਆ, ਕੋਈ ਬੋਲਿਆ ਨਹੀਂ, ਇਹਨਾਂ ਨੇ ਕਿੱਥੇ ਬੋਲਣਾ। ਇਹੀ ਤਾਂ ਮੈਂ ਗੱਲ ਪਿੱਟ ਰਿਹਾ ਕਿ ਇਹਨਾਂ ਨੂੰ ਲੱਗਦਾ ਕਿ ਯਾਰ ਸਿੱਧੂ ਮਰ ਗਿਆ, ਆਪਾਂ ਕੀ ਲੈਣਾ, ਆਪਾਂ ਆਪਣੀ ਜਾਨ ਬਚਾਈਏ। ਪਰ ਇਹ ਪਤਾ ਨਹੀਂ ਕੱਲ ਨੂੰ ਪੈਣੀ ਕੀਤੇ ਆ। ਤੁਹਾਡੇ 'ਚ ਬਹੁਤ ਵੱਡੀ ਤਾਕਤ ਹੈ। ਕਿੱਡੇ ਕਿੱਡੇ ਨਾਮੀ ਕਲਾਕਾਰ ਬੈਠੇ ਨੇ, ਕਿੰਨੇ ਪੁਰਾਣੇ ਕਲਾਕਾਰ ਬੈਠੇ ਨੇ ਜਿਨ੍ਹਾਂ ਨੇ ਬਹੁਤ ਸੱਭਿਆਚਾਰ ਦੇ ਵਿੱਚ ਆਪਣਾ ਯੋਗਦਾਨ ਪਾਇਆ, ਬਹੁਤ ਕੁਝ ਲਿਖਿਆ, ਗਾਇਆ, ਬਣਾਇਆ। ਉਹਨਾਂ ਦਾ ਹੀ ਫਰਜ਼ ਬਣਦਾ। ਸੋ ਇਸ ਕਰਕੇ ਸਾਡਾ ਫਰਜ਼ ਬਣਦਾ ਕਿ ਅਸੀਂ ਉਸ ਇਨਸਾਨ ਦੇ ਨਾਲ ਖੜ ਗਏ। ਅੱਜ ਉਹ ਇਨਸਾਨ ਵਿਪਤਾ 'ਚ ਆ। ਐਵੇਂ ਕੋਈ ਉੱਠ ਕੇ ਬੰਦਾ ਕੱਲ ਨੂੰ ਹਰਕੀ ਮੁਰੇ ਹੋ ਕੇ ਖੜ ਜਾਂਦਾ, ਅਸੀਂ ਐਂ ਕਰਾਵਾਂਗੇ ਜੀ, ਅਸੀਂ ਐਂ ਕਰਾਵਾਂਗੇ, ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਜੀ। ਸਾਡੇ ਕੀ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਬਾਈ? ਜੇ ਐਡੀ ਹਿੰਮਤ ਆ ਤਾਂ ਕਰਾਓ ਫਿਲਮਾਂ ਬੰਦ ਫਿਰ ਜਾ ਕੇ। ਬਿਲਕੁਲ ਅੱਜ ਸ੍ਰੀ ਬਰਾੜ ਬੋਲ ਰਿਹਾ ਕਿ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ। ਇਹ ਵੀ ਗੱਲ ਸਾਹਮਣੇ ਆਈ ਹੈ। ਉਹਨੇ ਅੱਜ ਬੋਲਿਆ ਵੀ ਹੈ ਕਿ ਮੈਨੂੰ ਇਹ ਫੋਨ ਕਰ ਕਰਕੇ ਡਰਾ ਧਮਕਾ ਵੀ ਰਹੇ ਨੇ। ਸੋ ਆਓ ਯਾਰ ਰਲ ਕੇ ਆਪਾਂ ਆਵਾਜ਼ ਉਠਾਈਏ, ਨਹੀਂ ਤਾਂ ਫਿਰ ਇਹਨਾਂ ਨੇ ਹੌਲੀ ਹੌਲੀ ਸਾਰੀਆਂ ਆਵਾਜ਼ਾਂ ਦੱਬ ਦੇਣੀਆਂ ਨੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਥੋੜਾ ਆਪਣਾ ਲਾਈਵ ਸ਼ੁਰੂ ਹੋ ਰਿਹਾ। ਆਈ ਥਿੰਕ ਮੈਂ ਫੇਸਬੁੱਕ ਤੇ ਵੀ ਲਾਈਵ ਹੈਗਾ ਤੇ ਇੰਸਟਾਗ੍ਰਾਮ ਤੇ ਵੀ ਹੈਗਾ। ਆਜੋ ਮੇਰਾ ਭਰਾ, ਮੇਰੇ ਭੈਣਾ ਭਰਾ, ਇੱਕ ਵਾਰ ਸਾਰੇ ਲਾਈਵ ਆਜੋ, ਜੁੜ ਜਾਓ, ਕਿਉਂਕਿ ਬੜੇ ਵੈਸੇ ਮੈਂ ਲਾਈਵ ਆਉਂਦਾ ਹੀ ਨਹੀਂਗਾ, ਹਨਾ। ਤੇ ਆਜੋ, ਬੜੀਆਂ ਜ਼ਰੂਰੀ ਗੱਲਾਂ ਕਰਨੀਆਂ ਸਾਰੇ ਭਰਾਵਾਂ ਨਾਲ। ਸਾਰੇ ਭੈਣ ਭਰਾ ਮੇਰੇ ਸਾਰੇ ਆ ਜਾਣ ਜੀ। ਰਿਕੁਐਸਟ ਹੈਗੀ, ਇਹਨੂੰ ਸ਼ੇਅਰ ਵੀ ਕਰ ਸਕਦੇ ਹੋ, ਸ਼ੇਅਰ ਵੀ ਜ਼ਰੂਰ ਕਰਿਓ। ਤੇ ਇੱਕ ਵਾਰ ਜੁੜ ਜਾਓ ਸਾਰੇ ਆਪਣਾ, ਹਨਾ ਵੀਰ ਭਰਾ। ਤੇ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਕੌਮੀ ਇਨਸਾਫ ਮੋਰਚਾ, ਯੈਸ ਬਿਲਕੁਲ, ਜਿੰਦਾਬਾਦ ਜਿੰਦਾਬਾਦ, ਲਵ ਯੂ ਲਵ ਯੂ। ਤਾਂ ਸੋ ਸਾਰੇ ਭਰਾਵਾਂ ਨਾਲ, ਸਾਰੇ ਭੈਣਾਂ ਨਾਲ ਮੈਂ ਗੱਲ ਕਰਨੀ ਚਾਹੁੰਦਾ। ਤੇ ਹਰ ਗੱਲ, ਤੁਸੀਂ ਸਾਡੀ ਕਚਹਿਰੀ ਹੋ ਤਾਂ ਜਿੰਨੀ ਵੀ ਗੱਲ ਕਰਦਾ ਸਾਡੇ ਲਈ ਸਭ ਤੋਂ ਉੱਤੇ ਸਾਡਾ ਗੁਰੂ ਗ੍ਰੰਥ ਸਾਹਿਬ ਹੈਗੇ ਆ। ਤਾਂ ਮੈਂ ਉਹਨਾਂ ਦੀ ਕਸਮ ਦੇ ਕੇ ਗੱਲ ਕਰਦਾ, ਮੈਂ ਕੁਛ ਝੂਠ ਨਹੀਂ ਬੋਲਦਾ। ਹਰ ਚੀਜ਼ ਤੁਹਾਡੇ ਤੱਕ ਮੈਂ ਜਿਹੜੀ ਰੱਖਣ ਲੱਗਿਆ ਹੈਗਾ, ਉਹਨੂੰ ਤੁਸੀਂ ਐਕਚੁਅਲ 'ਚ ਸਮਝੋ, ਕਹਾਣੀ ਨੂੰ ਸਾਰੀ ਨੂੰ। ਬਈ ਪਰਚਾ ਹੋ ਗਿਆ, ਫਿਰ ਉਸ ਦੀ ਗੱਲਾਂ, ਉਹ ਪਰਚਿਆਂ ਦੀ ਗੱਲਾਂ ਕਰਨ ਲੱਗਿਆ ਵੀਰੇ। ਪਰਚੇ, ਪਤਾ ਹੀ ਨਹੀਂ ਕੀ ਕੁਛ ਹੋਈ ਜਾਂਦਾ ਜ਼ਿੰਦਗੀ 'ਚ, ਪਤਾ ਹੀ ਨਹੀਂ ਕੀ ਚੱਲੀ ਜਾਂਦਾ। ਹਰ ਮੇਰਾ ਵੀਰ ਭਰਾ, ਹਨਾ, ਧਿਆਨ ਨਾਲ ਗੱਲ ਸੁਣਿਓ। ਅੱਜ ਤੱਕ ਮੇਰੇ ਤੇ ਕੀ ਬੀਤਦੀ ਹੈ ਜ਼ਿੰਦਗੀ 'ਚ ਕੀ ਬੀਤਦੀ ਹੈਗੀ ਹੈ, ਮੈਂ ਕਿਹੜੇ ਹਾਲਾਤਾਂ 'ਚੋਂ ਲੰਘਦਾ, ਮੈਂ ਉਹ ਗੱਲਾਂ ਹਜੇ ਵੀ ਨਹੀਂ ਰੱਖਦਾ ਪੰਜਾਬ ਦੇ ਲੋਕਾਂ ਅੱਗੇ। ਸਹੁੰ ਵਾਲੀ ਗੱਲ ਹੈਗੀ ਆ। ਮੈਂ ਸਾਡੇ ਗੁਰੂਆਂ ਦੀ ਸਹੁੰ ਦੇ ਕੇ ਕਹਿਣਾ ਕਿ ਜੇ ਮੈਂ ਉਹ ਗੱਲਾਂ, ਮੈਂ ਕਿਹੜੇ ਹਾਲਾਤਾਂ 'ਚੋਂ ਗੁਜ਼ਰ ਰਿਹਾ ਤੇ ਕਿਹੜੇ ਹਾਲਾਤਾਂ 'ਚੋਂ ਮੈਂ ਲੰਘਿਆ, ਜੇ ਮੈਂ ਉਹ ਗੱਲਾਂ ਇੱਥੇ ਰੱਖਾਂ ਤਾਂ ਮੈਨੂੰ ਪਤਾ ਕਿ ਸਾਡੇ ਨੌਜਵਾਨ ਮੁੰਡੇ ਕੁੜੀਆਂ ਹੈਗੇ ਆ ਜਿਹੜੇ ਉਹ ਸਾਰੇ ਵਾਪਸ ਮੁੜਨਗੇ। ਦੱਸ ਨਹੀਂ ਸਕਦਾ ਮੈਂ ਵੀਰੇ ਕਿਹੜੀਆਂ ਜ਼ਿੰਦਗੀ 'ਚ ਚੀਜ਼ਾਂ ਸਹਿ ਰਿਹਾ, ਨਹੀਂ ਦੱਸ ਸਕਦਾ। ਸਹੁੰ ਗੁਰੂ ਦੀ, ਮੈਂ ਅੱਜ ਤੱਕ ਜਿੰਨਾ ਕੁਛ ਮੈਂ ਆਪਦੇ ਕੀ ਦੱਸਾਂ ਕਿਸੇ ਨੂੰ, ਕੀ ਸਹਿਆ ਮੈਂ, ਹਜੇ ਵੀ ਕਮੀ ਨਹੀਂ। ਚਲੋ ਜੀ, ਕਿਸਾਨ ਅੰਦੋਲਨ ਦੇ ਵਿੱਚ ਬਾਬਾ ਮਿਹਰ ਕਰੇ, ਬੜਾ ਕੁਛ ਦੇਖਿਆ ਤੁਹਾਡੇ ਭਰਾ ਨੇ, ਬੜਾ ਕੁਛ ਦੇਖਿਆ। ਕਿਹੜੇ ਗੁੰਡਿਆਂ ਦੇ ਫੋਨ ਨਹੀਂ ਸਹੇ ਤੁਹਾਡੇ ਵੀਰ ਨੇ।
ਕਿਹੜੇ ਪੋਲੀਟੀਸ਼ੀਅਨਾਂ ਤੋਂ ਧਮਕੀਆਂ ਨਹੀਂ ਲਈਆਂ ਮੈਂ, ਠੀਕ ਹੈ। ਕਿਵੇਂ ਅੱਜ ਤੱਕ ਝੇਲਦਾ ਆ ਰਹੇ ਚੀਜ਼ਾਂ ਨੂੰ, ਹਨਾ, ਕਿਤੇ ਨਹੀਂ ਰੋਇਆ ਤੁਹਾਡੇ ਸਾਹਮਣੇ ਆ ਕੇ, ਕੀ ਰੋਵਾਂ? ਤੁਸੀਂ ਤਾਂ ਖੁਦ ਮੇਰੇ ਵਾਂਗੂ ਫਸੇ ਬੈਠੇ ਹੋ ਸਾਰੇ, ਹਨਾ, ਤੁਸੀਂ ਖੁਦ ਸਾਰੀਆਂ ਚੀਜ਼ਾਂ 'ਚ, ਉਸੇ ਪੰਜਾਬ 'ਚ ਤੁਸੀਂ ਰੋ ਰਹੇ ਹੋ, ਉਸੇ 'ਚ ਮੈਂ ਰੋ ਰਿਹਾ, ਕੀ ਰੋਵਾਂ ਮੈਂ ਕਿਸੇ ਦੇ ਸਾਹਮਣੇ ਆ ਕੇ? ਅੱਜ ਤੱਕ ਕਿੰਨੀਆਂ ਚੀਜ਼ਾਂ ਹੈਗੀਆਂ, ਹਰ ਸਾਲ ਘੱਟ ਤੋਂ ਘੱਟ ਮੈਨੂੰ ਲੱਗਦਾ 40-50 ਚੀਜ਼ਾਂ, ਕਿਸੇ ਚੀਜ਼ਾਂ ਹੱਥ ਜੋੜ ਕੇ ਖੜਾ ਛਡਾਉਣਾ ਕਿ ਹਨਾ ਇੱਥੋਂ ਨਿਕਲ ਜਾ, ਕਿਸੇ ਪਾਸੇ ਜੇ ਪੈਸਿਆਂ ਦਾ ਹੁੰਦਾ ਪੈਸੇ ਦੇ ਕੇ ਪਿੱਛੇ ਹੋ ਜਾਣਾ, ਕਿਸੇ ਪਾਸੇ ਜੇ ਮੇਰੇ ਕੋਈ ਹੁੰਦਾ ਹੈਗਾ ਕਿ ਕੋਈ ਪੋਲੀਟੀਸ਼ੀਅਨ ਪਿੱਛੇ ਪੈਂਦੇ ਹੈਗੇ, ਜਦੋਂ ਉਹ ਉਹਨਾਂ ਚੀਜ਼ਾਂ 'ਚੋਂ ਕਿਤੇ ਹੱਥ ਜੋੜ ਕੇ, ਜਾਂ ਕੋਈ ਪੋਲੀਟੀਸ਼ੀਅਨ ਵੀਰ ਭਰਾ ਹੁੰਦਾ ਉਹਨਾਂ ਨੂੰ ਹੱਥ ਜੋੜ ਦੇਣਾ ਵੀ ਮੇਰੇ ਨਾਲ ਧੱਕਾ ਨਾ ਕਰੋ, ਮੈਂ ਹਟ ਨਹੀਂ ਸਕਦਾ ਬੋਲਣੋਂ, ਮੇਰੀ ਮਜਬੂਰੀ ਹੈ। ਪੰਜਾਬ ਦੇ ਹੱਕ 'ਚ ਬੋਲਣ ਦੀ ਸਜ਼ਾ ਮੇਰੀ ਐਡੀ ਹੈ, ਪੰਜਾਬ ਦੇ ਹੱਕ 'ਚ ਬੋਲਣ ਦੀ ਸਜ਼ਾ ਮੇਰੀ ਇਹ ਹੈਗੀ ਹੈ, ਹਰ ਸਾਲ 'ਚ 12 ਮਹੀਨੇ ਹੁੰਦੇ ਆ ਤੇ ਤੁਹਾਡਾ ਭਰਾ 8 ਵਾਰੀ ਛੱਤ ਨੂੰ ਰੱਸੇ ਪਾਉਂਦਾ ਹੈ। ਐਸੀ ਸਿਚੁਏਸ਼ਨ ਤੇ ਲਿਆ ਕੇ ਸੁੱਟਦੇ ਆ ਮੈਨੂੰ ਕਿ ਮੇਰੀ ਜ਼ਿੰਦਗੀ, ਮਤਲਬ ਸੁਸ਼ਾਂਤ ਸਿੰਘ ਜਿਵੇਂ ਮਜਬੂਰ ਸੀਗਾ, ਕਹਿੰਦੇ ਕਿ ਉਹਨੇ ਆਪ ਹੀ ਸੁਸਾਈਡ ਕਰ ਲਿਆ ਜਾਂ ਇਹਨਾਂ ਨੇ ਮਾਰ ਕੇ ਟੰਗਤਾ ਉਹਨੂੰ, ਉਹ ਹਾਲਾਤਾਂ ਤੇ ਆ ਜਾਂਦਾ ਮੈਂ। ਫਿਰ ਮੈਂ ਸੋਚਦਾ ਕਿ ਯਾਰ ਚੱਲ ਛੱਡ ਭਰਾ, ਐਂ ਸੋਚ ਲਾ ਕਿ ਤੂੰ ਅੱਜ ਮਰ ਗਿਆ ਤੇ ਫਿਰ ਖੜੇ ਹੁੰਨੇ ਆ, ਐਂ ਸੋਚ ਲਾ ਤੂੰ ਮਰ ਗਿਆ ਤੇ ਪੰਜਾਬ ਦੇ ਲੇਖੇ ਲੱਗ ਜਾ। ਇੱਥੇ ਲਾਈਵ 'ਚ ਦਿੰਨਾ ਮੈਂ, ਲਾਈਵ 'ਚ ਇਹ ਗੱਲ ਕਹਿਣਾ, ਗੁਰੂ ਗ੍ਰੰਥ ਸਾਹਿਬ ਦੀ ਸਹੁੰ ਪਾ ਕੇ ਗੱਲ ਕਹਿਣਾ। 6 ਮਹੀਨੇ ਪਹਿਲਾਂ ਦੀ ਗੱਲ ਹੈ, ਜਾਂ ਆਈ ਥਿੰਕ 8-9 ਮਹੀਨੇ ਹੋ ਗਿਆ, ਸੌਰੀ 7 ਮਹੀਨੇ, ਮੈਨੂੰ 6-7 ਮਹੀਨੇ ਇੱਥੇ ਆ ਗਏ ਹੋ ਗਏ, 2 ਸਾਲ ਨਹੀਂ, ਸਾਲ ਪੁਰਾਣੀ ਗੱਲ ਹੈ ਇਹ। ਬੀਜੇਪੀ ਦਾ ਬੜਾ ਮੰਨਿਆ ਪਰਮੰਨਿਆ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਫਿਰ ਇਹ ਪਰਚੇ ਪਾਉਣਗੇ ਮੇਰੇ ਤੇ, ਕੁਝ ਕਰਨਗੇ, ਬਟ ਗੁਰੂ ਦੀ ਸਹੁੰ ਦੇ ਕੇ ਕਹਿਣਾ ਕਿ ਬੀਜੇਪੀ ਦੇ ਬੰਦੇ ਨੇ, ਭਰਾ ਨੇ, ਉਸੇ ਮੀਟਿੰਗ 'ਚ ਬੈਠਾ ਸੀਗਾ ਤੇ ਆ ਕੇ ਕਹਿੰਦਾ ਕਿ ਸ਼੍ਰੀ ਤੇਰੇ ਤੇ ਪਰਚਾ, ਵੀਰੇ ਮੈਨੂੰ ਫੋਨ ਕਰਿਆ, ਉਹ ਚੰਗਾ ਭਲਾ ਬੰਦਾ, ਉਹਦੇ ਹੋਸ਼ ਉੱਡ ਗਏ ਤੇ ਮੈਨੂੰ ਫੋਨ ਕਰਕੇ ਕਹਿੰਦਾ ਵੀਰੇ ਮੈਂ ਮਿਲਣਾ ਹੈ, ਕਿੱਥੇ ਆ ਤੂੰ, ਛੋਟਾ ਭਰਾ ਹੈ। ਮੈਂ ਕਿਹਾ ਜੀ ਮੈਂ ਮੋਹਾਲੀ, ਮੈਂ 91 ਹੁੰਦਾ ਸੀ, ਮੈਂ ਸਵੇਰੇ ਮੈਂ ਗੱਲ ਹੋਈ, ਮੈਂ ਮਿਲਿਆ, ਮੈਨੂੰ ਵੀਰ ਕਹਿੰਦਾ ਕਿ ਰਾਤ ਮੀਟਿੰਗ 'ਚ ਬੈਠੇ ਆ ਬੀਜੇਪੀ ਦੇ, ਤੇ ਸ਼੍ਰੀ ਉੱਥੇ ਗੱਲ ਕੀ ਹੋਈ, ਤੇਰਾ ਜ਼ਿਕਰ ਚੱਲਿਆ ਤੇ ਉਹਨਾਂ ਨੇ ਕੀ ਗੱਲ ਕਹੀ, ਬਹੁਤ ਵੱਡਾ ਪੋਲੀਟੀਸ਼ੀਅਨ ਸੀਗਾ, ਉਹਨੇ ਗਾਲ ਕੱਢ ਕੇ ਮੇਰੇ ਬਾਰੇ ਕਿਹਾ, ਇੱਕ ਸਟੇਟ ਨੂੰ ਰੀਪ੍ਰਜੈਂਟ ਕਰਦਾ ਉਹ ਬੰਦਾ ਜਿਹਦੀ ਮੈਂ ਗੱਲ ਕਰ ਰਿਹਾ, ਤੁਹਾਨੂੰ ਪਾਵਰ ਦੱਸ ਦਿਆਂ ਉਹ ਬੰਦੇ ਦੀ ਕੀ ਉਹਦਾ ਹੈਗਾ। ਕਹਿੰਦਾ ਕਿ ਸ਼੍ਰੀ ਪੰਜਾਬ ਦੇ ਲੋਕਾਂ ਨੂੰ ਭੜਕਾ ਰਿਹਾ ਤੇ ਇਹਨੂੰ ਅੱਤਵਾਦੀ ਦਾ ਕਰਾਰ ਦੇ ਕੇ, ਜਿੱਦੇ ਸਾਡੇ ਧੱਕੇ ਚੜ ਗਿਆ, ਅੱਤਵਾਦੀ ਦਾ ਕਰਾਰ ਦੇ ਕੇ ਇਹਨੂੰ ਸਾਰੀ ਉਮਰ ਜੇਲ੍ਹਾਂ 'ਚ ਨਾ ਕਟਾਈ। ਤੇ ਅਸੀਂ ਕੀ ਸਮਝਦੇ ਨਹੀਂ ਇਹ ਚੀਜ਼ਾਂ ਨੂੰ? ਸਮਝਦਾ ਨਹੀਂ ਮੈਂ ਇਹ ਚੀਜ਼ਾਂ ਨੂੰ ਕਿ ਅੱਤਵਾਦੀ ਕਰਾਰ ਦੇ ਦੇਣਾ ਕਿਸੇ ਨੂੰ ਕੀ ਚੀਜ਼ ਹੈ। ਅੱਜ ਇਹ 4 ਬੰਦੇ ਰਲ ਕੇ ਸਾਨੂੰ ਅੱਤਵਾਦੀ ਕਰਾਰ ਦੇ ਦੇਣ ਤਾਂ ਵੀਰੇ ਅਸੀਂ ਕੀ ਕਰਾਂਗੇ? ਹੁਣ ਗੱਲ ਆਉਂਦੀ ਹੈ ਸਾਡੇ ਚੰਡੀਗੜ੍ਹ ਮੋਰਚਾ ਚੱਲ ਰਿਹਾ ਜੀ, ਸਾਰੇ ਭਰਾਵਾਂ ਨੂੰ ਪਤਾ ਹੀ ਹੋਣਾ, ਸਾਰੇ ਭਰਾਵਾਂ ਨੂੰ ਪਤਾ। ਚੰਡੀਗੜ੍ਹ ਮੋਰਚਾ ਚੱਲ ਰਿਹਾ ਹੈਗਾ ਤੇ ਮੈਂ ਗਾਣਾ ਮੇਰੇ ਕੋਲੇ ਪੈਸੇ ਪੂਸੇ ਸਾਰਾ ਕੁਝ, ਮੈਂ ਤਾਂ ਲੋਕਾਂ ਸਾਹਮਣੇ ਸਿੱਧਾ ਐਂ ਚੱਲਦਾ। ਪੈਸੇ ਪੂਸੇ ਜਦੋਂ ਇੰਨੇ ਹੈ ਨਹੀਂ ਸੀਗੇ, 7 ਰਾਣੀਆਂ ਐਲਬਮ ਕੀਤੀ, 14 ਦਿਨ ਹੋ ਗਏ ਉਹਨੂੰ ਕੀਤੀ ਨੂੰ। ਥੋੜਾ ਐ ਹੌਸਲਾ ਹੋਇਆ, ਚੱਲ 4 ਪੈਸੇ ਹੋਣਗੇ। ਬੇੜੀਆਂ ਗਾਣਾ ਰੁਪਿੰਦਰ, ਮੈਂ ਆਸਟ੍ਰੇਲੀਆ, ਰੁਪਿੰਦਰ ਇੱਥੇ ਆਈ ਸੀ, ਰੁਪਿੰਦਰ ਨੂੰ ਇੱਕ ਫੋਨ ਕੀਤਾ, ਮੈਂ ਕਿਹਾ ਰੁਪਿੰਦਰ ਆਪਾਂ ਹਰ ਹਾਲ ਗਾਣਾ ਕਰਨਾ ਹੈ। ਧੰਨ ਜੇਰਾ ਉਹ ਕੁੜੀ ਦਾ ਜਿਹੜੀ ਉਹ ਦਰਿੰਦਿਆਂ 'ਚ ਬੈਠ ਕੇ ਇੱਥੋਂ ਗਾਣਾ ਕੱਢ ਕੇ ਗਈ ਹੈ, ਫਿਰ ਇੰਡੀਆ ਆ ਕੇ ਉਹਨੇ ਮੱਥਾ ਲਾਉਣਾ, ਉਹਨੂੰ ਵੀ 4 ਚੀਜ਼ਾਂ ਨੂੰ ਚੱਲਣੀਆਂ ਪੈਣਗੀਆਂ। ਮੈਨੂੰ ਕਿਸਾਨੀ ਮੋਰਚੇ ਤੋਂ ਜੁੜੇ ਭਰਾਵਾਂ ਦੇ ਫੋਨ ਆਏ, ਜਿਵੇਂ ਕਿਸਾਨ ਐਂਥਮ ਕਰਿਆ ਸੀ ਨਾ, ਉਹ ਜਿਹਾ ਗਾਣਾ ਅੱਜ ਗਾਣਾ ਕਰੀਏ, ਉਹ ਜਿਹਾ ਗਾਣਾ ਕਰੀਏ। ਮੈਂ ਵੀਰ ਨੂੰ ਕਿਹਾ, ਮੈਂ ਕਿਹਾ ਵੀਰ ਵੀ ਐਕਚੁਅਲ 'ਚ ਮੈਂ ਇੱਕ ਕੋਸ਼ਿਸ਼ ਕਰਦਾ, ਸਾਰੇ ਕਲਾਕਾਰ ਫਿਰ ਤੋਂ ਇਕੱਠੇ ਕਰਾਂਗੇ ਚੀਜ਼। ਮੈਂ ਫੋਨ ਲਾਉਣੇ ਸ਼ੁਰੂ ਕਰਦੇ ਚਾਰੇ ਪਾਸੇ, ਤੇ ਕਾਲ ਦੇ ਵਿੱਚ ਅਸੀਂ
ਵੀਰ ਮੇਰਾ ਦੱਸ ਰਿਹਾ ਕਿ ਇੱਕੋ ਹੱਲ ਹੈ ਬਾਹਰਲੇ ਮੁਲਕ 'ਚ ਬਹਿ ਜਾਓ, ਮੈਂ ਉਹ ਗੱਲ ਤੇ ਵੀ ਆਉਣਾ ਵੀਰੇ। ਤੇ ਮੈਂ ਕਿਹਾ ਜੀ ਸਾਰਿਆਂ ਨੂੰ ਫੋਨ ਲਾਉਣੇ ਸ਼ੁਰੂ ਕਰਤੇ ਕਿ ਵੀਰ ਫਿਰ ਤੋਂ ਆਉਣਾ ਆਪਾਂ, ਤੇ ਆਪਾਂ ਮੁੱਦੇ ਚੱਕੀਏ, ਤੇ ਆਪਾਂ ਇਸ ਆਪਣੇ ਇਸ ਲਈ ਆਵਾਜ਼ ਚੱਕੀਏ, ਇਸ ਧਰਨੇ ਨੂੰ ਵੀ ਆਪਾਂ ਮਜ਼ਬੂਤ ਕਰੀਏ। ਤੇ ਨਾਲ ਦੀ ਨਾਲ ਮੇਰਾ ਬੇੜੀਆਂ ਗਾਣਾ ਆ ਗਿਆ ਤੇ ਮੇਰਾ ਜੀਣਾ ਹਰਾਮ ਕਰਤਾ। ਕੁਝ ਕਾਂਗਰਸ ਦੇ ਲੀਡਰ ਸੀਗੇ, ਤੈਨੂੰ ਨੰਗਾ ਕਰ ਦਿਆਂਗੇ ਅਸੀਂ, ਤੈਨੂੰ ਆਹ ਕਰ ਦਿਆਂਗੇ, ਗਾਲਾਂ ਕੱਢਦੇ ਹੈਗੇ ਆ, ਨੰਬਰ ਦੇ ਦਿੰਦੇ ਆ ਕੁੱਤੇ ਬਿੱਲਿਆਂ ਨੂੰ। ਇਹ ਹੈ ਨੰਬਰ ਦੇ ਦੇ ਕੇ ਮੈਨੂੰ ਗਾਲਾਂ ਕਢਾਉਂਦੇ ਆ, ਕਿਤੇ ਚੰਗੀਆਂ ਮਾੜੀਆਂ ਥਾਵਾਂ ਤੋਂ ਫੋਨ ਕਰਾਉਂਦੇ ਆ। 84 ਤੁਸੀਂ ਮੈਨੂੰ ਕੀ ਰੋਕ ਲਓਗੇ? ਤੁਸੀਂ ਵੀ ਹੁਣ ਦੇਖੋਗੇ। ਤੇ ਤੁਹਾਡਾ ਜੇ ਮੈਂ ਨਾਮ ਲੈ ਦਿਆਂ ਸਾਰਿਆਂ ਦਾ, ਇਕੱਲੇ ਇਕੱਲੇ ਦਾ ਨਾਮ ਲੈ ਦਿਆਂ, ਠੀਕ ਹੈ, ਤੇ ਤੁਹਾਡਾ ਬਣੂਗਾ ਕੀ ਕਿਹੜੀ ਹੱਦ ਤਾਈਂ ਤੁਸੀਂ ਜਾਂਦੇ ਹੋ? ਜਿਹੜਾ ਵੀਰ ਦੱਸ ਰਿਹਾ ਕਿ ਬਾਹਰਲੇ ਮੁਲਕ, ਵੀਰੇ ਮੈਂ ਆਸਟ੍ਰੇਲੀਆ ਹੈਗਾ ਆਹੀ ਚੀਜ਼ਾਂ ਤੋਂ, ਕਿਉਂਕਿ ਮੈਨੂੰ ਹਰ ਮਹੀਨੇ ਥਾਣਿਆਂ ਕਚਹਿਰੀਆਂ 'ਚ ਥ੍ਰੈਟ ਸੀਗੇ ਮਾਰਨ ਦੇ ਵੀਰੇ। ਨਾ ਕੋਈ ਵੈਰ ਨਾ ਵਿਰੋਧ ਕਿਸੇ ਨਾਲ। ਇੰਸਟਾ ਤੇ ਸ਼ਰੇਆਮ ਥੱਲੇ ਕਮੈਂਟਾਂ 'ਚ ਆ ਰਿਹਾ ਸੀਗਾ। ਤੇ ਮੈਂ ਹੁਣ ਤੁਹਾਨੂੰ ਦੱਸਦਾ ਹਾਲਾਤ ਕੀ ਹੈ। ਸਾਡੇ ਪੰਜਾਬ ਦੇ ਇਕੱਲੇ ਇਕੱਲੇ ਪੋਲੀਟੀਸ਼ੀਅਨ ਵੀ ਇਹ ਗੱਲ ਸੁਣ ਲੈਣ, ਲੋਕ ਵੀ ਸੁਣ ਲੈਣ। ਸਾਡੇ ਪੰਜਾਬ ਦੇ ਹਾਲਾਤ ਸਾਡੇ ਲੋਕਾਂ ਨੇ ਕਸ਼ਮੀਰ ਤੋਂ ਬਿਹਤਰ ਕਰ ਦਿੱਤੇ ਆ। ਕੀ ਕਰੀਏ, ਕਿੱਥੇ ਜਾ ਕੇ ਮਰ ਜਾਈਏ? ਜੇ ਬੋਲਦੇ ਆ ਸਾਰੇ ਪਿੱਛੇ ਕੁੱਤਿਆਂ ਮੂੰਹ ਪੈ ਜਾਂਦੇ ਆ। ਸ਼ੋਆਂ ਤੋਂ ਕਮਾਈ ਆਉਂਦੀ ਹੈ। ਬਾਹਰ ਦੇ ਸ਼ੋਅ ਸਾਰੇ ਕੈਂਸਲ ਕਰਤੇ ਵੀਰੇ, ਮੈਂ ਨਹੀਂ ਲਾ ਰਿਹਾ ਸ਼ੋਅ। ਸੋਚਦਾ ਜਦੋਂ ਪੂਰਾ ਸਾਰਾ ਕੁਝ ਠੀਕ ਹੋ ਜੂ, ਸਿਕਿਉਰਿਟੀ ਹੋਊਗੀ, ਉਦੋਂ ਕਿਤੇ ਸ਼ੋਅ ਲਾ ਲੂੰਗਾ। ਡਰਦਾ ਨਿਕਲਦਾ ਨਹੀਂ ਵੀਰੇ, ਕਿਉਂਕਿ ਮੈਨੂੰ ਪਤਾ ਇਹਨਾਂ ਨੇ ਮੈਨੂੰ ਮਰਵਾ ਦੇਣਾ। ਮੁੱਦਾ ਬਣਾ ਲੈਂਦੇ ਆ ਫਲਾਨਾ। ਮੈਨੂੰ ਜਿਹੜਾ ਆਹ ਬੇੜੀਆਂ ਗਾਣੇ ਤੋਂ ਬਾਅਦ ਜਿਹੜੇ ਕਹਿੰਦੇ ਸੀ ਕਿ ਤੈਨੂੰ ਨੰਗਾ ਕਰ ਦਿਆਂਗੇ, ਫਲਾਨਾ ਕਰ ਦਿਆਂਗੇ, ਜਿਹੜੇ ਆ ਗੱਲਾਂ ਕਰ ਰਹੇ ਸੀ ਤੁਸੀਂ, ਤੁਹਾਡੀਆਂ ਹਜ਼ਾਰ ਕਲਮਾਂ ਤੁਸੀਂ ਸਰਕਾਰੀ ਕਲਮਾਂ ਤੁਹਾਡੀਆਂ ਚਲਾ ਲਓ ਮੇਰੇ ਖਿਲਾਫ। ਤੁਸੀਂ ਜਿੱਥੋਂ ਵਾਹ ਲੱਗਦਾ ਮੈਨੂੰ ਨੰਗਾ ਛੱਡੋ, ਜੋ ਕਰਨਾ ਹੈ। ਤੁਹਾਨੂੰ ਮੈਂ ਇਹ ਵੀ ਦੱਸ ਦਿਆਂ, ਤੁਹਾਡੇ ਕੋਲ ਇੱਕੋ ਹੱਲ ਹੈ। ਤੁਹਾਡੇ ਕੋਲ ਇੱਕੋ ਹੱਲ ਹੈਗਾ, ਉਹ ਹੈ ਤੁਸੀਂ ਕਿਸੇ ਤੋਂ ਮਰਵਾਉਣਾ ਹੈ ਮੈਨੂੰ। ਜਿੱਦਾਂ ਗੋਲੀ ਮਰਾ ਦਿਓਗੇ ਉਦੋਂ ਟਿਕ ਜੂੰਗਾ। ਉਹਨਾਂ ਚਿਰ ਤੁਹਾਡੀਆਂ ਹਜ਼ਾਰ ਕਲਮਾਂ ਤੇ ਮੇਰੀ ਆ ਇੱਕ ਕਲਮ ਹੈ। ਤੁਹਾਡੀ ਜੇ ਨੀਂਦ ਨਾ ਡਾਤੀ ਮੈਂ ਰਾਤਾਂ ਦੀ ਸਾਰਿਆਂ ਦੀ, ਦੱਲੇ ਹੋ ਤੁਸੀਂ ਦੱਲੇ, ਤੁਹਾਡੀ ਸਭ ਦੀ ਨੀਂਦ ਡਾ ਕੇ ਰੱਖੂੰਗਾ। ਹਜ਼ਾਰ ਕਲਮਾਂ ਚਲਾ ਲਓ, ਬਾਬਾ ਮਿਹਰ ਕਰੇ। ਤੁਸੀਂ ਮੈਨੂੰ ਕੀ ਜਲੀਲ ਕਰ ਦੋਗੇ? ਤੁਸੀਂ ਮੇਰਾ ਕੀ ਕਰ ਕੀ ਦੋਗੇ? ਫਿਰ ਆਉਣਾ ਮੈਂ ਕੱਲ ਦੇ ਮੇਰੇ ਖਿਲਾਫ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਹੈਗੀਆਂ। ਕੋਈ ਗਿਲਾ ਨਹੀਂ ਇਸ ਚੀਜ਼ ਦਾ। ਮੈਂ ਉਹ ਵਕੀਲ ਵੀਰ ਨੂੰ ਵੀ ਕਹਿਣਾ ਕਿ ਵੀਰ ਕੋਈ ਗੱਲ ਨਹੀਂ, ਪਰ ਹੈਰਾਨੀ ਹੈ ਕਿ ਜਦੋਂ ਮੈਂ ਚੰਗੇ ਗਾਣੇ ਕਰਨ, ਮੈਂ ਕਿੰਨਾ ਕੁਝ ਪੰਜਾਬ ਲਈ ਕਰਦਾ ਹੈਗਾ। ਮੈਂ ਪੰਜਾਬ ਲਈ ਨਹੀਂ, ਕਿਉਂਕਿ ਮੈਂ ਪੰਜਾਬ ਦਾ ਦਿੱਤਾ ਖਾਨਾ ਹੈ। ਕੋਈ ਸਾਨ ਨਹੀਂ ਕਰ ਰਿਹਾ ਮੈਂ ਕਿਸੇ ਤੇ। ਹੁਣ ਉਹ ਵੀਰ ਨੇ ਵਕੀਲ ਭਰਾ ਹੈਗਾ, ਚਲੋ ਹੈ ਵੀਰ ਸੁਲਝਿਆ ਸਿਆਣਾ। ਪੰਜਾਬ 'ਚ KGF ਪੁਸ਼ਪਾ ਚੱਲ ਪਈ। ਪੁਸ਼ਪਾ ਮੂਵੀ 'ਚ ਉਹਨਾਂ ਨੇ IPS ਨੂੰ ਨੰਗਾ ਕਰਕੇ ਕੁੱਟਿਆ ਐਂਡ 'ਚ। ਕੋਈ ਪਰਚਾ ਹੋਇਆ ਵੀਰੇ? ਕੋਈ ਆ YouTube ਤੇ ਗੰਦ ਪਿਆ ਖੜਾ ਹੈ, ਕੋਈ ਪਰਚਾ ਹੁੰਦਾ ਵੀਰੇ? ਨੈਟਫਲਿਕਸ ਤੇ ਕੀ ਚੱਲਦਾ? ਕੋਈ ਪਰਚਾ ਹੁੰਦਾ? ਮੈਂ ਕਹਿੰਦਾ ਵੀ ਸਾਰੇ ਪੰਜਾਬ ਦਾ ਹੈਗਾ, ਸਾਰੇ ਪੰਜਾਬ ਦਾ ਤੁਸੀਂ ਇੱਕੋ ਦਮ ਖਤਮ ਕਰ ਦੋ ਨਾ। ਸਾਰੇ ਪੰਜਾਬ ਦਾ ਇੱਕੋ ਦਮ ਖਤਮ ਕਰ ਦੋ। ਨੈਟਫਲਿਕਸ ਬੰਦ ਕਰਾ ਦਿਓ, YouTube ਤੋਂ ਬੰਦ ਕਰਾ ਦਿਓ, ਸਾਰੇ ਇੰਡੀਆ ਦਾ। ਜਾਂ ਫਿਰ ਪੰਜਾਬ ਨੂੰ ਇੱਕ ਵੱਖਰਾ ਹੀ ਕਾਨੂੰਨ ਬਣਾਈ ਬੈਠੇ ਹੋ ਤੁਸੀਂ ਪੰਜਾਬ ਲਈ। ਮੈਂ ਤਾਂ ਖੁਦ ਕਹਿ ਰਿਹਾ ਕਿ ਸਾਰੇ ਪੰਜਾਬ ਦਾ ਬੰਦ ਕਰ ਦਿਓ ਇਕੱਠਾ, ਪਰ ਕੋਈ ਵਾਇਲੈਂਸ ਹੋਰ ਨਹੀਂ,
ਆਹ ਪਠਾਨ ਮੂਵੀ 'ਚ ਤਾੜ ਗੋਲੀਆਂ ਚਲਾਈ ਜਾਂਦੇ ਆ ਯਾਰ, ਹੱਦ ਹੋ ਗਈ। ਡਿਸਕਲਾਈਮਰ ਵੀ ਦਿੱਤਾ ਮੈਂ ਤਾਂ ਗਾਣਿਆਂ 'ਚ, ਤੇ ਮੈਂ ਹੀ ਦੇਖਦਾ ਸਭ ਨੂੰ। ਤੇ ਮੈਨੂੰ ਇੱਕ ਚੀਜ਼ ਤੇ ਅੱਜ ਬੜਾ ਦੁੱਖ ਹੋਇਆ। ਚੱਲ ਸਾਰੇ ਕੀ ਪੰਜਾਬ ਨੂੰ, ਕਿ ਪੰਜਾਬ ਦੇ ਲੋਕਾਂ ਨੂੰ ਨਹੀਂ ਪਤਾ ਕਿ ਕੀ ਸਾਜ਼ਿਸ਼ਾਂ ਚੱਲਦੀਆਂ, ਕਿਵੇਂ ਕਿਸੇ ਬੰਦੇ ਨੂੰ ਫਸਾਉਂਦੇ ਆ, ਕਿਵੇਂ ਸਰਕਾਰ ਕੀ ਹੱਥਕੰਡੇ ਅਪਣਾਉਂਦੀ ਹੈ। ਪੰਜਾਬ ਦੇ ਲੋਕ, ਤੁਸੀਂ ਤਾਂ ਵੀਰੇ ਸਿਆਣੇ ਹੋ ਯਾਰ। ਇੱਕ ਵਕੀਲ ਵੀਰ ਆ ਕੇ ਉਹ ਪੁੱਛ ਰਿਹਾ ਹੈਗਾ, ਉਹ ਰਿਪੋਰਟਰ ਭਰਾ ਨੇ, ਦੈਨਿਕ ਸਵੇਰਾ ਦੇ ਰਿਪੋਰਟਰ ਨੇ ਪੁੱਛਿਆ, ਕਹਿੰਦੇ ਵੀ ਵੀਰੇ ਵੀ ਕਲਾਕਾਰ ਕਹਿੰਦੇ ਹੈਗੇ ਵੀ ਚਲੋ ਇਹ ਕਮਰਸ਼ੀਅਲ ਗਾਣੇ ਸਾਨੂੰ ਗਾਉਣੇ ਪੈਂਦੇ ਆ, ਕਿਸੇ ਰਿਪੋਰਟਰ ਨੇ ਕਿਹਾ। ਤੇ ਉਹ ਵੀਰ ਅੱਗੋਂ ਕਹਿੰਦਾ ਕਿ ਮੈਂ ਤਾਂ ਇਹਨਾਂ ਨੂੰ ਸਲਾਹ ਦਿੰਦਾ ਕਿ ਇਹ ਐਕਸ ਨਾਮ ਦੀਆਂ ਫਿਲਮਾਂ ਆਉਂਦੀਆਂ, ਬਲੂ ਫਿਲਮਾਂ, ਉਹ ਕਹਿੰਦਾ ਇਹਦੇ ਪਰਿਵਾਰ ਨੂੰ ਮੈਂ ਕਹਿੰਦਾ ਇਹਨਾਂ ਦੇ ਨੂੰ ਉਹ ਫਿਲਮਾਂ ਬਣਾ ਲੈਣ, ਤੇ ਇਹਨਾਂ ਦੀਆਂ ਮੈਂ ਢਿੱਡ ਦੇਖੂੰਗਾ, ਫਲਾਨਾ ਦੇਖੂੰਗਾ। ਵੀਰੇ ਕੀ ਬੋਲੀ ਜਾਂਦਾ ਭਰਾ? ਸਿਆਣਾ ਸੋਤਾ ਬੰਦਾ ਯਾਰ ਵੀਰੇ, ਤੂੰ ਵਕੀਲ ਐ ਭਰਾ, ਵਕੀਲ ਬੰਦਾ ਯਾਰ ਵੀਰੇ, ਹੱਦ ਹੋਈ ਪਈ ਐ। ਇੱਕ ਕੀ ਵਕੀਲ ਹੋ ਜਾਣਾ ਜਾਂ ਇੱਕ ਲੀਡਰ ਹੋ ਜਾਣਾ, ਜਾਂ ਤੁਸੀਂ ਸਰਕਾਰੀ ਮਹਿਕਮੇ 'ਚ ਹੋਏ ਹੋ, ਤੁਸੀਂ ਇੰਨੇ ਖੁੱਲ ਜਾਂਦੇ ਹੋ ਵੀਰੇ। ਮੈਂ ਵਕੀਲ ਭਰਾਵਾਂ ਨੂੰ ਵੀ ਇੱਕ ਸਲਾਹ ਦਿੰਦਾ, ਮੈਨੂੰ 2-4 ਅੱਜ ਭਾਈ ਸਾਹਿਬ ਰਾਜੋਆਣਾ ਜੀ ਜਿਹੜੇ ਜੇਲ੍ਹ 'ਚ ਹੈਗੇ, ਉਹਨਾਂ ਦੀ ਆਈ ਥਿੰਕ ਸਿਸਟਰ ਦਾ ਫੋਨ ਆਇਆ ਸੀ ਮੈਨੂੰ, ਭੈਣ ਦਾ ਫੋਨ ਆਇਆ ਸੀਗਾ। ਅੱਜ ਤੋਂ ਬੇੜੀਆਂ ਗਾਣੇ ਤੋਂ ਆਈ ਥਿੰਕ ਦੂਜੇ ਤੀਜੇ ਦਿਨ ਉਸ ਭੈਣ ਦਾ ਦਰਦ ਸੁਣ ਕੇ ਕਾਲਜੇ ਪਾਟਦੇ ਆ। 26 ਸਾਲਾਂ ਤੋਂ ਉਹਨਾਂ ਦਾ ਪਰਿਵਾਰ ਹੈਗਾ ਜਿਹੜਾ ਜੇਲ੍ਹਾਂ 'ਚ ਬੈਠਾ ਹੈਗਾ। ਸਾਡਾ ਵਕੀਲ ਭਰਾ ਹੈਗੇ ਆ, ਘੱਟ ਤੋਂ ਘੱਟ ਉਹਨਾਂ ਲਈ ਕੇਸ ਲੜਦੀ ਹੈ ਵੀਰੇ। ਸਾਨੂੰ ਤਾਂ ਤੁਸੀਂ ਕੰਜਰ ਕਹਿੰਦੇ ਹੋ, ਉਸ ਤਾਂ ਹੈ ਹੀ ਕੰਜਰ। ਚਲੋ ਤੁਸੀਂ ਸਾਨੂੰ ਸਾਡੇ ਵਰਗਿਆਂ ਪਿੱਛੇ ਤੁਸੀਂ ਕਲਮਾ ਕਹਿੰਦੇ ਹੋ ਵੀ ਅਸੀਂ ਕਲਮਾਂ ਦਾ ਜ਼ੋਰ ਦਿਖਾਵਾਂਗੇ ਫਲਾਨਾ। ਮੈਂ ਕਹਿੰਦਾ ਬੰਦੀ ਸਿੰਘਾਂ ਲਈ ਕੇਸ ਲੜ ਲਈਏ। 26 ਸਾਲਾਂ ਤੋਂ ਜੇਲ੍ਹ 'ਚ ਆ ਵੀਰੇ। ਚਲੋ ਜੋ ਵੀ ਆ, ਬਹੁਤ ਔਖਾ ਭਰਾ ਜ਼ਿੰਦਗੀ 'ਚ। ਬੜੇ ਕਲਾਕਾਰਾਂ ਨੇ ਮੈਨੂੰ ਜੋ ਹੋ ਰਹੀਆਂ, ਚਲੋ ਆਪ ਚੁਣੇ ਰਾਹ ਏ, ਆਪ ਚੁਣੇ। ਬੜੇ ਲੋਕਾਂ ਨੇ, ਬੜੇ ਭਰਾਵਾਂ ਨੇ ਬੈਠ ਕੇ ਕਹਿਣਾ ਕਿ ਸ਼੍ਰੀ ਜ਼ਿੰਦਗੀ ਐਡੀ ਔਖੀ ਹੋ ਜੂ, ਤੇਰੀ ਜ਼ਿੰਦਗੀ ਨਰਕ ਕਰ ਦੇਣਗੇ, ਨਾ ਇਹਨਾਂ ਨਾਲ ਭਿੜ। ਆਪਣੀ ਔਕਾਤ ਨਹੀਂ ਗਈ ਇਹ ਸਿਸਟਮ ਨਾਲ ਭਿੜਨ ਦੀ। ਕੀ ਕਰਦਾ ਮੈਂ? ਸ਼ੋਅ ਨਹੀਂ ਡਰਦੇ ਲਾ ਰਹੇ ਵੀਰੇ, ਨਾ ਕਿਸੇ ਦਾ ਲੱਗਣਾ ਹੈਗਾ, ਮਾਰ ਕਿਸੇ ਨੇ ਜਾਣਾ ਹੈ। ਕੀ ਕਰੀਏ? ਬਹੁਤ ਔਖੀ ਜ਼ਿੰਦਗੀ ਹੈ। ਪਰ ਮੈਂ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਕਹਿਣਾ ਹੈ, ਜਿੰਨੇ ਕੁ ਵੀ ਸਾਡੇ ਚਾਹਣ ਵਾਲੇ ਆ, ਤੁਹਾਨੂੰ ਕਹਿਣਾ ਮੈਂ ਜੋ ਮੀਡੀਆ ਹੈਗਾ, ਘੱਟ ਤੋਂ ਘੱਟ ਰਿਕਵੈਸਟ ਹੀ ਕਰ ਸਕਦਾ ਤੁਹਾਨੂੰ ਹੱਥ ਜੋੜ ਕੇ, ਕਿ ਘੱਟ ਤੋਂ ਘੱਟ ਸਾਰੇ ਰਲ ਮਿਲ ਕੇ ਪੰਜਾਬ ਨੂੰ ਘੱਟ ਤੋਂ ਘੱਟ ਆ ਸਾਜ਼ਿਸ਼ਾਂ ਚੋਂ ਕੱਢ ਲਈਏ ਆਪਾਂ। ਠੀਕ ਹੈ? ਨਹੀਂ ਤਾਂ ਅਸੀਂ ਕਿਸੇ ਦਿਨ ਲਾਸ਼ਾਂ ਚੱਕ ਲਓਗੇ ਸਾਡੀਆਂ, ਬਾਅਦ 'ਚ ਗੱਲਾਂ ਕਰਨ ਜੋਗੇ ਰਹਿ ਜਾਾਂਗੇ ਆਪਾਂ। ਵਿਚਾਰਾ ਬਥੇਰਾ ਰੋਂਦਾ ਹੁੰਦਾ ਸੀਗਾ। ਇੱਕ ਦਿਨ ਮੈਂ ਹੈਪੀ ਵੀਰ ਦੀ ਗੱਲ ਸੁਣੀ, ਕਹਿੰਦਾ ਕਿਸੇ ਨੇ ਸਿੱਧੂ ਗਾਣੇ 'ਚ ਕਹਿੰਦਾ ਹੁੰਦਾ ਸੀ ਵੀ ਮੈਨੂੰ ਐਂ ਦੁੱਖ ਹੈ, ਮੈਂ ਕਿਹਦੇ ਕੋਲ ਗੱਲ ਕਰਾਂ, ਦੁਖੀ ਹੈ ਜ਼ਿੰਦਗੀ 'ਚ ਫਲਾਨਾ, ਹੈ ਨਾ। ਜਾਂ ਕੋਈ ਵੀ ਕਲਾਕਾਰ ਹੈਗਾ, ਉਹ ਆਪਦੇ ਗੀਤਾਂ 'ਚ, ਅਕਸਰ ਕਲਾਕਾਰ ਜਿਹੜੇ ਹੁੰਦੇ ਗੀਤਾਂ 'ਚ, ਉਹ ਜਿਹੜੇ ਲਿਖਣ ਵਾਲੇ ਹੈ, ਉਹ ਦਰਦ ਲਿਖਦੇ ਆ। ਤੇ ਆ ਬੋਲ ਕੇ ਕਹੀ ਜਾਂਦੇ ਆ ਵੀਰੇ, ਕਿਹਦੇ ਨਾਲ ਲੜਾਂ ਮੈਂ ਜਾ ਕੇ? ਬੀਜੇਪੀ ਨਾਲ ਲੜ ਲਾਂ, ਕਾਂਗਰਸ ਨਾਲ ਲੜ ਲਾਂ, ਸਰਕਾਰਾਂ ਨਾਲ ਲੜ ਲਾਂ, ਵਕੀਲਾਂ ਨਾਲ ਲੜ ਲਾਂ, ਹੈਂ ਕਿਹਦੇ ਨਾਲ ਲੜਾਂ? ਘੱਟ ਤੋਂ ਘੱਟ ਨਾਲ ਖੜਿਆ ਕਰੋ ਮੇਰੇ ਭਰਾ। ਬੜੀਆਂ ਜ਼ਿੰਦਗੀ 'ਚ ਬਹੁਤ ਕੁਛ। ਇੰਡਸਟਰੀ ਨੂੰ ਹੱਲ ਕੱਢਣਾ ਪੈਣਾ। ਇੰਡਸਟਰੀ ਨੂੰ ਬਥੇਰੇ ਹੱਥ ਜੋੜੇ ਆ ਵੀਰੇ, ਮੈਂ ਇੰਡਸਟਰੀ ਨੂੰ ਬਥੇਰੇ ਹੱਥ ਜੋੜੇ ਆ। ਇਕੱਠੇ ਹੋ ਜਾਓ ਘੱਟ ਤੋਂ ਘੱਟ। ਇੰਡਸਟਰੀ ਕੀ ਕਰੀਏ? ਇੰਡਸਟਰੀ ਤਾਂ ਆਪ ਇੰਡਸਟਰੀ ਨੂੰ ਦੇਖ ਕੇ ਖੁਸ਼ ਨਹੀਂ ਗੀ ਵੀਰੇ। ਇੰਡਸਟਰੀ ਦਾ ਹਾਲ ਹੋਇਆ ਪਿਆ।
ਪਰ ਫੇਰ ਵੀ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ, ਤੁਹਾਡੇ ਲਈ ਜਿੰਨਾ ਚਿਰ ਬੈਠੇ ਆ ਬੋਲਾਂਗੇ ਵੀ, ਸਾਰਾ ਕੁਝ ਕਰਾਂਗੇ, ਪਰ ਘੱਟ ਤੋਂ ਘੱਟ ਨਾਲ ਖੜ ਜਾ ਕਰੋ ਮੇਰੇ ਭਰਾ, ਠੀਕ ਹੈ। ਤੇ ਇੰਨੀ ਗੱਲ ਕਹਿਣੀ ਹੈ, ਬਾਕੀ ਬਾਬਾ ਚੜ੍ਹਦੀ ਕਲਾ 'ਚ ਰੱਖੇ। ਜਿਵੇਂ ਮੈਂ ਹੁਣ ਕੀ ਆਖਾਂ ਕਿ ਮੇਰੀ 3-4 ਦਿਨ ਪਹਿਲਾਂ ਉਹਨਾਂ ਭੈਣ ਜੀ ਨਾਲ ਗੱਲ ਹੋਈ ਤਾਂ ਵੀਰੇ ਉਹ ਗੱਲ ਆਈ ਥਿੰਕ ਹੋਈ ਹੋਣੀ ਅੱਧਾ ਘੰਟਾ। ਭੈਣ ਨੇ ਹਾਲ ਸੁਣਾਏ ਕਿ ਵੀਰੇ ਘਰ ਪੱਟੇ ਗਏ, ਕੀ ਕਰੀਏ, 26 ਸਾਲ ਤੋਂ ਜੇਲ੍ਹਾਂ 'ਚ ਬੈਠੇ ਐ, ਇੰਨਾ ਦੁੱਖ ਹੋਇਆ ਗੱਲਾਂ ਸੁਣ ਕੇ। ਅੱਧਾ ਘੰਟਾ ਤਾਂ ਹੀ ਬੈਠਾ ਰੋਈ ਗਿਆ ਹੈ। ਕੀ ਕਰ ਲਈਏ, ਬੋਲਣਾ ਪਊਗਾ ਨਾ, ਬੋਲਣਾ ਤਾਂ ਪਊਗਾ ਵੀਰੇ। ਘੱਟ ਤੋਂ ਘੱਟ ਮੋਰਚੇ ਦੇ ਨਾਲ ਹੱਕ 'ਚ ਆਈਏ, ਗਾਣਿਆਂ ਦੇ ਥਰੂ ਆਈਏ। ਸਾਡੀ ਇੰਡਸਟਰੀ ਨੂੰ ਵੀ ਮੈਂ ਕਹਿਣਾ, ਠੀਕ ਹੈ ਬੜਾ ਕੁਝ ਝੱਲਣਾ ਪਊਗਾ, ਪਰ ਕੁਛ ਨਹੀਂ ਹੁੰਦਾ ਜ਼ਿੰਦਗੀ 'ਚ, ਬੜਾ ਕੁਝ ਝੱਲਣਾ ਪੈਂਦਾ। ਸਭ ਤੇ ਆਉਂਦੀਆਂ ਇਹ ਚੀਜ਼ਾਂ, ਸਭ ਤੇ ਆਉਂਦੀਆਂ, ਪਰ ਇੰਨੀ ਕੁ ਤੁਹਾਨੂੰ ਰਿਕਵੈਸਟ ਕਰਦਾ, ਹੱਥ ਜੋੜ ਕੇ ਇੰਨੀ ਕੁ ਬੇਨਤੀ ਕਰਦਾ ਕਿ ਇਹ ਮੋਰਚੇ ਚੀਜ਼ਾਂ ਆਪਾਂ ਇਹਨਾਂ ਨੂੰ ਟੁੱਟਣ ਨਾ ਦਈਏ। ਜਿੰਨੀ ਕੁ ਕੋਸ਼ਿਸ਼ ਹੋ ਸਕਦੀ ਆਪਾਂ ਨਾਲ ਖੜੀਏ, ਜਿੰਨੀ ਕੁ ਆਪਾਂ ਕਰ ਸਕਦੇ ਹਾਂ ਆਪਾਂ ਇੱਕ ਦੂਜੇ ਦਾ ਹੱਥ ਫੜ ਕੇ ਤੁਰੀਏ। 100 ਚੀਜ਼ਾਂ ਚੱਲਣੀਆਂ, 100 ਸਿਆਸਤਾਂ ਚੱਲਣੀਆਂ, ਪਰ ਬਾਬਾ ਮਿਹਰ ਕਰੇ ਇੱਕ ਦੂਜੇ ਦੇ ਨਾਲ ਖੜੀਏ ਘੱਟ ਤੋਂ ਘੱਟ ਮੇਰਾ ਭਰਾ, ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਆਪਾਂ ਅੱਜ ਗੱਲ ਕਰਨੀ ਆ ਗਾਉਣ ਵਾਲਾ ਜਿਹੜਾ ਮੁੰਡਾ ਕਲਾਕਾਰ ਆ, ਗੀਤ ਲਿਖਦਾ ਵੀ ਆ, ਗੀਤਕਾਰ ਵੀ ਆ ਤੇ ਗਾਉਂਦਾ ਵੀ ਆ, ਸ਼੍ਰੀ ਬਰਾੜ। ਤੁਸੀਂ ਪਹਿਲਾਂ ਵੀ ਉਹਦੇ ਕਾਫੀ ਜਿਹੜੇ ਗੀਤ ਮਸ਼ਹੂਰ ਹੋਏ ਨੇ, ਉਹਦੇ ਲਿਖੇ ਹੋਏ ਗਾਏ ਹੋਏ ਤੁਸੀਂ ਸੁਣੇ ਹੋਣੇ ਆ ਸਾਰਿਆਂ ਨੇ। ਕਿਸਾਨੀ ਅੰਦੋਲਨ ਵੇਲੇ ਜਿੰਨੇ ਕਿਸਾਨ ਐਂਥਮ, ਕਿਸਾਨੀ ਦੇ ਉੱਤੇ ਗੀਤ ਆਏ, ਬਹੁਤ ਮਸ਼ਹੂਰ ਹੋਏ। ਕਈ ਕਲਾਕਾਰਾਂ ਨੇ ਮਿਲ ਕੇ ਉਹ ਗੀਤ ਜਿਹੜੇ ਉਹ ਗਾਏ ਸੀ। ਤਾਂ ਉਸ ਸਮੇਂ ਦੌਰਾਨ ਵੀ ਸ਼੍ਰੀ ਬਰਾੜ ਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਸੀ। ਸ਼੍ਰੀ ਬਰਾੜ ਨੂੰ ਕੁੱਟਿਆ ਵੀ ਗਿਆ ਸੀ ਥਾਣੇ 'ਚ ਲਿਜਾ ਕੇ, ਦਲੀਲ ਵੀ ਕੀਤਾ ਗਿਆ ਸੀ ਤੇ ਕਈ ਦਿਨ ਉਹਦੇ ਉਦੋਂ ਜੇਲ੍ਹ 'ਚ ਲਵਾਤੇ ਸੀ। ਇਹ ਮੈਂ ਗੱਲ ਕਰ ਰਿਹਾ ਜਦੋਂ ਕਿਸਾਨੀ ਅੰਦੋਲਨ ਪੂਰਾ ਭਖਿਆ ਹੋਇਆ ਸੀ ਤੇ ਸ਼੍ਰੀ ਬਰਾੜ ਨੇ ਉਸ ਸਮੇਂ ਦੇ ਵਿੱਚ ਕਿਸਾਨ ਐਂਥਮ ਜਿਹੜਾ ਗੀਤ ਆ ਉਹ 2 ਦੇ ਹਿੱਸੇ ਆਏ ਸੀ। ਉਸ ਇਨਸਾਨ ਨੇ ਲਿਖੇ ਸੀ ਤੇ ਕਈ ਕਲਾਕਾਰਾਂ ਨੇ ਗਾਏ ਸੀ। ਸੋ ਸਮੇਂ-ਸਮੇਂ ਤੇ ਉਸ ਇਨਸਾਨ ਨੇ ਹਮੇਸ਼ਾ ਚੰਗਾ ਲਿਖਣ ਦੀ, ਚੰਗਾ ਗਾਉਣ ਦੀ ਕੋਸ਼ਿਸ਼ ਕੀਤੀ ਆ। ਹੁਣ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਤਾਂ ਇਸ ਮੋਰਚੇ ਦੌਰਾਨ ਉਹਨੇ ਬੇੜੀਆਂ ਗੀਤ ਆ ਜਿਹੜਾ ਉਹ ਗਾਇਆ, ਤਾਂ ਨਾਲ ਦੀ ਨਾਲ ਉਹਦੇ ਤੇ ਕੋਈ ਵਕੀਲ ਹੈ, ਉਹ ਕਹਿੰਦਾ ਜੀ ਮੈਂ ਇਸ ਬੰਦੇ ਦੇ ਖਿਲਾਫ ਹਾਈ ਕੋਰਟ ਤੱਕ ਜਾਊਂਗਾ, ਮੈਂ ਡੀਜੀਪੀ ਤੱਕ ਜਾਊਂਗਾ, ਮੈਂ ਸਰਕਾਰ ਤੱਕ ਪਹੁੰਚ ਕਰੂੰਗਾ ਤੇ ਇਹ ਤੇ ਮੁਕੱਦਮਾ ਕਹਿੰਦਾ ਦਰਜ ਹੋਣਾ ਚਾਹੀਦਾ। ਉਹਦਾ ਇੱਕ ਹੋਰ ਕੋਈ ਗੀਤ ਆਇਆ, ਉਹ ਵਕੀਲ ਇਹ ਗੱਲ ਕਹਿ ਰਿਹਾ ਕਿ ਇਸ ਗੀਤ ਦੇ ਵਿੱਚ ਉਹਨੇ ਹਥਿਆਰਾਂ ਨੂੰ ਉਤਸ਼ਾਹਿਤ ਕੀਤਾ, ਪ੍ਰਮੋਟ ਕੀਤਾ, ਨਾਲ ਕਹਿੰਦਾ 295 ਧਾਰਾ ਉਹ ਵੀ ਲਾਈ ਜਾਵੇ। ਤੇ ਹੁਣ ਕਈ ਜਿਹੜੇ ਆਪੇ ਸਮਾਜ ਦੇ ਬਣੇ ਠੇਕੇਦਾਰ ਨੇ, ਧਰਮ ਦੇ ਬਣੇ ਠੇਕੇਦਾਰ ਨੇ, ਉਹ ਵੱਖ-ਵੱਖ ਵਰਗਾਂ 'ਚ ਬੈਠੇ ਆ। ਉਹ ਵਕੀਲਾਂ 'ਚ ਵੀ ਹੈਗੇ ਆ, ਉਹ ਹੋਰ ਖੇਤਰਾਂ 'ਚ ਵੀ ਹੈਗੇ ਆ, ਜਿਨ੍ਹਾਂ ਨੂੰ ਇਹ ਲੱਗਦਾ ਕਿ ਜਿਹੜੇ ਵੀ ਇਨਸਾਨ ਨੇ ਕੁਝ ਗਾਉਣਾ, ਲਿਖਣਾ, ਖਾਣਾ, ਪਹਿਨਣਾ, ਉਹ ਸਾਥੋਂ ਪੁੱਛਿਆ ਜਾਵੇ ਪਹਿਲਾਂ, ਕਿਉਂਕਿ ਇਸ ਮੁਲਕ ਦਾ ਜੋ ਮਾਹੌਲ ਚੱਲ ਰਿਹਾ ਹੈ
ਜੋ ਇਸ ਭਾਰਤੀ ਹਕੂਮਤ ਹੈ ਜਿਹੜੀ ਆਪਣੇ ਤਰੀਕੇ ਨਾਲ ਭਾਰਤ ਦਾ ਇਤਿਹਾਸ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰ ਰਹੀ ਆ, ਕਰ ਕੀ ਰਹੀ ਆ, ਲਿਖ ਹੀ ਰਹੇ ਨੇ। ਉਹ ਤੈਅ ਕਰ ਰਹੇ ਨੇ ਲੋਕਾਂ ਨੇ ਕਿਹੜਾ ਕੱਪੜਾ ਪਹਿਨਣਾ, ਕਿਹੜਾ ਨਹੀਂ ਪਹਿਨਣਾ, ਕੀ ਖਾਣਾ ਹੈ, ਕੀ ਪੀਣਾ ਹੈ, ਕੀ ਬੋਲਣਾ ਹੈ, ਜਾਣੇ ਹਰ ਤੁਹਾਡੇ ਕੰਮ ਦੇ ਉੱਤੇ ਪਾਬੰਦੀ ਲਾਈ ਜਾ ਰਹੀ ਆ। ਸੋ ਉਹਨਾਂ ਵਿੱਚੋਂ ਹੀ ਉੱਠ ਕੇ ਇਹ ਜਿਹੇ ਵਕੀਲ ਨੇ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਕਿ ਸ੍ਰੀ ਬਰਾੜ ਨੇ ਆਹ ਕਰਤਾ, ਸ੍ਰੀ ਬਰਾੜ ਨੇ ਉਹ ਕਰਤਾ ਤੇ ਮੁਕੱਦਮਾ ਦਰਜ ਕਰਾਵਾਂਗੇ। ਸੋ ਪਹਿਲਾਂ ਤਾਂ ਮੈਂ ਉਸ ਵਕੀਲ ਨੂੰ ਪੁੱਛਣਾ ਚਾਹੁੰਦਾ ਵੀ ਭਾਈ ਸਾਹਿਬ, ਪੁਸ਼ਪਾ ਫਿਲਮ ਆਈ ਆ, KGF ਫਿਲਮ ਆਈ ਆ ਹੁਣੇ ਜਿਹੜੀ ਸੁਪਰ ਡੁਪਰ ਹਿੱਟ ਫਿਲਮ ਰਹੀ ਆ ਪਠਾਨ, ਇਹ ਫਿਲਮਾਂ ਆਈਆਂ ਨੇ ਜਾਂ ਹੋਰ ਅਨੇਕਾਂ ਫਿਲਮਾਂ ਜਿਹੜੀਆਂ ਬਣੀਆਂ ਨੇ ਜਾਂ ਅੱਜ ਬਣ ਰਹੀਆਂ ਨੇ, ਜਿਨ੍ਹਾਂ ਫਿਲਮਾਂ ਦੇ ਵਿੱਚ ਮੈਨੂੰ ਲੱਗਦਾ ਉਹ ਗੱਲ ਇੱਕ ਕਰਦੇ ਆ ਤੇ ਗੋਲੀਆਂ 10 ਚਲਾਉਂਦੇ ਆ। ਗੋਲੀਆਂ ਵੀ ਉਹ ਕੋਈ ਪਿਸਤੌਲਾਂ ਰਫਲਾਂ ਨਾਲ ਨਹੀਂ, ਗੋਲੀਆਂ ਵੀ ਉਹ ਵੱਡੇ ਵੱਡੇ ਹਥਿਆਰਾਂ ਨਾਲ ਚਲਾਉਂਦੇ ਨੇ। ਉਧਰ ਨੂੰ ਕਦੋਂ ਮੂੰਹ ਕਰਨਾ ਹੈ, ਉਹਨਾਂ ਦੇ ਮੁਕੱਦਮਾ ਕਦੋਂ ਦਰਜ ਕਰਾਉਣਾ ਹੈ, ਜਾਂ ਫਿਲਮਾਂ ਕਦੋਂ ਬੈਨ ਕਰਾਉਣੀਆਂ ਨੇ। ਕਿ ਤੁਹਾਨੂੰ ਉਹੀ ਬੰਦੇ ਚੁੱਭਦੇ ਨੇ ਜਿਹੜੇ ਕੌਮ ਦੀ ਗੱਲ ਕਰਦੇ ਆ, ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ। ਬਹਾਨਾ ਤੁਸੀਂ ਕੋਈ ਨਾ ਕੋਈ ਘੜਨਾ ਹੁੰਦਾ, ਕੋਈ ਨਾ ਕੋਈ ਬਣਾਉਣਾ ਹੁੰਦਾ ਹੈ। ਬਹਾਨਾ ਤੁਸੀਂ ਬਣਾ ਲੈਂਦੇ ਹੋ ਵੀ ਹਥਿਆਰਾਂ ਨੂੰ ਪ੍ਰਮੋਟ ਕਰ ਰਿਹਾ ਜੀ, ਹਿੰਸਾ ਨੂੰ ਵਧਾ ਰਿਹਾ ਜੀ। ਠੀਕ ਆ, ਮੰਨ ਲੈਂਦੇ ਅਸੀਂ ਇਹ ਗੱਲਾਂ ਨੂੰ ਕਿ ਸਰਕਾਰ ਭਾਈ ਇਹਨਾਂ ਗੱਲਾਂ ਦੇ ਉੱਤੇ ਕਾਬੂ ਪਾਉਣਾ ਚਾਹੁੰਦੀ ਆ, ਪਰ ਇਹ ਸਾਰੇ ਥਾਈਂ ਲਾਗੂ ਹੋਣਾ ਚਾਹੀਦਾ ਨਾ। ਫਿਲਮਾਂ ਦੇ ਵਿੱਚ ਤਾਂ ਫਿਰ ਰੁਕ ਨਹੀਂ ਰਿਹਾ ਇਹ। ਫਿਲਮਾਂ ਨੂੰ ਤਾਂ ਸੈਂਸਰ ਬੋਰਡ ਪਾਸ ਕਰਦਾ, ਸੈਂਸਰ ਕਰਦਾ, ਫਿਰ ਉੱਥੇ ਵੀ ਪਾਬੰਦੀ ਲਾਈ ਜਾਵੇ। ਇਹ ਕੋਈ ਪੁਰਾਣੀ ਗੱਲ ਨਹੀਂ। ਹੁਣੇ 3-4 ਫਿਲਮਾਂ ਨਵੀਆਂ ਜਿਹੜੀਆਂ ਆਈਆਂ ਨੇ ਉਹਨਾਂ ਦੇ ਵਿੱਚ ਤੁਸੀਂ ਦੇਖੋ ਕਿੰਨਾ ਹਥਿਆਰ ਚਲਾਏ ਗਏ ਨੇ, ਕੀ ਕੁਝ ਦਿਖਾਇਆ ਜਾਂਦਾ ਉਹਨਾਂ ਦੇ ਵਿੱਚ, ਉੱਥੇ ਪਾਬੰਦੀ ਨਹੀਂ ਲੱਗਦੀ। ਪਰ ਜਦੋਂ ਕੋਈ ਇਨਸਾਨ ਜਿਹੜਾ ਬਹੁਤ ਥੋੜੇ ਨੇ, ਅਸਲ ਤਾਂ ਗਾਇਕ ਹਾਈ ਕਿੰਨੇ ਕੁ ਨੇ, ਬਹੁਤ ਥੋੜੇ ਬੰਦੇ ਨੇ ਗਿਣਤੀ ਦੇ ਜਿਹੜੇ ਉਂਗਲਾਂ ਦੇ ਗਿਣੇ ਜਾਣਗੇ, ਜਿਹੜੇ ਪੰਜਾਬ ਦੀ ਗੱਲ ਕਰਦੇ ਆ, ਸਾਡੇ ਹੱਕਾਂ ਦੀ ਗੱਲ ਕਰਦੇ ਆ, ਕੌਮ ਦੀ ਪੰਥ ਦੀ ਗੱਲ ਕਰਦੇ ਆ। ਉਹਨਾਂ ਨੂੰ ਇਹ ਐ ਨਿਸ਼ਾਨਾ ਬਣਾ ਲੈਂਦੇ ਆ। ਉਹ ਜਿਉਣਾ ਦੁੱਬਰ ਹੋਇਆ ਪਿਆ ਸ੍ਰੀ ਬਰਾੜ ਦਾ ਵਿਚਾਰਾ। ਉਹ ਮੇਰੇ ਨਾਲ ਅੱਜ ਗੱਲ ਵੀ ਹੋਈ ਉਹਦੀ ਫੋਨ ਤੇ। ਉਹ ਕਹਿੰਦਾ ਬਾਈ ਕੀ ਕਰਾਂ ਯਾਰ, ਮੈਂ ਤਾਂ ਕਹਿੰਦਾ ਸਾਲ ਦੇ ਵਿੱਚ ਜਦੋਂ ਵੀ ਕੋਈ ਮੇਰਾ ਗਾਣਾ ਆਉਂਦਾ ਨਾਲ ਦੀ ਨਾਲ ਇਹੋ ਜਿਹਾ ਕੰਮ ਖੜਾ ਹੋ ਜਾਂਦਾ। ਤਾਂ ਮੈਂ ਜਿਹੜੇ ਗਾਉਣ ਵਾਲੇ ਕਲਾਕਾਰ ਭਰਾ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਯਾਰ ਤੁਹਾਡੀ ਇਹ ਕਲਾਕਾਰਾਂ ਦੀ ਦੁਨੀਆ ਹੈਗੀ ਆ, ਤੁਹਾਡਾ ਫਰਜ਼ ਬਣਦਾ ਕਿ ਜੇ ਤੁਹਾਡੇ ਕੋਈ ਭਰਾ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਆ, ਕੋਈ ਨੌਬਤ ਆਉਂਦੀ ਆ, ਤਾਂ ਉਹਦੇ ਨਾਲ ਖੜੋ। ਅੱਜ ਸ੍ਰੀ ਬਰਾੜ ਨੂੰ ਇਹ ਨਿਸ਼ਾਨਾ ਬਣਾ ਰਹੇ ਆ, ਉਹਦੇ ਮੁਕੱਦਮੇ ਦਰਜ ਕਰਾ ਰਹੇ ਆ, ਕੱਲ ਨੂੰ ਤੁਹਾਡੀ ਵਾਰੀ ਆ ਜਾਣੀ ਹੈ। ਤਾਂ ਸਾਰੇ ਕਲਾਕਾਰਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਕਮੁੱਠ ਹੋ ਕੇ ਇਸ ਗੱਲ ਦਾ ਜਵਾਬ ਦਿਓ। ਤੇ ਲੋਕਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ, ਪੰਜਾਬ ਦਿਆਂ ਨੂੰ, ਕਿ ਜਦੋਂ ਕੋਈ ਇਹੋ ਜਿਹੀ ਗੱਲਬਾਤ ਸਾਡੇ ਸਾਹਮਣੇ ਆਉਂਦੀ ਆ ਤਾਂ ਉਹਦਾ ਵਿਰੋਧ ਕਰਿਆ ਕਰੋ। ਠੀਕ ਆ, ਅਸੀਂ ਸਹਿਮਤ ਹਾਂ ਇਸ ਗੱਲ ਦੇ ਨਾਲ ਕਿ ਸਰਕਾਰ ਇਹ ਸਾਰਾ ਕੁਝ ਬੰਦ ਕਰਨਾ ਚਾਹੁੰਦੀ ਆ। ਫਿਲਮਾਂ, ਪਠਾਨ ਫਿਲਮ ਪੰਜਾਬ 'ਚ ਵੀ ਲੱਗੀ ਹੋਣੀ ਆ, ਹੋਰ ਕਿੰਨੀਆਂ ਫਿਲਮਾਂ ਪੰਜਾਬ 'ਚ ਵੀ ਲੱਗਦੀਆਂ ਨੇ, ਪੂਰੇ ਭਾਰਤ 'ਚ ਉਹ ਫਿਲਮਾਂ ਚੱਲਦੀਆਂ ਨੇ। ਉਹਨਾਂ 'ਚ ਦੇਖੋ ਕੀ ਕੁਝ ਹੋ ਰਿਹਾ। ਸੋ ਜਾਣ ਬੁੱਝ ਕੇ ਉਹੀ ਬੰਦੇ ਨਿਸ਼ਾਨੇ ਤੇ ਲਏ ਜਾ ਰਹੇ ਨੇ, ਉਹੀ ਬੰਦੇ ਜਲੀਲ ਕੀਤੇ ਜਾ ਰਹੇ ਨੇ, ਉਹੀ ਬੰਦਿਆਂ ਨੂੰ ਇਹ ਡਰਾ ਕੇ ਘਰੇ ਬਿਠਾਉਣਾ ਚਾਹੁੰਦੇ ਨੇ ਜਿਹੜੇ ਕੋਈ ਸਾਡੇ ਮਾੜੇ ਮੋਟੇ ਹੱਕ ਦੀ ਗੱਲ ਕਰਦੇ ਆ, ਸਾਡੇ ਇਤਿਹਾਸ ਦੀ ਗੱਲ ਕਰਦੇ ਆ, ਸਾਡੀ ਆਉਣ ਵਾਲੀ ਸਾਡੀਆਂ ਪੀੜ੍ਹੀਆਂ ਨੂੰ, ਨਸਲਾਂ ਨੂੰ ਸਾਡੇ ਇਤਿਹਾਸ ਨਾਲ ਜੋੜਦੇ ਨੇ, ਉਹਨਾਂ ਦੇ ਵਿੱਚ ਕੋਈ ਚਿਣਗ ਭਰਦੇ ਨੇ। ਉਹਨਾਂ ਬੰਦਿਆਂ ਨੂੰ ਇਹ ਜਾਣ ਬੁੱਝ ਕੇ ਨਿਸ਼ਾਨਾ ਬਣਾ ਕੇ ਦੱਬਣ ਦੀ ਕੋਸ਼ਿਸ਼ ਕਰ ਰਹੇ ਆ। ਤਾਂ ਸਾਨੂੰ ਹਰ ਬੰਦੇ ਨੂੰ ਇਹ ਨਾਲ ਖੜਨਾ ਚਾਹੀਦਾ। ਨਹੀਂ, ਹਰ ਇੱਕ ਦੀ ਆਵਾਜ਼ ਇੱਥੇ ਦੱਬੀ ਜਾਣੀ ਹੈ, ਚਾਹੇ ਉਹ ਗਾਉਣ ਵਾਲਾ ਕਲਾਕਾਰ ਹੈ, ਚਾਹੇ ਕੋਈ ਲਿਖਣ ਵਾਲਾ ਹੈ, ਚਾਹੇ ਕੋਈ ਬੋਲਣ ਵਾਲਾ ਬੁਲਾਰਾ ਹੈ, ਕਿਸੇ ਪ੍ਰਕਾਰ ਦਾ ਬੰਦਾ ਹੈ, ਉਸ ਹਰ ਬੰਦੇ ਨੂੰ ਇਹ ਹੌਲੀ ਹੌਲੀ ਦੱਬ ਰਹੇ ਨੇ। ਕੱਲੇ ਨੂੰ ਦੱਬ ਰਹੇ ਨੇ, ਬਾਕੀ ਚੁੱਪ ਹੋ ਜਾਂਦੇ ਆ। ਵਾਰੀ ਸਭ ਦੀ ਆ ਜਾਣੀ ਹੈ, ਫਿਰ ਉਦੋਂ ਸਾਨੂੰ ਲੱਗਣਾ ਵੀ ਸਾਡੀ ਖਾਤਰ ਨਹੀਂ ਕੋਈ ਬੋਲ ਰਿਹਾ। ਸੋ ਜਿੰਨੇ ਦਾ ਕਲਾਕਾਰ ਨੇ, ਜਿੰਨੇ ਇਹਨਾਂ ਦੀ ਇੰਡਸਟਰੀ ਹੈ, ਤੁਹਾਡੀ ਗਾਉਣ ਵਾਲਿਆਂ ਦੀ, ਫਿਲਮ ਵਾਲਿਆਂ ਦੀ, ਤੁਹਾਡਾ ਫਰਜ਼ ਬਣਦਾ ਕਿ ਜਨ 4 ਚਪੇਰੋਂ ਬੰਦ ਕਰ ਦਿਓ। ਪਰ ਸਾਨੂੰ ਇਕੱਲੇ ਕਰੇ ਬੰਦੇ ਨੂੰ ਕਿਉਂ ਨਿਸ਼ਾਨਾ ਬਣਾਉਣੇ ਆ? ਸੋ ਮੈਂ ਲੋਕਾਂ ਨੂੰ ਅਪੀਲ ਕਰਦਾ
ਕਿ ਉਸ ਇਨਸਾਨ ਨੇ ਬੇੜੀਆਂ ਗੀਤ ਗਾਇਆ, ਸੁਣ ਲਿਓ ਤੁਸੀਂ ਸਾਰੇ ਜਾਣੇ, ਸ੍ਰੀ ਬਰਾੜ ਨੇ ਪਹਿਲਾਂ ਹੀ ਬਹੁਤ ਸੋਹਣੇ ਉਹਨੇ ਗੀਤ ਲਿਖੇ ਵੀ ਨੇ ਤੇ ਗਾਏ ਵੀ ਨੇ। ਤੇ ਆਓ ਅੱਜ ਆਪਣਾ ਫਰਜ਼ ਬਣਦਾ ਯਾਰ, ਜੇ ਇਸ ਤਰ੍ਹਾਂ ਇਹ ਬੰਦੇ ਨੂੰ ਇਕੱਲੇ ਨੂੰ ਘੇਰ ਕੇ ਉਹਨੂੰ ਨਿਸ਼ਾਨਾ ਬਣਾ ਕੇ ਦਬਾਉਣ ਦੀ ਕੋਸ਼ਿਸ਼ ਕਰ ਰਿਹਾ, ਸਾਡਾ ਫਰਜ਼ ਬਣਦਾ ਕਿਸੇ ਵੀ ਤਰੀਕੇ ਨਾਲ ਅਸੀਂ ਉਸ ਇਨਸਾਨ ਦੇ ਨਾਲ ਖੜਗੇ ਜਿਹੜਾ ਸਾਡੇ ਹੱਕਾਂ ਦੀ ਆਵਾਜ਼ ਉਠਾਉਂਦਾ, ਲੋਕਾਂ ਤੱਕ ਪਹੁੰਚਾਉਂਦਾ। ਇੱਕ ਸੱਜਣ ਲਿਖਦਾ, ਕਹਿੰਦਾ ਬਾਈ ਸਿੱਧੂ ਮਰ ਗਿਆ, ਕੋਈ ਬੋਲਿਆ ਨਹੀਂ, ਇਹਨਾਂ ਨੇ ਕਿੱਥੇ ਬੋਲਣਾ। ਇਹੀ ਤਾਂ ਮੈਂ ਗੱਲ ਪਿੱਟ ਰਿਹਾ ਕਿ ਇਹਨਾਂ ਨੂੰ ਲੱਗਦਾ ਕਿ ਯਾਰ ਸਿੱਧੂ ਮਰ ਗਿਆ, ਆਪਾਂ ਕੀ ਲੈਣਾ, ਆਪਾਂ ਆਪਣੀ ਜਾਨ ਬਚਾਈਏ। ਪਰ ਇਹ ਪਤਾ ਨਹੀਂ ਕੱਲ ਨੂੰ ਪੈਣੀ ਕੀਤੇ ਆ। ਤੁਹਾਡੇ 'ਚ ਬਹੁਤ ਵੱਡੀ ਤਾਕਤ ਹੈ, ਕਿੱਡੇ ਕਿੱਡੇ ਨਾਮੀ ਕਲਾਕਾਰ ਬੈਠੇ ਨੇ, ਕਿੰਨੇ ਪੁਰਾਣੇ ਕਲਾਕਾਰ ਬੈਠੇ ਨੇ ਜਿਨ੍ਹਾਂ ਨੇ ਬਹੁਤ ਸੱਭਿਆਚਾਰ ਦੇ ਵਿੱਚ ਆਪਣਾ ਯੋਗਦਾਨ ਪਾਇਆ, ਬਹੁਤ ਕੁਝ ਲਿਖਿਆ, ਗਾਇਆ, ਬਣਾਇਆ। ਉਹਨਾਂ ਦਾ ਹੀ ਫਰਜ਼ ਬਣਦਾ। ਸੋ ਇਸ ਕਰਕੇ ਸਾਡਾ ਫਰਜ਼ ਬਣਦਾ ਕਿ ਅਸੀਂ ਉਸ ਇਨਸਾਨ ਦੇ ਨਾਲ ਖੜ ਗਏ। ਅੱਜ ਉਹ ਇਨਸਾਨ ਵਿਪਤਾ 'ਚ ਆ। ਐਵੇਂ ਕੋਈ ਉੱਠ ਕੇ ਬੰਦਾ ਕੱਲ ਨੂੰ ਹਰਕੀ ਮੁਰੇ ਹੋ ਕੇ ਖੜ ਜਾਂਦਾ, ਅਸੀਂ ਐਂ ਕਰਾਵਾਂਗੇ ਜੀ, ਅਸੀਂ ਐਂ ਕਰਾਵਾਂਗੇ, ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਜੀ। ਸਾਡੇ ਕੀ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਬਾਈ? ਜੇ ਐਡੀ ਹਿੰਮਤ ਆ ਤਾਂ ਕਰਾਓ ਫਿਲਮਾਂ ਬੰਦ ਫਿਰ ਜਾ ਕੇ। ਬਿਲਕੁਲ ਅੱਜ ਸ੍ਰੀ ਬਰਾੜ ਬੋਲ ਰਿਹਾ ਕਿ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ। ਇਹ ਵੀ ਗੱਲ ਸਾਹਮਣੇ ਆਈ ਹੈ। ਉਹਨੇ ਅੱਜ ਬੋਲਿਆ ਵੀ ਹੈ ਕਿ ਮੈਨੂੰ ਇਹ ਫੋਨ ਕਰਕੇ ਡਰਾ ਧਮਕਾ ਵੀ ਰਹੇ ਨੇ। ਸੋ ਆਓ ਯਾਰ ਰਲ ਕੇ ਆਪਾਂ ਆਵਾਜ਼ ਉਠਾਈਏ, ਨਹੀਂ ਤਾਂ ਫਿਰ ਇਹਨਾਂ ਨੇ ਹੌਲੀ ਹੌਲੀ ਸਾਰੀਆਂ ਆਵਾਜ਼ਾਂ ਦੱਬ ਦੇਣੀਆਂ ਨੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਥੋੜਾ ਆਪਣਾ ਲਾਈਵ ਸ਼ੁਰੂ ਹੋ ਰਿਹਾ। ਆਈ ਥਿੰਕ ਮੈਂ ਫੇਸਬੁੱਕ ਤੇ ਵੀ ਲਾਈਵ ਹੈਗਾ ਤੇ ਇੰਸਟਾਗ੍ਰਾਮ ਤੇ ਵੀ ਹੈਗਾ। ਆਜੋ ਮੇਰਾ ਭਰਾ, ਮੇਰੇ ਭੈਣਾਂ ਭਰਾ, ਇੱਕ ਵਾਰ ਸਾਰੇ ਲਾਈਵ ਆਜੋ, ਜੁੜ ਜਾਓ, ਕਿਉਂਕਿ ਬੜੇ ਵੈਸੇ ਮੈਂ ਲਾਈਵ ਆਉਂਦਾ ਹੀ ਨਹੀਂਗਾ ਹੈ ਨਾ। ਤੇ ਆਜੋ, ਬੜੀਆਂ ਜ਼ਰੂਰੀ ਗੱਲਾਂ ਕਰਨੀਆਂ ਸਾਰੇ ਭਰਾਵਾਂ ਨਾਲ। ਸਾਰੇ ਭੈਣ ਭਰਾ ਮੇਰੇ ਸਾਰੇ ਆ ਜਾਣ ਜੀ। ਰਿਕੁਐਸਟ ਹੈਗੀ, ਇਹਨੂੰ ਸ਼ੇਅਰ ਵੀ ਕਰ ਸਕਦੇ ਹੋ, ਸ਼ੇਅਰ ਵੀ ਜ਼ਰੂਰ ਕਰਿਓ। ਤੇ ਇੱਕ ਵਾਰ ਜੁੜ ਜਾਓ ਸਾਰੇ ਆਪਣਾ ਹੈ ਨਾ ਵੀਰ ਭਰਾ। ਤੇ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਕੌਮੀ ਇਨਸਾਫ ਮੋਰਚਾ, ਯੈਸ ਬਿਲਕੁਲ, ਜਿੰਦਾਬਾਦ ਜਿੰਦਾਬਾਦ, ਲਵ ਯੂ ਲਵ ਯੂ। ਤਾਂ ਸੋ ਸਾਰੇ ਭਰਾਵਾਂ ਨਾਲ, ਸਾਰੇ ਭੈਣਾਂ ਨਾਲ ਮੈਂ ਗੱਲ ਕਰਨੀ ਚਾਹੁੰਦਾ। ਤੇ ਹਰ ਗੱਲ ਤੁਸੀਂ ਸਾਡੀ ਕਚਹਿਰੀ ਹੋ ਤਾਂ ਜਿੰਨੀ ਵੀ ਗੱਲ ਕਰਦਾ ਸਾਡੇ ਲਈ ਸਭ ਤੋਂ ਉੱਤੇ ਸਾਡਾ ਗੁਰੂ ਗ੍ਰੰਥ ਸਾਹਿਬ ਹੈਗੇ। ਤਾਂ ਮੈਂ ਉਹਨਾਂ ਦੀ ਕਸਮ ਦੇ ਕੇ ਗੱਲ ਕਰਦਾ, ਮੈਂ ਕੁਛ ਝੂਠ ਨਹੀਂ ਬੋਲਦਾ। ਹਰ ਚੀਜ਼ ਤੁਹਾਡੇ ਤੱਕ ਮੈਂ ਜਿਹੜੀ ਰੱਖਣ ਲੱਗਿਆ ਹੈਗਾ, ਉਹਨੂੰ ਤੁਸੀਂ ਐਕਚੁਅਲ 'ਚ ਸਮਝੋ, ਕਹਾਣੀ ਨੂੰ ਸਾਰੀ ਨੂੰ। ਬਈ ਪਰਚਾ ਹੋ ਗਿਆ, ਫਿਰ ਉਸ ਦੀ ਗੱਲਾਂ, ਉਹ ਪਰਚਿਆਂ ਦੀ ਗੱਲਾਂ ਕਰਨ ਲੱਗਿਆ ਵੀਰੇ। ਪਰਚੇ, ਪਤਾ ਹੀ ਨਹੀਂ ਕੀ ਕੁਛ ਹੋਈ ਜਾਂਦਾ ਜ਼ਿੰਦਗੀ 'ਚ, ਪਤਾ ਹੀ ਨਹੀਂ ਕੀ ਚੱਲੀ ਜਾਂਦਾ। ਹਰ ਮੇਰਾ ਵੀਰ ਭਰਾ ਹੈ ਨਾ, ਧਿਆਨ ਨਾਲ ਗੱਲ ਸੁਣਿਓ। ਅੱਜ ਤੱਕ ਮੇਰੇ ਤੇ ਕੀ ਬੀਤਦੀ ਹੈ ਜ਼ਿੰਦਗੀ 'ਚ ਕੀ ਬੀਤਦੀ ਹੈਗੀ ਹੈ, ਮੈਂ ਕਿਹੜੇ ਹਾਲਾਤਾਂ 'ਚੋਂ ਲੰਘਦਾ, ਮੈਂ ਉਹ ਗੱਲਾਂ ਹਜੇ ਵੀ ਨਹੀਂ ਰੱਖਦਾ ਪੰਜਾਬ ਦੇ ਲੋਕਾਂ ਅੱਗੇ। ਸਹੁੰ ਵਾਲੀ ਗੱਲ ਹੈਗੀ ਆ। ਮੈਂ ਸਾਡੇ ਗੁਰੂਆਂ ਦੀ ਸਹੁੰ ਦੇ ਕੇ ਕਹਿਣਾ ਕਿ ਜੇ ਮੈਂ ਉਹ ਗੱਲਾਂ, ਮੈਂ ਕਿਹੜੇ ਹਾਲਾਤਾਂ 'ਚੋਂ ਗੁਜ਼ਰ ਰਿਹਾ ਤੇ ਕਿਹੜੇ ਹਾਲਾਤਾਂ 'ਚੋਂ ਮੈਂ ਲੰਘਿਆ, ਜੇ ਮੈਂ ਉਹ ਗੱਲਾਂ ਇੱਥੇ ਰੱਖਾਂ ਤਾਂ ਮੈਨੂੰ ਪਤਾ ਕਿ ਸਾਡੇ ਨੌਜਵਾਨ ਮੁੰਡੇ ਕੁੜੀਆਂ ਹੈਗੇ ਆ ਜਿਹੜੇ ਉਹ ਸਾਰੇ ਵਾਪਸ ਮੁੜਨਗੇ। ਦੱਸ ਨਹੀਂ ਸਕਦਾ ਮੈਂ ਵੀਰੇ ਕਿਹੜੀਆਂ ਜ਼ਿੰਦਗੀ 'ਚ ਚੀਜ਼ਾਂ ਸਹਿ ਰਿਹਾ, ਨਹੀਂ ਦੱਸ ਸਕਦਾ। ਸਹੁੰ ਗੁਰੂ ਦੀ ਮੈਂ ਅੱਜ ਤੱਕ ਜਿੰਨਾ ਕੁਛ ਮੈਂ ਆਪਦੇ
ਕੀ ਦੱਸਾਂ ਕਿਸੇ ਨੂੰ, ਕੀ ਸਿਹਾ ਮੈਂ, ਹਜੇ ਵੀ ਕਮੀ ਨਹੀਂ। ਚਲੋ ਜੀ, ਕਿਸਾਨ ਅੰਦੋਲਨ ਦੇ ਵਿੱਚ ਬਾਬਾ ਮਿਹਰ ਕਰੇ, ਬੜਾ ਕੁਝ ਦੇਖਿਆ ਤੁਹਾਡੇ ਭਰਾ ਨੇ, ਬੜਾ ਕੁਝ ਦੇਖਿਆ। ਕਿਹੜੇ ਗੁੰਡਿਆਂ ਦੇ ਫੋਨ ਨਹੀਂ ਸਹੇ ਤੁਹਾਡੇ ਵੀਰ ਨੇ, ਕਿਹੜੇ ਪੋਲੀਟੀਸ਼ੀਅਨਾਂ ਤੋਂ ਧਮਕੀਆਂ ਨਹੀਂ ਲਈਆਂ ਮੈਂ, ਠੀਕ ਹੈ। ਕਿਵੇਂ ਅੱਜ ਤੱਕ ਝੇਲਦਾ ਰਹੇ ਚੀਜ਼ਾਂ ਨੂੰ, ਹਨਾ, ਕਿਤੇ ਨਹੀਂ ਰੋਇਆ ਤੁਹਾਡੇ ਸਾਹਮਣੇ ਆ ਕੇ। ਕੀ ਰੋਵਾਂ, ਤੁਸੀਂ ਤਾਂ ਖੁਦ ਮੇਰੇ ਵਾਂਗੂ ਫਸੇ ਬੈਠੇ ਹੋ ਸਾਰੇ, ਹਨਾ, ਤੁਸੀਂ ਖੁਦ ਸਾਰੀਆਂ ਚੀਜ਼ਾਂ 'ਚ, ਉਸੇ ਪੰਜਾਬ 'ਚ ਤੁਸੀਂ ਰੋ ਰਹੇ ਹੋ, ਉਸੇ 'ਚ ਮੈਂ ਰੋ ਰਿਹਾ। ਕੀ ਰੋਵਾਂ ਮੈਂ ਕਿਸੇ ਦੇ ਸਾਹਮਣੇ ਆ ਕੇ। ਅੱਜ ਤੱਕ ਕਿੰਨੀਆਂ ਚੀਜ਼ਾਂ ਹੈਗੀਆਂ, ਹਰ ਸਾਲ ਘੱਟ ਤੋਂ ਘੱਟ ਮੈਨੂੰ ਲੱਗਦਾ 40-50 ਚੀਜ਼ਾਂ, ਕਿਸੇ ਚੀਜ਼ਾਂ ਹੱਥ ਜੋੜ ਕੇ ਖੜਾ ਛਡਾਉਣਾ ਕਿ ਹਨਾ ਇੱਥੋਂ ਨਿਕਲ ਜਾ। ਕਿਸੇ ਪਾਸੇ ਜੇ ਪੈਸਿਆਂ ਦਾ ਹੁੰਦਾ, ਪੈਸੇ ਦੇ ਕੇ ਪਿੱਛੇ ਹੋ ਜਾਣਾ। ਕਿਸੇ ਪਾਸੇ ਜੇ ਮੇਰੇ ਕੋਈ ਹੁੰਦਾ ਹੈਗਾ ਕਿ ਕੋਈ ਪੋਲੀਟੀਸ਼ੀਅਨ ਪਿੱਛੇ ਪੈਂਦੇ ਹੈਗੇ, ਜਦੋਂ ਉਹ ਉਹਨਾਂ ਚੀਜ਼ਾਂ ਚੋਂ ਕਿਤੇ ਹੱਥ ਜੋੜ ਕੇ, ਜਾਂ ਕੋਈ ਪੋਲੀਟੀਸ਼ੀਅਨ ਵੀਰ ਭਰਾ ਹੁੰਦਾ ਉਹਨਾਂ ਨੂੰ ਹੱਥ ਜੋੜ ਦੇਣਾ ਵੀ ਮੇਰੇ ਨਾਲ ਧੱਕਾ ਨਾ ਕਰੋ, ਮੈਂ ਹਟ ਨਹੀਂ ਸਕਦਾ ਬੋਲਣੋਂ, ਮੇਰੀ ਮਜਬੂਰੀ ਹੈ। ਪੰਜਾਬ ਦੇ ਹੱਕ 'ਚ ਬੋਲਣ ਦੀ ਸਜ਼ਾ ਮੇਰੀ ਐਡੀ ਹੈ, ਪੰਜਾਬ ਦੇ ਹੱਕ 'ਚ ਬੋਲਣ ਦੀ ਸਜ਼ਾ ਮੇਰੀ ਇਹ ਹੈਗੀ ਹੈ, ਹਰ ਸਾਲ 'ਚ 12 ਮਹੀਨੇ ਹੁੰਦੇ ਆ ਤੇ ਤੁਹਾਡਾ ਭਰਾ 8 ਵਾਰੀ ਛੱਤ ਨੂੰ ਰੱਸੇ ਪਾਉਂਦਾ। ਐਸੀ ਸਿਚੁਏਸ਼ਨ ਤੇ ਲਿਆ ਕੇ ਸੁੱਟਦੇ ਆ ਮੈਨੂੰ ਕਿ ਮੇਰੀ ਜ਼ਿੰਦਗੀ, ਮਤਲਬ ਸੁਸ਼ਾਂਤ ਸਿੰਘ ਜਿਵੇਂ ਮਜਬੂਰ ਸੀਗਾ, ਕਹਿੰਦੇ ਕਿ ਉਹਨੇ ਆਪ ਹੀ ਸੁਸਾਈਡ ਕਰ ਲਿਆ ਜਾਂ ਇਹਨਾਂ ਨੇ ਮਾਰ ਕੇ ਟੰਗਤਾ ਉਹਨੂੰ, ਉਹ ਹਾਲਾਤਾਂ ਤੇ ਆ ਜਾਂਦਾ ਮੈਂ। ਫਿਰ ਮੈਂ ਸੋਚਦਾ ਕਿ ਯਾਰ ਚੱਲ ਛੱਡ ਭਰਾ, ਐਂ ਸੋਚ ਲੈ ਕਿ ਤੂੰ ਅੱਜ ਮਰ ਗਿਆ ਤੇ ਫਿਰ ਖੜੇ ਹੁੰਨੇ ਆ। ਐਂ ਸੋਚ ਲੈ ਤੂੰ ਮਰ ਗਿਆ ਤੇ ਪੰਜਾਬ ਦੇ ਲੇਖੇ ਲੱਗ ਜਾ। ਇੱਥੇ ਲਾਈਵ 'ਚ ਦਿੰਨਾ ਮੈਂ, ਲਾਈਵ 'ਚ ਇਹ ਗੱਲ ਕਹਿਣਾ, ਗੁਰੂ ਗ੍ਰੰਥ ਸਾਹਿਬ ਦੀ ਸਹੁੰ ਪਾ ਕੇ ਗੱਲ ਕਹਿਣਾ। 6 ਮਹੀਨੇ ਪਹਿਲਾਂ ਦੀ ਗੱਲ ਹੈ, ਜਾਂ ਇੱਥੇ 8-9 ਮਹੀਨੇ ਹੋ ਗਿਆ, ਸੌਰੀ 7 ਮਹੀਨੇ, ਮੈਨੂੰ 6-7 ਮਹੀਨੇ ਇੱਥੇ ਆ ਗਏ ਹੋ ਗਏ। 2 ਸਾਲ ਨਹੀਂ, ਸਾਲ ਪੁਰਾਣੀ ਗੱਲ ਹੈ। ਬੀਜੇਪੀ ਦਾ ਬੜਾ ਮੰਨਿਆ ਪਰਮੰਨਿਆ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਫਿਰ ਇਹ ਪਰਚੇ ਪਾਉਣਗੇ ਮੇਰੇ ਤੇ, ਕੁਝ ਕਰਨਗੇ, ਬਟ ਗੁਰੂ ਦੀ ਸਹੁੰ ਦੇ ਕੇ ਕਹਿਣਾ ਕਿ ਬੀਜੇਪੀ ਦੇ ਬੰਦੇ ਨੇ, ਭਰਾ ਨੇ, ਉਸੇ ਮੀਟਿੰਗ 'ਚ ਬੈਠਾ ਸੀਗਾ ਤੇ ਆ ਕੇ ਕਹਿੰਦਾ ਕਿ ਸ਼੍ਰੀ ਤੇਰੇ ਤੇ ਪਰਚਾ, ਵੀਰੇ ਮੈਨੂੰ ਫੋਨ ਕਰਿਆ। ਉਹ ਚੰਗਾ ਭਲਾ ਬੰਦਾ, ਉਹਦੇ ਹੋਸ਼ ਉੱਡ ਗਏ ਤੇ ਮੈਨੂੰ ਫੋਨ ਕਰਕੇ ਕਹਿੰਦਾ ਵੀਰੇ ਮੈਂ ਮਿਲਣਾ ਹੈ। ਕਿੱਥੇ ਆ ਤੂੰ, ਛੋਟਾ ਭਰਾ ਹੈ। ਮੈਂ ਕਿਹਾ ਜੀ ਮੈਂ ਮੋਹਾਲੀ, ਮੈਂ 91 ਹੁੰਦਾ ਸੀ। ਮੈਂ ਸਵੇਰੇ ਮੈਂ ਗੱਲ ਹੋਈ, ਮੈਂ ਮਿਲਿਆ। ਮੈਨੂੰ ਵੀਰ ਕਹਿੰਦਾ ਕਿ ਰਾਤ ਮੀਟਿੰਗ 'ਚ ਬੈਠੇ ਆ ਬੀਜੇਪੀ ਦੇ, ਤੇ ਸ਼੍ਰੀ ਉੱਥੇ ਗੱਲ ਕੀ ਹੋਈ, ਤੇਰਾ ਜ਼ਿਕਰ ਚੱਲਿਆ ਤੇ ਉਹਨਾਂ ਨੇ ਕੀ ਗੱਲ ਕਹੀ। ਬਹੁਤ ਵੱਡਾ ਪੋਲੀਟੀਸ਼ੀਅਨ ਸੀਗਾ, ਉਹਨੇ ਗਾਲ ਕੱਢ ਕੇ ਮੇਰੇ ਬਾਰੇ ਕਿਹਾ, ਇੱਕ ਸਟੇਟ ਨੂੰ ਰੀਪ੍ਰਜੈਂਟ ਕਰਦਾ ਉਹ ਬੰਦਾ ਜਿਹਦੀ ਮੈਂ ਗੱਲ ਕਰ ਰਿਹਾ, ਤੁਹਾਨੂੰ ਪਾਵਰ ਦੱਸ ਦਿਆਂ ਉਹ ਬੰਦੇ ਦੀ ਕੀ ਉਹਦਾ ਹੈਗਾ। ਕਹਿੰਦਾ ਕਿ ਸ਼੍ਰੀ ਪੰਜਾਬ ਦੇ ਲੋਕਾਂ ਨੂੰ ਭੜਕਾ ਰਿਹਾ ਤੇ ਇਹਨੂੰ ਅੱਤਵਾਦੀ ਦਾ ਕਰਾਰ ਦੇ ਕੇ, ਜਿੱਦੇ ਸਾਡੇ ਧੱਕੇ ਚੜ ਗਿਆ, ਅੱਤਵਾਦੀ ਦਾ ਕਰਾਰ ਦੇ ਕੇ ਇਹਨੂੰ ਸਾਰੀ ਉਮਰ ਜੇਲ੍ਹਾਂ 'ਚ ਨਾ ਕਟਾਈ। ਤੇ ਅਸੀਂ ਕੀ ਸਮਝਦੇ ਨਹੀਂ ਇਹ ਚੀਜ਼ਾਂ ਨੂੰ? ਸਮਝਦਾ ਨਹੀਂ ਮੈਂ ਇਹ ਚੀਜ਼ਾਂ ਨੂੰ ਕਿ ਅੱਤਵਾਦੀ ਕਰਾਰ ਦੇ ਦੇਣਾ ਕਿਸੇ ਨੂੰ ਕੀ ਚੀਜ਼ ਹੈ। ਅੱਜ ਇਹ 4 ਬੰਦੇ ਰਲ ਕੇ ਸਾਨੂੰ ਅੱਤਵਾਦੀ ਕਰਾਰ ਦੇ ਦੇਣ ਤਾਂ ਵੀਰੇ ਅਸੀਂ ਕੀ ਕਰਾਂਗੇ? ਹੁਣ ਗੱਲ ਆਉਂਦੀ ਹੈ ਸਾਡੇ ਚੰਡੀਗੜ੍ਹ ਮੋਰਚਾ ਚੱਲ ਰਿਹਾ ਜੀ। ਸਾਰੇ ਭਰਾਵਾਂ ਨੂੰ ਪਤਾ ਹੀ ਹੋਣਾ, ਸਾਰੇ ਭਰਾਵਾਂ ਨੂੰ ਪਤਾ। ਚੰਡੀਗੜ੍ਹ ਮੋਰਚਾ ਚੱਲ ਰਿਹਾ ਹੈਗਾ ਤੇ ਮੈਂ ਗਾਣਾ ਮੇਰੇ ਕੋਲੇ ਪੈਸੇ ਪੂਸੇ ਸਾਰਾ ਕੁਝ, ਮੈਂ ਤਾਂ ਲੋਕਾਂ ਸਾਹਮਣੇ ਸਿੱਧਾ ਐਂ ਚੱਲਦਾ। ਪੈਸੇ ਪੂਸੇ ਜਦੋਂ ਇੰਨੇ ਹੈ ਨਹੀਂ ਸੀਗੇ, 7 ਰਾਣੀਆਂ ਐਲਬਮ ਕੀਤੀ, 14 ਦਿਨ ਹੋ ਗਏ ਉਹਨੂੰ ਕੀਤੀ ਨੂੰ। ਥੋੜਾ ਐ ਹੌਸਲਾ ਹੋਇਆ, ਚੱਲ 4 ਪੈਸੇ ਹੋਣਗੇ। ਬੇੜੀਆਂ ਗਾਣਾ ਰੁਪਿੰਦਰ, ਮੈਂ ਆਸਟ੍ਰੇਲੀਆ, ਰੁਪਿੰਦਰ ਇੱਥੇ ਆਈ ਸੀ। ਰੁਪਿੰਦਰ ਨੂੰ ਇੱਕ ਫੋਨ ਕੀਤਾ, ਮੈਂ ਕਿਹਾ ਰੁਪਿੰਦਰ ਆਪਾਂ ਹਰ ਹਾਲ ਗਾਣਾ ਕਰਨਾ ਹੈ। ਧੰਨ ਜੇਰਾ ਉਹ ਕੁੜੀ ਦਾ ਜਿਹੜੀ ਉਹ ਦਰਿੰਦਿਆਂ 'ਚ ਬੈਠ ਕੇ ਇੱਥੋਂ ਗਾਣਾ ਕੱਢ ਕੇ ਗਈ ਹੈ, ਫਿਰ ਇੰਡੀਆ ਆ ਕੇ ਉਹਨੇ ਮੱਥਾ ਲਾਉਣਾ, ਉਹਨੂੰ ਵੀ 4 ਚੀਜ਼ਾਂ ਨੂੰ ਚੱਲਣੀਆਂ ਪੈਣਗੀਆਂ। ਮੈਨੂੰ ਕਿਸਾਨੀ ਮੋਰਚੇ ਤੋਂ ਜੁੜੇ ਭਰਾਵਾਂ ਦੇ ਫੋਨ ਆਏ। ਜਿਵੇਂ ਕਿਸਾਨ ਐਂਥਮ ਕਰਿਆ ਸੀ ਨਾ, ਉਹ ਜਿਹਾ ਗਾਣਾ
ਅੱਜ ਗਾਣਾ ਕਰੀਏ, ਉਹ ਜਿਹਾ ਗਾਣਾ ਕਰੀਏ। ਮੈਂ ਵੀਰ ਨੂੰ ਕਿਹਾ, ਮੈਂ ਕਿਹਾ ਵੀਰ ਵੀ ਐਕਚੁਅਲ 'ਚ ਮੈਂ ਇੱਕ ਕੋਸ਼ਿਸ਼ ਕਰਦਾ, ਸਾਰੇ ਕਲਾਕਾਰ ਫਿਰ ਤੋਂ ਇਕੱਠੇ ਕਰਾਂਗੇ ਚੀਜ਼। ਮੈਂ ਫੋਨ ਲਾਉਣੇ ਸ਼ੁਰੂ ਕਰਤੇ ਚਾਰੇ ਪਾਸੇ, ਤੇ ਕਾਲ ਦੇ ਵਿੱਚ ਅਸੀਂ ਉਹ ਵੀਰ ਮੇਰਾ ਦੱਸ ਰਿਹਾ ਕਿ ਇੱਕੋ ਹੱਲ ਹੈ, ਬਾਹਰਲੇ ਮੁਲਕ 'ਚ ਬਹਿ ਜਾਓ। ਮੈਂ ਉਹ ਗੱਲ ਤੇ ਵੀ ਆਉਣਾ ਵੀਰੇ। ਤੇ ਮੈਂ ਕਿਹਾ ਜੀ ਸਾਰਿਆਂ ਨੂੰ ਫੋਨ ਲਾਉਣੇ ਸ਼ੁਰੂ ਕਰਤੇ ਕਿ ਵੀਰ ਫਿਰ ਤੋਂ ਆਉਣਾ ਆਪਾਂ, ਤੇ ਆਪਾਂ ਮੁੱਦੇ ਚੱਕੀਏ, ਤੇ ਆਪਾਂ ਆਪਣੇ ਇਸ ਲਈ ਆਵਾਜ਼ ਚੱਕੀਏ, ਇਸ ਧਰਨੇ ਨੂੰ ਵੀ ਆਪਾਂ ਮਜ਼ਬੂਤ ਕਰੀਏ। ਤੇ ਨਾਲ ਦੀ ਨਾਲ ਮੇਰਾ ਬੇੜੀਆਂ ਗਾਣਾ ਆ ਗਿਆ ਤੇ ਮੇਰਾ ਜੀਣਾ ਹਰਾਮ ਕਰਤਾ। ਕੁਝ ਕਾਂਗਰਸ ਦੇ ਲੀਡਰ ਸੀਗੇ, ਤੈਨੂੰ ਨੰਗਾ ਕਰ ਦਿਆਂਗੇ ਅਸੀਂ, ਤੈਨੂੰ ਆਹ ਕਰ ਦਿਆਂਗੇ, ਗਾਲਾਂ ਕੱਢਦੇ ਹੈਗੇ ਆ, ਨੰਬਰ ਦੇ ਦਿੰਦੇ ਆ ਕੁੱਤੇ ਬਿੱਲਿਆਂ ਨੂੰ। ਇਹ ਹੈ ਨੰਬਰ ਦੇ ਦੇ ਕੇ ਮੈਨੂੰ ਗਾਲਾਂ ਕਢਾਉਂਦੇ ਆ, ਕਿਤੇ ਚੰਗੀਆਂ ਮਾੜੀਆਂ ਥਾਵਾਂ ਤੋਂ ਫੋਨ ਕਰਾਉਂਦੇ ਆ 84। ਤੁਸੀਂ ਮੈਨੂੰ ਕੀ ਰੋਕ ਲੋਗੇ? ਤੁਸੀਂ ਵੀ ਹੁਣ ਦੇਖੋਗੇ। ਤੇ ਤੁਹਾਡਾ ਜੇ ਮੈਂ ਨਾਮ ਲੈ ਦਿਆਂ ਸਾਰਿਆਂ ਦਾ, ਇਕੱਲੇ ਦਾ ਨਾਮ ਲੈ ਦਿਆਂ, ਠੀਕ ਹੈ, ਤੇ ਤੁਹਾਡਾ ਬਣੂਗਾ ਕੀ ਕਿਹੜੀ ਹੱਦ ਤਾਈਂ ਤੁਸੀਂ ਜਾਣਦੇ ਹੋ? ਜਿਹੜਾ ਵੀਰ ਦੱਸ ਰਿਹਾ ਕਿ ਬਾਹਰਲੇ ਮੁਲਕ, ਵੀਰੇ ਮੈਂ ਆਸਟ੍ਰੇਲੀਆ ਹੈਗਾ ਆਹੀ ਚੀਜ਼ਾਂ ਤੋਂ, ਕਿਉਂਕਿ ਮੈਨੂੰ ਹਰ ਮਹੀਨੇ ਥਾਣਿਆਂ ਕਚਹਿਰੀਆਂ 'ਚ ਥ੍ਰੈਟ ਸੀਗੇ ਮਾਰਨ ਦੇ ਵੀਰੇ। ਨਾ ਕੋਈ ਵੈਰ ਨਾ ਵਿਰੋਧ ਕਿਸੇ ਨਾਲ। ਇੰਸਟਾ ਤੇ ਸ਼ਰੇਆਮ ਥੱਲੇ ਕਮੈਂਟਾਂ 'ਚ ਆ ਰਿਹਾ ਸੀਗਾ। ਤੇ ਮੈਂ ਹੁਣ ਤੁਹਾਨੂੰ ਦੱਸਦਾ ਹਾਲਾਤ ਕੀ ਹੈ। ਸਾਡੇ ਪੰਜਾਬ ਦੇ ਇਕੱਲੇ ਪੋਲੀਟੀਸ਼ੀਅਨ ਵੀ ਇਹ ਗੱਲ ਸੁਣ ਲੈਣ, ਲੋਕ ਵੀ ਸੁਣ ਲੈਣ। ਸਾਡੇ ਪੰਜਾਬ ਦੇ ਹਾਲਾਤ ਸਾਡੇ ਲੋਕਾਂ ਨੇ ਕਸ਼ਮੀਰ ਤੋਂ ਬਿਹਤਰ ਕਰ ਦਿੱਤੇ ਆ। ਕੀ ਕਰੀਏ, ਕਿੱਥੇ ਜਾ ਕੇ ਮਰ ਜਾਈਏ? ਜੇ ਬੋਲਦੇ ਆ ਸਾਰੇ ਪਿੱਛੇ ਕੁੱਤਿਆਂ ਵਾਂਗੂ ਪੈ ਜਾਂਦੇ ਆ। ਸ਼ੋਆਂ ਤੋਂ ਕਮਾਈ ਆਉਂਦੀ ਹੈ। ਬਾਹਰ ਦੇ ਸ਼ੋਅ ਸਾਰੇ ਕੈਂਸਲ ਕਰਤੇ ਵੀਰੇ, ਮੈਂ ਨਹੀਂ ਲਾ ਰਿਹਾ ਸ਼ੋਅ। ਸੋਚਦਾ ਜਦੋਂ ਪੂਰਾ ਸਾਰਾ ਕੁਝ ਠੀਕ ਹੋ ਜੂ, ਸਿਕਿਉਰਿਟੀ ਹੋਊਗੀ, ਉਦੋਂ ਕਿਤੇ ਸ਼ੋਅ ਲਾ ਲੂੰਗਾ। ਡਰਦਾ ਨਿਕਲਦਾ ਨਹੀਂ ਵੀਰੇ, ਕਿਉਂਕਿ ਮੈਨੂੰ ਪਤਾ ਇਹਨਾਂ ਨੇ ਮੈਨੂੰ ਮਰਵਾ ਦੇਣਾ। ਮੁੱਦਾ ਬਣਾ ਲੈਂਦੇ ਆ ਫਲਾਨਾ। ਮੈਨੂੰ ਜਿਹੜਾ ਆਹ ਬੇੜੀਆਂ ਗਾਣੇ ਤੋਂ ਬਾਅਦ ਜਿਹੜੇ ਕਹਿੰਦੇ ਸੀ ਕਿ ਤੈਨੂੰ ਨੰਗਾ ਕਰ ਦਿਆਂਗੇ, ਫਲਾਨਾ ਕਰ ਦਿਆਂਗੇ, ਜਿਹੜੇ ਆ ਗੱਲਾਂ ਕਰ ਰਹੇ ਸੀ ਤੁਸੀਂ, ਤੁਹਾਡੀਆਂ 1000 ਕਲਮਾਂ ਤੁਸੀਂ ਸਰਕਾਰੀ ਕਲਮਾਂ ਤੁਹਾਡੀਆਂ ਚਲਾ ਲਓ ਮੇਰੇ ਖਿਲਾਫ। ਤੁਸੀਂ ਜਿੱਥੋਂ ਵਾਹ ਲੱਗਦਾ ਹੈ ਮੈਨੂੰ ਨੰਗਾ ਛੱਡੋ, ਜੋ ਕਰਨਾ ਹੈ। ਤੁਹਾਨੂੰ ਮੈਂ ਇਹ ਵੀ ਦੱਸ ਦਿਆਂ, ਤੁਹਾਡੇ ਕੋਲ ਇੱਕੋ ਹੱਲ ਹੈ। ਤੁਹਾਡੇ ਕੋਲ ਇੱਕੋ ਹੱਲ ਹੈਗਾ, ਉਹ ਹੈ ਤੁਸੀਂ ਕਿਸੇ ਤੋਂ ਮਰਵਾਉਣਾ ਹੈ ਮੈਨੂੰ। ਜਿੱਦਾਂ ਗੋਲੀ ਮਰਾ ਦਿਓਗੇ ਉਦਾਂ ਟਿਕ ਜੂੰਗਾ। ਉਹਨਾਂ ਚਿਰ ਤੁਹਾਡੀਆਂ 1000 ਕਲਮਾਂ ਤੇ ਮੇਰੀ ਆਹ ਇੱਕ ਕਲਮ ਹੈ। ਤੁਹਾਡੀ ਜੇ ਨੀਂਦ ਨਾ ਡਾਤੀ ਮੈਂ ਰਾਤਾਂ ਦੀ ਸਾਰਿਆਂ ਦੀ, ਦੱਲੇ ਹੋ ਤੁਸੀਂ ਦੱਲੇ, ਤੁਹਾਡੀ ਸਭ ਦੀ ਨੀਂਦ ਡਾ ਕੇ ਰੱਖੂੰਗਾ। 1000 ਕਲਮਾਂ ਚਲਾ ਲਓ, ਬਾਬਾ ਮਿਹਰ ਕਰੇ। ਤੁਸੀਂ ਮੈਨੂੰ ਕੀ ਜਲੀਲ ਕਰ ਦੋਗੇ? ਤੁਸੀਂ ਮੇਰਾ ਕੀ ਕਰ ਕੀ ਦੋਗੇ? ਫਿਰ ਆਉਣਾ ਮੈਂ ਕੱਲ ਦੇ ਮੇਰੇ ਖਿਲਾਫ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਹੈਗੀਆਂ। ਕੋਈ ਗਿਲਾ ਨਹੀਂ ਇਸ ਚੀਜ਼ ਦਾ। ਮੈਂ ਉਹ ਵਕੀਲ ਵੀਰ ਨੂੰ ਵੀ ਕਹਿਣਾ ਕਿ ਵੀਰ ਕੋਈ ਗੱਲ ਨਹੀਂ, ਪਰ ਹੈਰਾਨੀ ਹੈ ਕਿ ਜਦੋਂ ਮੈਂ ਚੰਗੇ ਗਾਣੇ ਕਰਨ, ਮੈਂ ਕਿੰਨਾ ਕੁਝ ਪੰਜਾਬ ਲਈ ਕਰਦਾ ਹੈਗਾ। ਮੈਂ ਪੰਜਾਬ ਲਈ ਨਹੀਂ, ਕਿਉਂਕਿ ਮੈਂ ਪੰਜਾਬ ਦਾ ਦਿੱਤਾ ਖਾਨਾ ਹੈ। ਕੋਈ ਸਾਨ ਨਹੀਂ ਕਰ ਰਿਹਾ ਮੈਂ ਕਿਸੇ ਤੇ। ਹੁਣ ਉਹ ਵੀਰ ਨੇ ਵਕੀਲ ਭਰਾ ਹੈਗਾ, ਚਲੋ ਹੈ ਵੀਰ ਸੁਲਝਿਆ ਸਿਆਣਾ। ਪੰਜਾਬ 'ਚ KGF ਪੁਸ਼ਪਾ ਚੱਲ ਪਈ। ਪੁਸ਼ਪਾ ਮੂਵੀ 'ਚ ਉਹਨਾਂ ਨੇ IPS ਨੂੰ ਨੰਗਾ ਕਰਕੇ ਕੁੱਟਿਆ ਐਂਡ 'ਚ। ਕੋਈ ਪਰਚਾ ਹੋਇਆ ਵੀਰੇ? ਕੋਈ ਆ YouTube ਤੇ ਗੰਦ ਪਿਆ ਖੜਾ, ਕੋਈ ਪਰਚਾ ਹੁੰਦਾ ਵੀਰੇ? ਨੈਟਫਲਿਕਸ ਤੇ ਕੀ ਚੱਲਦਾ, ਕੋਈ ਪਰਚਾ ਹੁੰਦਾ? ਮੈਂ ਕਹਿੰਦਾ ਵੀ ਸਾਰੇ ਪੰਜਾਬ ਦਾ ਹੈਗਾ, ਸਾਰੇ ਪੰਜਾਬ ਦਾ ਤੁਸੀਂ ਇੱਕੋ ਦਮ ਖਤਮ ਕਰ ਦਿਓ ਨਾ।
ਸਾਰੇ ਪੰਜਾਬ ਦਾ ਇੱਕੋ ਦਮ ਖਤਮ ਕਰ ਦਿਓ। ਨੈਟਫਲਿਕਸ ਬੰਦ ਕਰਾ ਦਿਓ, YouTube ਤੋਂ ਬੰਦ ਕਰਾ ਦਿਓ, ਸਾਰੇ ਇੰਡੀਆ ਦਾ, ਜਾਂ ਫਿਰ ਪੰਜਾਬ ਨੂੰ ਇੱਕ ਵੱਖਰਾ ਹੀ ਕਾਨੂੰਨ ਬਣਾਈ ਬੈਠੇ ਹੋ ਤੁਸੀਂ ਪੰਜਾਬ ਲਈ। ਮੈਂ ਤਾਂ ਖੁਦ ਕਹਿ ਰਿਹਾ ਕਿ ਸਾਰੇ ਪੰਜਾਬ ਦਾ ਬੰਦ ਕਰ ਦਿਓ ਇਕੱਠਾ, ਪਰ ਕੋਈ ਵਾਇਲੈਂਸ ਹੋਰ ਨਹੀਂ। ਆਹ ਪਠਾਨ ਮੂਵੀ 'ਚ ਤਾੜ ਗੋਲੀਆਂ ਚਲਾਈ ਜਾਂਦੇ ਆ ਯਾਰ, ਹੱਦ ਹੋ ਗਈ। ਡਿਸਕਲਾਈਮਰ ਵੀ ਦਿੱਤਾ ਮੈਂ ਤਾਂ ਗਾਣਿਆਂ 'ਚ, ਤੇ ਮੈਂ ਹੀ ਦੇਖਦਾ ਸਭ ਨੂੰ। ਤੇ ਮੈਨੂੰ ਇੱਕ ਚੀਜ਼ ਤੇ ਅੱਜ ਬੜਾ ਦੁੱਖ ਹੋਇਆ। ਚੱਲ ਸਾਰੇ ਕੀ ਪੰਜਾਬ ਦੇ ਲੋਕਾਂ ਨੂੰ ਨਹੀਂ ਪਤਾ ਕਿ ਕੀ ਸਾਜ਼ਿਸ਼ਾਂ ਚੱਲਦੀਆਂ, ਕਿਵੇਂ ਕਿਸੇ ਬੰਦੇ ਨੂੰ ਫਸਾਉਂਦੇ ਆ, ਕਿਵੇਂ ਸਰਕਾਰ ਕੀ ਹੱਥਕੰਡੇ ਅਪਣਾਉਂਦੀ ਹੈ। ਪੰਜਾਬ ਦੇ ਲੋਕ, ਤੁਸੀਂ ਤਾਂ ਵੀਰੇ ਸਿਆਣੇ ਹੋ ਯਾਰ। ਇੱਕ ਵਕੀਲ ਵੀਰ ਆ ਕੇ ਉਹ ਪੁੱਛ ਰਿਹਾ ਹੈਗਾ, ਉਹ ਰਿਪੋਰਟਰ ਭਰਾ ਨੇ, ਦੈਨਿਕ ਸਵੇਰਾ ਦੇ ਰਿਪੋਰਟਰ ਨੇ ਪੁੱਛਿਆ, ਕਹਿੰਦੇ ਵੀ ਵੀਰੇ ਵੀ ਕਲਾਕਾਰ ਕਹਿੰਦੇ ਹੈਗੇ ਆ ਵੀ ਚਲੋ ਇਹ ਕਮਰਸ਼ੀਅਲ ਗਾਣੇ ਸਾਨੂੰ ਗਾਉਣੇ ਪੈਂਦੇ ਆ, ਕਿਸੇ ਰਿਪੋਰਟਰ ਨੇ ਕਿਹਾ। ਤੇ ਉਹ ਵੀਰ ਅੱਗੋਂ ਕਹਿੰਦਾ ਕਿ ਮੈਂ ਤਾਂ ਇਹਨਾਂ ਨੂੰ ਸਲਾਹ ਦਿੰਦਾ ਕਿ ਇਹ ਐਕਸ ਨਾਮ ਦੀਆਂ ਫਿਲਮਾਂ ਆਉਂਦੀਆਂ, ਬਲੂ ਫਿਲਮਾਂ, ਉਹ ਕਹਿੰਦਾ ਇਹਦੇ ਪਰਿਵਾਰ ਨੂੰ ਮੈਂ ਕਹਿੰਦਾ ਇਹਨਾਂ ਦੇ ਨੂੰ ਉਹ ਫਿਲਮਾਂ ਬਣਾ ਲੈਣ, ਤੇ ਇਹਨਾਂ ਦੀਆਂ ਮੈਂ ਢਿੱਡ ਦੇਖੂੰਗਾ, ਫਲਾਨਾ ਦੇਖੂੰਗਾ। ਵੀਰੇ ਕੀ ਬੋਲੀ ਜਾਂਦਾ ਭਰਾ? ਸਿਆਣਾ ਸੋਤਾ ਬੰਦਾ ਯਾਰ ਵੀਰੇ, ਤੂੰ ਵਕੀਲ ਹੈ ਭਰਾ, ਵਕੀਲ ਬੰਦਾ ਯਾਰ ਵੀਰੇ, ਹੱਦ ਹੋਈ ਪਈ ਹੈ। ਇੱਕ ਕੀ ਵਕੀਲ ਹੋ ਜਾਣਾ ਜਾਂ ਇੱਕ ਲੀਡਰ ਹੋ ਜਾਣਾ, ਜਾਂ ਤੁਸੀਂ ਸਰਕਾਰੀ ਮਹਿਕਮੇ 'ਚ ਹੋਏ ਹੋ, ਤੁਸੀਂ ਇੰਨੇ ਖੁੱਲ੍ਹ ਜਾਂਦੇ ਹੋ ਵੀਰੇ। ਮੈਂ ਵਕੀਲ ਭਰਾਵਾਂ ਨੂੰ ਵੀ ਇੱਕ ਸਲਾਹ ਦਿੰਦਾ, ਮੈਨੂੰ 2-4 ਅੱਜ ਭਾਈ ਸਾਹਿਬ ਰਾਜੋਆਣਾ ਜੀ ਜਿਹੜੇ ਜੇਲ੍ਹ 'ਚ ਹੈਗੇ, ਉਹਨਾਂ ਦੀ ਆਈ ਥਿੰਕ ਸਿਸਟਰ ਦਾ ਫੋਨ ਆਇਆ ਸੀ ਮੈਨੂੰ, ਭੈਣ ਦਾ ਫੋਨ ਆਇਆ ਸੀਗਾ। ਅੱਜ ਤੋਂ ਬੇੜੀਆਂ ਗਾਣੇ ਤੋਂ ਆਈ ਥਿੰਕ ਦੂਜੇ ਤੀਜੇ ਦਿਨ ਉਸ ਭੈਣ ਦਾ ਦਰਦ ਸੁਣ ਕੇ ਕਾਲਜੇ ਪਾਟਦੇ ਆ। 26 ਸਾਲਾਂ ਤੋਂ ਉਹਨਾਂ ਦਾ ਪਰਿਵਾਰ ਹੈਗਾ ਜਿਹੜਾ ਜੇਲ੍ਹਾਂ 'ਚ ਬੈਠਾ ਹੈਗਾ। ਸਾਡਾ ਵਕੀਲ ਭਰਾ ਹੈਗੇ ਆ, ਘੱਟ ਤੋਂ ਘੱਟ ਉਹਨਾਂ ਲਈ ਕੇਸ ਲੜਦੀ ਹੈ ਵੀਰੇ। ਸਾਨੂੰ ਤਾਂ ਤੁਸੀਂ ਕੰਜਰ ਕਹਿੰਦੇ ਹੋ, ਉਸ ਤਾਂ ਹੈ ਹੀ ਕੰਜਰ। ਚਲੋ ਤੁਸੀਂ ਸਾਨੂੰ, ਸਾਡੇ ਵਰਗਿਆਂ ਪਿੱਛੇ ਤੁਸੀਂ ਕਲਮਾ ਕਹਿੰਦੇ ਹੋ ਵੀ ਅਸੀਂ ਕਲਮਾ ਦਾ ਜ਼ੋਰ ਦਿਖਾਵਾਂਗੇ ਫਲਾਨਾ। ਮੈਂ ਕਹਿੰਦਾ ਬੰਦੀ ਸਿੰਘਾਂ ਲਈ ਕੇਸ ਲੜ ਲਈਏ। 26 ਸਾਲਾਂ ਤੋਂ ਜੇਲ੍ਹ 'ਚ ਆ ਵੀਰੇ। ਚਲੋ ਜੋ ਵੀ ਆ, ਬਹੁਤ ਔਖਾ ਭਰਾ ਜ਼ਿੰਦਗੀ 'ਚ। ਬੜੇ ਕਲਾਕਾਰਾਂ ਨੇ ਮੈਨੂੰ ਜੋ ਹੋ ਰਹੀਆਂ, ਚਲੋ ਆਪ ਚੁਣੇ ਰਾਹ ਏ, ਆਪ ਚੁਣੇ। ਬੜੇ ਲੋਕਾਂ ਨੇ, ਬੜੇ ਭਰਾਵਾਂ ਨੇ ਬੈਠ ਕੇ ਕਹਿਣਾ ਕਿ ਸ਼੍ਰੀ ਜ਼ਿੰਦਗੀ ਐਡੀ ਔਖੀ ਹੋ ਜੂ, ਤੇਰੀ ਜ਼ਿੰਦਗੀ ਨਰਕ ਕਰ ਦੇਣਗੇ। ਨਾ ਇਹਨਾਂ ਨਾਲ ਭਿੜ, ਆਪਣੀ ਔਕਾਤ ਨਹੀਂ ਗੀ ਇਸ ਸਿਸਟਮ ਨਾਲ ਭਿੜਨ ਦੀ। ਕੀ ਕਰਦਾ ਮੈਂ? ਸ਼ੋਅ ਨਹੀਂ ਡਰਦੇ ਲਾ ਰਹੇ ਵੀਰੇ, ਨਾ ਕਿਸੇ ਦਾ ਲੱਗਣਾ ਹੈਗਾ, ਮਾਰ ਕਿਸੇ ਨੇ ਜਾਣਾ ਹੈ। ਕੀ ਕਰੀਏ? ਬਹੁਤ ਔਖੀ ਜ਼ਿੰਦਗੀ ਹੈ। ਪਰ ਮੈਂ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਕਹਿਣਾ, ਜਿੰਨੇ ਕੁ ਵੀ ਸਾਡੇ ਚਾਹਣ ਵਾਲੇ ਆ, ਤੁਹਾਨੂੰ ਕਹਿਣਾ ਮੈਂ ਜੋ ਮੀਡੀਆ ਹੈਗਾ, ਘੱਟ ਤੋਂ ਘੱਟ ਰਿਕਵੈਸਟ ਹੀ ਕਰ ਸਕਦਾ ਤੁਹਾਨੂੰ ਹੱਥ ਜੋੜ ਕੇ ਕਿ ਘੱਟ ਤੋਂ ਘੱਟ ਸਾਰੇ ਰਲ ਮਿਲ ਕੇ ਪੰਜਾਬ ਨੂੰ ਘੱਟ ਤੋਂ ਘੱਟ ਆ ਸਾਜ਼ਿਸ਼ਾਂ ਚੋਂ ਕੱਢ ਲਈਏ ਆਪਾਂ। ਠੀਕ ਹੈ? ਨਹੀਂ ਤਾਂ ਅਸੀਂ ਕਿਸੇ ਦਿਨ ਲਾਸ਼ਾਂ ਚੱਕ ਲਵਾਂਗੇ ਸਾਡੀਆਂ, ਬਾਅਦ 'ਚ ਗੱਲਾਂ ਕਰਨ ਜੋਗੇ ਰਹਿ ਜਾਾਂਗੇ ਆਪਾਂ। ਵਿਚਾਰਾ ਬਥੇਰਾ ਰੋਂਦਾ ਹੁੰਦਾ ਸੀਗਾ। ਇੱਕ ਦਿਨ ਮੈਂ ਹੈਪੀ ਵੀਰ ਦੀ ਗੱਲ ਸੁਣੀ, ਕਹਿੰਦਾ ਕਿਸੇ ਨੇ ਸਿੱਧੂ ਗਾਣੇ 'ਚ ਕਹਿੰਦਾ ਹੁੰਦਾ ਸੀ ਵੀ ਮੈਨੂੰ ਐਂ ਦੁੱਖ ਹੈ, ਮੈਂ ਕਿਹਦੇ ਕੋਲ ਗੱਲ ਕਰਾਂ, ਦੁਖੀ ਹਾਂ ਜ਼ਿੰਦਗੀ 'ਚ ਫਲਾਨਾ, ਹੈ ਨਾ। ਜਾਂ ਕੋਈ ਵੀ ਕਲਾਕਾਰ ਹੈਗਾ, ਉਹ ਆਪਦੇ ਗੀਤਾਂ 'ਚ, ਅਕਸਰ ਕਲਾਕਾਰ ਜਿਹੜੇ ਹੁੰਦੇ ਗੀਤਾਂ 'ਚ, ਉਹ ਜਿਹੜੇ ਲਿਖਣ ਵਾਲੇ ਹੈ, ਉਹ ਦਰਦ ਲਿਖਦੇ ਆ। ਤੇ ਆ ਬੋਲ ਕੀ ਕਹੀ ਜਾਂਦੇ ਆ ਵੀਰੇ? ਕਿਹਦੇ ਨਾਲ ਲੜਾਂ ਮੈਂ ਜਾ ਕੇ? ਬੀਜੇਪੀ ਨਾਲ ਲੜ ਲਾਂ, ਕਾਂਗਰਸ ਨਾਲ ਲੜ ਲਾਂ, ਸਰਕਾਰਾਂ ਨਾਲ ਲੜ ਲਾਂ, ਵਕੀਲਾਂ ਨਾਲ ਲੜ ਲਾਂ, ਹੈਂ? ਕਿਹਦੇ ਨਾਲ ਲੜਾਂ? ਘੱਟ ਤੋਂ ਘੱਟ ਨਾਲ ਖੜਿਆ ਕਰੋ ਮੇਰੇ ਭਰਾ। ਬੜੀਆਂ ਜ਼ਿੰਦਗੀ 'ਚ ਬਹੁਤ ਕੁਛ।
ਇੰਡਸਟਰੀ ਨੂੰ ਹੱਲ ਕੱਢਣਾ ਪੈਣਾ। ਇੰਡਸਟਰੀ ਨੂੰ ਬਥੇਰੇ ਹੱਥ ਜੋੜੇ ਆ ਵੀਰੇ, ਮੈਂ ਇੰਡਸਟਰੀ ਨੂੰ ਬਥੇਰੇ ਹੱਥ ਜੋੜੇ ਆ, ਇਕੱਠੇ ਹੋ ਜਾਓ। ਘੱਟ ਤੋਂ ਘੱਟ ਇੰਡਸਟਰੀ ਕੀ ਕਰੀਏ, ਇੰਡਸਟਰੀ ਤਾਂ ਆਪ ਇੰਡਸਟਰੀ ਨੂੰ ਦੇਖ ਕੇ ਖੁਸ਼ ਨਹੀਂ ਗੀ ਵੀਰੇ। ਇੰਡਸਟਰੀ ਦਾ ਹਾਲ ਹੋਇਆ ਪਿਆ। ਪਰ ਫਿਰ ਵੀ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ, ਤੁਹਾਡੇ ਲਈ ਜਿੰਨਾ ਚਿਰ ਬੈਠੇ ਆ ਬੋਲਾਂਗੇ ਵੀ, ਸਾਰਾ ਕੁਝ ਕਰਾਂਗੇ, ਪਰ ਘੱਟ ਤੋਂ ਘੱਟ ਨਾਲ ਖੜ ਜਾ ਕਰੋ ਮੇਰੇ ਭਰਾ, ਠੀਕ ਹੈ। ਤੇ ਇੰਨੀ ਗੱਲ ਕਹਿਣੀ ਹੈ। ਬਾਕੀ ਬਾਬਾ ਚੜ੍ਹਦੀ ਕਲਾ 'ਚ ਰੱਖੇ। ਜਿਵੇਂ ਮੈਂ ਹੁਣ ਕੀ ਆਖਾਂ ਕਿ ਮੇਰੀ 3-4 ਦਿਨ ਪਹਿਲਾਂ ਉਹਨਾਂ ਭੈਣ ਜੀ ਨਾਲ ਗੱਲ ਹੋਈ ਤਾਂ ਵੀਰੇ ਉਹ ਗੱਲ ਆਈ ਥਿੰਕ ਹੋਈ ਹੋਣੀ ਅੱਧਾ ਘੰਟਾ। ਭੈਣ ਨੇ ਹਾਲ ਸੁਣਾਏ ਕਿ ਵੀਰੇ ਘਰ ਪੱਟੇ ਗਏ, ਕੀ ਕਰੀਏ, 26 ਸਾਲ ਤੋਂ ਜੇਲ੍ਹਾਂ 'ਚ ਬੈਠੇ ਐ। ਇੰਨਾ ਦੁੱਖ ਹੋਇਆ ਗੱਲਾਂ ਸੁਣ ਕੇ। ਅੱਧਾ ਘੰਟਾ ਤਾਂ ਹੀ ਬੈਠਾ ਰੋਈ ਗਿਆ ਹੈ। ਕੀ ਕਰ ਲਈਏ, ਬੋਲਣਾ ਪਊਗਾ ਨਾ, ਬੋਲਣਾ ਤਾਂ ਪਊਗਾ ਵੀਰੇ। ਘੱਟ ਤੋਂ ਘੱਟ ਮੋਰਚੇ ਦੇ ਨਾਲ ਹੱਕ 'ਚ ਆਈਏ, ਗਾਣਿਆਂ ਦੇ ਥਰੂ ਆਈਏ। ਸਾਡੀ ਇੰਡਸਟਰੀ ਨੂੰ ਵੀ ਮੈਂ ਕਹਿਣਾ, ਠੀਕ ਹੈ ਬੜਾ ਕੁਝ ਝੱਲਣਾ ਪਊਗਾ, ਪਰ ਕੁਛ ਨਹੀਂ ਹੁੰਦਾ ਜ਼ਿੰਦਗੀ 'ਚ, ਬੜਾ ਕੁਝ ਝੱਲਣਾ ਪੈਂਦਾ। ਸਭ ਤੇ ਆਉਂਦੀਆਂ ਇਹ ਚੀਜ਼ਾਂ, ਸਭ ਤੇ ਆਉਂਦੀਆਂ। ਪਰ ਇੰਨੀ ਕੁ ਤੁਹਾਨੂੰ ਰਿਕਵੈਸਟ ਕਰਦਾ, ਹੱਥ ਜੋੜ ਕੇ ਇੰਨੀ ਕੁ ਬੇਨਤੀ ਕਰਦਾ ਕਿ ਇਹ ਮੋਰਚੇ ਚੀਜ਼ਾਂ ਆਪਾਂ ਇਹਨਾਂ ਨੂੰ ਟੁੱਟਣ ਨਾ ਦਈਏ। ਜਿੰਨੀ ਕੁ ਕੋਸ਼ਿਸ਼ ਹੋ ਸਕਦੀ ਆਪਾਂ ਨਾਲ ਖੜੀਏ, ਜਿੰਨੀ ਕੁ ਆਪਾਂ ਕਰ ਸਕਦੇ ਹਾਂ ਆਪਾਂ ਇੱਕ ਦੂਜੇ ਦਾ ਹੱਥ ਫੜ ਕੇ ਤੁਰੀਏ। 100 ਚੀਜ਼ਾਂ ਚੱਲਣੀਆਂ, 100 ਸਿਆਸਤਾਂ ਚੱਲਣੀਆਂ, ਪਰ ਬਾਬਾ ਮਿਹਰ ਕਰੇ ਇੱਕ ਦੂਜੇ ਦੇ ਨਾਲ ਖੜੀਏ ਘੱਟ ਤੋਂ ਘੱਟ ਮੇਰਾ ਭਰਾ, ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਆਪਾਂ ਅੱਜ ਗੱਲ ਕਰਨੀ ਆ ਗਾਉਣ ਵਾਲਾ ਜਿਹੜਾ ਮੁੰਡਾ ਕਲਾਕਾਰ ਆ, ਗੀਤ ਲਿਖਦਾ ਵੀ ਆ, ਗੀਤਕਾਰ ਵੀ ਆ ਤੇ ਗਾਉਂਦਾ ਵੀ ਆ, ਸ਼੍ਰੀ ਬਰਾੜ। ਤੁਸੀਂ ਪਹਿਲਾਂ ਵੀ ਉਹਦੇ ਕਾਫੀ ਜਿਹੜੇ ਗੀਤ ਮਸ਼ਹੂਰ ਹੋਏ ਨੇ, ਉਹਦੇ ਲਿਖੇ ਹੋਏ ਗਾਏ ਹੋਏ ਤੁਸੀਂ ਸੁਣੇ ਹੋਣੇ ਆ ਸਾਰਿਆਂ ਨੇ। ਕਿਸਾਨੀ ਅੰਦੋਲਨ ਵੇਲੇ ਜਿੰਨੇ ਕਿਸਾਨ ਐਂਥਮ, ਕਿਸਾਨੀ ਦੇ ਉੱਤੇ ਗੀਤ ਆਏ, ਬਹੁਤ ਮਸ਼ਹੂਰ ਹੋਏ। ਕਈ ਕਲਾਕਾਰਾਂ ਨੇ ਮਿਲ ਕੇ ਉਹ ਗੀਤ ਜਿਹੜੇ ਉਹ ਗਾਏ ਸੀ। ਤਾਂ ਉਸ ਸਮੇਂ ਦੌਰਾਨ ਵੀ ਸ਼੍ਰੀ ਬਰਾੜ ਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਸੀ। ਸ਼੍ਰੀ ਬਰਾੜ ਨੂੰ ਕੁੱਟਿਆ ਵੀ ਗਿਆ ਸੀ ਥਾਣੇ 'ਚ ਲਿਜਾ ਕੇ, ਜਲੀਲ ਵੀ ਕੀਤਾ ਗਿਆ ਸੀ ਤੇ ਕਈ ਦਿਨ ਉਹਦੇ ਉਦੋਂ ਜੇਲ੍ਹ 'ਚ ਲਵਾਤੇ ਸੀ। ਇਹ ਮੈਂ ਗੱਲ ਕਰ ਰਿਹਾ ਜਦੋਂ ਕਿਸਾਨੀ ਅੰਦੋਲਨ ਪੂਰਾ ਭਖਿਆ ਹੋਇਆ ਸੀ ਤੇ ਸ਼੍ਰੀ ਬਰਾੜ ਨੇ ਉਸ ਸਮੇਂ ਦੇ ਵਿੱਚ ਕਿਸਾਨ ਐਂਥਮ ਜਿਹੜਾ ਗੀਤ ਆ ਉਹ 2 ਉਹਦੇ ਹਿੱਸੇ ਆਏ ਸੀ। ਉਸ ਇਨਸਾਨ ਨੇ ਲਿਖੇ ਸੀ ਤੇ ਕਈ ਕਲਾਕਾਰਾਂ ਨੇ ਗਾਏ ਸੀ। ਸੋ ਸਮੇਂ-ਸਮੇਂ ਤੇ ਉਸ ਇਨਸਾਨ ਨੇ ਹਮੇਸ਼ਾ ਚੰਗਾ ਲਿਖਣ ਦੀ, ਚੰਗਾ ਗਾਉਣ ਦੀ ਕੋਸ਼ਿਸ਼ ਕੀਤੀ ਆ। ਹੁਣ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਤਾਂ ਇਸ ਮੋਰਚੇ ਦੌਰਾਨ ਉਹਨੇ ਬੇੜੀਆਂ ਗੀਤ ਆ ਜਿਹੜਾ ਉਹ ਗਾਇਆ। ਤਾਂ ਨਾਲ ਦੀ ਨਾਲ ਉਹਦੇ ਤੇ ਕੋਈ ਵਕੀਲ ਹੈ, ਉਹ ਕਹਿੰਦਾ ਜੀ ਮੈਂ ਇਸ ਬੰਦੇ ਦੇ ਖਿਲਾਫ ਹਾਈ ਕੋਰਟ ਤੱਕ ਜਾਊਂਗਾ, ਮੈਂ DGP ਤੱਕ ਜਾਊਂਗਾ, ਮੈਂ ਸਰਕਾਰ ਤੱਕ ਪਹੁੰਚ ਕਰੂੰਗਾ ਤੇ ਇਹ ਤੇ ਮੁਕੱਦਮਾ ਕਹਿੰਦਾ ਦਰਜ ਹੋਣਾ ਚਾਹੀਦਾ। ਉਹਦਾ ਇੱਕ ਹੋਰ ਕੋਈ ਗੀਤ ਆਇਆ, ਉਹ ਵਕੀਲ ਇਹ ਗੱਲ ਕਹਿ ਰਿਹਾ ਕਿ ਇਸ ਗੀਤ ਦੇ ਵਿੱਚ ਉਹਨੇ ਹਥਿਆਰਾਂ ਨੂੰ ਉਤਸ਼ਾਹਿਤ ਕੀਤਾ, ਪ੍ਰਮੋਟ ਕੀਤਾ। ਨਾਲ ਕਹਿੰਦਾ 295 ਧਾਰਾ ਉਹ ਵੀ ਲਾਈ ਜਾਵੇ। ਤੇ ਹੁਣ ਕਈ ਜਿਹੜੇ ਆਪੇ ਸਮਾਜ ਦੇ ਬਣੇ ਠੇਕੇਦਾਰ ਨੇ, ਧਰਮ ਦੇ ਬਣੇ ਠੇਕੇਦਾਰ ਨੇ, ਉਹ ਵੱਖ-ਵੱਖ ਵਰਗਾਂ 'ਚ ਬੈਠੇ ਆ। ਉਹ ਵਕੀਲਾਂ 'ਚ ਵੀ ਹੈਗੇ ਆ,
ਉਹ ਹੋਰ ਖੇਤਰਾਂ 'ਚ ਵੀ ਹੈਗੇ ਆ ਜਿਨ੍ਹਾਂ ਨੂੰ ਇਹ ਲੱਗਦਾ ਕਿ ਜਿਹੜੇ ਵੀ ਇਨਸਾਨ ਨੇ ਕੁਝ ਗਾਉਣਾ, ਲਿਖਣਾ, ਖਾਣਾ, ਪਹਿਨਣਾ, ਉਹ ਸਾਥੋਂ ਪੁੱਛਿਆ ਜਾਵੇ ਪਹਿਲਾਂ, ਕਿਉਂਕਿ ਇਸ ਮੁਲਕ ਦਾ ਜੋ ਮਾਹੌਲ ਚੱਲ ਰਿਹਾ ਹੈ, ਜੋ ਇਸ ਭਾਰਤੀ ਹਕੂਮਤ ਹੈ ਜਿਹੜੀ ਆਪਣੇ ਤਰੀਕੇ ਨਾਲ ਭਾਰਤ ਦਾ ਇਤਿਹਾਸ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰ ਰਹੀ ਆ, ਲਿਖ ਹੀ ਰਹੇ ਨੇ। ਉਹ ਤੈਅ ਕਰ ਰਹੇ ਨੇ ਲੋਕਾਂ ਨੇ ਕਿਹੜਾ ਕੱਪੜਾ ਪਹਿਨਣਾ, ਕਿਹੜਾ ਨਹੀਂ ਪਹਿਨਣਾ, ਕੀ ਖਾਣਾ, ਕੀ ਪੀਣਾ, ਕੀ ਬੋਲਣਾ, ਜਾਣੇ ਹਰ ਤੁਹਾਡੇ ਕੰਮ ਦੇ ਉੱਤੇ ਪਾਬੰਦੀ ਲਾਈ ਜਾ ਰਹੀ ਹੈ। ਸੋ ਉਹਨਾਂ ਵਿੱਚੋਂ ਹੀ ਉੱਠ ਕੇ ਇਹ ਜਿਹੇ ਵਕੀਲ ਨੇ ਜਿਹੜੇ ਇਹ ਜਿਹੀਆਂ ਗੱਲਾਂ ਕਰਦੇ ਨੇ ਕਿ ਸ੍ਰੀ ਬਰਾੜ ਨੇ ਆਹ ਕਰਤਾ, ਸ੍ਰੀ ਬਰਾੜ ਨੇ ਉਹ ਕਰਤਾ ਤੇ ਮੁਕੱਦਮਾ ਦਰਜ ਕਰਾਵਾਂਗੇ। ਸੋ ਪਹਿਲਾਂ ਤਾਂ ਮੈਂ ਉਸ ਵਕੀਲ ਨੂੰ ਪੁੱਛਣਾ ਚਾਹੁੰਦਾ ਵੀ ਭਾਈ ਸਾਹਿਬ, ਪੁਸ਼ਪਾ ਫਿਲਮ ਆਈ ਆ, KGF ਫਿਲਮ ਆਈ ਆ, ਹੁਣੇ ਜਿਹੜੀ ਸੁਪਰ ਡੁਪਰ ਹਿੱਟ ਫਿਲਮ ਰਹੀ ਆ ਪਠਾਨ, ਇਹ ਫਿਲਮਾਂ ਆਈਆਂ ਨੇ ਜਾਂ ਹੋਰ ਅਨੇਕਾਂ ਫਿਲਮਾਂ ਜਿਹੜੀਆਂ ਬਣੀਆਂ ਨੇ ਜਾਂ ਅੱਜ ਬਣ ਰਹੀਆਂ ਨੇ, ਜਿਨ੍ਹਾਂ ਫਿਲਮਾਂ ਦੇ ਵਿੱਚ ਮੈਨੂੰ ਲੱਗਦਾ ਉਹ ਗੱਲ ਇੱਕ ਕਰਦੇ ਆ ਤੇ ਗੋਲੀਆਂ 10 ਚਲਾਉਂਦੇ ਆ। ਗੋਲੀਆਂ ਵੀ ਉਹ ਕੋਈ ਪਿਸਤੌਲਾਂ ਰਫਲਾਂ ਨਾਲ ਨਹੀਂ, ਗੋਲੀਆਂ ਵੀ ਉਹ ਵੱਡੇ ਵੱਡੇ ਹਥਿਆਰਾਂ ਨਾਲ ਚਲਾਉਂਦੇ ਨੇ। ਉਧਰ ਨੂੰ ਕਦੋਂ ਮੂੰਹ ਕਰਨਾ ਹੈ, ਉਹਨਾਂ ਦੇ ਮੁਕੱਦਮਾ ਕਦੋਂ ਦਰਜ ਕਰਾਉਣਾ ਹੈ, ਜਾਂ ਫਿਲਮਾਂ ਕਦੋਂ ਬੈਨ ਕਰਾਉਣੀਆਂ ਨੇ। ਕਿ ਤੁਹਾਨੂੰ ਉਹੀ ਬੰਦੇ ਚੁੱਭਦੇ ਨੇ ਜਿਹੜੇ ਕੌਮ ਦੀ ਗੱਲ ਕਰਦੇ ਆ, ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ। ਬਹਾਨਾ ਤੁਸੀਂ ਕੋਈ ਨਾ ਕੋਈ ਘੜਨਾ ਹੁੰਦਾ, ਕੋਈ ਨਾ ਕੋਈ ਬਣਾਉਣਾ ਹੁੰਦਾ ਹੈ। ਬਹਾਨਾ ਤੁਸੀਂ ਬਣਾ ਲੈਂਦੇ ਹੋ ਵੀ ਹਥਿਆਰਾਂ ਨੂੰ ਪ੍ਰਮੋਟ ਕਰ ਰਿਹਾ ਜੀ, ਹਿੰਸਾ ਨੂੰ ਵਧਾ ਰਿਹਾ ਜੀ। ਠੀਕ ਆ, ਮੰਨ ਲੈਂਦੇ ਆ ਅਸੀਂ ਇਹ ਗੱਲਾਂ ਨੂੰ ਕਿ ਸਰਕਾਰ ਭਾਈ ਇਹਨਾਂ ਗੱਲਾਂ ਦੇ ਉੱਤੇ ਕਾਬੂ ਪਾਉਣਾ ਚਾਹੁੰਦੀ ਆ, ਪਰ ਇਹ ਸਾਰੇ ਥਾਈਂ ਲਾਗੂ ਹੋਣਾ ਚਾਹੀਦਾ ਨਾ। ਫਿਲਮਾਂ ਦੇ ਵਿੱਚ ਤਾਂ ਫਿਰ ਰੁਕ ਨਹੀਂ ਰਿਹਾ ਇਹ। ਫਿਲਮਾਂ ਨੂੰ ਤਾਂ ਸੈਂਸਰ ਬੋਰਡ ਪਾਸ ਕਰਦਾ, ਸੈਂਸਰ ਕਰਦਾ, ਫਿਰ ਉੱਥੇ ਵੀ ਪਾਬੰਦੀ ਲਾਈ ਜਾਵੇ। ਇਹ ਕੋਈ ਪੁਰਾਣੀ ਗੱਲ ਨਹੀਂ। ਹੁਣੇ 3-4 ਫਿਲਮਾਂ ਨਵੀਆਂ ਜਿਹੜੀਆਂ ਆਈਆਂ ਨੇ ਉਹਨਾਂ ਦੇ ਵਿੱਚ ਤੁਸੀਂ ਦੇਖੋ ਕਿੰਨਾ ਹਥਿਆਰ ਚਲਾਏ ਗਏ ਨੇ, ਕੀ ਕੁਝ ਦਿਖਾਇਆ ਜਾਂਦਾ ਉਹਨਾਂ ਦੇ ਵਿੱਚ, ਉੱਥੇ ਪਾਬੰਦੀ ਨਹੀਂ ਲੱਗਦੀ। ਪਰ ਜਦੋਂ ਕੋਈ ਇਨਸਾਨ ਜਿਹੜਾ ਬਹੁਤ ਥੋੜੇ ਨੇ, ਅਸਲ ਤਾਂ ਗਾਇਕ ਹਾਈ ਕਿੰਨੇ ਕੁ ਨੇ, ਬਹੁਤ ਥੋੜੇ ਬੰਦੇ ਨੇ ਗਿਣਤੀ ਦੇ ਜਿਹੜੇ ਉਂਗਲਾਂ ਦੇ ਗਿਣੇ ਜਾਣਗੇ, ਜਿਹੜੇ ਪੰਜਾਬ ਦੀ ਗੱਲ ਕਰਦੇ ਆ, ਸਾਡੇ ਹੱਕਾਂ ਦੀ ਗੱਲ ਕਰਦੇ ਆ, ਕੌਮ ਦੀ ਪੰਥ ਦੀ ਗੱਲ ਕਰਦੇ ਆ। ਉਹਨਾਂ ਨੂੰ ਇਹ ਐ ਨਿਸ਼ਾਨਾ ਬਣਾ ਲੈਂਦੇ ਆ। ਉਹ ਜਿਉਣਾ ਦੁੱਬਰ ਹੋਇਆ ਪਿਆ ਸ੍ਰੀ ਬਰਾੜ ਦਾ ਵਿਚਾਰਾ। ਉਹ ਮੇਰੇ ਨਾਲ ਅੱਜ ਗੱਲ ਵੀ ਹੋਈ ਉਹਦੀ ਫੋਨ ਤੇ। ਉਹ ਕਹਿੰਦਾ ਬਾਈ ਕੀ ਕਰਾਂ ਯਾਰ, ਮੈਂ ਤਾਂ ਕਹਿੰਦਾ ਸਾਲ ਦੇ ਵਿੱਚ ਜਦੋਂ ਵੀ ਕੋਈ ਮੇਰਾ ਗਾਣਾ ਆਉਂਦਾ ਨਾਲ ਦੀ ਨਾਲ ਇਹੋ ਜਿਹਾ ਕੰਮ ਖੜਾ ਹੋ ਜਾਂਦਾ। ਤਾਂ ਮੈਂ ਜਿਹੜੇ ਗਾਉਣ ਵਾਲੇ ਕਲਾਕਾਰ ਭਰਾ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਯਾਰ ਤੁਹਾਡੀ ਇਹ ਕਲਾਕਾਰਾਂ ਦੀ ਦੁਨੀਆ ਹੈਗੀ ਆ, ਤੁਸੀਂ ਤੁਹਾਡਾ ਫਰਜ਼ ਬਣਦਾ ਕਿ ਜੇ ਤੁਹਾਡੇ ਕੋਈ ਭਰਾ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਆ, ਕੋਈ ਨੌਬਤ ਆਉਂਦੀ ਆ, ਤਾਂ ਉਹਦੇ ਨਾਲ ਖੜੋ। ਅੱਜ ਸ੍ਰੀ ਬਰਾੜ ਨੂੰ ਇਹ ਨਿਸ਼ਾਨਾ ਬਣਾ ਰਹੇ ਆ, ਉਹਦੇ ਮੁਕੱਦਮੇ ਦਰਜ ਕਰਾ ਰਹੇ ਆ, ਕੱਲ ਨੂੰ ਤੁਹਾਡੀ ਵਾਰੀ ਆ ਜਾਣੀ ਹੈ। ਤਾਂ ਸਾਰੇ ਕਲਾਕਾਰਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਕਮੁੱਠ ਹੋ ਕੇ ਇਸ ਗੱਲ ਦਾ ਜਵਾਬ ਦਿਓ। ਤੇ ਲੋਕਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ, ਪੰਜਾਬ ਦਿਆਂ ਨੂੰ, ਕਿ ਜਦੋਂ ਕੋਈ ਇਹੋ ਜਿਹੀ ਗੱਲਬਾਤ ਸਾਡੇ ਸਾਹਮਣੇ ਆਉਂਦੀ ਆ ਤਾਂ ਉਹਦਾ ਵਿਰੋਧ ਕਰਿਆ ਕਰੋ। ਠੀਕ ਆ, ਅਸੀਂ ਸਹਿਮਤ ਹਾਂ ਇਸ ਗੱਲ ਦੇ ਨਾਲ ਕਿ ਸਰਕਾਰ ਇਹ ਸਾਰਾ ਕੁਝ ਬੰਦ ਕਰਨਾ ਚਾਹੁੰਦੀ ਆ। ਫਿਲਮਾਂ, ਪਠਾਨ ਫਿਲਮ ਪੰਜਾਬ 'ਚ ਵੀ ਲੱਗੀ ਹੋਣੀ ਆ, ਹੋਰ ਕਿੰਨੀਆਂ ਫਿਲਮਾਂ ਪੰਜਾਬ 'ਚ ਵੀ ਲੱਗਦੀਆਂ ਨੇ, ਪੂਰੇ ਭਾਰਤ 'ਚ ਉਹ ਫਿਲਮਾਂ ਚੱਲਦੀਆਂ ਨੇ। ਉਹਨਾਂ 'ਚ ਦੇਖੋ ਕੀ ਕੁਝ ਹੋ ਰਿਹਾ। ਸੋ ਜਾਣ ਬੁੱਝ ਕੇ ਉਹੀ ਬੰਦੇ ਨਿਸ਼ਾਨੇ ਤੇ ਲਏ ਜਾ ਰਹੇ ਨੇ, ਉਹੀ ਬੰਦੇ ਜਲੀਲ ਕੀਤੇ ਜਾ ਰਹੇ ਨੇ, ਉਹੀ ਬੰਦਿਆਂ ਨੂੰ ਇਹ ਡਰਾ ਕੇ ਘਰੇ ਬਿਠਾਉਣਾ ਚਾਹੁੰਦੇ ਨੇ ਜਿਹੜੇ ਕੋਈ ਸਾਡੇ ਮਾੜੇ ਮੋਟੇ ਹੱਕ ਦੀ ਗੱਲ ਕਰਦੇ ਆ, ਸਾਡੇ ਇਤਿਹਾਸ ਦੀ ਗੱਲ ਕਰਦੇ ਆ, ਸਾਡੀ ਆਉਣ ਵਾਲੀ ਸਾਡੀਆਂ ਪੀੜ੍ਹੀਆਂ ਨੂੰ, ਨਸਲਾਂ ਨੂੰ ਸਾਡੇ ਇਤਿਹਾਸ ਨਾਲ ਜੋੜਦੇ ਨੇ, ਉਹਨਾਂ ਦੇ ਵਿੱਚ ਕੋਈ ਚਿਣਗ ਭਰਦੇ ਨੇ। ਉਹਨਾਂ ਬੰਦਿਆਂ ਨੂੰ ਇਹ ਜਾਣ ਬੁੱਝ ਕੇ ਨਿਸ਼ਾਨਾ ਬਣਾ ਕੇ ਦੱਬਣ ਦੀ ਕੋਸ਼ਿਸ਼ ਕਰ ਰਹੇ ਆ। ਤਾਂ ਸਾਨੂੰ ਹਰ ਬੰਦੇ ਨੂੰ ਇਹ ਨਾਲ ਖੜਨਾ ਚਾਹੀਦਾ। ਨਹੀਂ, ਹਰ ਇੱਕ ਦੀ ਆਵਾਜ਼ ਇੱਥੇ ਦੱਬੀ ਜਾਣੀ ਹੈ, ਚਾਹੇ ਉਹ ਗਾਉਣ ਵਾਲਾ ਕਲਾਕਾਰ ਹੈ, ਚਾਹੇ ਕੋਈ ਲਿਖਣ ਵਾਲਾ ਹੈ, ਚਾਹੇ ਕੋਈ ਬੋਲਣ ਵਾਲਾ ਬੁਲਾਰਾ ਹੈ, ਕਿਸੇ ਪ੍ਰਕਾਰ ਦਾ ਬੰਦਾ ਹੈ, ਉਸ ਹਰ ਬੰਦੇ ਨੂੰ ਇਹ ਹੌਲੀ ਹੌਲੀ ਇਹ ਦੱਬ ਰਹੇ ਨੇ। ਕੱਲੇ ਨੂੰ ਦੱਬ ਰਹੇ ਨੇ, ਬਾਕੀ ਚੁੱਪ ਹੋ ਜਾਂਦੇ ਆ। ਵਾਰੀ ਸਭ ਦੀ ਆ ਜਾਣੀ ਹੈ,
ਫਿਰ ਉਦੋਂ ਸਾਨੂੰ ਲੱਗਣਾ ਵੀ ਸਾਡੀ ਖਾਤਰ ਨਹੀਂ ਕੋਈ ਬੋਲ ਰਿਹਾ। ਸੋ ਜਿੰਨੇ ਦਾ ਕਲਾਕਾਰ ਨੇ, ਜਿੰਨੇ ਇਹਨਾਂ ਦੀ ਇੰਡਸਟਰੀ ਹੈ, ਤੁਹਾਡੀ ਗਾਉਣ ਵਾਲਿਆਂ ਦੀ, ਫਿਲਮ ਵਾਲਿਆਂ ਦੀ, ਤੁਹਾਡਾ ਫਰਜ਼ ਬਣਦਾ ਕਿ ਜਨ ਚਾਰ ਸਪੇਰੋਂ ਬੰਦ ਕਰ ਦਿਓ, ਪਰ ਸਾਨੂੰ ਇਕੱਲੇ ਕਰੇ ਬੰਦੇ ਨੂੰ ਕਿਉਂ ਨਿਸ਼ਾਨਾ ਬਣਾਉਣੇ ਆ। ਸੋ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਉਸ ਇਨਸਾਨ ਨੇ ਬੇੜੀਆਂ ਗੀਤ ਗਾਇਆ, ਸੁਣ ਲਿਓ ਤੁਸੀਂ ਸਾਰੇ ਜਾਣੇ। ਸ੍ਰੀ ਬਰਾੜ ਨੇ ਪਹਿਲਾਂ ਹੀ ਬਹੁਤ ਸੋਹਣੇ ਉਹਨੇ ਗੀਤ ਲਿਖੇ ਵੀ ਨੇ ਤੇ ਗਾਏ ਵੀ ਨੇ। ਤੇ ਆਓ ਅੱਜ ਆਪਣਾ ਫਰਜ਼ ਬਣਦਾ ਯਾਰ, ਜੇ ਇਸ ਤਰ੍ਹਾਂ ਇਹ ਬੰਦੇ ਨੂੰ ਇਕੱਲੇ ਨੂੰ ਘੇਰ ਕੇ ਉਹਨੂੰ ਨਿਸ਼ਾਨਾ ਬਣਾ ਕੇ ਦਬਾਉਣ ਦੀ ਕੋਸ਼ਿਸ਼ ਕਰ ਰਿਹਾ, ਸਾਡਾ ਫਰਜ਼ ਬਣਦਾ ਕਿਸੇ ਵੀ ਤਰੀਕੇ ਨਾਲ ਅਸੀਂ ਉਸ ਇਨਸਾਨ ਦੇ ਨਾਲ ਖੜਗੇ ਜਿਹੜਾ ਸਾਡੇ ਹੱਕਾਂ ਦੀ ਆਵਾਜ਼ ਉਠਾਉਂਦਾ, ਲੋਕਾਂ ਤੱਕ ਪਹੁੰਚਾਉਂਦਾ। ਇੱਕ ਸੱਜਣ ਲਿਖਦਾ, ਕਹਿੰਦਾ ਬਾਈ ਸਿੱਧੂ ਮਰ ਗਿਆ, ਕੋਈ ਬੋਲਿਆ ਨਹੀਂ, ਇਹਨਾਂ ਨੇ ਕਿੱਥੇ ਬੋਲਣਾ। ਇਹੀ ਤਾਂ ਮੈਂ ਗੱਲ ਪਿੱਟ ਰਿਹਾ ਕਿ ਇਹਨਾਂ ਨੂੰ ਲੱਗਦਾ ਕਿ ਯਾਰ ਸਿੱਧੂ ਮਰ ਗਿਆ, ਆਪਾਂ ਕੀ ਲੈਣਾ, ਆਪਾਂ ਆਪਣੀ ਜਾਨ ਬਚਾਈਏ। ਪਰ ਇਹ ਪਤਾ ਨਹੀਂ ਕੱਲ ਨੂੰ ਪੈਣੀ ਕੀਤੇ ਆ। ਤੁਹਾਡੇ 'ਚ ਬਹੁਤ ਵੱਡੀ ਤਾਕਤ ਹੈ। ਕਿੱਡੇ ਕਿੱਡੇ ਨਾਮੀ ਕਲਾਕਾਰ ਬੈਠੇ ਨੇ, ਕਿੰਨੇ ਪੁਰਾਣੇ ਕਲਾਕਾਰ ਬੈਠੇ ਨੇ ਜਿਨ੍ਹਾਂ ਨੇ ਬਹੁਤ ਸੱਭਿਆਚਾਰ ਦੇ ਵਿੱਚ ਆਪਣਾ ਯੋਗਦਾਨ ਪਾਇਆ, ਬਹੁਤ ਕੁਝ ਲਿਖਿਆ, ਗਾਇਆ, ਬਣਾਇਆ। ਉਹਨਾਂ ਦਾ ਹੀ ਫਰਜ਼ ਬਣਦਾ। ਸੋ ਇਸ ਕਰਕੇ ਸਾਡਾ ਫਰਜ਼ ਬਣਦਾ ਕਿ ਅਸੀਂ ਉਸ ਇਨਸਾਨ ਦੇ ਨਾਲ ਖੜ ਗਏ। ਅੱਜ ਉਹ ਇਨਸਾਨ ਵਿਪਤਾ 'ਚ ਆ। ਐਵੇਂ ਕੋਈ ਉੱਠ ਕੇ ਬੰਦਾ ਕੱਲ ਨੂੰ ਹਰਕੀ ਮੁਰੇ ਹੋ ਕੇ ਖੜ ਜਾਂਦਾ, ਅਸੀਂ ਐਂ ਕਰਾਵਾਂਗੇ ਜੀ, ਅਸੀਂ ਐਂ ਕਰਾਵਾਂਗੇ, ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਜੀ। ਸਾਡੇ ਕੀ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਬਾਈ? ਜੇ ਐਡੀ ਹਿੰਮਤ ਆ ਤਾਂ ਕਰਾਓ ਫਿਲਮਾਂ ਬੰਦ ਫਿਰ ਜਾ ਕੇ। ਬਿਲਕੁਲ ਅੱਜ ਸ੍ਰੀ ਬਰਾੜ ਬੋਲ ਰਿਹਾ ਕਿ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ। ਇਹ ਵੀ ਗੱਲ ਸਾਹਮਣੇ ਆਈ ਹੈ। ਉਹਨੇ ਅੱਜ ਬੋਲਿਆ ਵੀ ਹੈ ਕਿ ਮੈਨੂੰ ਇਹ ਫੋਨ ਕਰ ਕਰਕੇ ਡਰਾ ਧਮਕਾ ਵੀ ਰਹੇ ਨੇ। ਸੋ ਆਓ ਯਾਰ ਰਲ ਕੇ ਆਪਾਂ ਆਵਾਜ਼ ਉਠਾਈਏ, ਨਹੀਂ ਤਾਂ ਫਿਰ ਇਹਨਾਂ ਨੇ ਹੌਲੀ ਹੌਲੀ ਸਾਰੀਆਂ ਆਵਾਜ਼ਾਂ ਦੱਬ ਦੇਣੀਆਂ ਨੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਥੋੜਾ ਆਪਣਾ ਲਾਈਵ ਸ਼ੁਰੂ ਹੋ ਰਿਹਾ। ਆਈ ਥਿੰਕ ਮੈਂ ਫੇਸਬੁੱਕ ਤੇ ਵੀ ਲਾਈਵ ਹੈਗਾ ਤੇ ਇੰਸਟਾਗ੍ਰਾਮ ਤੇ ਵੀ ਹੈਗਾ। ਆਜੋ ਮੇਰਾ ਭਰਾ, ਮੇਰੇ ਭੈਣਾਂ ਭਰਾ, ਇੱਕ ਵਾਰ ਸਾਰੇ ਲਾਈਵ ਆਜੋ, ਜੁੜ ਜਾਓ, ਕਿਉਂਕਿ ਬੜੇ ਵੈਸੇ ਮੈਂ ਲਾਈਵ ਆਉਂਦਾ ਹੀ ਨਹੀਂਗਾ, ਹਨਾ। ਤੇ ਆਜੋ, ਬੜੀਆਂ ਜ਼ਰੂਰੀ ਗੱਲਾਂ ਕਰਨੀਆਂ ਸਾਰੇ ਭਰਾਵਾਂ ਨਾਲ। ਸਾਰੇ ਭੈਣ ਭਰਾ ਮੇਰੇ ਸਾਰੇ ਆ ਜਾਣ ਜੀ। ਰਿਕੁਐਸਟ ਹੈਗੀ, ਇਹਨੂੰ ਸ਼ੇਅਰ ਵੀ ਕਰ ਸਕਦੇ ਹੋ, ਸ਼ੇਅਰ ਵੀ ਜ਼ਰੂਰ ਕਰਿਓ। ਤੇ ਇੱਕ ਵਾਰ ਜੁੜ ਜਾਓ ਸਾਰੇ ਆਪਣਾ, ਹਨਾ ਵੀਰ ਭਰਾ। ਤੇ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਕੌਮੀ ਇਨਸਾਫ ਮੋਰਚਾ, ਯੈਸ ਬਿਲਕੁਲ, ਜਿੰਦਾਬਾਦ ਜਿੰਦਾਬਾਦ। ਲਵ ਯੂ ਲਵ ਯੂ। ਤਾਂ ਸੋ